ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਦਾ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 10:11 ਹੋਏ ਨੇ ਤੇ 3 ਅਗਸਤ ਦਾ ਦਿਨ ਹੈ। ਵਰਾ 2023 ਦਾ ਵੀਰਵਾਰ ਹੈ ਤੇ 19 ਸੌਣ ਨਾਨਕਸ਼ੇ ਸੰਮਤ 555। ਨਿੱਘਾ ਹਾਰਦਿਕ ਸਵਾਗਤ ਹੈ ਜੀ। ਕਰਾਂਗੇ ਪੰਜਾਬ ਨੂੰ ਦੇਸ਼ ਪੰਜਾਬ ਦੇ ਝਰੋਖੇ ਚੋਂ ਸਰਾ ਨਮਕੀਨ ਸਿੰਘ ਪੱਤੀ ਨਾਲ ਕਰਾਂਗੇ ਗੱਲਬਾਤ। ਫਿਰ 11 ਤੋਂ 12 ਵਜੇ ਤੱਕ ਇੱਕ ਖਾਸ ਗੱਲਬਾਤ ਅੱਜ ਗੁਰੂ ਘਰ ਦੇ ਕੀਰਤਨੀਏ ਭਾਈ ਸਾਹਿਬ ਹਰਚਰਨ ਸਿੰਘ ਖਾਲਸਾ ਜੀ ਨਾਲ ਗੱਲਬਾਤ ਹੋਏਗੀ। ਕੀਰਤਨ ਦੀ ਮਹੱਤਤਾ, ਕਿਉਂਕਿ ਇਹ ਗੱਲ ਮੈਂ ਵੇਖਿਆ ਮੰਨਫੀ ਹੈ ਸਾਡੇ ਰੇਡੀਓ ਟਾਕ ਸ਼ੋਜ਼ ਦੇ ਵਿੱਚ। ਨਾ ਢਾਡੀਆਂ ਨੂੰ ਨਾ ਰਾਗੀਆਂ ਨੂੰ ਅਸੀਂ ਸੱਦਦੇ ਨਹੀਂ, ਗੱਲਾਂ ਨਹੀਂ ਕਰਦੇ। ਆ 4 ਖਾੜੇ ਲਾਉਣ ਆਇਆ ਹੋਇਆ ਕੋਈ ਗਾਇਕ ਆ ਜਾਵੇ, ਉਹਨੂੰ ਚੱਕੀ ਫਿਰਦੇ ਆ, ਇੱਥੇ ਰੱਖ, ਉੱਥੇ ਲਿਜਾ, ਇੱਥੇ ਲਿਜਾ। ਅਤੇ ਸਾਹੋ ਸਾਹ ਉਹ ਹੁੰਦਾ, ਸਾਹੋ ਸਾਹ ਉਹਦਾ ਪ੍ਰੋਡਿਊਸਰ ਹੋਇਆ ਹੁੰਦਾ। ਜਿੱਦਣ ਉਹ ਜਹਾਜ਼ ਚੜ੍ਹ ਗਿਆ 2 ਸਾਲ ਫਿਰ ਮੁੜ ਕੇ ਕਿਸੇ ਨੂੰ ਕੂੰਦੇ ਵੀ ਨਹੀਂ ਉਹ ਕੌਣ ਕਿੱਥੇ ਬੈਠਾ, ਅਤੇ 2 ਸਾਲ ਬਾਅਦ ਆ ਕੇ ਫਿਰ ਅਰਗ ਚੜ੍ਹਾਉਂਦੇ ਆ। ਸੋ ਇਹਨਾਂ ਦੀ ਕਹਾਣੀ ਤਾਂ ਚੱਲਦੀ ਰਹਿਣੀ ਹੈ ਕਮਰਸ਼ੀਅਲ ਲੋਕਾਂ ਦੀ, ਪਰ ਗੁਰੂ ਘਰ ਦੇ ਕੀਰਤਨੀਏ ਦਾ ਕੀ ਸਥਾਨ ਹੈ, ਕੀਰਤਨ ਕੀ ਹੈ, ਕੀਰਤਨ ਕੀ ਹੈ ਅਤੇ ਰਾਗਾਂ 'ਚ ਕਿਵੇਂ ਹੁੰਦਾ। ਗੁਰੂ ਸਾਹਿਬ ਦੀ ਉਚਾਰੀ ਬਾਣੀ, ਉਹਦੇ ਵਿੱਚੋਂ ਕੀਰਤਨੀਏ ਕਿਵੇਂ ਕਰਦੇ ਨੇ, ਸਿੱਖਦੇ ਕਿਵੇਂ ਨੇ, ਮਰਿਆਦਾ ਕੀ ਹੈ, ਕੀਰਤਨੀਏ ਦਾ ਸੁਭਾਅ ਕਿਹੋ ਜਿਹਾ ਚਾਹੀਦਾ, ਗੁਰੂ ਦੇ ਭੈ 'ਚ ਰਹਿਣ ਵਾਲਾ ਗੁਰੂ ਘਰ ਦਾ ਵਜ਼ੀਰ ਜਾਂ ਕੀਰਤਨੀਆ ਕਿਸ ਤਰ੍ਹਾਂ ਦਾ ਉਹਦਾ ਆਪਣਾ ਜੀਵਨ ਚਾਹੀਦਾ। ਇਸ ਦੇ ਬਾਰੇ ਗੱਲਾਂ ਬਾਤਾਂ ਹੋਣਗੀਆਂ। ਮਾਇਕ ਸਹਾਇਤਾ ਕੀ ਹੈ, ਗੁਰੂ ਘਰ ਦੇ ਵਿੱਚ ਕੀਰਤਨ ਦੀ ਭੇਟਾ ਕੀ ਹੈ, ਕੀਰਤਨ ਦੀ ਭੇਟਾ ਕੀ ਕੀਰਤਨੀਆਂ ਨੂੰ ਮਿਲਦੀ ਹੈ ਕਿ ਗੁਰੂ ਘਰ ਵਾਲੇ ਚੱਕ ਕੇ ਲੈ ਜਾਂਦੇ ਆ, ਦੱਸਦੇ ਹੀ ਨਹੀਂ। ਸੋ ਇਹਦੇ ਵਿੱਚ ਸਾਰੀਆਂ ਇਹ ਗੱਲਾਂ ਬਾਤਾਂ ਕਰਾਂਗੇ, ਕਿਉਂਕਿ ਉਹਨਾਂ ਦੀ ਨਿੱਜੀ ਜ਼ਿੰਦਗੀ ਜਿਹੜੀ ਹੈ ਉਹ ਉਹਨਾਂ ਦੇ ਖਰਚੇ ਅਤੇ ਉਹਨਾਂ ਦੀ ਜ਼ਿੰਦਗੀ ਕਿਵੇਂ ਬਤੀਤ ਹੁੰਦੀ ਹੈ, ਇਹਦੇ ਬਾਰੇ ਗੱਲਬਾਤ ਅੱਜ ਕਰਾਂਗੇ। ਕਿਉਂਕਿ ਤਜਰਬਾ ਬੜਾ ਭਾਈ ਸਾਹਿਬ ਹਰਚਰਨ ਸਿੰਘ ਖਾਲਸਾ ਜਿਹੜੇ ਨੇ ਉਹ ਗੁਰੂ ਘਰ ਦੇ ਹਜ਼ੂਰੀ ਰਾਗੀ ਦਰਬਾਰ ਸਾਹਿਬ ਦੇ, ਫਿਰ ਹੁਣ ਉਹ ਇੱਥੇ ਰਹਿ ਰਹੇ ਨੇ ਅਮਰੀਕਾ 'ਚ। ਜਿਵੇਂ ਕੀਰਤਨੀ ਗੁਰਪ੍ਰੀਤ ਸਿੰਘ ਹੋਣੀ ਨੇ, ਆਪਣੇ ਕਾਲਰ ਨੇ, ਸਿੱਧੀਆਂ ਸਪਸ਼ਟ ਗੱਲਾਂ ਉਹੋ ਹੀ ਚਾਹੀਦਾ। ਗੁਰੂ ਦੇ ਭੈ 'ਚ ਰਹਿਣ ਵਾਲਾ ਬੰਦਾ ਬੰਦੇ ਦੇ ਭੈ 'ਚ ਨਹੀਂ ਰਹਿੰਦਾ ਕੋਈ। ਇਹ ਗੱਲਬਾਤ ਹੋਏਗੀ 12:10 ਤੋਂ 12:30 'ਤੇ। ਨਿਧੜਕ ਪੱਤਰਕਾਰ ਜੋਗਿੰਦਰ ਸਿੰਘ ਜਗਰਾਓਂ, ਜਿਹੜੇ ਅਜੀਤ ਦਫ਼ਤਰ ਦੇ ਇੰਚਾਰਜ ਸਨ, ਜਿਨ੍ਹਾਂ 'ਤੇ ਕਈ ਕੇਸ ਪੈ ਗਏ ਸੀ ਸੱਚ ਬੋਲਣ ਲਈ, ਅੱਜ ਕੱਲ੍ਹ ਇੱਥੇ ਆਏ ਹੋਏ ਨੇ। ਉਹਨਾਂ ਨਾਲ ਗੱਲਬਾਤ ਹੋਏਗੀ ਵੀ ਪ੍ਰਵਾਸੀਆਂ ਦੀਆਂ ਜਾਇਦਾਦਾਂ ਰੋਕੀਆਂ ਕਿਵੇਂ ਜਾਂਦੀਆਂ, ਕਾਰਨ ਕੀ ਹੈ ਅਤੇ ਪੱਤਰਕਾਰੀ ਕੀ ਕਰ ਸਕਦੀ ਹੈ। ਉਹਨਾਂ ਨਾਲ ਗੱਲਬਾਤ ਹੋਏਗੀ 12:30 ਤੋਂ 1 ਵਜੇ ਤੱਕ। ਸਾਡੇ ਇੱਥੇ ਦੇ ਜੰਪਲ ਜਵਾਕਾਂ ਦੀਆਂ ਜਿਹੜੀਆਂ ਮੁਸ਼ਕਿਲਾਂ ਨੇ ਉਹ ਕੀ ਨੇ, ਉਹ ਕਿੱਧਰ ਨੂੰ ਚੱਲੇ ਨੇ, ਓਰੀਐਂਟੇਸ਼ਨ ਉਹਨਾਂ ਦੀ ਕੀ ਹੈ, ਅਤੇ ਉਹ ਡਿਸਟਰਬ ਕਿਉਂ ਨੇ। ਸਾਰਾ ਕੁਛ ਹੁੰਦੇ ਹੋਏ ਮਾਪੇ ਤਾਂ ਡਿਸਟਰਬ ਹੋਣ, ਜਿਨ੍ਹਾਂ ਨੇ ਸਾਰੇ ਖਰਚੇ ਚੱਕਣੇ ਨੇ। ਜਵਾਕ ਘਰੇ ਰਹਿ ਰਿਹਾ, ਸਿਰ 'ਤੇ ਛੱਤ ਹੈ, ਉਹ ਵੀ ਕਹਿੰਦਾ ਮੈਂ ਡਿਪਰੈਸ਼ਨ 'ਚ, ਜਿਹਦੇ ਕਰਕੇ ਮੈਂ ਭੰਗ ਪੀਣੀ ਪੈ ਰਹੀ ਹੈ ਮੈਨੂੰ। ਇਹਨਾਂ ਦਾ ਡਿਪਰੈਸ਼ਨ ਦਾ ਕੀ ਕਾਰਨ ਹੈ, ਇਹਨਾਂ ਨੂੰ ਕੀ ਚੈਲੰਜਸ ਨੇ। ਅੱਜ ਗੱਲਬਾਤ ਹੋਏਗੀ ਇਹਨਾਂ ਮਸਲਿਆਂ 'ਤੇ। 604-204-0600 604-204-0600 ਉਹਨੇ ਨੰਬਰ ਹੈ, ਅਤੇ 604-729-1224 WhatsApp 'ਤੇ ਟੈਕਸਟ ਲਈ ਮੇਰਾ ਨੰਬਰ ਹੈ 6047291224। ਕੋਈ ਸੁਨੇਹਾ ਭੇਜਣਾ ਚਾਹੋ, ਕੋਈ ਭਾਈਚਾਰੇ ਦਾ ਮੁੱਦਾ ਜਿਹਦੇ ਬਾਰੇ ਤੁਸੀਂ ਧਿਆਨ ਮੰਗਦੇ ਹੋ, ਦਬਾਉਣਾ ਚਾਹੁੰਦੇ ਹੋ, ਤਾਂ ਇਹ ਨੰਬਰ ਹੈ 6047291224। ਮੰਨਿਆ ਕਿ ਕੋਈ ਬੱਦਲੀ ਧੁੱਪਾਂ ਰੋਕ ਵੀ ਲੈਂਦੀ ਏ, ਮੰਨਿਆ ਕਿ ਕੋਈ ਬੱਦਲੀ ਧੁੱਪਾਂ ਰੋਕ ਵੀ ਲੈਂਦੀ ਏ, ਉਹ ਚਾਨਣ ਦੇ ਫੰਭਿਆਂ ਤਾਈਂ ਸੋਖ ਵੀ ਲੈਂਦੀ ਏ, ਪਰ ਨੂਰ ਦੇ ਜਾਏ ਕਰਨ ਗੁਲਾਮੀ ਗਿੱਝਦੇ ਨਹੀਂ ਹੁੰਦੇ। ਉਹ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ। ਜਿਹੜੇ ਪਾਣੀ ਅੰਦਰ ਕੋਈ ਰਵਾਨੀ ਨਹੀਂ ਹੁੰਦੀ, ਉਸ ਪਾਣੀ 'ਤੇ ਆਉਂਦੀ ਕਦੇ ਜਵਾਨੀ ਨਹੀਂ ਹੁੰਦੀ। ਸੌੜੀਆਂ ਸੋਚਾਂ ਕੋਲੋਂ ਬੀਬਾ ਸਿੱਜਦੇ ਨਹੀਂ ਹੁੰਦੇ, ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ। ਉਹ ਮਿਰਗਾ ਤੇਰੇ ਅੰਦਰ ਹੀ ਕਸਤੂਰੀ ਹੁੰਦੀ ਹੈ, ਹਰ ਕੰਮ ਦੇ ਵਿੱਚ ਮਿਹਨਤ ਬੜੀ ਜ਼ਰੂਰੀ ਹੁੰਦੀ ਹੈ। ਮੋਮਬੱਤੀ 'ਤੇ ਕਦੇ ਕੜਾਹੇ ਰਿੱਝਦੇ ਨਹੀਂ ਹੁੰਦੇ, ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ। ਜੋ ਕੁਝ ਵੀ ਹੈ ਹੁੰਦਾ ਪੂਰੇ ਵਕਤਾਂ 'ਤੇ। ਇੱਕ ਦਿਨ ਜਾਲੇ ਲੱਗ ਜਾਂਦੇ ਨੇ ਉੱਚੀਆਂ ਤਖ਼ਤਾਂ 'ਤੇ, ਬਿਨ ਕੱਤੇ ਦੇ ਵੀ ਸਿਉਨੇ ਦੇ ਵਿੱਜਦੇ ਨਹੀਂ ਹੁੰਦੇ, ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ। ਕਿਉਂ ਆਪਣੇ ਮੱਥੇ 'ਤੇ ਸਾਨੂੰ ਨਾਜ਼ ਨਹੀਂ ਹੁੰਦਾ,
क्यों नफरत का कोई दवा इलाज नहीं हुंदा, शान किसी दी वेख वेख के खिजदे नहीं हुंदे, सूरज कदे भी कणियां दे विच भिजदे नहीं हुंदे, सूरज कदे भी कणियां दे विच भिजदे नहीं हुंदे। हरमनजीत लिखदा है। दईए जी फिर पंजाब दा गेड़ा ते गलबात करांगे सरदार नवकिरण सिंह पत्ती नूं। पत्ती सेखवा बरनाले, रात के 11 बजे ने बरनाले की गुठ च छोटा जिहा पिंड पत्ती सेखवा ते नवकिरण सिंह पत्ती गलबात करनगे। सर नवकिरण सिंह पत्ती जी स्वागत है, सत श्री अकाल। शुक्रिया जी गिल साहब, सब तो पहला तुहानू ते सारे ਸਰੋਤਿਆਂ ਨੂੰ मेरे ਵੱਲੋਂ भी सत श्री अकाल जी। जी गिल साहब, लोक सभा दे विच हंगामा ते दिल्ली बारे विवादित सेवावां दा बिल, ਇਹਦੇ बारे दिओ जानकारी। जी गिल साहब देखो, दिल्ली बारे जिहड़ा बिल केंद्र सरकार लेके आई ਉਹਨੂੰ ਅੱਜ लोक सभा ਦੇ ਵਿੱਚ ਭਾਰੀ ਹੰਗਾਮੇ ਦੇ ਦੌਰਾਨ ਪਾਸ ਕਰ ਦਿੱਤਾ ਗਿਆ। लोक सभा ਦੇ ਵਿੱਚ ਕੌਮੀ ਰਾਜਧਾਨੀ ਖੇਤਰ ਦਿੱਲੀ ਸਰਕਾਰ ਸੋਧ ਬਿਲ ਜਿਹੜਾ ਪਾਸ ਕੀਤਾ ਹੈ, ਇਸ ਬਿਲ ਦਾ ਪ੍ਰਸਤਾਵ ਖੁਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰੱਖਿਆ ਔਰ ਇਸ ਬਿਲ ਦੇ ਉੱਤੇ ਕੋਈ ਖਾਸ ਬਹਿਸ ਵੀ ਨਹੀਂ ਹੋਣ ਦਿੱਤੀ। ਈਵਨ ਵਿਰੋਧੀ ਧਿਰਾਂ ਦੇ ਆਗੂਆਂ ਨੇ ਕਿਹਾ ਕਿ ਅਸੀਂ ਇਸ ਬਿਲ ਦੇ ਉੱਤੇ ਬੋਲਣਾ ਚਾਹੁੰਦੇ ਹਾਂ, ਜਿਹਦੇ ਚੋਂ ਗਿੱਲ ਸਾਹਿਬ ਬਿਲ ਦੀਆਂ ਕਾਪੀਆਂ ਦਿੱਤੀਆਂ ਗਈਆਂ। ਸਭ ਤੋਂ ਵੱਡੀ ਗੱਲ ਜਿਹੜੀ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਨੇ ਆਮ ਆਦਮੀ ਪਾਰਟੀ ਦੇ, ਇੱਕੋ ਇੱਕ ਮੈਂਬਰ ਪਾਰਲੀਮੈਂਟ ਹੈ ਪੂਰੇ ਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਦਾ ਲੋਕ ਸਭਾ ਦੇ ਵਿੱਚ, ਸੁਸ਼ੀਲ ਰਿੰਕੂ, ਉਹਨੇ ਬਿੱਲ ਦੀਆਂ ਕਾਪੀਆਂ ਪਾੜ ਕੇ ਸਿੱਟਤੀਆਂ ਉੱਥੇ ਕਿ ਬਿੱਲ ਆ ਜਿਹੜਾ ਇਹ ਦਿੱਲੀ ਦੇ ਲੋਕਾਂ ਦੇ ਨਾਲ ਵਿਸ਼ਵਾਸਘਾਤ ਹੈ। ਉਸ ਤੋਂ ਬਾਅਦ ਸੁਸ਼ੀਲ ਰਿੰਕੂ ਨੂੰ ਪੂਰੇ ਇਜਲਾਸ ਦੇ ਲਈ, ਸੈਸ਼ਨ ਦੇ ਲਈ ਜਿਹੜਾ ਗਾ ਸਸਪੈਂਡ ਕਰ ਦਿੱਤਾ ਗਿਆ ਸੈਸ਼ਨ ਦੇ ਵਿੱਚੋਂ, ਔਰ ਸੁਸ਼ੀਲ ਰਿੰਕੂ ਨੂੰ ਜਿਹੜਾ ਗਾ ਉਹ ਬਾਹਰ ਕੱਢ ਦਿੱਤਾ ਗਿਆ। ਇਸ ਵਿਸ਼ੇ ਦੇ ਉੱਤੇ ਦੇਖੋ ਬਹੁਤ ਪਿਛਲੇ ਦਿਨਾਂ ਤੋਂ ਤਣਾਤਣੀ ਦਾ ਮਾਹੌਲ ਹੈ। ਕੇਂਦਰ ਸਰਕਾਰ ਦਾ ਇਹ ਬਿੱਲ ਕਹਿੰਦਾ ਗਾ ਕਿ ਦਿੱਲੀ ਦੇ ਵਿੱਚ ਜਿੰਨੇ ਵੀ ਅਫਸਰ ਨੇ, IAS IPS ਲੌਬੀ ਆ ਜਿਹੜੀ, ਪੁਲਿਸ ਤਾਂ ਚਲੋ ਪਹਿਲਾਂ ਹੀ ਸੈਂਟਰ ਦੇ ਅੰਡਰ ਹੈ, ਔਰ IAS ਅਫਸਰਾਂ ਦੇ ਤਬਾਦਲੇ ਵੀ ਹੁਣ 3 ਮੈਂਬਰੀ ਇੱਕ ਕਮੇਟੀ ਹੋਊ, ਜਿਹਦੇ ਚ ਦਿੱਲੀ ਦੇ ਚੀਫ ਮਿਨਿਸਟਰ ਹੋਣਗੇ, ਦਿੱਲੀ ਦੇ ਚੀਫ ਸੈਕਟਰੀ ਹੋਣਗੇ, ਦਿੱਲੀ ਦੇ ਪ੍ਰਿੰਸੀਪਲ ਚੀਫ ਸੈਕਟਰੀ ਹੋਣਗੇ, ਔਰ ਇਹ 3 ਮੈਂਬਰੀ ਕਮੇਟੀ ਦੇ ਵਿੱਚ ਅੰਤਮ ਫੈਸਲਾ ਜਿਹੜਾ ਗਵਰਨਰ ਦਾ ਹੋਊਗਾ, ਉਪ ਰਾਜਪਾਲ ਦਾ, ਜਾਨੀ ਕਿ ਉਪ ਰਾਜਪਾਲ ਕੋਲ ਸਾਰੇ ਅਧਿਕਾਰ ਨੇ। ਔਰ ਇਸ ਬਿੱਲ ਦਾ ਕੇਜਰੀਵਾਲ ਵਿਰੋਧ ਕਰ ਰਿਹਾ ਸੀ, ਉਹਨੇ ਕਾਂਗਰਸ ਨੂੰ ਵੀ ਮਨਾਇਆ ਇਸ ਬਿੱਲ ਦਾ ਵਿਰੋਧ ਲਈ। ਸਾਰੀਆਂ ਵਿਰੋਧੀ ਧਿਰਾਂ, INDIA ਇੰਡੀਆ ਦਾ ਜਿਹੜਾ ਗੱਠਜੋੜ ਬਣਿਆ, ਉਹਨਾਂ ਨੇ ਵਿਰੋਧ ਕੀਤਾ, ਲੇਕਿਨ ਹੰਗਾਮੇ ਦੇ ਦੌਰਾਨ ਭਾਜਪਾ ਇਸ ਬਿੱਲ ਨੂੰ ਪਾਸ ਕਰਾਉਣ ਦੇ ਵਿੱਚ ਸਫਲ ਰਹੀ ਹੈ, ਕਿਉਂਕਿ ਲੋਕ ਸਭਾ ਦੇ ਵਿੱਚ BJP ਦੀ ਬਹੁ ਗਿਣਤੀ ਹੈ, ਵਿਰੋਧੀ ਧਿਰਾਂ ਵਾਕਆਊਟ ਕਰ ਗਈਆਂ। ਇਸੇ ਦਰਮਿਆਨ ਬਿੱਲ ਆ ਜਿਹੜਾ ਪਾਸ ਹੋ ਗਿਆ। ਹੁਣ ਬਿੱਲ ਰਾਜ ਸਭਾ ਦੇ ਵਿੱਚ ਜਾਊਗਾ। ਰਾਜ ਸਭਾ ਦੇ ਵਿੱਚ 238 ਮੈਂਬਰੀ ਸਦਨ ਹੈ, ਜਿਹਦੇ ਚ 7 ਸੀਟਾਂ ਖਾਲੀ ਆ। ਉੱਥੇ NDA ਕੋਲ 103 ਮੈਂਬਰ ਨੇ, 119 ਚਾਹੀਦੇ ਨੇ ਉਹਨਾਂ ਨੂੰ। ਉੱਥੇ ਕੇਜਰੀਵਾਲ ਦੀ ਪਾਰਟੀ ਪੂਰਾ ਜ਼ੋਰ ਲਾਊਗੀ, ਕਾਂਗਰਸ ਵੀ ਜ਼ੋਰ ਲਾਊਗੀ। ਉੱਥੇ ਵੀ ਦੇਖਦੇ ਆ ਕੀ ਹਾਲਤ ਬਣਦੀ ਹੈ। ਜੇ ਲੋਕ ਸਭਾ ਰਾਜ ਸਭਾ ਚੋਂ ਪਾਸ ਹੁੰਦਾ, ਰਾਸ਼ਟਰਪਤੀ ਸਾਹਿਬ ਦੇ ਦਸਤਖਤਾਂ ਤੋਂ ਬਾਅਦ ਇਹ ਕਾਨੂੰਨ ਬਣ ਜਾਊਗਾ। ਔਰ ਅੱਜ ਅਮਿਤ ਸ਼ਾਹ ਨੇ ਜਿਹੜਾ ਖੜ ਕੇ ਸੰਸਦ ਦੇ ਵਿੱਚ ਕਿਹਾ ਕਿ ਦਿੱਲੀ ਪੂਰਨ ਰਾਜ ਨਹੀਂ ਹੈ, ਦਿੱਲੀ ਦੇਸ਼ ਦੀ ਰਾਜਧਾਨੀ ਹੈ, ਇੱਕ UT ਆ, ਔਰ ਉੱਥੇ ਅਸੀਂ ਕੇਜਰੀਵਾਲ ਸਰਕਾਰ ਨੂੰ ਪੂਰੇ ਅਧਿਕਾਰ ਨਹੀਂ ਦੇ ਸਕਦੇ। ਫਿਰ ਸਵਾਲ ਇਹ ਖੜਾ ਹੁੰਦਾ ਕਿ ਦਿੱਲੀ ਦੇ ਵਿੱਚ ਫਿਰ ਵਿਧਾਨ ਸਭਾ ਕਿਉਂ ਬਣਾਈ ਹੈ, ਖਰਚਾ ਕਿਉਂ ਖੜਾ ਕੀਤਾ ਹੈ। ਫਿਰ ਸਵਾਲ ਇਹ ਖੜਾ ਹੁੰਦਾ ਕਿ ਦਿੱਲੀ ਨੂੰ ਪੂਰਨ ਰਾਜ ਦੇਣ ਦੇ ਦਰਜੇ ਦੀਆਂ ਗੱਲਾਂ BJP ਨੇ ਕੀਤੀਆਂ ਸੀ, ਉਹ ਕਿੱਧਰ ਗਈਆਂ। ਜੀ ਗਿੱਲ ਸਾਹਿਬ, ਆ ਭਰਤਿੰਦਰ ਚਾਲ ਨੂੰ ਰੁਪਈਏ ਕੀ ਨਿਗਾਸ ਦੇਣਗੇ, ਜਦ ਪਹਿਲਾਂ 7 ਤੱਕ ਇਹਨੇ 2 ਤੋਂ 7 ਤੱਕ ਪੈਸੇ ਕਮਾਏ, ਪੁਲਿਸ ਨੇ ਨੰਗਾ ਕਰਕੇ ਕੁੱਟਿਆ, ਨਰੇ ਕੁੱਟੇ ਇਹਦੇ। ਹੁਣ ਫੇਰ ਕੇਸ ਇਹਦੇ ਤੇ ਹੋ ਗਿਆ, ਹਟਦਾ ਕਿਉਂ ਨਹੀਂ? ਗਿੱਲ ਸਾਹਿਬ, ਐਤਕੀ ਵਾਲਾ ਕੇਸ ਤਾਂ ਜਮਾ ਜਿੰਦੇ ਲਾਏ ਨੇ, ਜਿੰਦੇ ਵਿਜੀਲੈਂਸ ਵਾਲਿਆਂ ਨੇ ਪੂਰੀ ਜਾਂਚ ਇਹਦੀ ਕੀਤੀ। ਜਿਹੜਾ ਦਾ ਕੰਪਲੈਕਸ ਹੈ ਨਾ ਪਟਿਆਲੇ ਦੇ ਵਿੱਚ, ਬੱਸ ਸਟੈਂਡ ਦੇ ਰੋਡ ਦੇ ਉੱਤੇ, ਹੁਣ ਤਾਂ ਬੱਸ ਸਟੈਂਡ ਚਲੋ ਬਾਹਰ ਚਲਿਆ ਗਿਆ, ਯੂਨੀਵਰਸਿਟੀ ਵਾਲੀ ਸਾਈਡ, ਪੁਰਾਣੇ ਬੱਸ ਸਟੈਂਡ ਕੋਲੇ ਜਿਹੜਾ ਕੰਪਲੈਕਸ ਬਣਾਇਆ ਇਹਨੇ ਬੜਾ ਮਹਿੰਗਾ, ਵਿਜੀਲੈਂਸ ਵਾਲਿਆਂ ਨੇ ਚਾਰੇ ਪਾਸਿਓਂ ਮਿਲਿਆ, ਔਰ ਇਹ ਹਾਈ ਕੋਰਟ ਚਲਿਆ ਗਿਆ ਸੀ। ਲੇਕਿਨ ਹੁਣ ਵਿਜੀਲੈਂਸ ਨੇ ਜਿਹੜਾ ਇੱਥੇ FIR ਦਰਜ ਕੀਤੀ ਹੈ ਪੰਜਾਬ ਵਿਜੀਲੈਂਸ ਬਿਊਰੋ ਨੇ, ਉਹ ਬਹੁਤ ਸਖਤੀ ਦੇ ਨਾਲ ਕੀਤੀ ਹੈਗੀ। ਔਰ ਵਿਜੀਲੈਂਸ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਵਿਰੋਧੀ ਐਕਟ ਦੀਆਂ ਧਾਰਾਵਾਂ 13(1)(b), 13(2) ਅਧੀਨ ਜਿਹੜਾ ਵਿਜੀਲੈਂਸ ਬਿਊਰੋ ਦੇ ਪਟਿਆਲਾ ਰੇਂਜ ਥਾਣੇ ਦੇ ਵਿੱਚ ਕੇਸ ਦਰਜ ਕੀਤਾ ਗਿਆ ਗਾ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮਾਰਚ 17 ਤੋਂ ਸਤੰਬਰ 21 ਤੱਕ ਚਾਹਲ ਤੇ ਉਹਦੇ ਪਰਿਵਾਰ ਦੀ ਆਮਦਨ ਹੈਗੀ ਜਿਹੜੀ, ਉਹ ਕਈ ਗੁਣਾ ਵਧੀ ਹੈ। ਔਰ ਇਹ ਜਿਹੜੇ ਸਵਾਲ ਖੜੇ ਕਰਦੇ ਆ ਕਿ 7,85,16,905 ਰੁਪਏ ਦੀ ਪਹਿਲਾਂ ਆਮਦਨ ਸੀ 17 ਚ,
ਉਦੋਂ ਬਾਅਦ ਇਹੀ ਆਮਦਨ 31,79,99,000 ਰੁਪਏ ਕਿਵੇਂ ਹੋ ਗਈ ਔਰ 305% ਵਧੀ ਹੈ। ਭਰਤਿੰਦਰ ਚਾਹਲ ਨੇ ਆਪਣੇ ਪਰਿਵਾਰ ਦੇ ਨਾਂ ਦੇ ਉੱਤੇ ਕਈ ਜਾਇਦਾਦਾਂ ਬਣਾਈਆਂ, ਜਿਨ੍ਹਾਂ 'ਚ ਸਰਹੰਦ ਰੋਡ ਪਟਿਆਲਾ ਤੇ ਸਥਿਤ ਦਸ਼ਮੇਸ਼ ਲਗਜ਼ਰੀ ਵੈਡਿੰਗ ਰਿਜ਼ੋਰਟ ਹੈ ਅਲਕਾਜ਼ਾਰ, ਔਰ ਮਿਨੀ ਸੈਕਟਰੀਏਟ ਰੋਡ ਪਟਿਆਲਾ ਤੇ 2595 ਗਜ ਦੀ ਇੱਕ 5 ਮੰਜ਼ਿਲਾ ਕਮਰਸ਼ੀਅਲ ਇਮਾਰਤ ਹੈ। ਨਾਭਾ ਰੋਡ ਤੇ ਟੋਲ ਪਲਾਜ਼ਾ ਨੇੜੇ 72 ਕਨਾਲ 14 ਮਰਲੇ ਜ਼ਮੀਨ ਹੈ। ਇਹ ਤੋਂ ਇਲਾਵਾ ਉਹਨੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਮਾਲਹੇੜੀ ਤੇ ਹਰਵੰਸਪੁਰਾ ਦੇ ਵਿੱਚ ਵੀ ਜ਼ਮੀਨ ਮਹਿੰਗੇ ਭਾਅ ਦੀ ਖਰੀਦੀ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਦੀ ਜਦੋਂ ਸਰਕਾਰ ਸੀ ਨਾ, ਮੀਡੀਆ ਸਲਾਹਕਾਰ ਸੀ, ਇਹ ਮੀਡੀਆ ਵਾਲਿਆਂ ਨੂੰ ਨਿਰਦੇਸ਼ ਦਿੰਦਾ ਹੁੰਦਾ, ਬੜੀ ਚੜ੍ਹਤ ਸੀ ਇਹਦੀ ਉਦੋਂ, ਤੇ ਅੱਜ ਹੁਣ ਇਹਨੂੰ ਕਿਸੇ ਵੀ ਸਮੇਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਔਰ ਕਾਫੀ ਕੁਛ ਸਾਹਮਣੇ ਜਿਹੜਾ ਹੋਰ ਆਊਗਾ। ਮੈਥ ਦੇ ਵਿੱਚ ਜਦੋਂ ਸਮਝਦੇ ਆ 99% ਫਿਰ ਆਉਂਦਾ 100% ਤੋਂ ਗਾਹਾਂ ਵੀ ਕੁਛ ਹੁੰਦਾ, ਉਹ ਤਾਂ ਇਹਨਾਂ ਦੀਆਂ ਜਾਇਦਾਦਾਂ ਤੋਂ ਲੱਗਦਾ 305% ਵੱਧ ਗਈ। ਜੀ ਗੱਲ ਸਾਹਿਬ, ਧਰਮ ਨਾਲ ਗੁਰੂਆਂ ਨੇ ਜਗ੍ਹਾ ਇਹੋ ਜਿਹੀ ਬਖਸ਼ਤੀ, ਜਿਵੇਂ ਇਹ ਖਾਣ ਲੱਗੇ ਹੋਣੇ ਲਟੇਰੇ 47 ਤੋਂ ਬਾਅਦ ਇਹਨੂੰ ਹਲੇ ਵੀ ਸਹਿਕਦਾ। ਜਿੱਦਣ ਪਿੰਡਾਂ ਵਾਲੇ ਪੁੱਤ ਮੋਢੇ ਤੇ ਸਣਗ ਰੱਖ ਕੇ ਜਾ ਵੜੇ ਨਾ ਇਹਨਾਂ ਦੇ ਘਰਾਂ 'ਚ, ਇਹਨਾਂ ਨੂੰ ਲੱਭਣਾ ਨਹੀਂ ਰਾਹ ਕਿੱਧਰ ਨੂੰ ਜਾਣਾ ਹੈ, ਖਾ ਲੈਣ ਜਿਹੜਾ ਕੋਈ ਖਾਣਾ ਹੈ। ਤੇ ਇੱਥੋਂ ਤਾਂ ਧਰਤੀ ਜਿੱਦਣ ਫੂਕਣਾ ਤਾਂ ਲੱਕੜਾਂ ਇੱਕੋ ਜਿਹੀਆਂ ਹੀ ਪੈਣੀਆਂ। ਇੱਕ ਮਰੂਤੀ 70,000 ਦੀ ਵੀ ਉੱਥੇ ਪਹੁੰਚ ਜੂ ਚੰਡੀਗੜ੍ਹ, ਤੇ ਇਹਨਾਂ ਵਾਲੀ 70 ਲੱਖ ਵਾਲੀ ਵੀ ਪਹੁੰਚ ਜੂ, ਫਰਕ ਕੋਈ ਨਹੀਂ, ਪਰ ਸ਼ਰਮ ਇਹਨਾਂ ਨੂੰ ਹੈ ਨਹੀਂ। ਇਹ ਇੱਕ ਵਾਢਿਓਂ ਜਿਹੜਾ ਇਹਨਾਂ ਨੇ ਇਹ ਜਿਹੜਾ ਕੁਛ ਕੀਤਾ ਹੈ, ਉਹ ਕੋਈ ਵੀ ਪਾਰਟੀ ਸੀ ਆ ਹੁਣ ਠੱਲ ਪਾਈ ਹੈ ਜਦੋਂ ਓਪਨਲੀ ਭਗਵੰਤ ਸਿੰਘ ਮਾਨ ਇਸ ਦੇ ਖਿਲਾਫ ਆ ਵੀ ਮੈਂ ਨਹੀਂ ਕਰਪਸ਼ਨ ਹੋਣ ਦੇਣੀ। ਦੋਸ਼ ਵੀ ਹੈ ਨਹੀਂ ਕੋਈ, ਹਲੇ ਤੱਕ 1.5 ਸਾਲ ਹੋ ਗਿਆ। ਤੇ ਬਹਿਬਲ ਗੋਲੀ ਕਲਾਂ ਗੋਲੀ ਕਾਂਡ ਦੇ ਵਿੱਚ ਇੱਕ ਜਿਪਸੀ ਦਾ ਰੌਲਾ ਪੈ ਰਿਹਾ, ਇਹ ਜਿਪਸੀ ਦੀ ਕੀ ਗੱਲ ਹੈ? ਗਿੱਲ ਸਾਹਿਬ, ਜਿਪਸੀ ਬੜੀ ਚਰਚਾ ਦੇ ਵਿੱਚ ਹੈ। ਬਹਿਬਲ ਕਲਾਂ ਗੋਲੀ ਕਾਂਡ ਮਸਲੇ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਦੇਖਦੇ ਹਾਂ, ਉਹਦੀਆਂ ਤੰਦਾਂ ਫਰੋਲਦੇ ਹਾਂ, ਤੇ ਜਿਪਸੀ ਦਾ ਜ਼ਿਕਰ ਜ਼ਰੂਰ ਆਉਂਦਾ ਗਾ। ਔਰ ਇਹ ਜਿਪਸੀ ਪਿਛਲੇ 4 ਸਾਲ ਤੋਂ ਪੁਲਿਸ ਦੇ ਵੱਲੋਂ ਪੁਲਿਸ ਦੇ ਖਿਲਾਫ ਹੀ ਕੇਸ ਆ ਵੀ ਸਾਨੂੰ ਇਹਦੀ ਜਿਪਸੀ ਦੀ ਸਪੁਰਦਗੀ ਦਿਓ, ਕਿਉਂਕਿ ਜਿਪਸੀ 'ਚ ਖਾਸਾ ਕੁਛ ਨਿਕਲ ਕੇ ਸਾਹਮਣੇ ਆਉਣਾ ਹੈ। ਕਿਉਂਕਿ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਹਿਬਲ ਕਲਾਂ ਦੇ ਵਿੱਚ ਜਦੋਂ 2 ਸਿੱਖ ਵਿਅਕਤੀਆਂ ਨੂੰ, ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ ਨੂੰ ਪੁਲਿਸ ਗੋਲੀਬਾਰੀ ਦੇ ਵਿੱਚ ਸ਼ਹੀਦ ਕੀਤਾ ਗਿਆ, ਉਸ ਵਕਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਦੇ ਵਿੱਚ ਸ਼ਾਂਤਮਈ ਪ੍ਰਦਰਸ਼ਨ ਸੀ। ਤਾਂ ਉਸ ਤੋਂ ਬਾਅਦ ਪੁਲਿਸ ਨੇ ਕੀ ਕੀਤਾ, ਜਿਹੜਾ ਮੋਗੇ ਦਾ SSP ਸੀ ਚਰਨਜੀਤ ਸ਼ਰਮਾ, ਉਹਦੀ ਪਾਇਲਟ ਗੱਡੀ ਸੀ ਇਹ ਜਿਪਸੀ ਬਹਿਬਲ ਕਲਾਂ ਕਾਂਡ ਸਮੇਂ। ਔਰ ਜਿਪਸੀ ਉਹਨਾਂ ਨੇ ਗਿੱਲ ਸਾਹਿਬ ਉਦੋਂ ਬਾਅਦ ਆਪ ਹੀ ਜਿਪਸੀ ਤੇ ਗੋਲੀਆਂ ਮਾਰੀਆਂ, ਇਹ ਦਿਖਾਉਣ ਲਈ ਕਿ ਦੇਖੋ ਜੀ ਸਾਡੀ ਜਿਪਸੀ ਤੇ ਪਹਿਲਾਂ ਗੋਲੀਆਂ ਚਲਾਈਆਂ, ਫਿਰ ਪੁਲਿਸ ਨੇ ਗੋਲੀਬਾਰੀ ਕੀਤੀ। ਇਹ ਜਾਣ ਬੁੱਝ ਕੇ ਸਬੂਤ ਘੜਨ ਦੀ ਕੋਸ਼ਿਸ਼ ਆਏਗੀ ਜਿਹੜੀ ਕੀਤੀ ਗਈ। ਔਰ ਉਦੋਂ ਬਾਅਦ ਉਹ ਕਹਿੰਦੇ ਸਵੈ ਰੱਖਿਆ ਦੇ ਲਈ ਅਸੀਂ ਗੋਲੀਬਾਰੀ ਕੀਤੀ, ਇਹ ਦਿਖਾਉਣ ਦੇ ਲਈ ਪ੍ਰਦਰਸ਼ਨਕਾਰੀਆਂ ਤੋਂ, ਜਦ ਕਿ ਕਿਸੇ ਨੇ ਵੀ ਉਸ ਜਿਪਸੀ ਦੇ ਉੱਤੇ ਗੋਲੀ ਨਹੀਂ ਸੀ ਚਲਾਈ। ਉਦੋਂ ਬਾਅਦ SIT ਬਣੀ, SIT ਦੇ ਵਿੱਚ ਸਾਰਾ ਕੁਝ ਸਾਹਮਣੇ ਆਇਆ ਕਿ ਜਿਪਸੀ ਮੋਗਾ ਦੇ ਉਦੋਂ ਦੇ SSP ਚਰਨਜੀਤ ਸ਼ਰਮਾ ਦੀ ਪਾਇਲਟ ਗੱਡੀ ਸੀ। ਔਰ ਇਹ ਜਿਪਸੀ ਨੂੰ ਜਿਹੜਾ ਬਹਿਬਲ ਕਲਾਂ ਗੋਲੀਕਾਂਡ 'ਚ ਮਹੱਤਵਪੂਰਨ ਸਬੂਤ ਮੰਨਿਆ ਜਾ ਰਿਹਾ। ਪਿਛਲੇ 4 ਸਾਲਾਂ ਤੋਂ ਮੋਗਾ ਪੁਲਿਸ ਇਹ ਜਿਪਸੀ ਲੈਣ ਦੇ ਲਈ ਕਾਨੂੰਨੀ ਲੜਾਈ ਲੜ ਰਹੀ ਆ। ਫਰੀਦਕੋਟ ਦੀ ਅਦਾਲਤ ਨੇ ਮੋਗਾ ਪੁਲਿਸ ਦੀ ਜਿਪਸੀ ਨੂੰ ਕਸਟਡੀ ਦੇ ਵਿੱਚ ਲੈਣ ਲਈ ਇੱਕ ਪਟੀਸ਼ਨ ਜਿਹੜੀ ਦਾਇਰ ਕੀਤੀ ਸੀਗੀ, ਉਹਨੂੰ ਖਾਰਜ ਕੀਤੀ ਗਈ ਆ। ਮਾਰਚ 2019 ਦੇ ਵਿੱਚ ਫਰੀਦਕੋਟ ਦੀ ਅਦਾਲਤ ਨੇ ਮੋਗਾ ਪੁਲਿਸ ਦੀ ਜਿਪਸੀ ਦੀ ਕਸਟਡੀ ਦੀ ਜਿਹੜੀ ਅਰਜ਼ੀ ਹੈ ਉਹਨੂੰ ਖਾਰਜ ਕੀਤਾ ਸੀਗਾ। ਔਰ 4 ਸਾਲ ਹੋ ਗਏ ਮੋਗਾ ਪੁਲਿਸ ਨੂੰ ਅਦਾਲਤ ਦੇ ਗੇੜੇ ਕੱਢਦਿਆਂ ਨੂੰ। ਅਦਾਲਤ ਨੇ ਦਰਅਸਲ ਇਸ ਮਸਲੇ ਦੇ ਵਿੱਚ ਇਹ ਕਿਹਾ ਕਿ ਜਿਪਸੀ ਇਸ ਕੇਸ ਦੀ ਪ੍ਰਾਪਰਟੀ ਆ, ਇਹ ਜਾਂਚ ਤੇ ਕੇਸ ਦਾ ਅਹਿਮ ਹਿੱਸਾ ਗਾ। ਅਦਾਲਤ ਦਾ ਵਿਚਾਰ ਹੈ ਕਿ ਜੇਕਰ ਜਿਪਸੀ ਨੂੰ ਸਪੁਰਦਗੀ ਤੇ ਛੱਡਿਆ ਜਾਂਦਾ ਹੈ ਤਾਂ ਇਸ ਨਾਲ ਮੁਕੱਦਮੇ ਦੇ ਲਈ ਪੱਖਪਾਤ ਹੋਊ, ਕਿਉਂਕਿ ਉਕਤ ਜਿਪਸੀ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਦੀ ਪੂਰੀ ਸੰਭਾਵਨਾ ਹੈ। ਇਹ ਤੋਂ ਇਲਾਵਾ ਉਹ ਕਹਿੰਦੇ ਕੁਦਰਤੀ ਆਫਤਾਂ, ਹਾਦਸੇ ਜਿਪਸੀ ਨੂੰ ਨੁਕਸਾਨ ਪਹੁੰਚਾ ਸਕਦੇ ਆ। ਫਰੀਦਕੋਟ ਅਦਾਲਤ ਨੇ ਅਰਜ਼ੀ ਖਾਰਜ ਕਰ ਦਿੱਤੀ ਸੀ। ਹੇਠਲੀ ਅਦਾਲਤ ਦੇ ਝਟਕੇ ਤੋਂ ਬਾਅਦ ਮੋਗਾ ਪੁਲਿਸ ਨੇ 2019 ਚ ਫਰੀਦਕੋਟ ਦੀ ਐਡੀਸ਼ਨਲ ਤੇ ਸੈਸ਼ਨ ਕੋਰਟ ਦੇ ਵਿੱਚ ਰਿਵੀਜ਼ਨ ਪਟੀਸ਼ਨ ਦਾਇਰ ਕੀਤੀ ਸੀ। ਔਰ ਇਹ ਪਟੀਸ਼ਨ SSP ਮੋਗਾ ਦੇ ASI ਰਾਜਵਿੰਦਰ ਸਿੰਘ ਰਾਹੀਂ ਦਾਇਰ ਕੀਤੀ ਗਈ ਸੀ। ਰਿਵੀਜ਼ਨ ਪਟੀਸ਼ਨ 'ਚ ਵੀ ਮੋਗਾ ਪੁਲਿਸ ਦੀ ਦਲੀਲ ਸੀ ਵੀ ਹੇਠਲੀ ਅਦਾਲਤ ਨੇ ਮੰਨਣ 'ਚ ਗਲਤੀ ਕੀਤੀ ਹੈ ਕਿ ਜਿਪਸੀ ਨੂੰ ਕੋਈ ਨੁਕਸਾਨ ਹੋਊ ਤੇ ਮੁਕੱਦਮੇ ਲਈ ਪੱਖਪਾਤ ਕੀਤਾ ਜਾਊ, ਜਦਕਿ ਤੱਥ ਨਜ਼ਰਅੰਦਾਜ਼ ਕਰ ਦਿੱਤਾ ਕਿ ਜਿਪਸੀ ਦੀਆਂ ਤਸਵੀਰਾਂ ਕਲਿੱਕ ਕੀਤੀਆਂ ਜਾ ਸਕਦੀਆਂ ਤੇ ਸਬੂਤਾਂ ਦੀ ਸੁਰੱਖਿਆ ਲਈ ਜਾਂਚ ਏਜੰਸੀ ਦੁਆਰਾ ਇਸ ਦੀ ਇੱਕ ਵਸਤੂ ਸੂਚੀ ਬਣਾਈ ਜਾ ਸਕਦੀ ਹੈ। ਲੇਕਿਨ ਇਹ ਜਿਪਸੀ ਇਸ ਗੱਲ ਦਾ ਵੀ ਸਬੂਤ ਹੈ ਗਿੱਲ ਸਾਹਿਬ
ਕਿ ਕਿਸ ਤਰੀਕੇ ਦੇ ਨਾਲ ਉਦੋਂ ਚਰਨਜੀਤ ਸ਼ਰਮਾ ਵਰਗਿਆਂ ਨੇ ਆਪਦੀ ਜਿਪਸੀ 'ਚ ਗੋਲੀਆਂ ਮਾਰ ਕੇ ਜਿਹੜੇ ਸਬੂਤ ਘੜਨ ਦੀ ਕੋਸ਼ਿਸ਼ ਕੀਤੀ। ਪਿਛਲੇ ਦਿਨਾਂ 'ਚ ਇੱਕ ਆਡੀਓ ਵੀ ਵਾਇਰਲ ਹੋਈ ਸੀ, ਬਹੁਤ ਸਾਰੇ ਲੋਕਾਂ ਨੇ ਉਹ ਆਡੀਓ ਸੁਣੀ ਹੋਊਗੀ, ਗਵਾਹਾਂ ਦੀ ਮੰਨੀ, ਗਵਾਹਾਂ 'ਚੋਂ ਇੱਕ ਦੀ ਮੰਨੀ ਜਾਂਦੀ ਹੈ। ਉਹਦੇ ਵਿੱਚ ਵੀ ਜ਼ਿਕਰ ਹੈ ਵੀ ਨਾ ਜੀ ਪੁਲਿਸ ਵਾਲੇ ਤਾਂ ਆਏ ਸੀ। ਅਸਲ ਦੇ ਵਿੱਚ ਉਸ ਵਕਤ ਜਿਹੜੇ ਬੇਕਸੂਰ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ 2 ਨੂੰ, ਉਹ ਮਸਲਾ ਅੱਜ ਤੱਕ ਵੀ ਉਸ ਵਕਤ ਦੀ ਸਰਕਾਰ ਦੇ ਲਈ ਸਵਾਲੀਆ ਨਿਸ਼ਾਨ ਔਰ ਪੁਲਿਸ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਹੈ। ਸੋ ਇਹ ਜਿਪਸੀ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਤੱਥ ਹੋਰ ਕੱਢ ਕੇ ਲਿਆ ਸਕਦੀ ਆ ਜੀ। ਖਾਲਸਾ ਏਡ ਤੇ ਕੇਂਦਰੀ ਜਾਂਚ ਏਜੰਸੀ ਦੀ ਦਬਸ਼ ਦਾ ਕਾਰਨ ਕੀ ਸੀ? ਕੀ ਮਾੜਾ ਕਰਦੀ ਹੈ ਖਾਲਸਾ ਏਡ ਉੱਥੇ ਜਿਹਦੇ ਕਰਕੇ ਰੇਡ ਹੋਈ? ਗਿੱਲ ਸਾਹਿਬ ਦੇਖੋ, ਇਹ ਜਾਣਬੁੱਝ ਕੇ ਇੱਕ ਦਹਿਸ਼ਤ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਕੋਈ ਇਹੋ ਜਿਹੀ ਗੱਲ ਨਹੀਂ ਸੀਗੀ। ਔਰ ਜੋ NIA ਨੇ ਰੇਡ ਕੀਤੀਆਂ ਪੰਜਾਬ ਦੇ ਵਿੱਚ, ਕਿਸੇ ਨੂੰ ਸਵੇਰੇ 5 ਵਜੇ ਜਾ ਕੇ ਠਾ ਲਿਆ, ਕਿਸੇ ਨੂੰ 5:30 ਵਜੇ ਜਾ ਕੇ ਠਾ ਲਿਆ, ਔਰ ਕੋਈ ਇੰਗਲੈਂਡ ਤੋਂ ਪਿਛਲੇ ਦਿਨਾਂ ਦੇ ਵਿੱਚ ਗਿਆ ਉਹਨੂੰ ਵੀ ਠਾ ਲਿਆ, ਕਿਸੇ ਦਾ ਇੰਗਲੈਂਡ ਕੋਈ ਕੁੜੀ ਆ ਕੋਈ ਮੁੰਡਾ ਗਾ ਉਹਨੂੰ ਵੀ ਠਾ ਲਿਆ। ਔਰ ਖਾਲਸਾ ਏਡ ਦੇ ਪਟਿਆਲਾ ਸਥਿਤ ਮੇਨ ਦਫ਼ਤਰ ਦੇ ਉੱਤੇ ਜਿਹੜਾ ਪੁਲਿਸ NIA ਦੇ ਵੱਲੋਂ ਛਾਪੇਮਾਰੀ ਕੀਤੀ ਗਈ ਆ, ਉਹ ਸਵਾਲਾਂ ਦੇ ਘੇਰੇ ਦੇ ਵਿੱਚ ਆ। ਖਾਲਸਾ ਏਡ ਨੇ ਜਿੱਥੇ ਵੀ ਦੁਨੀਆ ਭਰ ਦੇ ਵਿੱਚ ਆਫਤ ਆਈ ਆ, ਉੱਥੇ ਪਹੁੰਚ ਕੇ ਲੋਕਾਂ ਦੇ ਲਈ ਲੰਗਰ ਲਾਏ ਨੇ, ਲੋਕਾਂ ਦਾ ਤਨ ਢਕਿਆ ਔਰ ਲੋਕਾਂ ਦੇ ਲਈ ਹਰ ਪੱਖੋਂ ਸੁਵਿਧਾ ਦਿੱਤੀ ਆ। ਪਰ ਹੋਰ ਕਿਤੋਂ ਦੀ ਸਰਕਾਰ ਨੇ ਤਾਂ ਨਾ ਅਫਗਾਨਿਸਤਾਨ ਦੀ ਨੇ, ਨਾ ਸੀਰੀਆ ਦੀ ਨੇ, ਨਾ ਪਾਕਿਸਤਾਨ ਦੀ ਨੇ, ਨਾ ਨੇਪਾਲ ਦੀ ਨੇ, ਨਾ ਬੰਗਲਾਦੇਸ਼ ਦੀ ਨੇ, ਕਿਤੇ ਖਾਲਸਾ ਏਡ ਦੇ ਉੱਤੇ ਕੋਈ ਕੁਐਸਚਨ ਨਹੀਂ ਕੀਤਾ। ਲੇਕਿਨ ਸਾਡੇ ਇੱਥੇ ਮਤਲਬ ਖਾਲਸਾ ਏਡ ਦੇ ਉੱਤੇ ਕੁਐਸਚਨ ਕਰਨਾ ਸਵਾਲ ਖੜੇ ਕਰਦਾ ਹੈ। ਲੇਕਿਨ ਇਸ ਵਿਸ਼ੇ ਦੇ ਉੱਤੇ ਪਤਾ ਲੱਗਿਆ ਹੈਗਾ, ਚਲੋ ਕਾਂਗਰਸ ਨੇ, ਰਾਜੇ ਵੜਿੰਗ ਨੇ ਵਿਰੋਧ ਕੀਤਾ, ਬਿਕਰਮਜੀਤ ਮਜੀਠੀਆ ਨੇ ਵਿਰੋਧ ਕੀਤਾ, ਲਗਭਗ ਸਾਰੀਆਂ ਪੋਲੀਟੀਕਲ ਪਾਰਟੀਜ਼ ਨੇ ਵਿਰੋਧ ਕੀਤਾ, ਪੰਜਾਬ ਦੀਆਂ ਜਿੰਨੇ ਵੀ ਸੰਗਠਨ ਨੇ ਉਹਨਾਂ ਨੇ ਵਿਰੋਧ ਕੀਤਾ ਕਿ ਖਾਲਸਾ ਏਡ ਦੇ ਉੱਤੇ NIA ਦੀ ਛਾਪੇਮਾਰੀ ਗੈਰ ਬਰਦਾਸ਼ਤਯੋਗ ਹੈ। ਲੇਕਿਨ ਸਭ ਤੋਂ ਵੱਡੀ ਗੱਲ ਹੈ ਜਿਹੜੀ ਭਾਜਪਾ ਦੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਇਸ ਵਿਸ਼ੇ ਦੇ ਉੱਤੇ ਕਹਿੰਦੇ ਅੱਜ ਅਮਿਤ ਸ਼ਾਹ ਨਾਲ ਗੱਲ ਕੀਤੀ ਆ ਕਿ ਇਹਦੇ ਨਾਲ ਤਾਂ ਮਤਲਬ ਤੁਸੀਂ ਪੰਜਾਬ 'ਚ ਫਿਰਦੇ ਹੋ ਪੈਰ ਲਾਉਣ ਨੂੰ, ਇਹਦੇ ਨਾਲ ਪੈਰ ਨਹੀਂ ਲੱਗਣੇ, ਇਸ ਤਰ੍ਹਾਂ ਦੀਆਂ ਗੱਲਾਂ। ਸੋ ਇਹ ਵੀ ਇੱਕ ਵੱਡੀ ਗੱਲ ਜਿਹੜੀ ਕਹੀ ਜਾ ਸਕਦੀ ਹੈ ਜੇ ਭਾਜਪਾ 'ਚ ਵੀ ਘੁਸਰ ਮੁਸਰ ਇਸ ਵਿਸ਼ੇ ਦੇ ਉੱਤੇ ਸ਼ੁਰੂ ਹੋਈ ਆ ਜੀ। ਪੰਚਾਇਤ ਦੀਆਂ ਵੋਟਾਂ ਆ ਗਈਆਂ ਜੀ। ਜੀ ਗੱਲ ਸਾਹਿਬ, ਸ਼ਹਿਰੀ ਪੰਚਾਇਤਾਂ ਦੀਆਂ ਵੋਟਾਂ ਦਾ ਅੱਜ ਬਿਗਲ ਆ ਜਿਹੜਾ ਉਹ ਵੱਜ ਚੁੱਕਿਆ ਗਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਸਲਾ ਭਖੂਗਾ। ਸ਼ਹਿਰਾਂ ਦੇ ਵਿੱਚ ਧੜਾ ਧੜ ਚੋਣ ਪ੍ਰਚਾਰ ਹੈਗਾ ਜਿਹੜਾ ਉਹ ਸ਼ੁਰੂ ਹੋਊ ਔਰ ਵੱਡੇ ਕਸਬਿਆਂ ਦੇ ਵਿੱਚ ਵੀ, ਕਿਉਂਕਿ ਮਿਊਨਿਸਪੈਲਿਟੀ ਦੀਆਂ, ਨਗਰ ਪੰਚਾਇਤ ਦੀਆਂ, ਨਗਰ ਕੌਂਸਲ ਦੀਆਂ ਚੋਣਾਂ ਨੇ ਜਿਹੜੀਆਂ, ਉਹਦਾ ਬਿਗਲ ਅੱਜ ਪੰਜਾਬ ਗੌਰਮੈਂਟ ਨੇ ਵਜਾ ਦਿੱਤਾ ਹੈਗਾ। ਔਰ ਇਹ ਜਿਹੜਾ ਬਿਗਲ ਵਜਾਇਆ ਹੈਗਾ ਉਹਦੇ ਵਿੱਚ ਦੇਖੋ ਲੋਕ ਸਭਾ ਤੋਂ ਪਹਿਲਾਂ ਇਹ ਚੋਣਾਂ ਹੋਣੀਆਂ, ਇੱਕ ਸੈਮੀਫਾਈਨਲ ਵੀ ਕਿਹਾ ਜਾ ਸਕਦਾ ਹੈਗਾ ਕਿ ਲੋਕ ਸਭਾ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਸਾਲ ਤੋਂ ਘੱਟ ਦਾ ਸਮਾਂ ਰਹਿ ਗਿਆ ਹੈਗਾ ਔਰ ਉਹਦੇ ਲਈ ਵੀ ਆਮ ਆਦਮੀ ਪਾਰਟੀ ਨੇ ਪੂਰਾ ਜ਼ੋਰ ਲਾਇਆ ਹੋਇਆ ਹੈਗਾ। ਤੇ ਇਹ ਚੋਣਾਂ ਜਿਹੜੀਆਂ ਹੋਣਗੀਆਂ ਇਹ ਵੀ ਉਸ ਤੋਂ ਪਹਿਲਾਂ ਦੀ ਇੱਕ ਤਿਆਰੀ ਹੋਊਗੀ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਗਰਾਊਂਡ ਲੈਵਲ ਦੇ ਉੱਤੇ, ਕਿਉਂਕਿ ਮੰਨਿਆ ਜਾਂਦਾ ਹੈਗਾ ਕਿ ਜਿਨ੍ਹਾਂ ਦੀ ਪੰਚਾਇਤਾਂ ਦੇ ਵਿੱਚ, ਸ਼ਹਿਰੀ ਪੰਚਾਇਤਾਂ ਦੇ ਵਿੱਚ ਚੜ੍ਹਤ ਹੁੰਦੀ ਹੈ, ਉਹਨਾਂ ਦੇ ਗਰਾਊਂਡ ਲੈਵਲ ਦੇ ਉੱਤੇ ਜਾ ਕੇ ਵਰਕ ਹੁੰਦਾ ਹੈਗਾ। ਸੋ ਇਸ ਕਰਕੇ ਇਹਨਾਂ ਚੋਣਾਂ ਦੇ ਲਈ ਹੁਣੇ ਤੋਂ ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਗਰਾਊਂਡ ਲੈਵਲ ਦੇ ਉੱਤੇ ਉਹਨਾਂ ਦਾ ਜਿਹੜੇ ਪੈਰ ਆ ਗਏ ਉਹ ਲੱਗਣ। ਇਸੇ ਕਰਕੇ ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਚੋਣਾਂ ਨੇ ਜਿਹੜੀਆਂ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਅਕਤੂਬਰ ਨਵੰਬਰ ਦੇ ਵਿੱਚ ਜਿਹੜੀਆਂ ਨੇ ਉਹ ਕਰਵਾਈਆਂ ਜਾਣੀਆਂ ਨੇ। ਇਹਦੇ ਲਈ ਬਕਾਇਦਾ ਨੋਟੀਫਿਕੇਸ਼ਨ ਹੈ ਜਿਹੜਾ ਉਹ ਜਾਰੀ ਹੋ ਰਿਹਾ ਹੈਗਾ ਔਰ ਬਕਾਇਦਾ ਸਾਰੀਆਂ ਤਿਆਰੀਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਜੀ। ਇਹ ਹਰਜੀਤ ਸਿੰਘ ਕੌਣ ਆ ਜਿਹੜਾ ਹਵਾਈ ਅੱਡੇ ਤੋਂ ਫੜਿਆ ਪੰਜਾਬ 'ਚ? ਇਹ ਗੱਲ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਸਪੇਨ ਤੋਂ ਗਏ ਸੀਗੇ ਔਰ ਵਾਪਸ ਆਉਣਾ ਸੀਗਾ, ਲੇਕਿਨ ਉਸ ਤੋਂ ਪਹਿਲਾਂ ਹੀ ਇਸ ਨੂੰ ਜਿਹੜਾ ਹੈਗਾ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈਗਾ। ਸਪੇਨ ਆਧਾਰਿਤ NRI ਹਰਜੀਤ ਸਿੰਘ ਦੀ ਗ੍ਰਿਫਤਾਰੀ ਹੈ ਜਿਹੜੀ ਉਹ ਕਈ ਸਵਾਲ ਵੀ ਖੜੇ ਕਰਦੀ ਹੈ, ਕਿਉਂਕਿ ਅੱਜ ਪੰਜਾਬ ਪੁਲਿਸ ਦੀ ਟੀਮ ਦੇ ਵੱਲੋਂ SOC ਨੇ ਜਿਹੜਾ ਸਪੇਨ ਆਧਾਰਿਤ NRI ਹਰਜੀਤ ਸਿੰਘ ਨੂੰ ਜਿਹੜਾ ਉਹ ਗ੍ਰਿਫਤਾਰ ਕਰਕੇ ਦਾਅਵਾ ਕੀਤਾ ਕਿ ਇਹ ਪੰਜਾਬ ਦੇ ਵਿੱਚ ਗਲਤ ਫੰਡਿੰਗ, ਟਾਰਗੇਟ ਕਿਲਿੰਗ ਤੇ ਹੋਰ ਕਈ ਸਾਜ਼ਿਸ਼ ਰਚ ਰਹੇ ਸੀ, ਜਿਹਦੇ ਕਰਕੇ ਗ੍ਰਿਫਤਾਰ ਹੈਗਾ ਜਿਹੜਾ ਉਹ ਕੀਤਾ ਗਿਆ ਹੈਗਾ। ਔਰ ਇਹ ਦੱਸਿਆ ਜਾ ਰਿਹਾ ਹੈਗਾ ਕਿ ਸਪੇਨ ਆਧਾਰਿਤ ਹਰਜੀਤ ਸਿੰਘ ਦੇ ਨਜ਼ਦੀਕੀ ਇੱਕ ਸਾਥੀ ਨੂੰ ਵੀ ਜਿਹੜਾ ਹੈਗਾ ਉਹ ਖੰਨਾ ਨੇੜਿਓਂ ਗ੍ਰਿਫਤਾਰ ਕੀਤਾ ਗਿਆ ਹੈਗਾ। ਔਰ ਇਹ ਜਿਹੜੀ ਸਵਾਲ ਖੜੇ ਕਰਦੀ ਹੈ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਅਰੈਸਟ ਔਰ ਉਸ ਤੋਂ ਪਹਿਲਾਂ LOC ਜਾਰੀ ਹੋਣੀ,
ਕਿਉਂਕਿ ਇਸ ਸਬੰਧ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈਗਾ ਕਿ ਗੁਰਦਾਸਪੁਰ ਦੇ ਪਿੰਡ ਘਨਸ਼ਾਮਪੁਰ ਦੇ ਵਸਨੀਕ ਨੇ ਮੂਲ ਰੂਪ ਦੇ ਵਿੱਚ ਭਾਰਤੀ ਨਾਗਰਿਕ ਹਰਜੀਤ ਸਿੰਘ, ਔਰ ਥੋੜਾ ਸਮਾਂ ਪਹਿਲਾਂ ਹੀ ਇਹ ਸਪੇਨ ਤੋਂ ਭਾਰਤ ਆਏ ਸੀਗੇ ਔਰ ਇੱਥੇ ਇਹਨਾਂ ਨੂੰ ਮਤਲਬ ਜਿਹੜਾ ਫੰਡਿੰਗ ਦੇ ਦੋਸ਼ ਦੇ ਵਿੱਚ ਅਰੈਸਟ ਜਿਹੜੀ ਆ ਉਹ ਪਾਈ ਗਈ ਹੈ। ਤੋਂ ਇਹ NRI ਭਰਾਵਾਂ ਨੂੰ ਵੀ ਸੋਚਣਾ ਚਾਹੀਦਾ ਜੀ। ਪਿਛਲੇ ਸਮੇਂ ਦੇ ਵਿੱਚ ਵੀ ਜੱਗੀ ਜੌਲ ਨੂੰ ਅਰੈਸਟ ਕੀਤਾ ਗਿਆ ਸੀਗਾ ਇਸੇ ਢੰਗ ਦੇ ਨਾਲ, ਔਰ ਉਸੇ ਢੰਗ ਦੇ ਨਾਲ ਹੁਣ ਹਰਜੀਤ ਸਿੰਘ ਦੀ ਗ੍ਰਿਫਤਾਰੀ ਹੋਈ ਆ ਜੀ। ਤਨਮਨਦੀਪ ਸਿੰਘ ਢੇਸੀ ਗੁਰੂ ਰਾਮਦਾਸ ਸਾਹਿਬ ਦੀ ਨਗਰੀ 'ਚ ਉਤਰੇ ਤੇ 2 ਘੰਟੇ ਪੁੱਛ-ਗਿੱਛ ਹੋਈ, ਫਿਰ ਦਿਖਾਇਆ ਉਹਨਾਂ ਨੂੰ ਵੀ ਸੱਚ ਬੋਲਣ ਦਾ ਸਵਾਦ ਕੀ ਆ। ਵਾਕਈ ਜੀ, ਅੱਜ ਤਨਮਨਜੀਤ ਸਿੰਘ ਢੇਸੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਹਵਾਈ ਅੱਡੇ ਦੇ ਉੱਤੇ ਉਤਰੇ 2 ਘੰਟੇ ਪੁੱਛ-ਗਿੱਛ ਹੋਈ। ਉਹਨਾਂ ਨੇ ਕਿਹਾ ਕਿ ਮੈਂ ਮੈਂਬਰ ਪਾਰਲੀਮੈਂਟ ਹਾਂ ਔਰ ਮੈਂ ਭਾਰਤ ਆਇਆ ਹੈਗਾ, ਪੰਜਾਬ ਆਇਆ ਹੈਗਾ। ਤਾਂ ਉਹਨਾਂ ਨੇ ਕਿਹਾ ਕਿ ਕਾਗਜ਼ ਪੂਰੇ ਦਿਖਾਓ ਔਰ ਉਹਦੇ 'ਚ ਉਹਨਾਂ ਕੋਲੇ ਸ਼ਾਇਦ ਜਿਹੜਾ ਉਹ ਕਾਰਡ ਹੁੰਦਾ ਹੈਗਾ ਉਹ ਉਸ ਵਕਤ ਮਿਸਿੰਗ ਦੱਸਿਆ ਜਾਂਦਾ ਹੈਗਾ। ਲੇਕਿਨ ਫਿਰ ਵੀ 2 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਜਦੋਂ ਉਹਨਾਂ ਨੇ ਸਾਰੇ ਕਾਗਜ਼ ਪੱਤਰ ਉੱਥੋਂ ਮੰਗਾ ਕੇ ਪੂਰੇ ਕੀਤੇ, ਫਿਰ ਉਸ ਤੋਂ ਬਾਅਦ ਅੱਗੇ ਲੰਘਣ ਦਿੱਤਾ ਗਿਆ ਜੀ। ਅੱਛਾ, ਇਹ ਦੱਸਿਓ ਵੀ ਆਹ ਪੰਮੀ ਕੌਣ ਆ ਗਾਉਣ ਵਾਲੀ ਜਿਹੜੀ ਡਰੱਗ ਦੇ ਕੇਸ 'ਚ ਫੜੀ ਹੈ? ਇਹ ਗੱਲ ਤਾਂ ਪਿਛਲੇ ਸਮੇਂ 'ਚ ਖਾਸੀ ਮਸ਼ਹੂਰ ਐਕਟਰ ਗਾਇਕ ਆ ਗਈ ਔਰ ਗਾਉਂਦੇ ਗਾਉਂਦੇ ਪਤਾ ਨਹੀਂ ਲੱਗਾ ਕਦੋਂ ਜ਼ਿੰਦਗੀ ਨਾਲ ਖੇਡਣ ਲੱਗ ਗਈ। ਦਰਅਸਲ ਨਾ ਪਿਛਲੇ ਦਿਨੀ ਮਾਛੀਵਾੜਾ ਸਾਹਿਬ ਦੇ ਵਿੱਚ 2 ਦਿਨ ਪਹਿਲਾਂ ਇੱਕ ਕਬਰਸਤਾਨ ਦੇ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ। ਬਿਲਕੁਲ, ਉਹਦੀ ਬਾਂਹ ਦੇ ਉੱਤੇ ਸਿਰਿੰਜ ਲੱਗੀ ਹੋਈ ਸੀਗੀ। ਓਵਰਡੋਜ਼ ਦੇ ਨਾਲ ਸਿਰਿੰਜ ਲਾਉਂਦਿਆਂ ਉਹਦੀ ਮੌਤ ਆ ਜਿਹੜੀ ਹੋਈ ਸੀ। ਮ੍ਰਿਤਕ ਦੀ ਪਛਾਣ ਮਾਨੇਵਾਲ ਪਿੰਡ ਦੇ ਰਹਿਣ ਵਾਲੇ ਕੁਲਦੀਪ ਸਿੰਘ ਦੇ ਤੌਰ ਤੇ ਹੋਈ ਸੀ। ਉਦੋਂ ਬਾਅਦ ਜਦੋਂ ਲੋਕਾਂ ਨੇ ਕਿਹਾ ਵੀ ਇਸ ਕੇਸ ਦੇ ਵਿੱਚ ਜਿਹੜਾ ਹੈਗਾ ਉਹ ਪਤਾ ਕਰੋ ਨਸ਼ਾ ਆਇਆ ਕਿੱਥੋਂ ਸੀ, ਜਦੋਂ ਗਿੱਲ ਸਾਹਿਬ ਕੇਸ ਦੀ ਜਾਂਚ ਵਿੱਢੀ ਪਤਾ ਲੱਗਿਆ ਕਿ ਪੰਜਾਬੀ ਗਾਇਕਾ ਪਰਮਜੀਤ ਕੌਰ ਪੰਮੀ ਆ ਜਿਹੜੀ ਉਹ ਉੱਥੋਂ ਨਸ਼ਾ ਆਇਆ ਸੀਗਾ। ਉਦੋਂ ਬਾਅਦ ਜਦੋਂ ਸਾਰੀ ਕਹਾਣੀ ਸਾਹਮਣੇ ਆਈ ਤਾਂ ਜਾਂਚ 'ਚ ਪਤਾ ਲੱਗਿਆ ਕਿ ਇਹ ਪੰਮੀ ਚਿੱਟੇ ਦੀ ਵੀ ਤਸਕਰ ਹੈਗੀ, ਨਾਲ ਗਾਉਂਦੀ ਵੀ ਆ, ਨੌਜਵਾਨਾਂ ਨੂੰ ਸਪਲਾਈ ਕਰਦੀ ਆ। ਪੰਮੀ ਤੋਂ ਚਿੱਟਾ ਲੈ ਕੇ ਜਿਹੜਾ ਜਗਦੀਸ਼ ਨੇ ਕੁਲਦੀਪ ਸਿੰਘ ਤੇ ਉਹਦੇ ਸਾਥੀ ਨੂੰ ਦਿੱਤਾ ਸੀ। ਕੁਲਦੀਪ ਸਿੰਘ ਦੇ ਨਾਲ 4 ਤੋਂ 5 ਨੌਜਵਾਨ ਨਸ਼ੇ ਦਾ ਟੀਕਾ ਲਾ ਕੇ ਕਬਰਸਤਾਨ ਦੇ ਕੋਲੇ ਗਏ ਸੀ ਔਰ ਉੱਥੇ ਹੀ ਕੁਲਦੀਪ ਸਿੰਘ ਡਿੱਗ ਪਿਆ, ਦੂਜੇ ਛੱਡ ਕੇ ਭੱਜ ਗਏ। ਉਹਦੇ ਸਾਥੀਆਂ ਨੂੰ ਵੀ ਜਿਹੜਾ ਨਾਮਜ਼ਦ ਕੀਤਾ ਗਿਆ ਗਾ ਔਰ ਪਤਾ ਲੱਗਿਆ ਕਿ ਕੈਮੀਕਲ ਦੇ ਨਾਲ ਇਹ ਚਿੱਟਾ ਦਾ ਪਾਊਡਰ ਹੈ ਜਿਹੜਾ ਤਿਆਰ ਕੀਤਾ ਜਾਂਦਾ ਹੈ। ਕਿਉਂਕਿ ਕਿਹਾ ਜਾਂਦਾ ਵੀ ਦੇਖੋ ਜੀ ਇਹ ਚਿੱਟਾ ਜੀ ਚਿੱਟਾ, ਪਤਾ ਨਹੀਂ ਉਹ 'ਚ ਕੀ ਕੈਮੀਕਲ ਮਿਲਾਉਂਦੇ ਨੇ। ਔਰ ਇਹ ਵੀ ਪਤਾ ਲੱਗਿਆ ਹੈਗਾ ਕਿ ਪਰਮਜੀਤ ਕੌਰ ਪੰਮੀ ਦੀ ਭੈਣ ਵੀ ਕੁਝ ਸਮਾਂ ਪਹਿਲਾਂ ਜਿਹੜਾ ਹੈਗਾ ਉਹ ਆਪਣੇ ਘਰ ਦੇ ਵਿੱਚ ਨਸ਼ਾ ਦੇ ਕੇ ਨੌਜਵਾਨ ਨੂੰ ਜਿਹੜਾ ਹੈਗਾ ਵੇਚਦੀ ਚਰਚਾ ਚਾਹੀ ਸੀ ਜੀ। ਆਖਰੀ ਖਬਰ ਦੱਸਿਓ ਜੀ, ਹਰਿਆਣੇ 'ਚ ਜਿਹੜਾ ਕੁਝ ਹੋ ਰਿਹਾ ਉਹ ਸ਼ਰੇਆਮ ਹੁਣ ਤਾਂ ਪਤਾ ਲੱਗ ਗਿਆ ਪੰਜਾਬ ਦੇ ਵਿੱਚ, ਤੇ ਪੰਜਾਬ ਦੇ ਵਿੱਚ ਮੁਸਲਮਾਨਾਂ ਦੀ ਸਾਰੇ ਭਾਰਤ ਤੋਂ ਹਿਜਰਤ ਆ ਜਿਹੜੀ ਉਹ ਬਹੁਤ ਹੋ ਰਹੀ ਹੈ। ਤੇ ਇੱਕ ਪੰਜਾਬ ਨੰਬਰ ਕਾਰ ਜਿਹੜੀ ਦਿਖਦੀ ਹੈ ਹਰਿਆਣੇ 'ਚ ਜਿੱਥੇ ਦੰਗੇ ਭੜਕੇ ਨੇ, ਉਹ ਕੀ ਕਹਾਣੀ ਹੈ? ਜਿਸ ਸਾਹਿਬ ਕਹਾਣੀ ਇਹ ਹੈਗੀ ਵੀ ਉਹ ਨੰਬਰ ਜ਼ਰੂਰ ਪੰਜਾਬ ਦਾ, ਚਰਚਾ ਇਹਦੀ ਬਹੁਤ ਛਿੜੀ ਵੀ ਦੇਖੋ ਪੰਜਾਬ ਨੰਬਰ ਗੱਡੀ ਫਿਰਦੀ ਆ, ਦੇਖੋ ਪੰਜਾਬ ਨੰਬਰ ਗੱਡੀ 'ਚ ਬੈਠਾ ਸ਼ਖਸ ਆ ਜਿਹੜਾ ਉਹ ਦੰਗੇ ਭੜਕਾ ਰਿਹਾ ਹੈਗਾ। ਔਰ ਜਦੋਂ ਉਦੋਂ ਬਾਅਦ ਦੇਖਿਆ ਵੀ ਗੱਡੀ ਆ ਜਿਹੜੀ ਮਾਨਸਾ ਨੰਬਰ ਦੀ ਆ, PV 31 ਆ ਉਹਦਾ ਨੰਬਰ, ਔਰ ਮਾਨਸਾ ਦੇ ਨਿਰਮਲ ਸਿੰਘ ਦੇ ਨਾਂ ਦੇ ਉੱਤੇ ਰਜਿਸਟਰਡ ਹੈ। ਔਰ ਜਦੋਂ ਉਦੋਂ ਬਾਅਦ ਕਹਾਂ ਜਾ ਕੇ ਪਤਾ ਲੱਗਿਆ ਤਾਂ ਨਿਰਮਲ ਸਿੰਘ ਪਤਾ ਲੱਗਿਆ ਕਿ ਫੌਜ ਦੇ ਵਿੱਚ ਉਹਦੀ ਅਸਾਮ ਦੇ ਵਿੱਚ ਪੋਸਟ ਹੈਗੀ ਔਰ ਫੌਜੀ ਜਵਾਨ ਹੈਗਾ, ਕਿਉਂਕਿ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਨੇ ਜਿਹੜੇ ਫੌਜ ਦੇ ਵਿੱਚ ਜਾਂਦੇ ਨੇ। ਔਰ ਇਹ ਪਤਾ ਲੱਗਿਆਗਾ ਕਿ ਉਹਨੇ ਅਕਤੂਬਰ 2021 ਦੇ ਵਿੱਚ ਗਿੱਲ ਸਾਹਿਬ 3 ਮਹੀਨੇ ਪਹਿਲਾਂ ਮਤਲਬ ਉਦੋਂ ਇਹ ਕਾਰ ਖਰੀਦੀ ਸੀ, ਨਵੀਂ ਕਾਰ ਖਰੀਦੀ। 3 ਮਹੀਨੇ ਉਹਨੇ ਕਾਰ ਚਲਾਈ, ਕਾਰ ਦਾ ਹੋ ਗਿਆ ਮੇਜਰ ਐਕਸੀਡੈਂਟ। ਉਸ ਤੋਂ ਬਾਅਦ ਉਹਨੇ ਏਜੰਸੀ ਵਾਲਿਆਂ ਕੋਲੇ ਗਿਆ ਕਿਉਂਕਿ ਇੰਸ਼ੋਰੈਂਸ ਸੀਗਾ ਔਰ ਉੱਥੇ ਪਤਾ ਲੱਗਿਆਗਾ ਕਿ ਜਿਹੜੀ ਏਜੰਸੀ ਵਾਲਿਆਂ ਨੇ ਉਸ ਨੂੰ ਔਰ ਇੰਸ਼ੋਰੈਂਸ ਕੰਪਨੀ ਵਾਲਿਆਂ ਨੇ ਉਹਦਾ ਫੁੱਲੀ ਇੰਸ਼ੋਰੈਂਸ ਸੀਗਾ ਔਰ ਗੱਡੀ ਰੱਖ ਲਈ, ਉਹਨੂੰ ਫੁੱਲੀ ਪੇਮੈਂਟ ਕਰਤੀ। ਗੱਡੀ ਆ ਜਿਹੜੀ ਕੰਪਨੀ ਵਾਲੇ ਲੈ ਗਏ। ਉਸ ਤੋਂ ਬਾਅਦ ਉਹ ਗੱਡੀ ਕੰਪਨੀ ਵਾਲਿਆਂ ਨੇ ਅੱਗੇ ਪਤਾ ਲੱਗਿਆਗਾ ਕਿ 3-4 ਥਾਂ ਵੇਚੀ, ਪਹਿਲਾਂ ਫਸਟ ਐਂਡ ਸੈਕੰਡ ਥਰਡ, ਔਰ ਉਹ ਖੜੀ ਇਹਦੇ ਨਾਂ ਦੇ ਉੱਤੇ ਰਹੀ। ਤਾਂ ਇਸ ਵਿਅਕਤੀ ਦਾ, ਇਸ ਪਰਿਵਾਰ ਦਾ ਉਸ ਗੱਡੀ ਨਾਲ ਕੋਈ ਸੰਬੰਧ ਨਹੀਂ ਹੈ। ਉਹਨਾਂ ਨੇ ਪੂਰੇ ਦਸਤਾਵੇਜ਼ ਦਿਖਾਤੇ ਕਿ ਦੇਖੋ ਜੀ ਆਹ ਕਾਰ ਹੈ, ਇਹ ਮੇਜਰ ਐਕਸੀਡੈਂਟ ਹੋਇਆ ਸੀਗਾ, ਸਾਨੂੰ ਇਹਦਾ ਪੂਰਾ ਕਲੇਮ ਮਿਲ ਚੁੱਕਿਆ ਹੈਗਾ ਔਰ ਸਾਰੇ ਉਹਨਾਂ ਨੇ ਮਤਲਬ ਡਾਕੂਮੈਂਟ ਦਿਖਾਏ। ਗੱਡੀ ਕਹਿੰਦੇ ਫਿਰ ਸਾਥੋਂ ਲੈ ਗਏ ਸੀ ਏਜੰਸੀ ਵਾਲੇ। ਹੁਣ ਇਹ ਏਜੰਸੀ ਵਾਲਿਆਂ ਨੇ ਉਹ ਗੱਡੀ ਕਿਵੇਂ ਤਿਆਰ ਕੀਤੀ
ਕਿਵੇਂ ਉਹ ਏਜੰਸੀ ਵਾਲਿਆਂ ਤੋਂ ਗੱਡੀ ਹੈਗੀ ਜਿਹੜੀ ਉਹ ਮਾਨਸਾ ਦੇ ਦੰਗਿਆਂ ਦੇ ਵਿੱਚ ਵਰਤੀ ਗਈ। ਔਰ ਦੂਜੀ ਗੱਲ ਗਿੱਲ ਸਾਹਿਬ ਇਹ ਵੀ ਵੱਡੀ ਗੱਲ ਹੈਗੀ ਕਿ ਇਸ ਸਾਜ਼ਿਸ਼ ਵੀ ਹੋ ਸਕਦੀ ਹੈ ਕਿ ਪੰਜਾਬ ਨੰਬਰ ਮੂਹਰੇ ਲਾ ਕੇ ਦੰਗੇ ਭੜਕਾਉਣੇ, ਇਹ ਵੀ ਇੱਕ ਵੱਡੀ ਸਾਜ਼ਿਸ਼ ਹੋ ਸਕਦੀ ਆ। ਉਹ ਏਜੰਸੀਆਂ ਇਸ ਪਾਸੇ ਤੁਰਨ ਤਾਂ ਚੰਗੀ ਗੱਲ ਹੈ, ਕਿਉਂਕਿ ਗੱਲ ਨੂੰ ਮਤਲਬ ਉੱਥੇ ਗਲਤ ਤਰੀਕੇ ਨਾਲ ਵੀ ਪ੍ਰੈਜ਼ੈਂਟ ਕੀਤਾ ਜਾ ਸਕਦਾ ਹੈਗਾ ਕਿ ਦੇਖੋ ਜੀ ਪੰਜਾਬ ਨੰਬਰ ਗੱਡੀ ਹੈ ਜਿਹੜੀ ਉਹ ਦੰਗੇ ਭੜਕਾ ਰਹੀ ਹੈਗੀ। ਤੋ ਉਹਨਾਂ ਪਰਿਵਾਰ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਹੈ ਇਸ ਮਸਲੇ ਦੇ ਨਾਲ, ਲੇਕਿਨ ਇਹ ਕਿਵੇਂ ਹੋਇਆ ਸਾਰਾ ਕੁਝ ਇਹ ਜਾਂਚ ਦਾ ਸਵਾਲ ਜ਼ਰੂਰ ਹੈ ਜੀ। ਧੰਨਵਾਦ ਜੀ, ਤੇ ਕੱਲ ਸਵੇਰੇ ਫੇਰ ਸਾਂਝ ਪਵੇਗੀ। ਆਪਣਾ ਖਿਆਲ ਰੱਖਿਓ, ਚੜ੍ਹਦੀ ਕਲਾ। ਸ਼ੁਕਰੀਆ ਜੀ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਸਰਦਾਰ ਨਵਕਿਰਨ ਸਿੰਘ ਪੱਤੀ ਸੇਖਵਾਂ ਬਰਨਾਲੇ ਕਰਦੇ ਸੀ ਗੱਲਬਾਤ। ਭਾਈਚਾਰੇ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਆਰਗੈਨਿਕ ਖਾਣਿਆਂ ਦੀ, ਆਰਗੈਨਿਕ ਸਾਰੀ ਗਰੋਸਰੀ ਦੀ, ਸਬਜ਼ੀਆਂ ਦੀ, ਫਲਾਂ ਦੇ ਜੂਸ ਦੀ ਸ਼ੁਰੂ ਕੀਤੀ ਆਰਗੈਨਿਕ ਵੇਅਰ ਹਾਊਸ ਨੇ। ਤੇ ਹੌਲੀ ਹੌਲੀ ਸਾਨੂੰ ਆਦਤਾਂ ਪੈ ਰਹੀਆਂ ਤੇ ਅਸੀਂ ਸਮਾਨ ਆਰਗੈਨਿਕ ਘਰ ਲਈ ਖਰੀਦ ਰਹੇ ਹਾਂ। ਪਰ ਵੱਡੀ ਜਿਹੜੀ ਗੱਲ ਉਹਨਾਂ ਨੇ ਕੀਤੀ, ਇੱਕ ਤਾਂ ਆਟਾ ਆਪ ਪੀਂਦੇ ਆ, ਖਾਸ ਚੱਕੀ ਯੂਰਪ ਤੋਂ ਲੈ ਕੇ ਆਏ, ਤੇ ਫਿਰ ਆਟਾ ਜਿਹੜਾ ਸ਼ੂਗਰ ਦੇ ਲਈ ਉਹਦੀ ਜਿਹੜੀ ਖਾਸ ਗੱਲਬਾਤ ਕਰਨ ਲਈ ਸਾਡਾ ਗੁਰਪ੍ਰੀਤ ਸਿੰਘ ਆਰਗੈਨਿਕ ਵੇਅਰ ਹਾਊਸ ਦੇ ਓਨਰ ਨੇ ਮੇਰੇ ਨਾਲ ਨੇ। ਗੱਲਬਾਤ ਉਹਨਾਂ ਨਾਲ ਪੁੱਛਾਂਗੇ ਕਿੰਨੇ ਕਿਸਮ ਦਾ ਆਟਾ ਤੇ ਸ਼ੂਗਰ ਲਈ ਖਾਸ ਆਟਾ ਕਿਹੜਾ ਹੈ ਤੇ ਕਮੂਤ ਕੀ ਹੈ, ਇਹ ਜਿਹੜੀ ਕਣਕ ਕਿਹੜੀ ਹੈ। ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਤੇ ਤੁਹਾਡੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਛਾ, ਥੈਂਕ ਯੂ। ਇਹ ਦੱਸਿਓ ਵੀ ਆਰਗੈਨਿਕ ਜਿਹੜੀ ਕਣਕ ਹੈ, ਹਾਂਜੀ, ਇਹਦੇ ਆਟੇ ਦਾ ਤੇ ਨਾਨ ਆਰਗੈਨਿਕ ਦਾ, ਨਾਨ GMO ਤੇ GMO ਦਾ ਫਰਕ ਕੀ ਹੈ? ਭਾਜੀ ਫਸਟ ਆਫ ਆਲ ਬੜਾ ਸਿੰਪਲ ਜਿਹਾ ਹੈਗਾ ਵੀ ਜਿਹੜੀ ਆਰਗੈਨਿਕ ਆ ਉਹਨੂੰ ਨਾ ਤੇ ਕੋਈ ਕੈਮੀਕਲ ਪਿਆ, ਨਾ ਉਹਨ ਤੇ ਕੋਈ ਪੈਸਟੀਸਾਈਡ ਪਿਆ, ਸੋ ਉਹ ਐਜ਼ ਇਟ ਇਜ਼ ਹੀ ਆ ਜਿੱਦਾਂ ਆਪਾਂ ਪਹਿਲਾਂ ਪੁਰਾਣੇ ਸਮਿਆਂ 'ਚ ਉਗਾਉਂਦੇ ਸੀ ਉਹਨੂੰ। ਹਾਂਜੀ, ਐਗਜ਼ੈਕਟਲੀ। ਸੋ ਉਹ ਆਰਗੈਨਿਕ ਹੋ ਜਾਂਦੀ। ਪਰ ਜਦੋਂ ਆਪਾਂ ਉਹਨੂੰ ਹੁਣ ਜਦੋਂ ਜੀਲਡ ਵਧਾਉਣ ਦੀਆਂ ਗੱਲਾਂ ਹੋ ਗਈਆਂ, ਵੀ ਉਹਦੀ ਪ੍ਰੋਡਕਸ਼ਨ ਵੱਧਦੀ ਹੋ ਗਈ, ਫਿਰ ਉਹਦੇ ਲੋਕੀ ਉਹਦੇ ਵਿੱਚ ਖਾਦਾਂ ਵੀ ਪਾਉਣ ਲੱਗ ਪਏ, ਸਪਰੇਆਂ ਵੀ ਹੋਣ ਲੱਗ ਪਈਆਂ। ਕਿੱਥੇ ਹੱਥਾਂ ਨਾਲ ਜਾ ਕੇ ਬੂਟੀ ਪੜਦੇ ਸੀ, ਹੁਣ ਤਾਂ ਸਪਰੇਅ ਕਰ ਦਿੰਦੇ, ਉੱਤੋਂ ਸਾਰੇ ਕੁਝ ਮਰ ਜਾਂਦੀ। ਤੇ ਫਿਰ ਉਹਦੇ ਨਾਲ ਕਿ ਪ੍ਰੋਡਕਸ਼ਨ ਤਾਂ ਵੱਧ ਗਈ, ਪਰ ਨਾਲ ਥੋੜੇ ਹੈਲਥ ਇਸ਼ੂਜ਼ ਵੀ ਆਉਣੇ ਸ਼ੁਰੂ ਹੋ ਗਏ। ਸੋ ਹੁਣ ਸਾਡਾ ਇਹ ਹੈਗਾ ਵੀ ਅਸੀਂ ਉਹੀ ਹੀ ਪੁਰਾਣੀ ਖੁਰਾਕ ਦੁਬਾਰਾ ਮਾਰਕੀਟ 'ਚ ਇੰਟਰੋਡਿਊਸ ਕਰੀਏ, ਜਿਹੜੀ ਕਿ ਆਪਣੇ ਪੁਰਾਣੇ ਬਜ਼ੁਰਗ ਆਪਣੇ ਹੱਥਾਂ ਨਾਲ ਉਗਾਉਂਦੇ ਸੀ। ਤੇ ਉਹ ਤੁਸੀਂ ਦੇਖ ਵੀ ਲਓ ਉਹਨਾਂ ਦੀਆਂ ਕਿੰਨੀਆਂ ਸੋਹਣੀਆਂ ਸਿਹਤਾਂ ਸੀ ਕੰਪੇਅਰਡ ਟੂ ਅਸ ਨਾਓ। ਤੇ ਉਹਦੇ ਅਕੋਰਡਿੰਗਲੀ ਅਸੀਂ ਫੇਰ ਚਾਹੁੰਦੇ ਵੀ ਥੋੜ੍ਹੀ ਆਰਗੈਨਿਕ ਵੱਲ ਆਪਾਂ ਸਵਿਚ ਕਰੀਏ। ਤਾਂ ਮੇਨਲੀ ਆਰਗੈਨਿਕ ਦਾ ਇਹ ਹੀ ਆ ਵੀ ਉਹਦੇ ਵਿੱਚ ਕੋਈ ਪੈਸਟੀਸਾਈਡਸ, ਕੋਈ ਖਾਦ, ਕੋਈ ਸਪਰੇਅ ਨਹੀਂ ਹੋਈ ਉਹਨੂੰ, ਤਾਂ ਆਰਗੈਨਿਕਲੀ ਗਰੋ ਹੋਈ ਹੈ, ਇਸ ਕਰਕੇ ਆਰਗੈਨਿਕ ਆ। ਤੇ ਜਿਹੜੀ ਤੁਸੀਂ ਗੱਲ ਕੀਤੀ GMO ਤੇ ਨਾਨ GMO ਦੀ, ਸੋ ਇਸ ਤਰ੍ਹਾਂ ਸੀ ਜਦੋਂ ਦੇਖਿਆ ਵੀ ਕੁਛ, ਜਦੋਂ ਪਰਮਾਤਮਾ ਨੇ ਆਪਾਂ ਨੂੰ ਕਹਿ ਲਓ, ਮੈਂ ਬੜਾ ਪੰਜਾਬੀ ਤਰੀਕੇ ਨਾਲ ਕਹਿੰਦਾ, ਜਦੋਂ ਆਪਾਂ ਨੂੰ ਢਿੱਡ ਦਿੱਤਾ ਤਾਂ ਨਾਲ ਉਹਨਾਂ ਨੇ ਖਾਣੇ ਵੀ ਦਿੱਤੇ, ਹਨਾ। ਸੋ ਆਪਾਂ ਉਹ ਖਾਣਿਆਂ ਨਾਲ ਛੇੜਖਾਨੀਆਂ ਸ਼ੁਰੂ ਕਰ ਦਿੱਤੀਆਂ ਉਸ ਜਿਹੜੇ ਆਪਣੇ ਇਸੇ ਕਰਕੇ ਸਾਨੂੰ ਸਟੋਮਿਕਸ ਦੇ ਇਸ਼ੂ ਵੀ ਆਏ, ਕਿਉਂਕਿ ਸਾਡੀ ਬੋਡੀ ਨੇ ਐਡਜਸਟ ਨਹੀਂ ਕੀਤਾ, ਉਹ ਐਕਸੈਪਟੈਂਸ ਨਹੀਂ ਹੋਈ। ਤਾਂ ਉਹਨੂੰ ਫਿਰ ਉਹ ਇਸ ਤਰ੍ਹਾਂ ਹੋਈ ਕਿਉਂਕਿ ਉਹਨਾਂ ਦੇ ਜਿਹੜੇ ਸੀਡਸ ਸੀ ਉਹਨਾਂ ਨੂੰ ਜੈਨੇਟਿਕਲੀ ਮੋਡੀਫਾਈਜ਼ ਕੀਤਾ ਗਿਆ। ਹਾਂਜੀ, ਜੈਨੇਟਿਕਲੀ ਮੋਡੀਫਾਈ ਇਸ ਤਰ੍ਹਾਂ ਕੀਤਾ ਗਿਆ ਵੀ ਉਹਦੀ ਪ੍ਰੋਡਕਸ਼ਨ ਬਹੁਤ ਵੱਧ ਜਾਵੇ, ਉਹਦਾ ਯੀਲਡ ਬਹੁਤ ਵੱਧ ਜਾਵੇ। ਸਾਨੂੰ ਜਿੱਥੇ 10 ਬੋਰੀਆਂ ਨਿਕਲਦੀਆਂ ਸੀ ਉੱਥੇ 50 ਬੋਰੀਆਂ ਨਿਕਲਣ ਲੱਗ ਪੈਣ ਏਕੜ 'ਚੋਂ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਈਆਂ। ਤੁਸੀਂ ਬਿਲੀਵ ਕਰਿਓ ਵੀ ਕੁਝ ਸੀਡਸ ਇਸ ਤਰ੍ਹਾਂ ਦੇ ਆਉਂਦੇ ਆ ਵੀ ਤੁਹਾਨੂੰ ਹਰੇਕ ਵਾਰ ਉਹ ਦੁਬਾਰਾ ਲੈਣੇ ਪੈਂਦੇ ਆ ਬੀਜਣ ਵਾਸਤੇ ਬੀਜ ਨੂੰ, ਕਿਉਂਕਿ ਉਹ ਦੁਬਾਰਾ ਗਰੋ ਨਹੀਂ ਹੋ ਸਕਦੇ। ਉਹਨੂੰ ਜੈਨੇਟਿਕਲੀ ਇੰਨਾ ਮੋਡੀਫਾਈਡ ਕਰਤਾ। ਤੁਸੀਂ ਆਪ ਕਰੋਗੇ ਵੀ ਘਰੇ ਜਾ ਕੇ ਛੱਲੀ ਰੱਖ ਕੇ ਤੁਸੀਂ ਕਹੋਗੇ ਮੈਂ ਨੈਕਸਟ ਈਅਰ ਮੈਂ ਛੱਲੀਆਂ ਆਪ ਬੀਜਾਂਗਾ, ਤਾਂ ਨਹੀਂ ਹੋਊਗੀ। ਸੋ ਉਹ ਇਸੇ ਕਰਕੇ ਕਿਉਂਕਿ ਉਹ ਚੀਜ਼ਾਂ ਨੂੰ ਜੈਨੇਟਿਕਲੀ ਬੜਾ ਮੋਡੀਫਾਈ ਕਰ ਦਿੱਤਾ ਗਿਆ। ਸੋ ਮੇਰੀ ਰਿਕਮੈਂਡੇਸ਼ਨ ਇਹ ਹੈ ਵੀ ਅਸੀਂ ਵਾਪਸ ਹੋਈ ਨਾਨ GMO ਜਿਹੜੇ ਜੈਨੇਟਿਕਲੀ ਨਹੀਂ ਮੋਡੀਫਾਈਜ਼ ਹੋਈਆਂ ਚੀਜ਼ਾਂ ਉਸ ਨੂੰ ਦੁਬਾਰਾ ਕੰਜ਼ਿਊਮ ਕਰੀਏ ਤਾਂ ਕਿ ਆਪਣੀ ਸਿਹਤ ਚੰਗੀ ਰੱਖ ਸਕੀਏ। ਆਟਾ ਕਿੰਨੇ ਕਿਸਮ ਦਾ ਜੀ ਆਰਗੈਨਿਕ ਵੇਅਰ ਹਾਊਸ? ਸਾਡੇ ਕੋਲ ਬਹੁਤ ਤਰ੍ਹਾਂ ਦੇ ਕਿਸਮ ਦੇ ਆਟੇ ਆ, ਪਰ ਮੈਂ ਤੁਹਾਨੂੰ ਵੀਟ ਦੱਸ ਦਿੰਦਾ ਸੀ ਕਿਸ ਤਰ੍ਹਾਂ ਦੇ। ਹਾਂਜੀ, ਵੀ ਕਣਕ ਦੀ ਜਿਹੜੀ ਵੀਟਸ ਆ ਅਸੀਂ ਕਿਹੜੀਆਂ ਲੈ ਕੇ ਆਉਂਦੇ ਸਟੋਰ ਤੇ ਫਿਰ ਗ੍ਰਾਈਂਡ ਕਰਦੇ ਸਟੋਰ ਦੇ ਵਿੱਚ। ਤਾਂ ਫਸਟ ਆਫ ਆਲ ਅਸੀਂ ਬੜੀ ਸਿੰਪਲ ਜੀ ਚੱਕੀ ਰੱਖੀ ਉੱਥੇ, ਤੇ ਜਿਹੜੀ ਕਿ ਬਹੁਤ ਸਲੋ ਚੱਲਦੀ ਹੈ, ਤੇ ਸਟੋਨ ਗ੍ਰਾਈਂਡਰ ਆ ਉਹ, ਤੇ ਸਟੋਨ ਦੇ ਨਾਲ ਚੱਲਦੀ ਹੈ। ਜਰਮਨ ਤੋਂ ਅਸੀਂ ਮੰਗਾਈ ਸੀ, ਤੇ ਬੜੀ ਬਿਊਟੀਫੁਲ ਹੈ। ਮੈਂ ਤਾਂ ਸਮਾਂ ਇਹ ਵੀ ਕਹਿੰਦਾ ਵੀ ਤੁਸੀਂ ਨਹੀਂ ਵੀ ਆਟਾ ਲੈਣਾ, ਐਗਜ਼ੈਕਟਲੀ ਵੀ ਤੁਸੀਂ ਨਹੀਂ ਵੀ ਆਉਣਾ, ਨਹੀਂ ਵੀ ਯੂਜ਼ ਕਰਨਾ ਸ਼ੁਰੂ ਕਰਨਾ, ਤਾਂ ਤੁਸੀਂ ਇੱਕ ਵਾਰੀ ਆਓ ਤੇ ਈਵਨ ਬੱਚਿਆਂ ਨੂੰ ਜ਼ਰੂਰ ਦਿਖਾ ਲਓ, ਸੋ ਉਹਨਾਂ ਨੂੰ ਪਤਾ ਲੱਗੇ
ਵੀ ਕਿਸ ਤਰ੍ਹਾਂ ਦਾ ਸਾਡਾ ਟ੍ਰੈਡੀਸ਼ਨ ਸੀ। ਚਲੋ ਅਸੀਂ ਹੁਣ ਬਾਲ ਤਾਂ ਨਹੀਂ ਰੱਖ ਸਕਦੇ ਇੱਥੇ ਵੀ ਚੱਕੀ ਨੂੰ ਗੇਣ, ਪਰ ਉਹਦੇ ਵਾਸਤੇ ਸਾਨੂੰ ਜ਼ਰੂਰ ਅਸੀਂ ਮੋਟਰ ਲਾਈ ਹੈ। ਪਰ ਇੱਦਾਂ ਵੀ ਤੁਸੀਂ ਦਿਖਾ ਲਓ ਉਹਨਾਂ ਨੂੰ ਵੀ ਕੀ ਸਾਡੀ ਕਲਚਰ ਸੀ, ਕਿਸ ਤਰ੍ਹਾਂ ਸਾਡੀ ਸ਼ੁਰੂਆਤ ਹੋਈਆਂ, ਉਹ ਕਿਸ ਤਰ੍ਹਾਂ ਅਸੀਂ ਇਸ ਆਟੇ ਦੀ ਇੰਡਸਟਰੀ 'ਚ ਜਾਂ ਇਹਨੂੰ ਕਹਿ ਲਓ ਰੋਟੀ ਕਿਸ ਤਰ੍ਹਾਂ ਆਪਾਂ ਸ਼ੁਰੂਆਤ ਹੋਈ ਹੈ ਨਾ। ਸੋ ਜ਼ਰੂਰ ਮੇਰੀ ਰਿਕੁਐਸਟ ਹੈਗੀ ਤੁਹਾਡੇ ਸਰੋਤਿਆਂ ਨੂੰ ਵੀ ਜ਼ਰੂਰ ਆਓ ਪਲੀਜ਼ ਸਾਡੇ। ਅਤੇ ਦੂਸਰੀ ਜਿਹੜੇ ਆਟੇ ਹੈਗੇ ਆ ਸਾਡੇ ਕੋਲ ਭਾਜੀ, ਇੱਕ ਤਾਂ ਆਪਣੀ ਇੰਡੀਅਨ ਕਮਿਊਨਿਟੀ 'ਚ ਆਪਾਂ ਡੂਰਮ ਵੀਟ ਨੂੰ ਬਹੁਤ ਪਸੰਦ ਕਰਦੇ ਹਾਂ। ਉਹਦੇ ਵਿੱਚ ਇੱਦਾਂ ਹੈਗਾ ਵੀ ਉਹਦਾ ਸਿਰਫ ਮੇਨ ਰੀਜ਼ਨ ਇਹ ਵੀ ਉਹਦਾ ਆਟਾ ਚਿੱਟਾ ਰਹਿੰਦਾ ਅਤੇ ਰੋਟੀ ਸੌਫਟ ਰਹਿੰਦੀ ਹੈ, ਅਤੇ ਬਹੁਤੇ ਨਿਊਟ੍ਰੀਸ਼ਨਸ ਨਹੀਂ ਉਹਦੇ ਵਿੱਚ ਕੰਪੇਅਰ ਟੂ ਅਦਰ ਵੀਟਸ ਹੈ ਨਾ। ਜਿਸ ਤਰ੍ਹਾਂ ਆਪਾਂ ਗੱਲ ਕਰੀਏ ਕਮੂਤ ਦੀ, ਸਪੈਲਟ ਦੀ, ਇਨਕੌਰਨ ਇਜ਼ ਬਿਊਟੀਫੁਲ ਵੀਟ, ਬਹੁਤ ਸੋਹਣੀ ਵੀਟ ਹੈ ਜਿਹਨੂੰ ਕਿ ਆਪਾਂ ਵਾਈਲਡ ਵੀਟ ਕਹਿ ਦਿੰਦੇ ਇੱਥੇ। ਸੋ ਬੜਾ ਛੋਟਾ ਦਾਣਾ ਹੁੰਦਾ, ਉਹਦਾ ਗਲੂਟਨ ਸੈਪਰੇਟ ਹੈਗਾ ਪਰ ਲੋਟਸ ਆਫ ਫਾਈਬਰ ਉਹਦੇ ਵਿੱਚ। ਸੋ ਆਪਣੀ ਬੋਡੀ 'ਚ ਭਾਜੀ ਇਸ ਤਰ੍ਹਾਂ ਹੈਗਾ ਵੀ ਜਿੰਨਾ ਆਪਾਂ ਫਾਈਬਰ ਇਨਟੇਕਸ ਬੈਟਰ ਕਰਾਂਗੇ ਗਲੂਟਨਸ ਦੇ ਨਾਲੋਂ, ਡੈਫੀਨੇਟਲੀ ਗਲੂਟਨ ਵੀ ਚਾਹੀਦਾ, ਇਸ ਨਹੀਂ ਹੈਗਾ ਵੀ ਅਸੀਂ ਗਲੂਟਨ ਨੂੰ ਜੇ ਅਨਲੈਸ ਕਿਸੇ ਨੂੰ ਅਲਰਜੀ ਆ, ਪਰ ਜਿੰਨਾ ਫਾਈਬਰ ਇਨਟੇਕਸ ਹੋਊਗਾ ਉਨੀ ਆਪਣੀ ਬੋਡੀ ਦੀ ਡਿਜੈਸਟਿੰਗ ਆਪਣੇ ਸਟੋਮਿਕ ਇਸ਼ੂਜ਼ ਕੱਢਣਗੇ ਉਹਦੇ ਨਾਲ ਹੈ ਨਾ। ਸੋ ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਸੀ ਸ਼ੂਗਰ ਵਾਸਤੇ ਸਾਡੇ ਕੋਲ ਇੱਕ ਸਪੈਲਟ ਹੈਗਾ, ਸਪੈਲਟ ਫਲਾਵਰ ਇਜ਼ ਵੈਰੀ ਵੈਰੀ ਲੋ। ਜਿਹੜੀ ਸ਼ੂਗਰ ਨੂੰ ਮੇਜਰ ਕਰਦੇ ਨਾ ਉਹਦੀ ਇੱਕ ਜਦੋਂ ਹੁਣ ਗਵਰਨਮੈਂਟ ਬੋਡੀਜ਼ ਨੇ ਉਹਦਾ ਇੱਕ ਮੇਜਰ ਯੂਨਿਟ ਬਣਾਇਆ, ਉਹਨੂੰ GI ਕਹਿੰਦੇ, ਗਲਾਈਸੈਮਿਕ ਇੰਡੈਕਸ ਦੇ ਵਿੱਚ ਫੂਡਸ ਨੂੰ ਕੈਟਾਗਰਾਈਜ਼ ਕਰਦੇ ਆ ਵੀ ਕਿਸ ਫੂਡ ਦੇ ਵਿੱਚ ਜ਼ਿਆਦਾ ਸ਼ੂਗਰ ਆ, ਕਿਸ ਫੂਡ ਦੇ ਵਿੱਚ ਘੱਟ ਸ਼ੂਗਰ ਆ, ਤਾਂ ਉਹਦਾ ਫਿਰ ਇੱਕ ਇੰਡੈਕਸ ਬਣਾਇਆ ਗਿਆ ਟੌਪ ਟੂ ਬਾਟਮ ਹੈ ਨਾ। ਸੋ ਜਿਹਦੀ ਜ਼ਿਆਦਾ ਸ਼ੂਗਰ ਉੱਪਰ ਟੌਪ 'ਤੇ ਆ, ਜਿਹ 'ਚ ਘੱਟ ਆ ਫਿਰ ਉਹਨੂੰ ਉਹਦੇ ਵਿੱਚ ਫਿਰ ਕੈਟਾਗਰਾਈਜ਼ ਆ ਜਾਂਦੀ ਆ, ਫਰੂਟਸ ਵੱਖਰੇ, ਵੀਟਸ ਵੱਖਰੀਆਂ। ਸੋ ਵੀਟ ਦੇ ਅਕੋਰਡਿੰਗਲੀ ਜੇ ਆਪਾਂ ਜਾਈਏ, ਕਿਉਂਕਿ ਅੱਜ ਆਪਾਂ ਵੀਟਸ ਦੀ ਹੀ ਗੱਲ ਕਰਦੇ ਹਾਂ, ਅਤੇ ਉਹਦੇ ਵਿੱਚ ਜਿਹੜਾ ਸਪੈਲਟ ਹੈ ਬਹੁਤ ਲੋ ਆਉਂਦਾ ਇਹਨੂੰ ਸ਼ੂਗਰ ਦੇ ਕੰਟੈਂਟਸ ਦੇ ਵਿੱਚ, ਅਤੇ ਉਹ ਬਹੁਤ ਵਧੀਆ ਚੀਜ਼ ਹੈ ਕਰਨ ਨੂੰ। ਅਤੇ ਇੱਕ ਮੇਰੇ ਹੁਣ ਗੱਲ ਕਰਦੇ ਮੇਰੇ ਇੱਕ ਹੋਰ ਜੇਨ 'ਚ ਗੱਲ ਆ ਗਈ, ਆਪਣੇ ਗੁਰੂ ਜੀ ਸਾਹਿਬ ਹੁਣਾਂ ਨੇ ਬੜੀਆਂ ਮਤਲਬ ਕਿ ਰਾਗੀ ਇਜ਼ ਆਲਸੋ ਵੈਰੀ ਵੈਰੀ ਗੁੱਡ ਫॉर ਸ਼ੂਗਰ। ਅਨਾਜ ਹੈ ਵੀ ਰਾਗੀ ਨਾਮ ਆਉਂਦਾ। ਹਾਂਜੀ, ਅਤੇ ਇਹ ਬਾਜਰੇ ਦੀ ਕਿਸਮ 'ਚੋਂ ਆ। ਸੋ ਮਿਲਟਸ 7-8 ਤਰ੍ਹਾਂ ਦੇ ਹੈਗੇ ਮਿਲਟਸ। ਸੋ ਮਿਲਟਸ ਉੱਦਾਂ ਸਾਰੇ ਗਰਮ ਹੁੰਦੇ ਮਿਲਟਸ, ਆਪਾਂ ਕਹਿੰਦੇ ਸਿਆਲਾਂ ਨੂੰ ਜ਼ਿਆਦਾ ਖਾਂਦੇ, ਗਰਮੀਆਂ ਨੂੰ ਘੱਟ ਖਾਂਦੇ, ਪਰ ਬਿਊਟੀ ਇਜ਼ ਦੈਟ ਕੋਦਰਾ ਤੁਸੀਂ ਗਰਮੀਆਂ ਨੂੰ ਵੀ ਖਾ ਸਕਦੇ ਆ। ਕੋਦਰਾ ਵੀ ਆਪਣੇ ਕੋਲ, ਹਾਂਜੀ ਕੋਦਰਾ ਵੀ ਹੈਗਾ। ਸੋ ਕੋਦਰੀ ਦੀ ਜਿਹੜੀ ਤਸੀਰ ਆਪਾਂ ਕਹਿੰਦੇ ਵੀ ਠੰਡੀ ਹੁੰਦੀ ਹੈ ਦੂਜੇ ਕੰਪੇਅਰ ਟੂ ਦ ਅਦਰ ਬਾਜਰਾ ਹੈ ਨਾ। ਅਤੇ ਸੋ ਬੜੀ ਵੱਡੀ ਦੇਣ ਹੈ ਆਪਾਂ ਨੂੰ ਆਪਣੇ ਬਜ਼ੁਰਗਾਂ ਤੋਂ, ਆਪਣੇ ਈਵਨ ਗੁਰੂ ਸਾਹਿਬ ਜੀ ਹੋਣਾ ਤੋਂ ਵੀ। ਸੋ ਤੁਸੀਂ ਸਾਡੀ ਮਤਲਬ ਕਿ ਰਿਕੁਐਸਟ ਇਹ ਹੈਗੀ ਵੀ ਤੁਸੀਂ ਆਓ, ਅਸੀਂ ਤੁਹਾਨੂੰ ਗਾਈਡ ਕਰਾਂਗੇ। ਮਤਲਬ ਕਿ ਤੁਸੀਂ ਇਹ ਵੀ ਕੰਡੀਸ਼ਨ ਨਹੀਂ ਹੈਗੀ ਮੈਂ ਆਇਆ ਅੱਜ ਰੇਡੀਓ ਤੇ ਮੈਂ ਕਹਿੰਦਾ ਸਾਡਾ ਸਮਾਨ ਬਾਏ ਕਰੋ, ਤਾਂ ਇਸ ਨਾਟ ਦੈਟ ਵੀ ਤੁਸੀਂ ਆਓ, ਅਸੀਂ ਤੁਹਾਨੂੰ ਗਾਈਡ ਕਰਾਂਗੇ, ਫ੍ਰੀ ਕੰਸਲਟੇਸ਼ਨ। ਤੁਸੀਂ ਆਪਣੇ ਮਨਪਸੰਦ ਦੀ ਮਤਲਬ ਕਿ ਸਾਡਾ ਮੇਨ ਮੋਟਿਵ ਇਹ ਹੈਗਾ ਵੀ ਆਪਣੀ ਡਾਈਟ ਨੂੰ ਤੁਸੀਂ ਕਿਸ ਤਰ੍ਹਾਂ ਕਰੈਕਟ ਕਰ ਸਕਦੇ ਆ। ਜਿਹੜੀ ਸ਼ੂਗਰ ਦੇ ਲਈ ਖਾਸ ਆਟਾ, ਉਹ ਕਣਕ ਦੇ ਨਾਲ ਕੁਝ ਹੋਰ ਵੀ ਮਿਕਸ ਕੀਤਾ ਤੁਸੀਂ? ਹਾਂਜੀ, ਮਲਟੀਗ੍ਰੇਨਸ ਹੁੰਦੇ ਆ ਨਾ, ਜਿੱਦਾਂ ਜੇ ਸ਼ੂਗਰ ਵਾਸਤੇ ਆਪਾਂ ਗੱਲ ਕਰੀਏ, ਸੋ ਮਲਟੀਗ੍ਰੇਨ ਆਪਾਂ ਲੈ ਛੋਲਿਆਂ ਦੇ ਵਿੱਚ ਸ਼ੂਗਰ ਬੜੀ ਸੇਮ ਜਿੱਦਾਂ ਆਪਾਂ ਗੱਲ ਕਰਦੇ ਗਲਾਈਸੈਮਿਕ ਇੰਡੈਕਸ ਦੀ। ਸੋ ਅਸੀਂ ਮਲਟੀਗ੍ਰੇਨਸ ਫਲਾਵਰ ਬਣਾਇਆ ਵਿਦ ਰਾਗੀ ਐਡ ਕਰਕੇ, ਉਹ ਵੀ ਅਸੀਂ ਉੱਥੇ ਹੀ ਗ੍ਰਾਈਂਡ ਕਰਦੇ ਹਾਂ। ਪਰ ਜੇ ਅਸੀਂ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਕਸਟਮ ਆਟਾ ਵੀ ਚਾਹੀਦਾ, ਉਹ ਵੀ ਗ੍ਰਾਈਂਡ ਕਰ ਸਕਦੇ ਹਾਂ। ਹਾਂਜੀ, ਪਰ ਇਹ ਜੇ ਹੁਣ ਆਪਾਂ ਸ਼ੂਗਰ ਦੀ ਗੱਲ ਕਰੀਏ ਵੀ ਸਾਡੇ ਕੋਲ ਇੱਕ ਮਲਟੀਗ੍ਰੇਨ ਫਲਾਵਰ ਵੀ ਹੈਗਾ, ਉਹਦੇ ਵਿੱਚ ਅਸੀਂ ਫਾਈਬਰ ਵੀ ਜ਼ਿਆਦਾ ਰੱਖਦੇ ਹਾਂ, ਤਾਂ ਉਹ ਵੀ ਤੁਸੀਂ ਲੈ ਸਕਦੇ ਹੋ। ਉਹਦੇ ਵਿੱਚ ਰਾਗੀ ਵੀ ਆ, ਹੋਰ 3-4 ਫਲਾਵਰਸ ਵੀ ਐਡ ਹੈ, ਉਹਦੇ ਵਿੱਚ ਚਨਾ ਵੀ। ਚਨਾ ਅਸੀਂ ਉਹਦੇ ਵਿੱਚ ਇਸ ਕਰਕੇ ਵੀ ਪਾਇਆ, ਚਨਾ ਇਜ਼ ਆਲਸੋ ਏ ਬੌਂਡਿੰਗ ਕੰਪੋਨੈਂਟ ਜਿਹੜਾ ਹੈਗਾ ਵੀ ਜਦੋਂ ਤੁਸੀਂ ਰੋਟੀ ਵੇਲਣੀ ਹੈ ਤਾਂ ਵੇਲ ਜੂਗੀ, ਨਹੀਂ ਤਾਂ ਤੁਹਾਨੂੰ ਰੋਟੀ ਫਿਰ ਮੱਕੀ ਵਾਂਗੂ ਪੱਕੇਗੀ ਜੇ ਉਹਦੇ ਵਿੱਚ ਗਲੂਟਨ ਘੱਟ ਗਿਆ। ਸੋ ਸਾਨੂੰ ਥੋੜ੍ਹੀ ਜਿਹੀ ਚੀਜ਼ ਇੱਦਾਂ, ਆਫਕੋਰਸ ਚਨਾ ਦੇ ਵਿੱਚ ਗਲੂਟਨ ਨਹੀਂ ਹੁੰਦਾ, ਪਰ ਸਾਨੂੰ ਕੁਝ ਨਾ ਕੁਝ ਬੌਂਡਿੰਗ ਏਜੰਟ ਚਾਹੀਦਾ ਜਿਹੜਾ ਵੀ ਰੋਟੀ ਨੂੰ ਬੌਂਡ ਕਰਕੇ ਤੇ ਤੁਸੀਂ ਵੇਲ ਸਕੋ ਉਹਨੂੰ। ਸੋ ਆਪਣੇ ਕੋਲ ਉਹ ਵੀ ਆਟਾ ਫਲਾਵਰ ਹੈਗਾ ਆ। ਤੇ ਕਮੂਤ ਵੀ ਹਾਂਜੀ, ਕਮੂਤ ਨੂੰ ਵੀ ਤੁਸੀਂ ਸ਼ੂਗਰ ਵਾਲੇ ਖਾ ਸਕਦੇ? ਕਮੂਤ ਨੂੰ ਵੀ ਸ਼ੂਗਰ ਵਾਲੇ ਖਾ ਸਕਦੇ, ਪਰ ਸਪੈਲਟ ਇਜ਼ ਮੱਚ ਬੈਟਰ ਦੈਨ ਕਮੂਤ ਦਾ ਵੀ ਗਲੂਟਨ ਡਿਫਰੈਂਟ ਹੈ। ਮੈਂ ਇੱਕ ਵਾਰੀ ਬੜੇ ਚਿਰ ਹੋ ਗਿਆ ਮੈਂ ਕਿਸੇ ਚਾਈਲਡ ਸਪੈਸ਼ਲਿਸਟ ਨਾਲ ਗੱਲ ਕਰ ਰਿਹਾ ਸੀ, ਤਾਂ ਉਹ ਮੈਨੂੰ ਥੋੜਾ ਐਕਸਪਲੇਨ ਕਰ ਰਿਹਾ ਸੀ, ਕਿਉਂਕਿ ਮੈਂ ਤਾਂ ਮੈਂ ਡਾਕਟਰ ਤਾਂ ਨਹੀਂ ਹੈਗਾ, ਤੇ ਉਹ ਮੈਨੂੰ ਐਕਸਪਲੇਨ ਕਰ ਰਿਹਾ ਸੀ। ਉਹ ਕਹਿੰਦੇ ਵੀ ਜਿਹੜਾ ਕਮੂਟ ਫਲਾਵਰ ਆ, ਇਹ ਬੱਚਿਆਂ ਦੀ ਗਰੋਥ ਦੇ ਵਿੱਚ ਹੈਲਪ ਕਰਦਾ। ਜਦੋਂ ਚਾਈਲਡ ਤੁਸੀਂ ਬੱਚਿਆਂ ਨੂੰ ਰੋਟੀ ਦਿੰਦੇ ਆ, ਤਾਂ ਅਕੋਰਡਿੰਗ ਟੂ ਦੇਅਰ, ਸੋ ਕਹਿੰਦੇ ਵੀ ਬੱਚੇ ਨੂੰ ਕਮੂਤ ਦੀ ਰੋਟੀ ਖਿਲਾਉਣੀ ਚਾਹੀਦੀ ਜਦੋਂ ਸ਼ੁਰੂਆਤ ਹੋਵੇ ਬੱਚੇ ਦੀ ਛੋਟੀ ਏਜ ਦੇ ਵਿੱਚ। ਹਾਂਜੀ। ਅੱਛਾ ਗੁਰਪ੍ਰੀਤ ਸਿੰਘ ਜੀ, ਅਖੀਰ 'ਚ ਦੱਸੋ ਬਈ ਇੱਕ ਸਾਡਾ ਬੜਾ ਵਹਿਮ ਹੈ
ਕਿ ਰੋਟੀ ਚਿੱਟੀ ਚਾਹੀਦੀ ਹੈ, ਰੋਟੀ ਨਰਮ ਚਾਹੀਦੀ ਤੇ ਹੋਲ ਵੀਟ ਕਈ ਵਾਰ ਡਰਮ ਦੇ ਵਿੱਚ ਲੋਕ ਕਹਿੰਦੇ ਨੇ ਡਰਮ ਹੋਲ ਵੀਟ ਨਹੀਂ ਹੈ, ਡਰਮ ਕਣਕ ਚਿੱਟੀ ਹੈ, ਉਹ ਹੋਲ ਵੀਟ ਹੈ, ਉਹਦਾ ਰੰਗ ਹੀ ਚਿੱਟਾ, ਉਹਦਾ ਰੰਗ ਵੀ ਚਿੱਟਾ ਡੈਫੀਨਿਟਲੀ। ਪਰ ਉਹਦੇ ਵਿੱਚ ਸੌਰੀ ਉਹਦੇ ਵਿੱਚ ਕਰੈਕਟ ਕਰਾਂਗੇ, ਉਹਦੇ ਵਿੱਚ ਇਹ ਵੀ ਹੋ ਜਾਂਦਾ ਵੀ ਜਿੰਨੀ ਤੁਸੀਂ ਮੈਦੇ ਦੀ ਮਾਤਰਾ ਤੁਸੀਂ ਬਰੀਕ ਜਾਲੀ ਜਿੰਨੀ ਬਰੀਕ ਜਾਲੀ ਯੂਜ਼ ਕਰੀ ਚੱਲੋਗੇ ਮੈਦਾ ਵਧੀ ਜਾਏਗਾ ਹਨਾ, ਤੇ ਫਾਈਬਰ ਨਿਕਲ ਜਾਏਗਾ ਰੋਟੀ ਦਾ। ਸੇਮ ਥਿੰਗ ਆਪਾਂ ਮੈਂ ਐਗਜ਼ਾਮਪਲ ਇੰਨਾ ਪੁਰਾਣੀ ਆਪਾਂ ਚੱਕੀ 'ਚ ਜਾਂਦੇ ਸੀ, ਉਹਨਾਂ ਨੂੰ ਕਹਿੰਦੇ ਸੀ ਰੋਟੀ ਕਣਕ ਬੋਰੀ ਲੈ ਕੇ ਜਾਂਦੇ, ਉਹਨੂੰ ਪਿਆ ਕੇ ਤੁਹਾਡੇ ਬੋਰੀ ਦੁਬਾਰਾ ਰੱਖ ਕੇ ਤੁਸੀਂ ਘਰੇ ਆ ਜਾਂਦੇ ਸੀ। ਬਿਲਕੁਲ ਆਪਾਂ ਉਹਨੂੰ ਘਰੇ ਜਾ ਕੇ ਛਾਣਦੇ ਸੀ ਆਟੇ ਨੂੰ। ਜੋ ਜਿੰਨੀ ਆਪਣੀ ਜਾਲੀ ਬਰੀਕ ਹੋਈ ਜਾਊਗੀ ਛਾਣਨ ਵਾਸਤੇ ਓਨਾ ਹੀ ਮੈਦਾ ਵਧੀ ਜਾਏਗਾ। ਸੋ ਆਪਣਾ ਫਾਈਬਰ ਜਿਹੜਾ ਹੈ ਓਨਾ ਹੀ ਘਟੀ ਜਾਊਗਾ ਉਹਦੇ ਵਿੱਚੋਂ ਹਨਾ। ਸੋ ਉਹ ਵੀ ਇੱਕ ਰੀਜ਼ਨ ਹੈਗਾ ਵੀ ਜਿਹੜੇ ਡੁਰਮ ਦੇ ਵਿੱਚ ਆਫ ਕੋਰਸ ਉਹਦੀ ਵੀਟ ਦੀ ਜਿਹੜੀ ਆਪਣਾ ਗ੍ਰੇਨ ਇਟਸੈਲਫ ਥੋੜਾ ਵਾਈਟ ਆ ਤੇ ਉਹਦੇ ਨਾਲ ਆਟਾ ਵਾਈਟ ਰਹਿੰਦਾ। ਪਰ ਉਹਦੇ ਵਿੱਚ ਵੀ ਇਹ ਹੈਗਾ ਵੀ ਜਿੰਨਾ ਉਹਦੇ ਵਿੱਚੋਂ ਫਾਈਬਰ ਕੱਢੀ ਚੱਲਾਂਗੇ ਓਨਾ ਹੀ ਤੁਹਾਨੂੰ ਉਹ ਰੋਟੀ ਫੁੱਲੂਗੀ ਸੋਹਣੀ, ਜ਼ਿਆਦਾ ਲੌਂਗ ਲਾਸਟਿੰਗ ਹੋਏਗੀ, ਸੌਫਟ ਰਹੇਗੀ ਰੋਟੀ, ਸਿਹਤ ਲਈ ਪਰ ਵਧੀਆ ਨੇ ਇੰਨਾ ਕੰਪੇਅਰ ਟੂ ਕਮੂਤ ਐਂਡ ਸਪੈਲਟ ਤੇ ਹੋਰ ਫਲਾਵਰਸ ਦੇ ਕੰਪੈਰੀਟਿਵਲੀ ਇੰਨਾ ਨਹੀਂ ਹੈ। ਹਾਂਜੀ ਉਹਦੀ ਹਨਾ। ਅਖੀਰ ਦੇ ਵਿੱਚ ਕੋਈ ਹੋਰ ਸੁਨੇਹਾ ਤੇ ਐਡਰੈਸ, ਤੁਸੀਂ ਉੱਥੇ ਹੁੰਦੇ ਹੋ, ਤੁਹਾਨੂੰ ਕੰਸਲਟ ਕਰ ਸਕਦਾ, ਤੁਹਾਡੇ ਕੋਲ ਬੜਾ ਐਕਸਪੀਰੀਅੰਸ ਸਟਾਫ ਆ ਅਸਲ। ਹਾਂਜੀ ਹਾਂਜੀ ਤੁਹਾਡੇ ਜਿਹੜੇ ਖਾਸ ਤੌਰ ਤੇ ਜਿੰਨੀਆਂ ਵੀ ਤੁਹਾਡੀਆਂ ਮਲਟੀ ਵਾਈਟਾਮਿਨਸ ਤੇ ਜੇ ਤੇ ਉਹਨਾਂ ਦੇ ਤੁਹਾਡਾ ਸਟਾਫ ਬਹੁਤ ਸੋਚ ਰੱਖਦਾ। ਨਹੀਂ ਬਿਲਕੁਲ, ਸਾਡੇ ਪੈਨੀ ਸਾਡੇ ਨਾਲ ਕੰਮ ਕਰ ਰਹੇ ਬੜੇ ਐਕਸਪੀਰੀਅੰਸਡ ਹੈਗੇ, ਨਿਊਟ੍ਰੀਸ਼ਨਿਸਟ ਹੈਗੇ, ਬਹੁਤ ਵਧੀਆ 30 years ਦਾ ਉਹਨਾਂ ਦਾ ਵਰਕ ਐਕਸਪੀਰੀਅੰਸ ਹੈ ਐਜੂਕੇਸ਼ਨ ਤੋਂ ਬਿਨਾਂ ਹੀ, ਤੇ ਬਹੁਤ ਵਧੀਆ। ਤੁਸੀਂ ਆਓ, ਉਹਨਾਂ ਨਾਲ ਕੰਸਲਟ ਕਰੋ, ਆਪਣੀ ਹੈਲਥ ਇਸ਼ੂਜ਼ ਦੱਸੋ। ਐਂਡ ਮੈਂ ਇਹ ਕਹਿ ਰਿਹਾ ਵੀ ਰੈਦਰ ਦੈਨ ਤੁਸੀਂ ਮੈਡੀਸਨਸ ਖਾਣੀਆਂ ਸ਼ੁਰੂ ਕਰੋ, ਉਹਦੇ ਨਾਲ ਤੁਸੀਂ ਡਾਈਟ ਹੀ ਚੇਂਜ ਕਰ ਲਓ ਤੇ ਜਿਹਦੇ ਨਾਲ ਤੁਹਾਡੀ ਬੋਡੀ ਸਹੀ ਰਵੇ, ਸਿਹਤ ਸਹੀ ਰਵੇ, ਤੰਦਰੁਸਤ ਰਹੋ। ਸਾਡਾ ਮੇਨ ਮੋਟਿਵ ਤੇ ਇਹ ਸਿਹਤ ਹੈ ਤੇ ਜਹਾਨ ਹੈ। ਬਿਲਕੁਲ ਠੀਕ ਹੈ ਨਾ। ਸੋ ਤੁਸੀਂ ਉਹਨੂੰ ਪੈਨੀ ਨੂੰ ਕੰਸਲਟ ਕਰ ਸਕਦੇ ਆ, ਉਹ ਤੁਹਾਨੂੰ ਸਪਲੀਮੈਂਟਸ ਵੀ ਗਾਈਡ ਕਰ ਸਕਦੀ ਹੈ। ਬਾਕੀ ਤੁਸੀਂ ਫਲਾਵਰਸ ਬਾਰੇ ਅਸੀਂ ਗੱਲ ਕੀਤੀ ਹੈ, ਤੁਸੀਂ ਫਲਾਵਰਸ ਆਓ, ਅਸੀਂ ਅਕੋਰਡਿੰਗ ਟੂ ਤੁਹਾਡੀ ਹੈਲਥ ਦੇ ਅਕੋਰਡਿੰਗਲੀ ਅਸੀਂ ਤੁਹਾਨੂੰ ਫਲਾਵਰ ਗ੍ਰਾਈਂਡ ਕਰਕੇ ਵੀ ਦੇ ਸਕਦੇ ਹਾਂ ਵੀ ਕਿਹੜਾ ਤੁਹਾਡੇ ਲਈ ਬੈਟਰ ਆ। ਅਸੀਂ ਜ਼ਰੂਰ ਕੰਸਲਟ ਕਰਾਂਗੇ ਉਸ ਚੀਜ਼ ਨੂੰ ਤੇ ਤੁਹਾਨੂੰ ਦੱਸਾਂਗੇ ਵੀ। ਤੇ ਦੂਜੀ ਇਹ ਵੀ ਹੈਗਾ, ਅਸੀਂ ਸੇਮ ਫਲਾਵਰਸ ਤੋਂ ਉੱਥੇ ਬ੍ਰੈਡਸ ਵੀ ਬਣਾ ਰਹੇ ਹਾਂ, ਸਾਡੇ ਕੋਲ ਬੇਕਰੀ ਵੀ ਹੈਗੀ ਆ ਹਰ ਰੋਜ਼ ਤਾਜ਼ੀ। ਐਗਜ਼ੈਕਟਲੀ। ਸੋ ਜੇ ਕਮੂਤ ਸਾਨੂੰ ਬੇਕਰੀ ਅਸੀਂ ਗੱਲ ਸਾਹਿਬ ਲੈ ਕੇ ਇਸ ਕਰਕੇ ਆਏ ਸੀ, ਅਸੀਂ ਜਦੋਂ ਸਟੋਰ ਦੀ ਸ਼ੁਰੂਆਤ ਹੋ ਰਹੀ ਸੀ ਤੇ ਅਸੀਂ ਦੇਖਿਆ ਵੀ ਸਾਨੂੰ ਆਰਗੈਨਿਕ ਬ੍ਰੈਡਸ ਨਹੀਂ ਸੀ ਮਿਲ ਰਹੀਆਂ, ਤੇ ਜੇ ਮਿਲ ਰਹੀਆਂ ਸੀ ਤਾਂ ਉਹ ਸਿਰਫ ਉਹੀ ਜਿਹੜਾ ਕੋਈ ਕਹਿ ਲਓ ਵੀ ਇੱਕ ਸਸਤਾ ਆਟਾ ਬਾਜ਼ਾਰ 'ਚ ਜਿਹੜਾ ਮਿਲਦਾ ਸੀ ਉਹਦੀ ਮੈਂ ਬਣਾਉਂਦੇ ਸੀ। ਫਿਰ ਅਸੀਂ ਇਹ ਕਿਹਾ ਵੀ ਨਹੀਂ, ਅਸੀਂ ਬੇਕਰੀ ਵੀ ਆਪ ਫਾਰਮ ਕਰੀਏ ਇਨ ਹਾਊਸ। ਸੋ ਉਹਦੇ ਵਿੱਚ ਹੁਣ ਤੁਸੀਂ ਸਾਡੇ ਕੋਲ ਸਪੈਲਟ ਦੀ ਵੀ ਬ੍ਰੈਡ ਲੈ ਸਕਦੇ, ਤੁਸੀਂ ਉਹਦੇ ਵਿੱਚ ਸਾਡੇ ਕੋਲ ਕਮੂਤ ਦੀ ਵੀ ਬ੍ਰੈਡ ਲੈ ਸਕਦੇ ਆ। ਬਾਕੀ ਆਲ ਪਰਪਸ ਬ੍ਰੈਡਸ ਜਿਹੜੀਆਂ ਆਫ ਕੋਰਸ ਹੁੰਦੀਆਂ ਹੀ ਹੁੰਦੀਆਂ ਉਹ ਵੀ ਲੈ ਸਕਦੇ, ਤੇ ਮਲਟੀਗ੍ਰੇਨ ਦੇ ਵੀ, ਸਾਵਰਡੋ ਵੀ। ਸੋ ਅਸੀਂ ਉਹ ਇੱਕ ਕੰਬਾਈਨ ਪੈਕੇਜ ਟਰਾਈ ਕੀਤਾ ਵੀ ਜਿਹੜਾ ਹੈਲਥ ਦੇ ਵਿੱਚ ਆਪਾਂ ਨੂੰ ਡੇਲੀ ਰੂਟੀਨ ਦੇ ਵਿੱਚ ਚੀਜ਼ਾਂ ਚਾਹੀਦੀਆਂ ਉਹ ਇੱਕ ਸ਼ਾਪ ਤੋਂ ਮਿਲ ਸਕਣ। ਯੂਨਿਟ 210 7093 ਕਿੰਗ ਜਾਰਜ ਬੁਲੇਵਾਰਡ ਸਰੀ, 604 674 2642 ਨੰਬਰ ਹੈ ਗੁਰਪ੍ਰੀਤ ਸਿੰਘ ਉਹਨਾਂ ਦਾ। ਤੇ ਹੋਰ ਵੀ ਮੀਟ ਵੀ ਆਰਗੈਨਿਕ ਲੈ ਸਕਦੇ, ਬਹੁਤ ਸਮਾਨ ਆ, ਤਾਜ਼ੇ ਜੂਸ ਹਰ ਰੋਜ਼ ਬਣਾਉਂਦੇ ਨੇ, ਸਮੂਦੀਜ਼ ਬਣਾਉਂਦੇ ਨੇ, ਬਹੁਤ ਕੁਛ ਹੈ। ਇੱਕ ਵਾਰ ਵਿਜ਼ਿਟ ਕਰਿਓ ਆਰਗੈਨਿਕ ਵੇਅਰ ਹਾਊਸ। ਹਾਂਜੀ। ਸੋ ਇੱਕ ਮੈਂ ਹੋਰ ਤੁਹਾਡੇ ਧਿਆਨ ਚਲਾਉਂਦਾ ਸੀ, ਅਸੀਂ ਉੱਥੇ ਗੰਨੇ ਦਾ ਰਸ ਵੀ ਬਣਾ ਗੰਨੇ ਦਾ ਰਸ ਪੀਣਾ ਜਾ ਰਿਹਾ ਤਾਜ਼ਾ। ਹਾਂਜੀ ਬਿਲਕੁਲ, ਮਤਲਬ ਕਿ ਉਹ ਵੀ ਆਪਣੇ ਟ੍ਰੈਡੀਸ਼ਨ 'ਚ ਬੜਾ ਕਹਿ ਲਓ ਵੀ ਆਪਣੇ ਚਾਹ ਨਾਲ ਆਪਾਂ ਗੰਨੇ ਦਾ ਰਸ ਪੀਂਦੇ ਹਾਂ। ਤਾਂ ਅਸੀਂ ਸਾਡੀ ਮੈਕਸੀਮਮ ਟਰਾਈ ਹੁੰਦੀ ਵੀ ਸਾਨੂੰ ਸਾਰਾ ਸਾਲ ਗੰਨੇ ਮਿਲਦੇ ਰਹਿਣ ਤੇ ਅਸੀਂ ਤੁਹਾਡੇ ਸਾਹਮਣੇ, ਤੁਹਾਡੇ ਅੱਖਾਂ ਸਾਹਮਣੇ ਉਹਦਾ ਰਸ ਕੱਢ ਕੇ ਤੇ ਤੁਹਾਨੂੰ ਐਗਜ਼ੈਕਟਲੀ ਸਰਵ ਕਰ ਸਕੀਏ। ਹਾਂਜੀ, ਧੰਨਵਾਦ ਜੀ, ਬਹੁਤ ਬਹੁਤ। ਅਗਲੇ ਵਾਰੀ ਫੇਰ ਹੋਰ ਇੱਕ ਵਿਸ਼ੇ ਤੇ ਗੱਲ ਕਰਾਂਗੇ। ਥੈਂਕ ਯੂ ਸੋ ਮਚ ਫॉर ਹੈਵਿੰਗ ਮੀ। ਥੈਂਕ ਯੂ। ਗੁਰਪ੍ਰੀਤ ਸਿੰਘ ਆਰਗੈਨਿਕ ਵੇਅਰ ਹਾਊਸ ਤੋਂ ਗੱਲਬਾਤ ਕਰ ਰਹੇ ਸੀ। ਆਟਾ ਜ਼ਰੂਰ ਘਰ ਦੇ ਵਿੱਚ ਵਧੀਆ ਖਾਓ, ਰੋਟੀ ਜਿਹੜੀ ਖਾਣੀ ਆ, ਬ੍ਰੈਡ ਜਿਹੜੀ ਖਾਣੀ ਆ, ਉਹ ਅਨਾਜ ਦੀ ਲੈ ਕੇ ਆਓ ਜਿਹੜਾ ਤੁਹਾਨੂੰ ਸੂਟ ਕਰਦਾ। ਆਯੁਰਵੇਦ ਪ੍ਰਣਾਲੀ ਨਾਲ ਤੁਹਾਡੀ ਸਿਹਤ ਦਾ ਖਿਆਲ ਕਿਵੇਂ ਰੱਖਿਆ ਜਾ ਸਕਦਾ, ਇਲਾਜ ਕਿਵੇਂ ਹੋ ਸਕਦਾ ਹੈ, ਬਾਇਓਵੇ ਕਲੀਨਿਕ ਤੋਂ ਸਰਬਜੀਤ ਸਿੰਘ ਮੇਰੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰਬਜੀਤ ਸਿੰਘ ਜੀ ਸਵਾਗਤ, ਸਤਿ ਸ੍ਰੀ ਅਕਾਲ। ਗਿੱਲ ਸਾਹਿਬ ਬਹੁਤ ਬਹੁਤ ਧੰਨਵਾਦ ਆਪ ਜੀ ਦਾ, ਸਾਰੇ ਸਰੋਤਿਆਂ ਨੂੰ, ਆਪ ਜੀ ਨੂੰ ਸਭ ਨੂੰ ਸਤਿ ਸ੍ਰੀ ਅਕਾਲ। ਇਸਤਰੀਆਂ ਦੀ ਸਿਹਤ ਦੇ ਬਾਰੇ ਆਯੁਰਵੇਦ ਦੇ ਵਿੱਚ ਕੀ ਹੈ ਜੀ? ਗਿੱਲ ਸਾਹਿਬ ਜਿਹੜੀ ਔਰਤਾਂ ਦੀ ਜਿਹੜੀ ਸਿਹਤ ਬਾਰੇ ਆਪਾਂ ਜੋ ਗੱਲ ਕਰਦੇ ਹਾਂ, ਤੇ ਜ਼ਾਹਿਰ ਤੌਰ ਤੇ ਜਦੋਂ ਉਹਨਾਂ ਦੇ ਪੀਰੀਅਡ ਸ਼ੁਰੂ ਹੁੰਦੇ ਨਾ, ਤੇ ਈਵਨ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਦ ਤੱਕ ਪੀਰੀਅਡ ਮੁੱਕਦੇ ਨਹੀਂ, ਉਹਨਾਂ ਨੂੰ ਕਾਫੀ ਚੋਂ ਉਤਾਰ ਚੜਾਅ ਦਾ ਸਾਹਮਣਾ ਕਰਨਾ ਪੈਂਦਾ। ਪੀਰੀਅਡਸ ਕਈ ਵਾਰੀ ਆ ਕੇ ਬੰਦ ਹੋ ਜਾਂਦੇ ਆ, ਪੇਨਫੁਲ ਤਾਂ ਵੀ ਅਕਸਰ ਹੀ ਹੁੰਦੇ ਹੈਗੇ ਆ, ਔਰ ਇਹਦੇ ਕਰਕੇ ਉਹਨਾਂ ਦੇ ਅੰਦਰ ਹਾਰਮੋਨ ਇੰਬੈਲੈਂਸ ਵੀ ਇੱਕ ਬਹੁਤ ਵੱਡਾ ਕਾਰਨ ਹੈ, ਖੂਨ ਦੀ ਕਮੀ ਹੈ।
ਇਹਦੇ ਵਾਸਤੇ ਸਾਡੇ ਕੋਲ ਬਹੁਤ ਅੱਛੀਆਂ ਦਵਾਈਆਂ ਨੇ, ਬਲਕਿ ਕਈਆਂ ਦਵਾਈਆਂ ਦਾ ਤਾਂ ਨਾਂ ਹੀ ਵੀ ਇੱਕ ਵੀ ਵੂਮਨ ਟੌਨਿਕ ਆ, ਵੀ ਔਰਤਾਂ ਦੇ ਟੌਨਿਕ ਹੈਗੇ ਆ, ਜਿਵੇਂ ਸ਼ਤਾਵਰੀ ਹੈ, ਹੋਰ ਵੀ ਕਈ ਤਰ੍ਹਾਂ ਦੇ ਹੈਗੇ ਨੇ। ਉਹ ਤਾਂ ਠੀਕ ਆਪਾਂ ਨੂੰ ਰਿਜ਼ਲਟ ਵੀ ਫਸਟ ਮੰਥ ਚ ਆ ਜਾਂਦੇ ਆ। ਪਰ ਅੱਜ ਕੱਲ੍ਹ ਜਿਹੜਾ ਮੁੱਦਾ ਮੇਨ ਹੈ ਨਾ, ਉਹ ਹੈ ਕਿ ਜਿਹੜੀ ਪ੍ਰੈਗਨੈਂਸੀ ਸੰਬੰਧੀ ਇਸ਼ੂਜ਼ ਆਪਾਂ ਨੂੰ ਆ ਰਿਹਾ, ਵੀ ਪ੍ਰੈਗਨੈਂਸੀ ਨਹੀਂ ਹੋ ਰਹੀ, ਲੜਕੀਆਂ 'ਚ ਬਹੁਤ ਜ਼ਿਆਦਾ ਇਸ਼ੂਜ਼ ਚੱਲ ਰਿਹਾ, ਵੀ ਕਿਉਂਕਿ ਸਿਸਟ ਹੋ ਗਈ, ਫਾਈਬਰੋਇਡਸ ਨੇ, ਜਾਂ ਐਗਸ ਪ੍ਰੋਪਰ ਨਹੀਂ ਬਣ ਰਹੇ। ਔਰ ਕੱਲ ਲੜਕੀਆਂ ਨਹੀਂ, ਲੜਕਿਆਂ 'ਚ ਵੀ ਇੱਦਾਂ ਹੀ ਹੈ ਵੀ ਉਹਨਾਂ ਦੇ ਸਪਰਮ ਕਾਊਂਟ ਘੱਟ ਹੈ ਜਾਂ ਮੋਰਟੈਲਿਟੀ ਘੱਟ ਹੈ। ਇਹਦਾ ਟ੍ਰੀਟਮੈਂਟ ਅਸੀਂ ਕਰਦੇ ਹਾਂ, ਪਰ ਇਹਦੇ ਨਾਲ ਨਾਲ ਬਹੁਤ ਸਾਰੇ ਕੇਸਿਸ ਐਸੇ ਨੇ ਜਿਨ੍ਹਾਂ 'ਚ ਹਸਬੈਂਡ ਵਾਈਫ ਦੋਨੋਂ ਹੈਲਦੀ ਨੇ, ਉਹਦੇ ਬਾਵਜੂਦ ਵੀ ਪ੍ਰੈਗਨੈਂਸੀ ਨਹੀਂ ਹੋ ਰਹੀ। ਤਾਂ ਜਿਹੜਾ ਕੋਰਸ ਕਰਾਉਂਦੇ ਆ ਉਹ 'ਚ ਅਗਰ ਪ੍ਰੋਬਲਮ ਹੈ ਜਾਂ ਨਹੀਂ ਹੈ, ਉਹ 'ਚ ਵੀ ਈਵਨ ਕਿ ਜੇ ਕਿਸੇ ਨੇ IVF ਕਰਾਉਣਾ, ਉਹ 'ਚ ਬਹੁਤ ਲਾਈਵ ਆਉਂਦਾ ਜੀ। ਅੱਛਾ ਜੀ, ਜਿਹੜੀਆਂ ਚਮੜੀ ਦੇ ਰੋਗ ਨੇ ਉਹ ਬੜੇ ਇੱਥੇ ਜਵਾਕਾਂ ਨੂੰ ਹੁੰਦੇ ਨੇ, ਪਤਾ ਨਹੀਂ ਕਿਉਂ ਹੁੰਦੇ ਨੇ, ਕਾਰਨ ਕੀ ਹੈ, ਉਹਨਾਂ ਦਾ ਇਲਾਜ ਕੀ ਹੈ? ਦੇਖੋ, ਇੱਕ ਤਾਂ ਹੁੰਦੀ ਹੈ ਸਕਿਨ ਦੀ ਐਲਰਜੀ, ਵੀ ਧੱਪੜ ਹੋ ਗਏ, ਜਾਂ ਕਈਆਂ ਨੂੰ ਸਕਿਨ ਦੇ ਉੱਪਰ ਬੜੀ ਖਾਰਿਸ਼ ਬਹੁਤ ਹੁੰਦੀ ਹੈ। ਇਹ ਕਈ ਵਾਰੀ ਇਹਦਾ ਇਮਿਊਨ ਸਿਸਟਮ ਘੱਟ ਹੈ ਤਾਂ ਹੁੰਦਾ ਹੈ, ਔਰ ਇਹਦੇ ਵਾਸਤੇ ਅਸੀਂ 3 to 6 ਮੰਥ ਦਾ ਕੋਰਸ ਕਰਾਉਂਦੇ ਹਾਂ, ਡਿਪੈਂਡ ਔਨ ਦਾ ਪੇਸ਼ੈਂਟ। ਪਰ ਜਿਹੜਾ ਦੂਸਰੇ ਨਾ, ਜਿੱਦਾਂ ਹੁਣ ਐਗਜ਼ੀਮਾ ਹੈ, ਸੋਰਾਇਸਿਸ ਹੈ, ਫੁਲਵੈਰੀ ਹੈਗੀ ਆ, ਛਾਈਆਂ ਪੈ ਆਪਣੇ ਚਿਹਰੇ ਉੱਪਰ ਛਾਈਆਂ ਪੈ ਜਾਂਦੀਆਂ, ਜਾਂ ਫਿਰ ਐਲੋਪੇਸ਼ੀਆ ਹੋ ਗਿਆ, ਐਕਨੀ ਵਗੈਰਾ ਬੱਚਿਆਂ ਨੂੰ ਹੋ ਜਾਂਦੀ ਹੈ, ਇਹ ਸਾਰੇ ਆਉਂਦੇ ਆ ਕੁਸ਼ਟ ਰੋਗ ਦੇ ਘੇਰੇ 'ਚ। ਔਰ ਇਹ ਦਾ ਆਯੁਰਵੇਦ 'ਚ ਕਿਹਾ ਗਿਆ ਵੀ ਇਹਦਾ ਜਿਹੜਾ ਸ਼ੁਰੂਆਤ ਅੰਦਰੋਂ ਹੋਣੀ ਬੋਡੀ ਦੇ, ਇਸ ਕਰਕੇ ਤਾਂ ਛੁਟਕਾਰਾ ਵੀ ਬੋਡੀ ਦੇ ਅੰਦਰੋਂ ਹੋਣਾ। ਇਸ ਕਰਕੇ ਅਸੀਂ ਦਵਾਈ ਖਾਣ ਵਾਲੀ ਦਿੰਦੇ ਆ, ਲਾਉਣ ਨੂੰ ਅਸੀਂ ਬਹੁਤ ਘੱਟ ਦਿੰਦੇ ਆ, ਨਾ ਮਾਤਰ ਜਿਹਾ ਹੁੰਦਾ ਹੈ, ਔਰ ਨਾਲ ਪੂਰਾ ਪਰਹੇਜ਼ ਦੱਸੀ ਦੇ ਭਾਈ ਆਹ ਚੀਜ਼ਾਂ ਖਾਣੀਆਂ ਤੇ ਆਹ ਚੀਜ਼ਾਂ ਨਾ ਖਾਓ। ਤੇ ਉਹਦੇ ਨਾਲ ਵਿਦਿਨ ਫਸਟ ਮੰਥ ਸਾਨੂੰ ਐਗਜ਼ੀਮਾ 'ਚ, ਸੋਰਾਇਸਿਸ ਦਾ ਸਾਨੂੰ ਲਾਭ ਮਿਲਦਾ ਆ, ਐਕਨੀ ਦਾ ਮਹੀਨੇ ਦੇ ਵਿੱਚ ਠੀਕ ਹੋ ਜਾਂਦੀ ਆ, ਫੁਲਵੈਰੀ 'ਚ ਤੇ ਛਾਈਆਂ 'ਚ ਅਸੀਂ ਫੋਟੋ ਖਿੱਚ ਲੈਂਦੇ ਪੇਸ਼ੈਂਟ ਦੀ, ਫਿਰ 3 ਮਹੀਨੇ ਅਸੀਂ ਮੈਚ ਕਰਕੇ ਦੇਖਦੇ ਹਾਂ, 3 ਮੰਥ ਬਾਅਦ ਸਾਨੂੰ ਉਹ 'ਚ ਰਿਜ਼ਲਟ ਹਮੇਸ਼ਾ ਹੀ ਪੋਜ਼ਿਟਿਵ ਮਿਲਦੇ ਨੇ ਜੀ। ਜਿਗਰ ਦੀ ਸਿਹਤ, ਲਿਵਰ ਹੈਲਥ ਕੀ ਹੈ ਜੀ? ਦੇਖੋ ਜੀ, ਵੈਸੇ ਦੇਖੋ ਤੁਸੀਂ ਨਾ, ਹਾਰਟ ਹੈ ਆਪਣਾ, ਉਹ ਸਿਰਫ ਆਪਣਾ ਕਿ ਪੰਪ ਕਰਦਾ ਖੂਨ ਨੂੰ, ਉਸ ਤੋਂ ਇਲਾਵਾ ਹੋਰ ਕੋਈ ਕੰਮ ਉਹਦਾ ਹੈ ਨਹੀਂਗਾ। ਕਿਡਨੀ ਸਫਾਈ ਕਰਦੀ ਹੈ, ਪਰ ਜਿਹੜਾ ਲਿਵਰ ਹੈ ਕਈ ਕੰਮ ਕਰਦਾ ਹੈ, ਜਿਵੇਂ ਕਿ ਖੂਨ ਦੀ ਸਫਾਈ ਹੈ, ਨਵਾਂ ਖੂਨ ਬਣਾਉਣਾ, ਕੋਲੈਸਟਰੋਲ ਲੈਵਲ ਨੂੰ ਮੇਨਟੇਨ ਰੱਖਣਾ, ਪਾਚਕ ਸ਼ਕਤੀ ਸਾਡੀ ਸਹੀ ਕਰਨੀ, ਇਹ ਕਿ ਕਈ ਚੀਜ਼ਾਂ ਨੂੰ ਜਿੱਦਾਂ ਨਿਊਟ੍ਰੀਸ਼ਨ ਵੈਲਿਊ ਸਟੋਰ ਵੀ ਕਰਦਾ, ਵਿਟਾਮਿਨ ਵਗੈਰਾ ਸਟੋਰ ਵੀ ਕਰਦਾ, ਤੇ ਬਹੁਤ ਮਤਲਬ ਕੰਮ ਦਾ ਔਰਗਨ। ਆਪਾਂ ਸੁਣਦੇ ਵੀ ਫੈਟੀ ਹੋ ਗਿਆ, ਫੈਟੀ ਦਾ ਮਤਲਬ ਹੁੰਦਾ ਹੈ ਕਿ ਬਈ ਇਹ ਵਿਚਾਰਾ ਕੰਮ ਕਰ ਥੱਕ ਗਿਆ, ਹੰਭ ਗਿਆ, ਇਹ ਸੋਜਿਸ਼ ਆ ਗਈ ਹੈ। ਤਾਂ ਉਹਦੇ ਵਾਸਤੇ ਕੀ ਹੁੰਦਾ ਕਿ ਆਮ ਤੌਰ ਤੇ ਲੋਕ ਸਮਝਦੇ ਵੀ ਦਾਰੂ ਪੀਣ ਨਾਲ ਸਾਡਾ ਲਿਵਰ ਫੈਟੀ ਹੁੰਦਾ, ਪਰ ਇੱਕ ਧਾਰਨਾ ਹੈ, ਬਹੁਤ ਲੋਕਾਂ ਦਾ ਲਿਵਰ ਬਿਨਾਂ ਦਾਰੂ ਪੀਤੇ ਵੀ ਉਹਨੂੰ ਕਹਿੰਦੇ ਨੌਨ ਅਲਕੋਹਲਿਕ ਫੈਟੀ ਲਿਵਰ, ਉਹ ਉਲਟਾ ਬਿਲਕੁਲ ਜ਼ਿਆਦਾ ਨੁਕਸਾਨ ਦੇ ਹੈ, ਕਿਉਂਕਿ ਲੋਕ ਬੰਦਾ ਸਮਝਦਾ ਮੈਨੂੰ ਤਾਂ ਕੁਝ ਹੋਣਾ ਨਹੀਂਗਾ। ਭਾਵੇਂ ਤੁਹਾਡਾ ਨੌਨ ਅਲਕੋਹਲਿਕ ਹੈ ਜਾਂ ਅਲਕੋਹਲਿਕ ਹੈ, ਤੁਸੀਂ ਸਾਡੇ ਕੋਲ ਜਦੋਂ ਆਉਂਦੇ ਹੋ ਤੁਹਾਨੂੰ 3 to 6 ਮੰਥ ਦਾ ਕੋਰਸ ਕਰਾਉਣਾ ਅਕੋਰਡਿੰਗ ਟੂ ਦਾ ਏਜ, ਇਹ ਤਾਂ ਹੋ ਜਾਂਦਾ ਠੀਕ। ਪਰ ਜੇ ਹੁਣ ਕਿਸੇ ਨੂੰ ਸ਼ਰਾਬ ਪੀਣ ਦੀ ਬਹੁਤ ਜ਼ਿਆਦਾ ਆਦਤ ਹੈ, ਤਾਂ ਅਸੀਂ ਸ਼ਰਾਬ ਛੁਡਾਉਣ ਦਾ ਵੀ ਕੋਰਸ ਕਰਾਉਂਦੇ ਹਾਂ, ਪਰ ਸ਼ਰਤ ਇੱਕੋ ਹੁੰਦੀ ਕਿ ਉਹ ਪੇਸ਼ੈਂਟ ਨੂੰ ਆਪ ਸਾਡੇ ਕੋਲ ਆਉਣਾ ਪੈਂਦਾ ਕਿ ਮੈਂ ਅਡਿਕਟਡ ਹਾਂ ਤੇ ਮੇਰੀ ਹੈਲਪ ਕਰੋ। ਡੈਫੀਨੇਟਲੀ ਉਹਦੀ ਸ਼ਰਾਬ ਛੁਡਾਈ ਜਾ ਸਕਦੀ ਕਿ ਕੋਈ ਚੱਕਰ ਹੋ ਜਾਣੇਗਾ। ਪਰ ਜੇ ਕਿਸੇ ਨੂੰ ਲਿਵਰ ਸਰੋਸਿਸ ਦੇ ਰੋਗ ਹੈਗੇ ਆ, ਤੇ ਅਸੀਂ ਉਹਦੀ ਸਟੇਜ 1 ਤੇ 2 ਚ ਸਾਡੇ ਕੋਲ ਬਹੁਤ ਹੀ ਉਹਦੇ ਅੱਛੇ ਰਿਜ਼ਲਟ ਹੈਗੇ ਜੀ। ਤੇ ਗਠੀਏ ਦਾ ਇਲਾਜ ਜੀ? ਦੇਖੋ, ਗਠੀਏ ਨੂੰ ਅੰਗਰੇਜ਼ੀ ਚ ਕਹਿੰਦੇ ਆ ਅਰਥਰਾਈਟਿਸ। ਅਰਥਰਾਈਟਿਸ ਦਾ ਮਤਲਬ ਹੈ ਕਿ ਜਿਹੜੇ ਸਾਡੇ ਜੁਆਇੰਟਸ ਦੇ ਵਿੱਚ ਜਦੋਂ ਖਲਾਅ ਪੈਦਾ ਹੋ ਜਾਂਦਾ, ਜਦੋਂ ਉਹਦੇ ਚ ਗਰੀਸ ਘਟ ਜਾਂਦੀ, ਕਾਰਟਿਲੇਜ ਘਟ ਜਾਂਦਾ, ਤੇ ਆਪਸ ਚ ਰਗੜ ਖਾ ਕੇ ਉੱਤੇ ਪੇਨ ਹੁੰਦੀ ਹੈ, ਇਹਨੂੰ ਗਠੀਆ ਕਹਿੰਦੇ ਆ। ਪਰ ਇਹ ਇਕੱਲਾ ਇਹ ਨਹੀਂ ਕਿ ਤਾਂ ਹੁੰਦਾ ਨਾਰਮਲ, ਚਲੋ ਏਜ ਕਰਕੇ ਹੋ ਗਿਆ, ਜਾਂ ਸੱਟ ਪੇਟ ਲੱਗਣ ਕਰਕੇ ਹੋ ਗਿਆ, ਜਾਂ ਆਪਾਂ ਕੰਮ ਐਸਾ ਕਰੀ ਜਾਂਦੇ ਵੀ ਸਾਡੇ ਜੋੜ ਘਟ ਘਸ ਗਏ ਆ। ਪਰ ਇਸ ਤੋਂ ਇਲਾਵਾ ਰੂਮੋਟੋਇਡ ਅਰਥਰਾਈਟਿਸ, ਸੋਰਾਇਟਿਕ ਅਰਥਰਾਈਟਿਸ, ਓਸਟੀਓਆਰਥਰਾਈਟਿਸ ਵੀ ਹੋ ਜਾਂਦਾ। ਇਹ ਵੱਖ-ਵੱਖ, ਔਰ ਜਨਰਲੀ ਮੈਂ ਦੇਖਿਆ ਕਿ ਸਾਡੀ ਸਟੱਡੀ ਚ ਵੀ ਜ਼ਿਆਦਾਤਰ ਲੇਡੀਜ਼ ਨੂੰ ਬਹੁਤ ਸਮੱਸਿਆ ਹੁੰਦੀ ਹੈ, 80% ਲੇਡੀਜ਼ ਨੂੰ ਹੁੰਦਾ, ਬੰਦਿਆਂ ਨੂੰ ਘੱਟ ਹੁੰਦਾ। ਤਾਂ ਜਦੋਂ ਸਾਡੇ ਕੋਲ ਪੇਸ਼ੈਂਟ ਆਉਂਦਾ ਨਾ, ਅਸੀਂ ਕਿਸੇ ਨੂੰ ਪੇਨ ਕਿਲਰ ਨਹੀਂ ਦਿੰਦੇ, ਸਿਰਫ ਅਸੀਂ ਉਹਦੇ ਦੀ ਗਰੀਸ ਕੱਟ ਕੇ ਆਪਾਂ ਉਹੀ ਦਵਾਈ ਦੁਬਾਰਾ ਬਣਾਉਣੀ ਹੈ। ਤਾਂ ਉਹ ਬੜੀ ਉਹਦੇ ਨਾਲ ਦਵਾਈ ਅਸੀਂ ਤਿਆਰ ਕੀਤੀ ਹੋਈ ਹੈ, ਉਹ ਦਿੰਦੇ ਹੈਗੇ ਆ ਥੋੜਾ ਜਿਹਾ ਭਾਈ ਦੱਸੀ ਦੇ ਨਾਲ, ਤੇ ਗਰੀਸ ਦੁਬਾਰਾ ਬਣਨੀ ਸ਼ੁਰੂ ਹੋ ਜਾਂਦੀ ਹੈ। ਔਰ ਜੇ ਕਿਸੇ ਨੂੰ ਰੂਮੋਟਾਇਡ ਅਰਥਰਾਈਟਿਸ ਆ, ਉਹ ਥੋੜਾ ਖਾਸ ਤੌਰ ਤੇ ਜਿਹੜੀ ਰਿਪੋਰਟਸ ਦੇਖ ਕੇ ਉਹਦੇ ਹਿਸਾਬ ਨਾਲ ਇਲਾਜ ਹੁੰਦਾ, ਕਿਉਂਕਿ ਇਹ ਬਹੁਤ ਤੈਨੂੰ ਟਫ ਹੁੰਦਾ ਟ੍ਰੀਟ ਕਰਨਾ, ਪਰ ਟ੍ਰੀਟਮੈਂਟ ਦਾ ਹੈ ਥੋੜਾ ਲੰਬਾ ਹੁੰਦਾ ਹੈ। ਤੇ ਜਦੋਂ ਗਰੀਸ ਬਣਦੀ ਹੈ ਤੇ ਨੈਚੁਰਲੀ ਉਹਨੂੰ ਜੜ ਤੋਂ ਇਲਾਜ ਹੁੰਦਾ, ਤੇ ਉਹਨੂੰ ਸਭ ਨੂੰ ਗੋਡੇ ਮੋਢੇ ਦੇ ਵਿੱਚ ਆਰਾਮ ਨਾਲ ਆਉਣਾ ਸ਼ੁਰੂ ਹੋ ਜਾਂਦਾ ਹੈ। ਤੇ ਬਲੱਡ ਪ੍ਰੈਸ਼ਰ ਦੇ ਬਾਰੇ ਆਯੁਰਵੇਦ ਕੀ ਕਹਿੰਦਾ ਜੀ? ਦੇਖੋ ਜੀ, ਜਿਹੜਾ ਬਲੱਡ ਪ੍ਰੈਸ਼ਰ ਹੈ ਨਾ, ਇਹਨੂੰ ਕਹਿੰਦੇ ਜੀ ਕਿ ਸਾਇਲੈਂਟ ਕਿਲਰ, ਚੁੱਪ ਚੁਪੀਤੇ ਵਾਰ ਕਰਦਾ ਹੈ। ਔਰ ਆਪਣੀ ਕਮਿਊਨਿਟੀ ਸਿਸਟਮ ਬਹੁਤ ਜ਼ਿਆਦਾ ਹੋ ਰਿਹਾ। ਆਪਣੇ ਗਿੱਲ ਸਾਹਿਬ ਦੇਖੋ, ਤੁਸੀਂ ਇਹ ਦੇਖੋ
ਕਿ ਮੇਰੇ ਕੋਲ ਜਦੋਂ ਯੰਗ ਬੰਦੇ ਆਉਂਦੇ 40-45 ਸਾਲ ਦੇ ਆਉਂਦੇ, BP ਉਹਨਾਂ ਦਾ ਹੋਣਾ ਚਾਹੀਦਾ 120/80, ਹੁੰਦਾ ਕਿੰਨਾ 170/100। ਉਹ ਕਹਿੰਦਾ ਜੇ ਚੈੱਕ ਹੀ ਨਹੀਂ ਕੀਤਾ। ਸਭ ਤੋਂ ਖਤਰਨਾਕ ਗੱਲ ਪਤਾ ਕਿ ਜੇ ਤੁਹਾਨੂੰ ਸਿੰਪਟਮ ਹੈ ਨਹੀਂ, ਕਈ ਨੂੰ ਸਿੰਪਟਮ ਆਉਂਦੇ ਵੀ ਧੜਕਣ ਵੱਧ ਜਾਂਦੀ ਹੈ, ਚੱਕਰ ਆਉਣ ਲੱਗ ਪੈਂਦੇ ਆ, ਦਿਮਾਗ 'ਚ ਟਸ ਹੋਣ ਲੱਗ ਪੈਂਦੀ ਹੈ, ਕਿਸੇ ਨੂੰ ਸਾਹ ਚੜ੍ਹਦਾ। ਜਿਹਨੂੰ ਨਹੀਂ ਹੋ ਰਿਹਾ ਤੇ ਮੀਂਹ ਜ਼ਿਆਦਾ ਖਤਰਨਾਕ, ਉਹਨੂੰ ਪਤਾ ਨਹੀਂ ਲੱਗਦਾ ਉਹਨੂੰ ਅੰਦਰ ਕੀ ਹੋ ਰਿਹਾ ਜੀ। BP ਜਦੋਂ ਇੰਨਾ ਵੱਧ ਜਾਵੇ ਤੇ ਦੇਖੋ ਤੁਸੀਂ ਕਿ ਸਟ੍ਰੋਕ ਹੋ ਸਕਦਾ, ਦਿਮਾਗ ਦੀ ਨਾੜੀ ਫਟ ਸਕਦੀ ਹੈ, ਲਕਵਾ ਹੋ ਸਕਦਾ, ਹਾਰਟ ਅਟੈਕ ਦਾ ਅੱਜ ਜਿਹਨੇ ਕੇਸਿਸ ਆ ਰਹੇ ਹੈਗੇ ਆ, ਕਿਡਨੀਆਂ ਖਰਾਬ ਇਹਦੇ ਕਰਕੇ ਹੁੰਦੀਆਂ। ਤਾਂ ਇਹਨੂੰ ਠੀਕ ਕਰਨਾ ਬਹੁਤ ਹੀ ਜ਼ਰੂਰੀ ਹੈ, ਇਹਨੂੰ ਕੰਟਰੋਲ ਰੱਖਣਾ ਬਹੁਤ ਜ਼ਰੂਰੀ, ਨਹੀਂ ਤਾਂ ਕਿਸ ਟਾਈਮ ਕੋਈ ਵੀ ਹਾਦਸਾ ਹੋ ਸਕਦਾ, ਬੰਦੇ ਦੀ ਜਾਨ ਤੱਕ ਜਾ ਸਕਦੀ ਹੈ। ਤਾਂ ਇਹਦੇ ਵਾਸਤੇ ਅਸੀਂ ਖੂਨ ਦੀ ਸਫਾਈ ਕਰਦੇ ਹਾਂ, ਉਸ ਵਾਸਤੇ ਦਵਾਈ ਦਿੰਦੇ ਹਾਂ, ਕੋਲੈਸਟਰੋਲ ਲੈਵਲ ਥੱਲੇ ਲੈ ਕੇ ਆਉਂਦੇ ਹਾਂ, ਸਟ੍ਰੈਸ ਨੂੰ ਕਿੱਦਾਂ ਘਟਾਉਣਾ ਉਹ ਟੈਕਨੀਕ ਦੱਸਦੇ ਹੈਗੇ ਆ, ਔਰ ਇਮੀਡੀਏਟ ਕਿੱਦਾਂ BP ਥੱਲੇ ਲੈ ਕੇ ਆਉਣਾ ਉਹ ਵੀ ਟੈਕਨੀਕ ਨਾਲ ਦੱਸਦੇ ਆ। ਡੈਫੀਨਿਟਲੀ ਵੀ ਕੈਨ ਹੈਲਪ ਵਿਦ ਦੈਟ। ਸ਼ੱਕਰ ਰੋਗ ਦੇ ਬਾਰੇ ਦੱਸ ਦਿਓ ਤੇ ਨਾਲ ਹੀ ਇਹ ਦੱਸ ਦਿਓ ਵੀ ਕਦੋਂ ਆ ਰਹੇ ਹੋ ਸਰੀ 'ਚ। ਡਾਇਬਟੀਜ਼ ਜਿਹੜੀ ਹੈ ਨਾ, ਦੇਖੋ ਜੀ, ਇਹ ਇਸ ਟਾਈਮ ਇੰਡੀਆ ਦੀ ਕੈਪੀਟਲ ਬਣੀ ਗਈ ਹੈ। ਇੱਥੇ ਵੀ ਆਪਣੇ ਇੰਡੀਅਨ ਲੋਕਾਂ ਨੂੰ ਬਹੁਤ ਡਾਇਬਟੀਜ਼ ਹੈਗੀ ਆ, ਔਰ ਸਾਡੀ ਡਾਈਟ ਵੀ ਕੁਝ ਏਦਾਂ ਦੀ ਹੈਗੀ ਆ। ਦੇਖੋ ਡਾਇਬਟੀਜ਼ ਜਿਹੜੀ ਸ਼ੱਕਰ ਹੈ, ਇਹ ਸਾਡੀ ਬੋਡੀ 'ਚ ਸਾਨੂੰ ਬਹੁਤ ਜ਼ਰੂਰੀ ਹੈ, ਸਾਨੂੰ ਤਾਕਤ ਇਸ ਤੋਂ ਮਿਲਦੀ ਹੈ, ਪਰ ਇਹਦੀ ਇੱਕ ਮਿਆਦ ਹੁੰਦੀ ਹੈ ਵੀ ਚਲੋ 7 ਤੇ 6 ਤੋਂ ਉੱਪਰ ਤਾਂ ਨਹੀਂ ਚਾਹੀਦੀ ਹੈ। ਪਰ ਜਦੋਂ ਇਨਸੂਲਿਨ ਦੀ ਜਿਹੜੀ ਪ੍ਰੋਡਕਸ਼ਨ ਘਟ ਜਾਂਦੀ ਹੈ, ਆਪਾਂ ਐਕਸਰਸਾਈਜ਼ ਨਹੀਂ ਕਰਦੇ, ਮਿੱਠਾ ਖਾਈ ਤੁਰੇ ਜਾਂਦੇ ਹੈਗੇ ਆ, ਤੇ ਸਾਡੀ ਜਾਂ ਬਲੱਡ 'ਚ ਸਾਡੇ ਹੈਗੀ ਪੀਰੀਅਡ ਨੂੰ ਹੈਗੀ ਆ, ਜਦੋਂ ਇੱਕ ਮਿਆਦ ਪਾਰ ਕਰਦੀ ਨਾ ਇਹ, ਤਾਂ ਉਦੋਂ ਕੀ ਹੁੰਦਾ ਕਿ ਇਹ ਵੀ BP ਵਾਂਗੂ ਸਾਡੀਆਂ ਜਿਹੜੀਆਂ ਛੋਟੀ ਛੋਟੀ ਨਾੜੀਆਂ ਉਹਨਾਂ ਨੂੰ ਖਰਾਬ ਕਰਦੀ ਹੈ, ਉਹਨੂੰ ਕਮਜ਼ੋਰ ਕਰ ਦਿੰਦੀ ਹੈ, ਤੇ ਨਿਊਰੋਪੈਥੀ ਹੋ ਜਾਂਦੀ ਹੈ। ਉਹਦੇ ਨਾਲ ਉਹੀ ਚੀਜ਼ਾਂ ਜੀ, ਅੱਖਾਂ ਦੀ ਸਮੱਸਿਆ, ਪੁਰਸ਼ਾਂ 'ਚ ਸੈਕਸੁਅਲ ਪ੍ਰੋਬਲਮ ਆ ਜਾਂਦੀ ਹੈਗੀ ਹੈ, ਹਾਰਟ ਦੇ ਇਸ਼ੂ, ਕਿਡਨੀ ਇਸ਼ੂ, ਸਾਨੂੰ ਆਉਂਦੇ ਆ। ਜੇ ਤਾਂ ਕਿਸੇ ਨੂੰ ਹਜੇ ਡਾਇਬਟੀਜ਼ ਹੋਣ ਵਾਲੀ ਹੈ, ਪ੍ਰੀ ਡਾਇਬੈਟਿਕ ਹੈ, ਉਹਦੇ ਵਾਸਤੇ ਅਸੀਂ ਕੋਰਸ ਬਣਾਇਆ ਹੋਇਆ, ਤਾਂ ਉਹ ਤੁਹਾਨੂੰ ਦੀ ਠੀਕ ਹੋ ਜਾਂਦੀ ਹੈ। ਪਰ ਜੇ ਕਿਸੇ ਨੂੰ ਸਾਲ 1.5 ਸਾਲ ਪਾਣੀ ਹੈ, ਉੱਥੇ ਵੀ ਆਪਾਂ ਥੋੜਾ ਟਾਈਮ ਪਾ ਕੇ ਇਹਨੂੰ ਮੋੜ ਪਾ ਸਕਦੇ ਆ। ਪਰ ਜੇ ਕਿਸੇ ਗਿਲ ਸਾਹਿਬ ਕਿਸੇ ਨੂੰ 5-6 ਸਾਲ ਪਾਣੀ ਹੈ ਨਾ, ਉਹ ਦਵਾਈ ਖਾਂਦਾ ਬੰਦਾ ਰੋਜ਼, ਉਹਨੂੰ ਤੁਸੀਂ ਮੋੜ ਤਾਂ ਨਹੀਂ ਪਾ ਸਕਦੇ, ਪਰ ਇਹ ਹੈ ਕਿ ਯਾਨੀ ਕਿਉਰ ਨਹੀਂ ਕਰ ਸਕਦੇ, ਪਰ ਇਹ ਹੈ ਕਿ ਉਹਦੀ ਵੀ ਉਹ ਦਵਾਈ ਦੇ ਸਾਈਡ ਇਫੈਕਟ ਹੋ ਰਹੇ ਜਾਂ ਉਦਾਂ ਨੂੰ ਹਾਰਟ, ਕਿਡਨੀ ਤੇ ਜਾਂ ਕਿਸੇ ਹੋਰ ਤੇ ਪ੍ਰੋਬਲਮ ਆ ਰਹੀ, ਸੈਕਸ਼ੂਅਲ ਲਾਈਫ ਪ੍ਰੋਬਲਮ, ਉਹਦਾ ਅਸੀਂ ਉੱਤੇ ਰੋਕਥਾਮ ਜ਼ਰੂਰ ਕਰ ਸਕਦੇ ਹਾਂ। ਬਾਕੀ ਮੈਂ ਆ ਰਿਹਾ ਜੀ ਇੱਥੇ 6 ਤਰੀਕ ਨੂੰ, 6 ਅਗਸਤ ਨੂੰ ਆ ਰਿਹਾ ਜੀ, ਵੇਖੇ ਹੋਟਲ ਹੌਲੀਡੇ ਇਨ ਜੋ ਕਿ ਕਲੋਵਰਡਲ ਦੇ ਵਿੱਚ ਹੈਗਾ। ਸਵੇਰੇ ਤਕਰੀਬਨ 8 ਵਜੇ ਤੋਂ ਲੈ ਕੇ ਸ਼ਾਮ ਦੇ 4-4:30-5 ਤੱਕ ਉੱਥੇ ਆਵਾਂਗਾ ਮੈਂ। ਜੇ ਉੱਥੇ ਮਿਲਣਾ ਚਾਹੁੰਦਾ ਮਿਲ ਸਕਦਾ, ਕੰਸਲਟਿੰਗ ਸਾਡੀ ਟੋਟਲੀ ਫ੍ਰੀ ਹੈ ਜੀ। ਔਰ ਨੰਬਰ ਤੁਸੀਂ ਨੋਟ ਕਰ ਲਓ 1855 299 1500 1855 299 1500 1855 299 1500। ਹਾਂਜੀ 1500। ਧੰਨਵਾਦ ਜੀ ਸਰਬਜੀਤ ਸਿੰਘ ਜੀ, ਸ਼ੁਭ ਸ਼ਾਮ। ਥੈਂਕ ਯੂ ਜੀ। ਸਰਬਜੀਤ ਸਿੰਘ ਬਾਇਓਵੇ ਕਲੀਨਿਕ ਤੋਂ ਗੱਲਬਾਤ ਕਰ ਰਹੇ ਸੀ ਤੇ ਹੁਣੇ ਹੀ ਬਾਤ ਆ ਕੇ ਗੁਰੂ ਘਰ ਦੇ ਕੀਰਤਨੀਏ ਭਾਈ ਸਾਹਿਬ ਭਾਈ ਹਰਚਰਨ ਸਿੰਘ ਖਾਲਸਾ ਨਾਲ ਗੱਲਬਾਤ ਕਰਾਂਗੇ। ਪੀਰੀ ਦੇ ਸੰਬੰਧਤ ਜਿਹੜਾ ਨਗਰ ਕੀਰਤਨ ਗੁਰੂ ਨਾਨਕ ਸੇ ਗੁਰਦੁਆਰਾ ਸਾਹਿਬ ਸਰੀ ਡੈਲਟਾ ਦੇ ਵਿੱਚ 6 ਅਗਸਤ ਨੂੰ ਹੋ ਰਿਹਾ, ਵੱਡਾ ਨਗਰ ਕੀਰਤਨ ਹੁੰਦਾ ਹੈ ਤੇ ਉਸ ਦੇ ਬਾਰੇ ਜਾਣਕਾਰੀ ਦੇਣ ਲਈ ਗੁਰੂ ਘਰ ਦੇ ਜਨਰਲ ਸੈਕਟਰੀ ਭਾਈ ਸਾਹਿਬ ਗੁਰਮੀਤ ਸਿੰਘ ਤੂਰ ਮੇਰੇ ਨਾਲ ਨੇ। ਜਦ ਤੱਕ ਥੋੜਾ ਜਿਹਾ ਲੇਟ ਨੇ ਭਾਈ ਸਾਹਿਬ ਹਰਚਰਨ ਸਿੰਘ ਖਾਲਸਾ, ਜਦ ਤੱਕ ਨਗਰ ਕੀਰਤਨ ਬਾਰੇ ਜਾਣਕਾਰੀ ਲੈਂਦੇ ਆ। ਭਾਈ ਸਾਹਿਬ ਜੀ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਨਗਰ ਕੀਰਤਨ ਦੀਆਂ ਤਿਆਰੀਆਂ ਪੂਰੀਆਂ ਜੀ? ਹਾਂਜੀ, ਨਗਰ ਕੀਰਤਨ ਦੀਆਂ ਜਿਹੜੀਆਂ ਤਿਆਰੀਆਂ ਆ ਉਹਨਾਂ ਨੂੰ ਅੰਤਮ ਛੋਹਾਂ ਦਿੱਤੀਆਂ ਜਾ ਰਹੀਆਂ ਨੇ ਜੀ। ਤੇ ਫਰੇਜਰ ਹੈਲਥ ਦੇ ਨਾਲ, ਸਿਟੀ ਆਫ ਸਰੀ ਦੇ ਨਾਲ ਤੇ ਸਰੀ ਪੁਲਿਸ ਦੇ ਨਾਲ, RCMP ਦੇ ਨਾਲ ਜਿਹੜੀਆਂ ਸਾਰੀਆਂ ਲਗਭਗ ਤਿਆਰੀਆਂ ਜਿਹੜੀਆਂ ਮੁਕੰਮਲ ਕਰ ਲਈਆਂ ਗਈਆਂ ਆ। ਅੱਛਾ ਜੀ। ਸੋ ਅਸੀਂ ਕਹਿ ਸਕਦੇ ਹਾਂ ਕਿ ਸਾਰੀਆਂ ਹੀ ਤਿਆਰੀਆਂ ਮਤਲਬ ਕੀਤੀਆਂ ਜਾ ਚੁੱਕੀਆਂ ਨੇ, ਪਰ ਫਿਰ ਵੀ ਉਹਨਾਂ ਦੇ ਵਿੱਚ ਕੋਈ ਕਮੀ ਰਹਿ ਜਾਵੇ, ਉਹਨਾਂ ਦੇ ਸਾਰਿਆਂ ਤੇ ਫਿਰ ਦੁਬਾਰਾ ਗੌਰ ਕੀਤਾ ਜਾ ਰਿਹਾ ਤੇ ਰੀਚੈੱਕ ਕੀਤੀਆਂ ਜਾ ਰਹੀਆਂ। ਸੋ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਤਿਆਰੀਆਂ ਬਿਲਕੁਲ ਮੁਕੰਮਲ ਨੇ। ਫਲੋਟ ਇੱਕੋ ਹੀ ਗੁਰੂ ਮਹਾਰਾਜ ਦਾ ਹੋਏਗਾ ਉਸ ਤਰ੍ਹਾਂ ਹੀ, ਕਿਉਂਕਿ ਅੰਦਰਲੇ ਰੂਟ ਜਾਣਾ, ਪਹਿਲੇ ਰੂਟ ਹੋਣਾ 124 ਵਾਲੇ ਫਿਰ? ਜੀ ਜੀ ਜੀ। ਜਿੱਦਾਂ ਫਲੋਟ 3 ਹੋਣਗੇ ਟੋਟਲ। ਅੱਛਾ। ਤੇ ਸਭ ਤੋਂ ਪਹਿਲਾਂ ਜਿੱਦਾਂ ਫਰੰਟ ਤੇ ਹੁੰਦਾ ਆਪਣੇ ਗੱਤਕੇ ਵਾਲੇ ਗੁਰੂ ਘਰ ਦੇ ਅਕਾਲ ਖਾਲਸਾ ਗੱਤਕਾ ਖੜਾ ਗੁਰੂ ਨਾਨਕ ਸਾਹਿਬ ਗੁਰਦੁਆਰਾ ਗੁਰਮਤਿ ਵਿਦਿਆਲਾ ਦੇ ਵਿਦਿਆਰਥੀਆਂ ਵੱਲੋਂ, ਤੇ ਉਹਨਾਂ ਦੀ ਬੈਕ ਸਾਈਡ ਤੇ ਫਿਰ ਪਾਣੀ ਵਾਲਾ ਜਿੱਦਾਂ ਟੈਂਕਰ ਹੁੰਦਾ ਆਪਣਾ, ਤੇ ਉਹ ਤੋਂ ਪਿੱਛੇ ਫਿਰ ਪੰਜ ਸਿੰਘ ਸਾਹਿਬਾਨ ਦੇ ਅੱਗੇ ਫਿਰ ਹੋਏਗਾ ਬੈਕ ਸਾਈਡ ਤੇ ਫਿਰ ਆਪਣੇ ਜੋ ਗੁਰੂ ਮਹਾਰਾਜ ਦਾ ਮੁੱਖ ਫਲੋਟ ਹੋਵੇਗਾ ਜੀ। ਤੇ ਫਲੋਟ ਦੇ ਪਿੱਛੇ ਫਿਰ 2 ਹੀ ਫਲੋਟ ਹੋਣੇ ਆ ਵਿਸ਼ੇਸ਼ ਤੌਰ ਤੇ। ਇੱਕ ਫਲੋਟ ਹੋਏਗਾ ਜਿਹੜਾ ਭਾਈ ਸਾਹਿਬ ਭਾਈ ਸ਼ਹੀਦ ਭਾਈ
ਹਰਦੀਪ ਸਿੰਘ ਵੱਲੋਂ ਜਿਹੜਾ ਊੜੇ ਤੇ ਜੂੜੇ ਦੀ ਸਾਂਭ ਸੰਭਾਲ ਦੇ ਵਾਸਤੇ ਜਿਹੜਾ ਉਹਨਾਂ ਨੇ ਉਪਰਾਲੇ ਕੀਤੇ ਆ, ਤੇ ਜਿੱਦਾਂ ਪ੍ਰੀ ਸਕੂਲ ਹੈ, ਐਲੀਮੈਂਟਰੀ ਸਕੂਲ ਖੁੱਲ੍ਹਣ ਜਾ ਰਿਹਾ ਗੁਰੂ ਘਰ ਵਿਖੇ, ਗੁਰਮਤਿ ਵਿਦਿਆਲਾ ਚੱਲ ਰਿਹਾ, ਉਹਦੇ ਵਿਦਿਆਰਥੀਆਂ ਵੱਲੋਂ ਇਹ ਪ੍ਰਾਂਤੀ ਜਿਹੜੇ ਪੁਰਾਤਨ ਸਾਡੇ ਤਾਂਤੀ ਸਾਜ਼ ਆ ਤੇ ਜਿਹੜੇ ਰਵਾਇਤੀ ਸਾਜ਼ ਆ ਉਹਨਾਂ ਦੇ ਨਾਲ ਪਵਨ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕਰਕੇ ਜਿਹੜੇ ਉੱਥੇ, ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਕੋਲ ਬੱਚੇ ਜਿਹੜੇ ਸਿੱਖਿਆ ਲੈ ਰਹੇ ਨੇ। ਆਪ ਜਿਸ ਤਰ੍ਹਾਂ ਦੇਖਿਆ ਬਸੰਤ ਰਾਗ, ਮਲਾਰ ਰਾਗ ਦਰਬਾਰ ਹੋਣ ਵਾਲਾ 26 ਅਗਸਤ ਨੂੰ, ਸੋ ਉਹ ਬੱਚਿਆਂ ਦੇ ਵਿੱਚ ਵੀ ਬੜਾ ਮਨ ਦੇ ਵਿੱਚ ਉਤਸ਼ਾਹ। ਉਹ ਅੱਗੇ 26 ਅਗਸਤ ਨੂੰ ਆ ਰਿਹਾ ਜੀ, ਮਲਾਰ ਰਾਗ ਜੀ। ਅੱਛਾ, ਤੇ ਬਸੰਤ ਰਾਗ ਪਹਿਲਾਂ ਹੋਇਆ ਸੀ। ਸੋ ਬਹੁਤ ਸਾਰੇ ਬੱਚੇ ਨੇ ਜਿਹੜੇ ਬਹੁਤ ਹਾਈ ਲੈਵਲ ਦੀ ਜਿਹੜੀ ਉਹ ਵਿਦਿਆ ਲੈ ਰਹੇ ਨੇ ਔਰ ਲੈ ਚੁੱਕੇ ਨੇ। ਔਰ ਆਪ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਵੇਰ ਨੂੰ ਆਸਾ ਜੀ ਦੀ ਵਾਰ ਦਾ 24 ਦੇ 24 ਛੱਕੇ ਮੂੰਹ ਜਵਾਨੀ ਯਾਦ ਕਰਕੇ ਲਾਉਣੇ ਇੱਕ ਆਮ ਰਾਗੀ ਤੋਂ ਵੀ ਉੱਪਰ ਦੀ ਗੱਲ ਹੋ ਜਾਂਦੀ ਆ। ਤੇ ਸਾਡੇ ਬਹੁਤ ਸਾਰੇ ਇਹੋ ਜਿਹੇ ਵਿਦਿਆਰਥੀ ਨੇ। ਤੇ ਹਫ਼ਤਾਵਾਰੀ ਜਿਹੜਾ ਫੈਮਿਲੀ ਯੂਥ ਦਰਬਾਰ ਹੁੰਦਾ ਹੈ ਫੈਮਿਲੀ, ਤੇ ਉਹਦੇ ਵਿੱਚ ਵੀ ਆਪ ਦੇਖ ਸਕਦੇ ਹੋ ਪੂਰੀ ਦੀ ਪੂਰੀ ਮਰਿਆਦਾ, ਮਤਲਬ ਕਿ ਜਿਹੜੀ ਸੰਧਿਆ ਦੇ ਦੀਵਾਨ, ਉਹਦੇ ਵਿੱਚ ਰਹਿਰਾਸ ਸਾਹਿਬ ਜੀ ਦੇ ਜਾਪ, ਹੁਕਮਨਾਮਾ, ਅਰਦਾਸ, ਆਰਤੀ ਆਰਤੇ ਦਾ ਕੀਰਤਨ, ਫਿਰ ਉਪਰੰਤ ਜਿਹੜੇ ਸਾਰਾ ਆਪਣਾ ਲੈਕਚਰ ਹੁੰਦੀ, ਪ੍ਰੈਜੈਂਟੇਸ਼ਨਾਂ ਹੁੰਦੀਆਂ, ਉਹ ਬੱਚੇ ਹੀ ਕਰਦੇ ਨੇ ਜਾਂ ਹੋਰ ਜਿਹੜੇ ਆਪਣੇ ਸਕਾਲਰ ਆਪਣੇ ਵਿਸ਼ੇਸ਼ ਆਉਂਦੇ ਨੇ। ਸੋ ਉਹਦੇ ਵਿੱਚ ਆਪ ਆ ਕੇ ਦੇਖ ਸਕਦੇ ਕਿ ਬੱਚੇ ਬਹੁਤ ਸਾਰੇ ਉਤਸ਼ਾਹਤ ਨੇ। ਸੋ ਉਹਨਾਂ ਬੱਚਿਆਂ ਨੂੰ ਵੀ ਸਮਾਂ ਚਾਹੀਦਾ ਆ, ਸੰਗਤਾਂ ਨੂੰ ਵੀ ਉਹਨਾਂ ਨੇ ਪ੍ਰਦਰਸ਼ਨ ਕਰਨਾ ਆ, ਕਿਉਂਕਿ ਬਹੁਤ ਸਾਰੀਆਂ ਸੰਗਤਾਂ ਨੂੰ ਪਤਾ ਜਿਹੜੇ ਗੁਰੂ ਘਰ ਨਾਲ, ਪਰ ਇਹਨਾਂ ਵੱਡੇ ਸਮਾਗਮ ਦੇ ਵਿੱਚ ਸੰਗਤਾਂ ਜਿਹੜੀਆਂ ਬਹੁਤ ਦੂਰ ਦਰੇਡਿਓਂ ਵੀ ਪੁੱਜਣੀਆਂ, ਉਹਨਾਂ ਸਾਰੀਆਂ ਸੰਗਤਾਂ ਦੇ ਵਿੱਚ ਵੀ ਇਹ ਸਾਰੀਆਂ ਚੀਜ਼ਾਂ ਦਾ ਜਾਣਾ ਬਹੁਤ ਜ਼ਰੂਰੀ ਆ ਜੀ, ਕਿ ਜਿਹੜੇ ਉਪਰਾਲੇ ਚੱਲ ਰਹੇ। ਸੋ ਉਹਨਾਂ ਨੂੰ ਮੁੱਖ ਰੱਖਦੇ ਹੋਏ ਜਿਹੜਾ ਸੈਕੰਡ ਫਲੋਰ ਆ ਉਹ ਬੱਚਿਆਂ ਦਾ ਫਲੋਟ ਹੋਵੇਗਾ ਜੀ। ਤੇ ਉਹ ਤੋਂ ਪਿਛਲੇ ਪਾਸੇ ਫਿਰ ਜਿੱਦਾਂ ਆਪਣੇ ਸ਼ਹੀਦ ਸਿੰਘਾਂ ਦਾ ਇੱਕ ਫਲੋਟ ਹੋਵੇਗਾ, ਸ਼ਹੀਦ ਸਿੰਘਾਂ ਦੀ ਫੋਟੋ ਦੀ ਪ੍ਰਦਰਸ਼ਨੀ ਹੋਵੇਗੀ, ਉਹਦੇ ਤੇ ਢਾਡੀ ਵਾਰਾਂ ਹੋਣਗੀਆਂ, ਜਿਹੜਾ ਕਿ ਗੁਰੂ ਦਲ ਭੰਜਨ ਗੌਰ ਸੂਰਮਾ ਬੜ ਜੋਧਾ ਵਪਾਰਪਕਾਰੀ ਜੀ ਨੇ ਭਾਈ ਨੱਥਮਲ ਤੇ ਅਬਦੁੱਲਾ ਜੀ ਨੂੰ ਕਹਿ ਕੇ ਜਿਹੜੀਆਂ ਇਹ ਚੀਜ਼ਾਂ ਸ਼ੁਰੂ ਕਰਾਈਆਂ, ਜਦੋਂ ਕੌਮ ਦੇ ਵਿੱਚ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ, ਜਦੋਂ ਇਹੋ ਗੁਰਬਾਣੀ ਦੇ ਯੁੱਗ ਤੋਂ ਬਾਅਦ ਦੇ ਵਿੱਚ ਦੂਸਰਾ ਇੱਕ ਨਵਾਂ ਯੁੱਗ ਸ਼ੁਰੂ ਹੋਇਆ, ਉਸ ਟਾਈਮ ਜਿਹੜਾ ਉਹਨਾਂ ਨੇ ਆਪ ਸਿੱਖਾਂ ਨੂੰ ਨਰੋਈ ਤੇ ਨਰਮਲ ਜਵਾਨੀ ਤੇ ਹਥਿਆਰਾਂ ਦਾ ਸ਼ੌਂਕ ਤੇ ਸ਼ਸਤਰਾਂ ਦੇ ਘੋੜਿਆਂ ਦੇ ਨਾਲ ਸ਼ੌਂਕ ਜਿਹਦਾ ਆਪ ਜਿਹੜਾ ਉਹਨਾਂ ਨੇ ਉਪਦੇਸ਼ ਹੁਕਮ ਕੀਤਾ, ਤੇ ਉਹਦੇ ਤਹਿਤ ਇਹ ਫਿਰ ਜਿਹੜਾ ਪਿਛੇ ਉਹ ਢਾਡੀ ਜਿਹੜੀਆਂ ਉਹ ਵਾਰਾਂ ਸੁਣਾਉਣਗੇ, ਸੰਗਤਾਂ ਦੇ ਵਿੱਚ ਜਿਹੜਾ ਉਤਸ਼ਾਹ ਭਰਨਗੇ। ਸੋ ਇਹ ਜਿਹੜਾ ਤੀਜਾ ਫਲੋਟ ਉਹ ਹੋਣਾ ਜੀ। ਅੱਛਾ, ਸੰਗਤ ਜ਼ਿਆਦਾ ਆਉਂਦੀ ਹੈ ਜੀ, ਪਾਰਕਿੰਗ ਦਾ ਇਸ਼ੂ ਬਹੁਤ ਹੁੰਦਾ, ਉਹਦੇ ਬਾਰੇ ਕਿੱਥੇ ਕਿੱਥੇ ਪ੍ਰਬੰਧ ਹੈ? ਪਾਰਕਿੰਗ ਦਾ ਵਿਸ਼ੇਸ਼ ਐਕਤੀ ਬਹੁਤ ਜ਼ਿਆਦਾ ਪ੍ਰਬੰਧ ਕੀਤਾ ਗਿਆ ਜੀ। ਵਿਸ਼ੇਸ਼ ਤੌਰ ਤੇ ਜਿਹੜੀ 128 ਤੇ 126 ਤੋਂ ਲੈ ਕੇ 128 ਤੱਕ 72 ਐਵਨਿਊ ਤੇ ਜਿਹੜੀ KPU ਦੀ ਪਾਰਕਿੰਗ ਆ, 1100 ਕਾਰਾਂ ਦੀ ਤਕਰੀਬਨ ਪਾਰਕਿੰਗ ਉਹ ਆਪਣੇ ਕੋਲ ਹੈ। ਬਹੁਤ ਖੁਸ਼ੀ ਦੀ ਗੱਲ। ਤੇ ਉਹਦੇ ਨਾਲ ਫਿਰ 124 ਦੇ ਉੱਤੇ ਤੇ 73 ਦੇ ਉੱਤੇ ਜਿਹੜੀ ਤਾਰਾਂ ਥੱਲੇ ਪਾਰਕਿੰਗ ਹੈ, ਕਾਫੀ ਵੱਡੇ 3-4 ਏਕੜ ਦਾ, ਉਹ ਵੀ ਸਾਗ ਵਾਲੀ ਪਾਰਕਿੰਗ ਕਹਿੰਦੇ ਹਾਂ, ਸਾਗ ਵਾਲੀ ਪਾਰਕਿੰਗ ਕਰਕੇ ਮਸ਼ਹੂਰ ਆ ਉਹ। ਮਸ਼ਹੂਰ ਹੈ ਤੇ ਉਹ ਪਾਰਕਿੰਗ ਆ। ਫਿਰ 70 ਦੇ ਉੱਤੇ ਤੇ 124 ਦੇ ਉੱਤੇ ਜਿਹੜੀ ਪਾਰਕਿੰਗ ਆ ਦੋਨਾਂ ਚਰਚਾਂ ਦੀ, ਉਹ ਵੀ ਅਵੇਲੇਬਲ ਹੋਊਗੀ। ਫਿਰ 66 ਦੇ ਉੱਤੇ ਤੇ 124 ਦੇ ਉੱਤੇ ਬਾਬਾ ਦਰਬਾਰਾ ਸਿੰਘ ਵਾਲੀ ਪਾਰਕਿੰਗ ਜਿਹੜੀ ਆ ਤਾਰਾਂ ਦੇ ਥੱਲੇ, ਉਹ ਵੀ ਅਵੇਲੇਬਲ ਹੋਊਗੀ। ਤੇ ਗੁਰੂ ਘਰ ਦੀ ਤੇ ਉਹਦੇ ਨਾਲ ਜਿਹੜੀ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਦੀ, ਉੱਥੋਂ ਫਿਰ ਬੱਸਾਂ ਵੀ ਚੱਲਣਗੀਆਂ। ਸੋ ਜਿਹੜੀਆਂ ਦੂਰ ਦਰਾਡੋਂ ਸੰਗਤਾਂ ਆਉਣੀਆਂ, ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਉਹ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਵਿਖੇ ਆਪਣੀਆਂ ਕਾਰਾਂ ਪਾਰਕ ਕਰਨ, ਤੇ ਜਾਂ ਫਿਰ KPU ਦੇ ਵਿੱਚ ਕਾਰਾਂ ਪਾਰਕ। ਜਗ੍ਹਾ ਬਹੁਤ ਹੋਗੀ ਜੀ ਫਿਰ KPU, ਹਾਂਜੀ, ਵਾਕਿੰਗ ਡਿਸਟੈਂਸ ਜਾਂ ਉੱਥੋਂ ਕਾਰਾਂ ਖੜੀਆਂ ਕਰਕੇ ਤੁਰ ਕੇ ਵੀ ਸੰਗਤ ਜਾ ਸਕਦੀ ਆ, ਤੇ ਉੱਥੋਂ ਕੋਈ ਬਹੁਤ ਲੰਬਾ ਡਿਸਟੈਂਸ ਨਹੀਂ ਆ। ਸੋ ਇਹ ਚੀਜ਼ ਦਾ ਵਿਸ਼ੇਸ਼ ਖਿਆਲ ਰੱਖਿਆ ਗਿਆ ਕਿ ਸੰਗਤਾਂ ਨੂੰ ਕਈ ਵਾਰੀ ਫਿਰ ਉਹ ਲੇਟ ਬਹੁਤ ਹੋ ਜਾਂਦਾ ਪ੍ਰੋਗਰਾਮ, ਸੰਗਤਾਂ ਪਹੁੰਚਦੀਆਂ ਜਦ ਤਾਈਂ ਫਿਰ ਟ੍ਰੈਫਿਕ ਬਹੁਤ ਫਲੱਡ ਹੋ ਜਾਂਦਾ। ਸੋ ਇਹ ਸਾਰਾ ਉਹਨੂੰ ਮੁੱਖ ਰੱਖਦੇ ਹੋਏ KPU ਦੇ ਨਾਲ ਸਾਡੇ ਵਲੰਟੀਅਰਾਂ ਦੀ ਗੱਲਬਾਤ ਹੋਈ ਸੀ। ਸੋ ਉਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਤੇ ਸਾਨੂੰ ਉਹ ਵੱਡੀ ਪਾਰਕਿੰਗ ਵੀ ਦਿੱਤੀ ਆ। ਸੋ ਇਸ ਤਰ੍ਹਾਂ ਪਾਰਕਿੰਗ ਵੱਲੋਂ ਕੋਈ ਇਸ ਵਾਰ ਕੋਈ ਤੰਗੀ ਨਹੀਂ ਹੋਊਗੀ। ਕਿੰਨੇ ਵਜੇ ਨਗਰ ਕੀਰਤਨ ਸ਼ੁਰੂ ਹੋਣਾ ਜੀ? ਨਗਰ ਕੀਰਤਨ ਸਵੇਰ ਨੂੰ 8 ਵਜੇ ਗੁਰੂ ਮਹਾਰਾਜ ਦੀ ਪਾਵਨ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਪੰਜ ਸਿੰਘ ਸਾਹਿਬਾਨ ਦੇ ਵੱਲੋਂ, ਤੇ ਫਿਰ ਜਿਹੜੇ ਗੁਰੂ ਮਹਾਰਾਜ ਦੇ ਪਾਵਨ ਸਰੂਪ ਆ ਫਲੋਟ ਦੇ ਉੱਤੇ ਸ਼ੋਭਿਤ ਕੀਤੇ ਜਾਣਗੇ। ਉਸ ਤੋਂ ਉਪਰੰਤ ਫਿਰ ਜੋ ਗੁਰੂ ਘਰ ਦੇ ਗੁਰਮਤਿ ਵਿਦਿਆਲੇ ਦੇ ਵਿਦਿਆਰਥੀਆਂ ਵੱਲੋਂ ਫਿਰ ਗੁਰੂ ਮਹਾਰਾਜ ਜੀ ਨੂੰ ਤੇ ਪੰਜ ਸਿੰਘ ਸਾਹਿਬਾਨ ਨੂੰ ਸਲਾਮੀ ਦਿੱਤੀ ਜਾਊਗੀ ਸ਼ਸਤਰਾਂ ਦੇ ਨਾਲ, ਜੋ 6ਵੇਂ ਪਾਤਸ਼ਾਹ ਗੁਰਭਾਰੀ ਜੀ ਦਾ ਉਪਦੇਸ਼ ਹੈ, ਮਹਾਨ ਹੁਕਮ ਆ। ਤੇ ਉਸ ਸਲਾਮੀ ਤੋਂ ਬਾਅਦ ਦੇ ਵਿੱਚ ਫਿਰ ਸੰਗਤਾਂ ਜੋ ਅੰਤਰਰਾਸ਼ਟਰੀ ਜੋ ਸਤਸੰਗ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਜਥੇ, ਜਿਨ੍ਹਾਂ ਦੇ ਵਿੱਚ ਭਾਈ ਸਾਹਿਬ ਭਾਈ ਹਰਚਰਨ ਸਿੰਘ ਜੀ ਸਾਬਕਾ ਹਜੂਰੀ ਰਾਗੀ ਜਥਾ ਨਿਊਯਾਰਕ ਵਾਲੇ, ਉਹ ਵੀ ਪਹੁੰਚੇ ਨੇ। ਭਾਈ ਤਾਰ ਬਲਵੀਰ ਸਿੰਘ ਜੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਾ ਰਾਗੀ ਜਥਾ, ਤੇ ਹੋਰ ਭਾਈ ਜਤਿੰਦਰ ਸਿੰਘ ਜੀ ਦਿੱਲੀ ਵਾਲੇ, ਭਾਈ ਸੁਖਵਿੰਦਰ ਸਿੰਘ ਜੀ ਬਟਾਲੇ ਵਾਲੇ,
ਤੇ ਇਸ ਤਰ੍ਹਾਂ ਜਿਹੜੇ ਹੋਰ ਮਹਾਨ ਕੀਰਤਨੀ ਜਿੱਥੇ ਸੰਸਾਰ ਪ੍ਰਸਿੱਧ ਮਹਾਨ ਨੇ ਉਹ ਪਹੁੰਚੇ ਹੋਏ ਨੇ। ਉਹਨਾਂ ਨੇ ਫਿਰ ਜਿਹੜਾ ਸੰਗਤਾਂ ਨੂੰ ਕੀਰਤਨ ਸਰਵਣ ਕਰਾਉਣਾ ਤੇ ਉਹਦੇ ਹਿਸਾਬ ਦੇ ਨਾਲ ਫਿਰ 9:30 ਵਜੇ ਠੀਕ ਆਪਣਾ ਜਿਹੜਾ ਉਹ ਈਸਟ ਵਾਲੇ ਗੇਟ ਤੋਂ ਜਿੱਥੇ ਭਾਈ ਸਾਹਿਬ ਦੀ ਸ਼ਹਾਦਤ ਹੋਈ ਆ ਉਸ ਗੇਟ ਤੋਂ ਫਿਰ ਜਿਹੜਾ ਇਹ ਨਗਰ ਕੀਰਤਨ ਹੈ ਉਹ ਸਿਟੀ ਦੇ ਵਿੱਚ ਐਂਟਰ ਕਰਕੇ ਤੇ 70 ਐਵੀਨਿਊ ਤੋਂ ਹੁੰਦਾ ਹੋਇਆ 124 ਤੋਂ ਰਾਈਟ ਹੋ ਕੇ ਤੇ 66 ਐਵੀਨਿਊ ਤੋਂ ਲੈਫਟ ਹੋ ਕੇ ਫਿਰ 124A ਤੋਂ ਲੈਫਟ ਹੋ ਕੇ ਫਿਰ 68 ਤੋਂ ਲੈਫਟ ਹੋ ਕੇ ਤੇ ਅੱਗੇ 124 ਤੋਂ ਫਿਰ ਰਾਈਟ ਹੋ ਕੇ 70 ਤੋਂ ਫਿਰ ਉਸੇ ਤਰ੍ਹਾਂ ਈਸਟ ਗੇਟ ਤੋਂ ਹੀ ਫਿਰ ਐਂਟਰੀ ਹੋਵੇਗੀ ਤੇ 2:30 ਵਜੇ ਤੱਕ ਦਾ ਆਪਣੇ ਪਾਸ ਸਮਾਂ ਆ। ਸੋ ਸੰਗਤਾਂ ਦੇ ਟਹਿਲ ਸੇਵਾ ਦੇ ਵਾਸਤੇ ਬਹੁਤ ਸਾਰੇ ਜਿਹੜੇ ਸੰਗਤਾਂ ਦੇ ਵੱਲੋਂ ਸਟਾਲ ਵੀ ਲਗਾਏ ਗਏ ਆ ਤੇ ਉਹਦੇ ਸੰਬੰਧ ਦੇ ਵਿੱਚ ਫਰੇਜਰ ਹੈਲਥ ਨਾਲ ਮੀਟਿੰਗਾਂ ਹੋਈਆਂ ਨੇ, ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ। ਸੋ ਫੂਡ ਦੇ ਜਾਂ ਜੋ ਰਸੋਈ ਦੇ ਨਾਲ ਸੰਬੰਧਿਤ ਜਿਹੜੀਆਂ ਸਾਰੀ ਸੇਫਟੀ ਆ ਪ੍ਰਬੰਧ ਆ ਉਹ ਸਾਰੇ ਲਗਭਗ ਮੁਕੰਮਲ ਕੀਤੇ ਗਏ ਨੇ ਜੀ। ਧੰਨਵਾਦ ਭਾਈ ਸਾਹਿਬ। ਹੁਣ ਭਾਈ ਹਰਚਰਨ ਸਿੰਘ ਖਾਲਸਾ ਨਾਲ ਗੱਲਬਾਤ ਕਰਦੇ ਹਾਂ। ਸੁਨੇਹਾ ਅਸੀਂ ਦਿੰਦੇ ਰਹਿਣਾ, ਕੱਲ ਨੂੰ ਫੇਰ ਮੈਂ ਕੋਸ਼ਿਸ਼ ਕਰਾਂਗਾ ਤੁਸੀਂ ਫੇਰ ਆ ਕੇ ਗੱਲਬਾਤ ਕਰ ਜੀ। ਤੇ ਉਹਦੇ ਨਾਲ ਅਸੀਂ ਇਹ ਬੇਨਤੀ ਕਰਨੀ ਚਾਹਾਂਗੇ ਕਿ 5 ਤਰੀਕ ਨੂੰ ਜਿਹੜਾ ਵਿਸ਼ੇਸ਼ ਪ੍ਰੋਗਰਾਮ ਆ 5 ਅਗਸਤ ਦਿਨ ਸ਼ਨੀਵਾਰ ਨੂੰ ਖੰਡੇ ਵਾਟੇ ਦੀ ਪਹੁਲ ਤਿਆਰ ਕੀਤੀ ਜਾਵੇਗੀ। ਸੋ ਜਿਨ੍ਹਾਂ ਪ੍ਰਾਣੀਆਂ ਨੇ ਹਾਲੇ ਤੱਕ ਖੰਡੇ ਵਾਟੇ ਦੀ ਪਹੁਲ ਨਹੀਂ ਪ੍ਰਾਪਤ ਕੀਤੀ ਉਹ ਖੰਡੇ ਵਾਟੇ ਦੀ ਪਹੁਲ ਪ੍ਰਾਪਤ ਕਰਨ ਤੇ ਉਸੇ ਹੀ ਦਿਨ ਅਮਰ ਸ਼ਹੀਦ ਭਾਈ ਸਾਹਿਬ ਭਾਈ ਹਰਦੀਪ ਸਿੰਘ ਨਿੱਜਰ ਦੀ ਯਾਦ ਦੇ ਵਿੱਚ ਇੱਕ ਜਿਹੜੀ ਵਾਰ ਦਾ ਪ੍ਰੋਮੋ ਕੱਲ ਤੋਂ ਪਹਿਲਾਂ ਹੋਇਆ ਸੀ ਇੱਕ ਵਾਰ ਵੀ ਉਸ ਦਿਨ ਰਿਲੀਜ਼ ਕੀਤੀ ਜਾਵੇਗੀ। ਕਿਉਂਕਿ ਯੋਧਿਆਂ ਦੀਆਂ ਵਾਰਾਂ ਜਿਹੜੀਆਂ ਕਿ ਕੌਮ ਦੇ ਵਿੱਚ ਹਮੇਸ਼ਾ ਜਦੋਂ ਕੌਮ ਦੇ ਵਿੱਚ ਕੋਈ ਖੜਾ ਹੁੰਦਾ ਵਿਰਾਗ ਹੁੰਦਾ ਉਹਦੇ ਤੋਂ ਉੱਪਰ ਉੱਠਣ ਦੇ ਵਾਸਤੇ ਜਿੱਦਾਂ 6ਵੇਂ ਪਾਤਸ਼ਾਹ ਨੇ ਉਪਦੇਸ਼ ਕੀਤਾ ਸੀ ਐਨ ਉਸੇ ਤਹਿਤ ਚੱਲਦੇ ਹੋਏ ਉਸ ਦਿਨ ਇੱਕ ਭਾਈ ਸਾਹਿਬ ਭਾਈ ਹਰਦੀਪ ਸਿੰਘ ਨਿੱਜਰ ਜਿਨ੍ਹਾਂ ਨੇ ਯੋਧਿਆਂ ਵਾਂਗੂ ਸ਼ਹਾਦਤ ਪ੍ਰਾਪਤ ਕੀਤੀ ਆ ਸੋ ਉਹਨਾਂ ਦੀ ਯਾਦ ਵਿੱਚ ਇੱਕ ਵਾਰ ਵੀ ਰਿਲੀਜ਼ ਕੀਤੀ ਜਾਵੇਗੀ। ਤੇ ਨਾਲ ਦੀ ਨਾਲ ਜਿਹੜਾ ਸਾਰਾ ਹੈਗਾ ਪ੍ਰੋਗਰਾਮ ਆ ਉਹ ਐਤਵਾਰ ਦਾ ਜਿਸ ਤਰ੍ਹਾਂ ਆਪ ਜੀ ਨੂੰ ਬੇਨਤੀ ਕੀਤੀ ਆ ਤੇ ਉਹ ਸਾਰਾ 8:30 ਵਜੇ ਸ਼ੁਰੂ ਹੋ ਜਾਵੇਗਾ ਤੇ ਸ਼ਹੀਦ ਪਰਿਵਾਰਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ। ਜਦੋਂ ਮੇਨ ਹਾਲ ਦੇ ਵਿੱਚ ਦੀਵਾਨ ਸਜਣੇ ਨੇ ਹਾਂਜੀ ਤੇ ਨਵੀਂ ਬਿਲਡਿੰਗ ਦੇ ਬੋਰੇ ਵੀ ਇੱਕ ਸਟੇਜ ਛੋਟੀ ਬਣਾਈ ਜਾਊਗੀ ਜਿੱਥੇ ਕਿ ਸਪੀਚਸ ਵਗੈਰਾ ਤੇ ਹੋਰ ਪ੍ਰੋਗਰਾਮ ਹੋਵੇਗਾ ਤੇ ਬਹੁਤ ਸਾਰੇ ਜਿਹੜੇ ਫੂਡ ਦੇ ਸਟਾਲ ਵੀ ਸੰਗਤਾਂ ਦੇ ਵਾਸਤੇ ਬਣਾਏ ਗਏ ਨੇ ਤੇ ਬਹੁਤ ਵੱਡੇ ਲੈਵਲ ਦੇ ਵਿੱਚ ਉਮੀਦ ਹੈ ਕਿ ਸੰਗਤਾਂ ਆਉਣਗੀਆਂ ਤੇ ਉਸੇ ਤਰੀਕੇ ਦੇ ਨਾਲ ਹੀ ਸਾਰੇ ਪ੍ਰਬੰਧ ਵੀ ਜਿਹੜੇ ਉਹ ਲਗਭਗ ਮੁਕੰਮਲ ਕੀਤੇ ਗਏ ਨੇ। ਬਿਲਕੁਲ ਜੀ, ਸ਼ਹੀਦਾਂ ਦਾ ਦਿਨ ਆ, ਯੋਧਿਆਂ ਦਾ ਦਿਨ ਆ, ਗੁਰਭਾਰੀ ਦਾ ਮੀਰੀ ਪੀਰੀ ਦਾ ਜਿੱਥੋਂ ਕੌਮ ਨੇ ਨਵੀਂ ਰੂਹ ਕੌਮ 'ਚ ਫੂਕੀ ਗਈ। 5ਵੇਂ ਪਾਤਸ਼ਾਹ ਤੋਂ ਵੱਡਾ ਭਗਤ ਨਹੀਂ ਹੋ ਸਕਦਾ। ਜਦ ਭਗਤੀ ਨੂੰ ਤਤੀ ਤਵੀ ਤੇ ਬਿਠਾ ਦਿੱਤਾ ਫਿਰ ਸ਼ਕਤੀ ਦਾ ਪ੍ਰਤੀਕ ਸਾਹਿਬ ਨੇ 42 ਤੇ 44 ਇੰਚ ਦੀਆਂ ਸ੍ਰੀ ਸਾਹਿਬਾਂ ਪਾ ਕੇ ਭਗਤੀ ਨੂੰ ਉੱਤਮ ਰੱਖ ਕੇ ਸ਼ਕਤੀ ਫਿਰ ਵੀ ਸੱਜੇ ਪਾਸੇ ਸਿੱਧੇ ਪਾਸੇ ਭਗਤੀ ਦੀ ਸ੍ਰੀ ਸਾਹਿਬ ਹੈ, ਸ਼ਕਤੀ ਦੀ ਸ੍ਰੀ ਸਾਹਿਬ ਦੂਸਰੇ ਪਾਸੇ ਆ। ਗੁਰੂ ਦਰਬਾਰ ਸਾਹਿਬ ਦੇ ਚਰਨਾਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਹੈ। ਸੋ ਭਗਤੀ ਉੱਤਮ ਹੈ ਪਰ ਭਗਤੀ ਨੂੰ ਕੋਈ ਹੱਥ ਲਾਵੇ ਫਿਰ ਸ਼ਕਤੀ ਹੈ ਧਰਮ ਦੇ ਵਿੱਚ। ਸਰ ਗੁਰਮੀਤ ਸਿੰਘ ਤੂਰ ਜਨਰਲ ਸੈਕਟਰੀ ਚੜ੍ਹਦੀ ਕਲਾ ਦੇ ਸਿੰਘ ਨੇ ਗੱਲਬਾਤ ਕਰ ਰਹੇ ਸੀ। ਹੁਣੇ ਭਾਈ ਸਾਹਿਬ ਭਾਈ ਹਰਚਰਨ ਸਿੰਘ ਖਾਲਸਾ ਨਾਲ ਗੱਲਬਾਤ ਸ਼ੁਰੂ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹੁਣ ਮੈਂ ਗੱਲਬਾਤ ਗੁਰੂ ਘਰ ਦੇ ਕੀਰਤਨੀ ਹੈ, ਬਹੁਤ ਵੱਡੇ ਭਾਗ ਚਾਹੀਦੇ ਨੇ। ਵਧੀਆ ਕੀਰਤਨ ਤਾਂ ਖੈਰ ਸਾਰੇ ਹੀ ਵਧੀਆ ਕੀਰਤਨੀ ਹੈ। ਕੀਰਤਨ ਕਰਨ ਵਾਲਿਆਂ ਦੀ ਆਪਣੀ ਆਪਣੀ ਵੰਨਗੀ ਆ, ਗਾਂ ਸੁਣਨ ਵਾਲਿਆਂ ਦੀ ਅਲੱਗ-ਅਲੱਗ ਕੀਰਤਨੀ ਹੈ, ਅਲੱਗ-ਅਲੱਗ ਤਰੀਕੇ ਨਾਲ ਕੀਰਤਨ ਕਰਦੇ ਨੇ ਪਰ ਕੀਰਤ ਜਿੰਨੀ ਹੈ ਉਸਤਤ ਗੁਰੂ ਦੀ ਹੋਈ ਹੈ, ਬਾਣੀ ਹੈ। ਭਾਈ ਸਾਹਿਬ ਭਾਈ ਹਰਚਰਨ ਸਿੰਘ ਖਾਲਸਾ ਉਹਨਾਂ ਦਾ YouTube ਦਾ ਚੈਨਲ ਹੈ BHS ਖਾਲਸਾ, ਜਿਹਦੇ ਵਿੱਚੋਂ ਆਪਣੀ ਜ਼ਿੰਦਗੀ ਦੇ ਤਜਰਬੇ ਬਾਣੀ ਉਹਨਾਂ ਨੇ ਆਪਣੇ ਮੁਖਾਰਬਿੰਦ ਤੋਂ ਪੜ੍ਹੀ ਹੋਈ ਹੈ ਤੇ ਅਕਸਰ ਆਪਾਂ ਉਹਨੂੰ ਵਿਜ਼ਿਟ ਕਰਦੇ ਤੇ ਅੱਜ ਕੱਲ੍ਹ ਉਹ ਮੇਰੀ ਪੀਰੀ ਦੇ ਇਸ ਦਿਵਸ ਦੇ ਵੱਡੇ ਦਿਨ ਦੇ ਲਈ ਆਏ ਹੋਏ ਨੇ ਤੇ ਅੱਜ ਕੱਲ੍ਹ ਉਹ LA ਦੇ ਨੇੜੇ ਰਹਿੰਦੇ ਨੇ, ਅਮਰੀਕਾ ਦੇ ਪੱਕੇ ਵਸਨੀਕ ਹੋ ਗਏ ਨੇ ਤੇ 10 ਸਾਲ ਉਹਨਾਂ ਨੇ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਸਾਡੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਜ਼ੂਰੀ ਰਾਗੀ ਦੇ ਤੌਰ ਤੇ ਸੇਵਾ ਕੀਤੀ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਨਿੱਜੀ ਜ਼ਿੰਦਗੀ ਦੇ ਬਾਰੇ ਤਾਂ ਵੱਡੇ ਸਵਾਲ ਕਾਹਦੇ ਨੇ, ਐਂ ਦੱਸਿਓ ਵੀ ਕੀਰਤਨ ਦੀ ਦਾਤ ਕਿਵੇਂ ਮਿਲੀ? ਘਰ ਦੇ ਵਿੱਚ ਇਹੋ ਜਿਹਾ ਰੁਝਾਨ ਸੀ? ਕੀਰਤਨ ਦੀ ਦਾਤ ਸਾਡੇ ਰਿਸ਼ਤੇਦਾਰੀ 'ਚ ਦੂਰ ਨੇੜਿਓਂ ਕਿਤੇ ਪਰਿਵਾਰ ਦੇ ਵਿੱਚ ਕੋਈ ਵੀ ਪਹਿਲਾਂ ਰਾਗੀ ਗ੍ਰੰਥੀ ਸਿੰਘ ਨਹੀਂ ਸੀ ਹੈਗਾ। ਅੱਛਾ ਜੀ। ਹਾਂ ਸਿੱਖ ਹੈਗੇ ਸੀਗੇ ਪਰ ਕੋਈ ਰਾਗੀ ਗ੍ਰੰਥੀ ਦੂਰ ਨੇੜੇ ਕੋਈ ਨਹੀਂ ਹੈਗਾ। ਇਹ ਕਹਿ ਲਓ ਮੇਰੇ ਤੇ ਅਨੁਭਵ ਦੇ ਵਿੱਚ ਅੱਜ ਤੱਕ ਇਹੀ ਆਇਆ ਹੈਗਾ
ਵੀ ਇਹ ਪਰਮੇਸ਼ਰ ਦੀ ਰਹਿਮਤ ਹੈਗੀ ਆ। ਸੱਚੇ ਹੈਗਾ, ਸਾਡੇ ਮਾਤਾ ਜੀ ਬਹੁਤ ਜ਼ਿਆਦਾ ਭਜਨੀਕ ਆ, ਬੰਦਗੀ ਵਾਲੇ ਆ, ਬਹੁਤ ਮਤਲਬ ਸ਼ੁਕਰ ਸਾਧੂ ਬਿਰਤੀ ਹੈਗੀ। ਠੀਕ। ਦਰਅਸਲ ਮੈਨੂੰ ਲੱਗਦਾ ਵੀ ਉਹ ਮਾਤਾ ਦਾ ਪ੍ਰਤਾਪ ਹੈਗਾ ਸਾਡੀ ਦਾ। ਤੇ ਇੱਕ ਨਾ ਸਾਡੇ ਮਾਤਾ ਜੀ ਬਚਪਨ ਤੋਂ ਲੈ ਕੇ ਹੁਣ ਤੱਕ ਉਹਨਾਂ ਦਾ ਜਿਹੜਾ ਨਾਮ ਸਿਮਰਨ ਅਭਿਆਸ ਦਾ ਅੰਮ੍ਰਿਤ ਵੇਲੇ ਦਾ ਚੌਂਕੜਾ ਨਾ ਜੀ, ਉਹ ਘੰਟਾ ਡੇਢ ਘੰਟਾ ਉਹਨਾਂ ਦਾ ਅੱਜ ਤੱਕ ਵੀ ਹੈਗਾ। ਉਹ ਬਜ਼ੁਰਗ ਹੋ ਗਏ ਹੁਣ ਕਾਫੀ, ਤੇ ਉਹ ਜਦੋਂ ਦੀ ਉਹਨਾਂ ਨੇ ਹੋਸ਼ ਸੰਭਾਲੀ ਬਚਪਨ ਤੋਂ ਬਾਅਦ ਦੇ ਵਿੱਚ ਉਹ ਭਜਨੀਕ ਹੈਗੇ ਬੜੇ। ਤੇ ਮੈਨੂੰ ਤਾਂ ਲੱਗਦਾ ਵੀ ਮਹਾਰਾਜ ਦੀ ਬਖਸ਼ਿਸ਼ ਸਾਡੀ ਮਾਤਾ ਦੀ ਕਿਰਪਾ ਦੇ ਨਾਲ ਲੱਗਣ ਦੇ ਨਾਲ ਗੁਰਸਿੱਖੀ ਨਾ ਹੋਈ, ਕਿਉਂਕਿ ਸਾਡੇ ਮਾਤਾ ਜੀ ਅਸਥਾਨ ਹੈਗਾ ਬਾਬਾ ਬੁੱਢਾ ਸਾਹਿਬ ਜੀ ਦਾ ਰਮਦਾਸ, ਜਿੱਥੇ ਬਾਬਾ ਜੀ ਦਾ ਸੰਸਕਾਰ ਹੋਇਆ ਸੀ, ਬਾਬਾ ਬੁੱਢਾ ਸਾਹਿਬ ਜੀ ਦਾ। ਠੀਕ ਜੀ। ਸਾਡੇ ਮਾਤਾ ਜੀ ਨਾ ਬਚਪਨ ਤੋਂ ਸਾਨੂੰ ਉੱਥੇ ਲੈ ਕੇ ਜਾਂਦੇ ਹੁੰਦੇ ਸੀ। ਤੇ ਉੱਥੇ ਇੱਕ ਮਹਾਂਪੁਰਸ਼ ਹੁੰਦੇ ਸੀ ਬਾਬਾ ਹਰਨਾਮ ਸਿੰਘ ਜੀ। ਅੱਛਾ ਜੀ। ਉਹ ਵੈਸੇ ਗ੍ਰਸਤੀ ਸਿੱਖ ਸੀਗੇ ਜੇ, ਬਜ਼ੁਰਗ ਸੀਗੇ, ਵੈਸੇ ਉਹ ਆਪਣੀ ਕਿਰਤ ਕਰਦੇ ਸੀਗੇ। ਲਾਗੇ ਸ਼ਾਮਪੁਰਾ ਪਿੰਡ ਸੀ, ਉੱਥੋਂ ਦੇ ਰਹਿਣ ਵਾਲੇ ਸੀ, ਬਟ ਉਹ ਸਾਰਾ ਦਿਨ ਉੱਥੇ ਸੇਵਾ ਕਰਦੇ ਗੁਰੂ ਰਾਮ ਦਾ ਆਪਣੇ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ਤੇ। ਅੱਛਾ ਜੀ। ਹੁਣ ਉਸ ਸਥਾਨ ਨੂੰ ਸਮਾਧਾਂ ਕਹਿੰਦੇ ਆ। ਅੱਛਾ ਜੀ। ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਆਪਣੇ ਅੰਤਲੇ ਸਮੇਂ ਦੇ ਵਿੱਚ ਰਮਦਾਸ ਕਸਬੇ 'ਚ ਰਹੇ, ਉੱਥੇ ਘਰ ਹੈਗਾ ਬਾਬਾ ਜੀ ਦਾ। ਅੱਛਾ ਜੀ। ਉਹ ਉੱਥੇ ਸੇਵਾ ਕਰਦੇ ਸੀ ਤੇ ਉਹ ਸਾਡੇ ਮਾਤਾ ਜੀ ਉੱਥੇ ਜਾਂਦੇ ਹੁੰਦੇ ਸੀ ਬਹੁਤ ਜ਼ਿਆਦਾ। ਤੇ ਉਹ ਜਿਸ ਵਕਤ ਮੇਰਾ ਨਾਮ ਰੱਖਣਾ ਸੀ ਨਾ, ਕੁਦਰਤੀ ਮੈਂ ਹੁਣ ਆਪਣੇ ਜੀਵਨ ਦੇ ਵਿੱਚੋਂ ਜਿਹੜੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਵੀ ਉਹ ਜਿਸ ਵਕਤ ਮੇਰਾ ਨਾਮ ਰੱਖਣਾ ਸੀਗਾ, ਸਾਡੇ ਮਾਤਾ ਜੀ ਫਿਰ ਉੱਥੇ ਮੈਨੂੰ ਲੈ ਕੇ ਗਏ ਤੇ ਉਹ ਮਹਾਂਪੁਰਸ਼ਾਂ ਨੇ ਬਾਬਾ ਹਰਨਾਮ ਸਿੰਘ ਜੀ ਹੁਣਾਂ ਨੇ ਮੈਨੂੰ ਚੁੱਕਿਆ ਤੇ ਆਪਣੀ ਚੌਂਕੜੀ 'ਚ ਲੈ ਕੇ 4 ਮਿੰਟ ਉਹਨਾਂ ਨੇ 4-5 ਮਿੰਟ ਅੱਖਾਂ ਬੰਦ ਕਰਕੇ ਤੇ ਉਹਨਾਂ ਨੇ ਜਿਵੇਂ ਮਹਾਂਪੁਰਸ਼ ਹੁੰਦੇ ਆ ਵੀ ਅੰਤਰ ਧਿਆਨ ਹੋ ਕੇ ਉਹਨਾਂ ਨੇ ਮਤਲਬ ਵੀ ਉਹਨਾਂ ਨੇ ਜੋ ਕੁਝ ਵੀ ਦੇਖਿਆ ਉਹ ਤੋਂ ਬਾਅਦ ਸਾਡੀ ਮਾਤਾ ਨੂੰ ਕਹਿੰਦੇ ਵੀ ਅੱਜ ਹੁਕਮਨਾਮਾ ਵੀ ਹਾਹੇ ਤੋਂ ਆਇਆ। ਅੱਛਾ ਜੀ। ਤੇ ਇਹ ਸਿੱਖ ਵੀ ਜਿਹੜਾ ਹੈਗਾ ਹਰੀ ਦੇ ਚਰਨਾਂ 'ਚੋਂ ਆਇਆ ਤੇ ਹਰੀ ਦੇ ਚਰਨਾਂ 'ਚ ਹੀ ਰਹਿਣਾ ਇਹਨੇ। ਹਰਚਰਨ ਸਿੰਘ ਰੱਖ ਸੁਭਾਵਕ ਬਚਨ ਕਿਹਾ, ਇਹਦਾ ਨਾਮ ਹਰਚਰਨ ਸਿੰਘ। ਸਾਡੇ ਮਾਤਾ ਜੀ ਨੂੰ ਨਹੀਂ ਪਤਾ ਇਸ ਗੱਲ ਦਾ ਵੀ ਇਹ ਕੀ ਬਚਨ ਕੀਤਾ ਵੀ ਹਰੀ ਦੇ ਚਰਨਾਂ 'ਚ ਹੀ ਰਹਿਣਾ, ਹਨਾ। ਉਹ ਜਿਸ ਵਕਤ ਮੈਂ 6ਵੀਂ ਕਲਾਸ ਦੇ ਵਿੱਚੋਂ ਹੋਇਆ, 6ਵੀਂ ਤੱਕ ਜਾਂਦਿਆਂ ਮੈਨੂੰ ਸੰਗੀਤ ਦਾ ਬਹੁਤ ਜ਼ਿਆਦਾ ਸ਼ੌਕ ਸੀ। ਅੱਛਾ ਜੀ। ਇੱਥੋਂ ਤੱਕ ਵੀ ਮੈਂ ਪਹਿਲਾਂ ਜਦੋਂ ਪੰਜਾਬੀ ਜਿਹੜੇ ਵੀ ਆਪਣੇ ਕਲਚਰ ਦੇ ਵਿੱਚ ਆਪਣੇ ਜਿਹੜੇ ਹੁੰਦੇ ਗਾਉਣ ਵਾਲੇ ਕਲਾਕਾਰ, ਉਹ ਰੇਡੀਓ ਦੇ ਉੱਤੇ ਮੈਂ ਸੁਣਦਾ ਹੁੰਦਾ ਸੀ ਕਾਫੀ। ਅੱਛਾ ਜੀ। ਤੇ ਉਹ ਜਿੰਨੇ ਤਕਰੀਬਨ ਗਾਣੇ ਸੀ ਮੈਂ ਸੁਣ ਕੇ ਆਪ ਗਾ ਲੈਂਦਾ ਸੀ ਬਚਪਨ 'ਚ। ਇਹ ਸੰਗੀਤ ਇੱਕ ਜਿਹੜੀ ਆ ਨਾ ਕਲਾ ਹੈਗੀ, ਇਹ ਸੂਖਮ ਕਲਾ ਹੁੰਦੀਆਂ, ਜਿਵੇਂ ਸ਼ਾਇਰੀ ਹੋ ਗਿਆ, ਪੇਂਟਿੰਗ ਹੋ ਗਿਆ, ਸੰਗੀਤ ਹੋ ਗਿਆ ਜੀ। ਇਹ ਸੂਖਮ ਕਲਾਵਾਂ ਜਿਹ 'ਚ ਪਾਉਂਦਾ ਪਰਮੇਸ਼ਰ ਜਮਾਂਦਰੂ ਹੀ ਪਾਉਂਦਾ ਹੈਗਾ, ਕ੍ਰੀਏਟ ਨਹੀਂ ਹੁੰਦੀਆਂ। ਹਾਂ, ਧੱਕੇ ਨਾਲ ਨਹੀਂ, ਧੱਕੇ ਨਾਲ ਨਹੀਂ ਹੁੰਦੀਆਂ, ਇਹ ਪੱਕੀ ਗੱਲ ਆ। ਤੇ ਉਹ ਮਹਾਰਾਜ ਜੀ ਨੇ ਬਚਪਨ ਦੇ ਵਿੱਚ ਪਾ ਦਿੱਤੀ ਤੇ ਉਹ ਮੈਨੂੰ ਸੰਗੀਤ ਦਾ ਬਹੁਤ ਸ਼ੌਕ ਸੀ। ਅੱਛਾ ਜੀ। ਤੇ ਸਾਡੇ ਪਿੰਡ ਦੇ ਵਿੱਚ ਸਾਡੇ ਨਾਲ ਇੱਕ ਸਰਦਾਰ ਚੈਂਚਲ ਸਿੰਘ ਜੀ ਆ, ਜਥੇਦਾਰ ਚੈਂਚਲ ਸਿੰਘ ਜੀ ਉਹਨਾਂ ਨੂੰ ਕਹਿੰਦੇ ਆ ਜੀ। ਉਹਨਾਂ ਦਾ ਸਾਡੇ ਪਿੰਡ ਦੇ ਵਿੱਚ ਬੜਾ ਤਗੜਾ ਯੋਗਦਾਨ ਆ, ਇਲਾਕੇ ਦੇ ਵਿੱਚ ਯੋਗਦਾਨ ਆ ਗੁਰਸਿੱਖੀ ਦਾ ਪ੍ਰਚਾਰ ਕਰਨ ਦਾ। ਠੀਕ। ਪਿੰਡ ਥੋੜਾ ਰਮਦਾਸ ਦੇ ਨੇੜੇ ਹੀ ਆ? ਨਹੀਂ, ਮੇਰਾ ਪਿੰਡ ਹੈਗਾ ਬਟਾਲੇ ਦੇ ਨੇੜੇ, ਧੀਰਾ ਪਿੰਡ। ਅੱਛਾ। ਉਹ ਧੀਰੇ ਪਿੰਡ ਸਾਡੇ ਮਾਸਟਰੀ ਜਿਹੜੇ ਹੁੰਦੇ ਸੀ, ਜਦੋਂ ਸਕੂਲ ਤੋਂ ਵਾਪਸ ਆ ਜਾਂਦੇ ਸੀ, ਬੱਚੇ ਵੀ ਸਾਰੇ ਸਕੂਲਾਂ ਤੋਂ ਵਾਪਸ ਆ ਜਾਂਦੇ ਸੀ ਸ਼ਾਮ ਨੂੰ ਜੀ, ਉਹ ਸਾਰੇ ਬੱਚਿਆਂ ਨੂੰ ਇਕੱਠੇ ਕਰਕੇ ਗੁਰਦੁਆਰਾ ਸਾਹਿਬ ਤੇ ਸੰਥਿਆ ਦਿੰਦੇ ਹੁੰਦੇ ਸੀ ਬਾਣੀ ਦੀ। ਉਹ ਜਿਸ ਵਕਤ ਸੰਥਿਆ ਦਿੰਦੇ ਸੀ, ਉਹਨਾਂ ਨੇ ਉੱਥੇ ਹੀ ਬੱਚਿਆਂ ਨੂੰ ਨਿਤਨੇਮ ਦੀ ਸੰਥਿਆ ਦੇ ਦਿੱਤੀ, ਪ੍ਰਕਾਸ਼ ਕਰਨਾ, ਸੁਖਾਸਨ ਕਰਨਾ ਉਹਨਾਂ ਸਿਖਾਤਾ ਸੀ। ਸ਼ੁਕਰ। ਸਾਨੂੰ 6ਵੀਂ 7ਵੀਂ ਦੇ ਵਿੱਚ ਹੀ। ਤੇ ਉੱਥੇ ਜਦੋਂ ਸਮਾਪਤੀ ਹੋਣੀ ਤੇ ਸਮਾਪਤੀ 'ਚ ਮੈਂ ਨਾ ਮਾਈਕ ਦੇ ਉੱਤੇ ਧਾਰਮਿਕ ਗਾਣੇ ਗਾਉਣੇ ਆਪਣੇ ਜਿਹੜੇ ਹੁੰਦੇ ਸੀਗੇ ਉਹਨਾਂ ਵੇਲੇ, ਜੇ ਪ੍ਰਚਲਿਤ ਚੰਨ ਮਾਤਾ ਗੁਜਰੀ ਦਾ ਜਾਂ ਇਹੋ ਜਿਹੇ ਉਸ ਵਕਤ ਹੈਗੇ ਸੀ। ਤਲਵਾਰ ਮੈਂ ਕਲਗੀਧਰ ਦੀ ਉਹ ਚਮਕੀਲੇ ਨੇ ਗਾਇਆ, ਜਿੰਨੀ ਸੋਹਜ ਸੀ ਉਹ ਜੀ ਗੱਲ ਕਰਤੀ। ਆਹੋ। ਤੇ ਉਹ ਫਿਰ ਉਹ ਮਾਸਟਰ ਜੀ ਉਹਨਾਂ ਦੇਖਿਆ ਵੀ ਯਾਰ ਇਹ ਤੇ ਗਾਉਂਦਾ ਵਧੀਆ, ਤੇ ਉਹ ਸਾਰੇ ਉਹ ਲਾਈਕ ਕਰਦੇ। ਜਦੋਂ ਕਿ ਉੱਥੇ ਧਾਰਮਿਕ ਸਮਾਗਮ ਹੋਣਾ ਤੇ ਉਹਨਾਂ ਕਹਿਣਾ ਵੀ ਉਹ ਪੜ੍ਹ ਪਈ ਇਹਨੂੰ ਲਾਓ। ਫਿਰ ਅਚਾਨਕ ਇੱਕ ਦਿਨ ਨਾ ਟਕਸਾਲ ਤੋਂ ਕੀਰਤਨੀ ਜਥਾ ਸਾਡੇ ਪਿੰਡ ਕੀਰਤਨ ਕਰਨ ਆਇਆ ਕਿਸੇ ਗੁਰਪੁਰਬ ਤੇ। ਅੱਛਾ ਜੀ। ਉਧਰੋਂ ਮੈਨੂੰ ਨਾ ਜੂਨ ਦੇ ਸਕੂਲ ਦੇ ਵਿੱਚ 6ਵੀਂ ਕਲਾਸ 'ਚ ਪੜ੍ਹਦਾ ਛੁੱਟੀਆਂ ਪਈਆਂ ਸੀ, ਜਿਹੜੀਆਂ ਗਰਮੀਆਂ ਦੀਆਂ ਛੁੱਟੀਆਂ ਪੈਂਦੀਆਂ 2 ਮਹੀਨੇ ਦੀਆਂ। ਤੇ ਉਹ ਜਦੋਂ ਜਥਾ ਪਿੰਡ ਆਇਆ ਤੇ ਮਾਸਟਰ ਜੀ ਨੇ ਸੋਚਿਆ ਯਾਰ ਇਹ ਮੈਂ ਕਹਿੰਦਾ ਵੀ ਮੈਂ ਸਿੱਖਣਾ ਚਾਹੁੰਦਾ ਅੱਗੇ। ਮਾਸਟਰ ਜੀ ਉਹ ਜਥੇਦਾਰ ਚੰਚਲ ਸਿੰਘ ਉਹਨਾਂ ਨੂੰ। ਅੱਛਾ ਜੀ। ਉਹ ਕਹਿੰਦੇ ਯਾਰ ਜਥਾ ਟਕਸਾਲ 'ਚੋਂ ਆਇਆ ਤੇ ਸਿੰਘ ਨੂੰ ਉੱਥੇ ਭੇਜੀਏ ਤੇ ਇਹਦੇ ਵਾਕਿਆ ਕੀਰਤਨ ਸਿੱਖ ਲੈਣਾ, ਕਿਉਂਕਿ ਗਾਉਂਦਾ ਵਧੀਆ ਹੈ। ਉਹ ਜਦੋਂ ਜਥਾ ਆਇਆ ਉੱਥੇ ਉਹਨੂੰ ਕਹਿੰਦੇ ਵੀ ਇਹਨੂੰ ਲੈ ਜਾਓ ਨਾਲ ਉੱਥੇ, ਤੇ ਬਾਬਾ ਜੀ ਨੂੰ ਜਾਣਦੇ ਸੀ ਟਾਗਰ ਸਿੰਘ ਉਹਨਾਂ ਨੂੰ ਉਹ। ਅੱਛਾ। ਜਥੇਦਾਰ ਚੰਚਲ ਸਿੰਘ। ਅੱਛਾ।
ਉਹ ਕਹਿੰਦੇ ਜਾ ਕੇ ਉਹਨਾਂ ਨੂੰ ਕਹਿ ਦਿਓ ਵੀ ਉਹਨਾਂ ਨੇ ਸਿੰਘ ਭੇਜਿਆ ਤੇ ਇਹਨੇ 2 ਮਹੀਨੇ ਛੁੱਟੀਆਂ ਪਈਆਂ ਸਕੂਲੇ ਤੇ ਕੀਰਤਨ ਸਿੱਖਣਾ। ਉਹ ਮੈਨੂੰ ਫਿਰ ਸਿੰਘ ਉੱਥੋਂ ਲੈ ਗਏ, ਮੈਂ ਘਰ ਆਇਆ ਮੈਥੇ ਦਮਦਮੀ ਟਕਸਾਲ 1985 ਦੀ ਗੱਲ ਹੈਗੀ। ਅੱਛਾ ਜੀ। ਉਹ ਫਿਰ ਟਕਸਾਲ 'ਚ ਲੈ ਗਏ ਮੈਨੂੰ, ਉੱਥੇ ਚੱਲ ਕੇ ਪਹਿਲਾਂ ਤੇ ਹੁਣ ਬੱਚਾ ਹੀ ਛੋਟਾ ਸੀਗਾ 6ਵੀਂ 'ਚ ਪੜ੍ਹਦਾ। ਪਹਿਲਾਂ ਤੇ ਹਫ਼ਤਾ ਕੁ ਮੈਨੂੰ ਬੜੀ ਮੁਸ਼ਕਲ ਹੋਈ ਉੱਥੇ, ਕਿਉਂਕਿ ਪਰਿਵਾਰ ਛੱਡ ਕੇ ਪਰਿਵਾਰ 'ਚ ਜਾਣਾ ਬੱਚੇ ਵਾਸਤੇ ਮੁਸ਼ਕਲ ਹੁੰਦੀ ਜੀ। ਫਿਰ ਉੱਥੇ ਮੇਰੇ ਮਿੱਤਰ ਬਣ ਗਏ ਉੱਥੇ ਸਿੰਘ, ਛੋਟੇ ਛੋਟੇ ਭਜੰਗੀ ਹੋਰ ਵੀ ਸੀ। ਫਿਰ ਸਾਡੇ ਉਸਤਾਦ ਰਾਗੀ ਪੂਰਨ ਸਿੰਘ ਜੀ ਹੋਣਾ, ਉਹਨਾਂ ਨੇ ਬਹੁਤ ਜ਼ਿਆਦਾ ਪਿਆਰ ਕੀਤਾ। ਉਹ ਕਹਿੰਦੇ ਕੋਈ ਗੱਲ ਨਹੀਂ, ਮੈਂ ਵੀ ਤੇਰਾ ਮਾਂ ਪਿਓ ਹੀ ਹੈਗਾ, ਬਹੁਤ ਵੱਡੀ ਘਬਰਾਉਣਾ ਨਹੀਂ ਆ, ਤੂੰ ਸਾਡਾ ਬੱਚਾ ਵਾ। ਕਹਿੰਦੇ ਇੱਥੇ ਤੂੰ ਇਹ ਮਹਿਸੂਸ ਨਹੀਂ ਕਰਨਾ ਵੀ ਤੂੰ ਘਰੋਂ ਬਾਹਰ ਬੈਠਾ, ਤੂੰ ਮੇਰਾ ਬੱਚਾ ਹੈਗਾ। ਫਿਰ ਉਹਨਾਂ ਉੱਥੇ ਸਿਖਾਉਣਾ ਚਾਲੂ ਕੀਤਾ। ਫਿਰ ਮੈਨੂੰ 10ਵੀਂ ਤੱਕ ਜਿੰਨੀਆਂ ਸਕੂਲ ਦੀਆਂ ਛੁੱਟੀਆਂ ਪੈਂਦੀਆਂ ਸੀਗੀਆਂ, ਜਦੋਂ ਜਾਣਾ ਉਹ ਮੈਂ ਉੱਥੇ ਪਹਿਲਾਂ ਪਹੁੰਚ ਜਾਂਦਾ ਹੁੰਦਾ ਸੀ। ਆਪਣਾ ਕਿਤਾਬਾਂ ਵੀ ਲੈ ਕੇ ਉੱਥੇ ਹੋਮਵਰਕ ਉੱਥੇ ਹੀ ਕਰਨਾ, ਮਨ ਦਾ ਸ਼ੌਕ ਸੀ। ਹਾਂਜੀ, ਤੇ ਉੱਥੋਂ ਵੀ ਸੰਥਿਆ ਕੀਤੀ ਮੈਂ, ਤੇ ਨਾਲ ਸੰਥਿਆ ਵੀ ਕੀਤੀ ਦੁਬਾਰਾ। ਉੱਥੇ ਉਸਤਾਦ ਪ੍ਰੇਮ ਸਿੰਘ ਹੁੰਦੇ ਸੀਗੇ, ਗੁਰਬਾਣੀ ਦੀ ਸੰਥਿਆ ਵੀ ਉੱਥੋਂ ਕੀਤੀ ਤੇ ਨਾਲ ਫਿਰ ਕੀਰਤਨ ਲਗਾਤਾਰ ਸਿੱਖਿਆ। ਤੇ ਇਸ ਤਰ੍ਹਾਂ ਅੱਗੇ ਫਿਰ ਉਹਨਾਂ ਨੇ ਫਿਰ ਮੈਨੂੰ ਰਾਗੀ ਪੂਰਨ ਸਿੰਘ ਉਹਨਾਂ ਨੂੰ ਮੈਂ ਕਹਿੰਦਾ ਸੀਗਾ ਮੈਂ ਹੋਰ ਵੀ ਕਲਾਸੀਕਲ ਕੀਰਤਨ ਸਿੱਖਣਾ ਚਾਹੁੰਦਾ ਜੀ, ਕਿਉਂਕਿ ਜਦੋਂ 10ਵੀਂ ਤੱਕ ਆਉਂਦਿਆਂ ਮੈਨੂੰ ਕਲਾਸੀਕਲ ਦੀ ਸੋਝੀ ਹੋ ਗਈ ਸੀਗੀ, ਸੰਗੀਤ ਦੀ। ਬਹੁਤ ਵੱਡੀ ਗੱਲ ਹੈ। ਹਾਂਜੀ। ਉਹਨਾਂ ਨੇ ਫਿਰ ਮੈਨੂੰ ਕਿਹਾ ਵੀ ਇੱਕ ਨਾ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਹੈਗਾ, ਸ਼੍ਰੋਮਣੀ ਕਮੇਟੀ ਦੇ ਅਧੀਨ ਕਾਲਜ। ਅੱਛਾ ਜੀ। ਉੱਥੇ ਲਗਾਤਾਰ 2-3 ਸਾਲ ਰੱਖ ਕੇ ਉੱਥੇ ਹੋਸਟਲ ਦੇ ਵਿੱਚ ਬੱਚੇ ਨੂੰ ਰੱਖ ਕੇ ਪੜ੍ਹਾਉਂਦੇ ਤੇ ਉਹ ਗੁਰਮਤਿ ਸੰਗੀਤ ਦੀ ਤਾਲੀਮ ਦਿੰਦੇ ਆ ਉੱਥੇ। ਫਿਰ ਉਹਨਾਂ ਮੈਨੂੰ ਦੱਸਿਆ, ਅਚਾਨਕ ਅਖਬਾਰ ਦੇ ਵਿੱਚ, ਅਜੀਤ ਅਖਬਾਰ ਤੋਂ ਪੜ੍ਹਦੇ ਹੁੰਦੇ ਸੀ, ਉਸ ਦੇ ਵਿੱਚ ਨਾ ਆਇਆ ਵੀ ਮਤਲਬ ਵੀ ਉੱਥੇ ਨਾ ਬੱਚੇ ਚਾਹੀਦੇ ਅਗਲੇ ਜਿਹੜੇ ਆ। ਤੇ ਪਿਛਲਾ ਸੈਸ਼ਨ ਜਿਹੜਾ ਖਤਮ ਹੋ ਗਿਆ। ਅੱਛਾ ਜੀ। ਤੇ ਫਿਰ ਮੈਂ ਉੱਥੇ ਗਿਆ, ਉੱਥੋਂ ਪ੍ਰਾਸਪੈਕਟਸ ਆਪੇ ਹੀ ਜਾ ਕੇ ਲਿਆਂਦਾ, ਆਪੇ ਹੀ ਜਾ ਕੇ ਇੰਟਰਵਿਊ ਦੇ ਆਇਆ। ਮਾਪਿਆਂ ਨੂੰ ਨਹੀਂ ਦੱਸਿਆ ਕਿਉਂਕਿ ਮਾਪੇ ਮੈਨੂੰ ਅੱਗੇ ਪੜ੍ਹਾਉਣਾ ਚਾਹੁੰਦੇ ਸੀ। ਤੇ ਜਦੋਂ 10ਵੀਂ ਦੀਆਂ ਛੁੱਟੀਆਂ ਖਤਮ ਹੋਈਆਂ ਨਾ, ਤੇ ਮੈਂ ਜਦੋਂ ਪੇਪਰ ਐਗਜ਼ਾਮ ਦੇਈਦਾ, ਉਸ ਤੋਂ ਬਾਅਦ 'ਚ 2-3 ਮਹੀਨੇ ਲੱਗ ਜਾਂਦੇ ਆ ਉਹ ਐਗਜ਼ਾਮ ਦਾ ਟੈਸਟ ਆਉਂਦੇ ਆ। ਤੇ ਉਹ 3 ਮਹੀਨੇ ਮੈਂ ਉੱਥੇ ਟਕਸਾਲ ਹੋਏ ਸੀਗਾ, ਤੇ ਮੈਂ ਉੱਥੋਂ ਸਾਰਾ ਕੁਝ ਉੱਥੇ ਇੰਟਰਵਿਊ ਵਗੈਰਾ ਦੇ ਆਇਆ ਸੀਗਾ। ਤੇ ਜਿਸ ਵਕਤ ਸਾਡੇ ਮਾਤਾ ਜੀ ਨਾ ਉੱਥੇ ਮੈਨੂੰ ਲੈਣ ਗਏ ਟਕਸਾਲ ਦੇ ਵਿੱਚ ਵੀ ਇਹਨੂੰ +1 ਦੇ ਵਿੱਚ ਦਾਖਲ ਕਰਾਉਣਾ ਹੁਣ। ਤੇ ਜਦੋਂ ਲੈ ਕੇ ਗਏ ਤੇ ਬਾਬਾ ਠਾਕਰ ਸਿੰਘ ਜੀ ਹੋਣਾ ਕੋਲ ਉੱਤੇ ਇਜਾਜ਼ਤ ਲੈਣੀ ਪੈਂਦੀ ਸੀ। ਤੇ ਜਦੋਂ ਉੱਪਰ ਗਏ ਉੱਤੇ ਤੇ ਮਹਾਰਾਜ ਦੇ ਮੱਥਾ ਟੇਕ ਕੇ ਤੇ ਫਿਰ ਬਾਬਾ ਠਾਕਰ ਸਿੰਘ ਉੱਤੇ ਗਏ ਤੇ ਬਾਬਾ ਜੀ ਨੂੰ ਸਾਡੇ ਮਾਤਾ ਜੀ ਕਹਿੰਦੇ ਵੀ ਬਾਬਾ ਜੀ ਮੈਂ ਬੇਟੇ ਨੂੰ ਲੈਣ ਆਈ ਆ ਤੇ ਇਹਨੂੰ ਅੱਗੇ ਨਾ ਪੜ੍ਹਨੇ ਪਾਉਣਾ। ਉਹ ਕਹਿੰਦੇ ਨੇ ਅੱਗੇ ਕੀ ਕਰਨਾ? ਉਹ ਕਹਿੰਦੇ ਪੜ੍ਹਨੇ ਪਾਉਣਾ। ਤੇ ਬਾਬਾ ਠਾਕਰ ਸਿੰਘ ਹੁਣ ਇੱਕ ਨਾ ਸੁਭਾਵ ਕੋ ਉੱਥੇ ਵਚਨ ਕਿਹਾ ਜੋ ਉੱਥੇ ਸਾਡੇ ਮਾਤਾ ਜੀ ਨੂੰ ਪਤਾ ਤੇ ਮੈਨੂੰ ਪਤਾ। ਬਾਬਾ ਜੀ ਕਹਿੰਦੇ ਵੀ ਇਹ ਕੁੜੀਏ ਇਹ ਰਾਗਾ ਸਿੰਘ ਹੈਗਾ ਤੇ ਇਹਨੂੰ ਛੱਡ ਦੇ ਤੇ ਤੂੰ ਕਿਹੜੇ ਪਾਸੇ ਤੂੰ ਕਹਿਣ ਡਈਆਂ ਲਿਜਾਣਾ, ਇਹ ਰਾਗਾ ਸਿੰਘ ਹੈਗਾ, ਜਾਣ ਦੇ ਜਿੱਧਰ ਜਾਂਦਾ ਹੈ। ਬਾਬਾ ਜੀ ਨੇ ਕਿਹਾ ਚਲੋ ਆ ਗਏ ਉੱਥੇ। ਜਦੋਂ ਆ ਕੇ ਮੈਂ ਘਰਦਿਆਂ ਨੂੰ ਆ ਕੇ ਸਾਡੇ ਫਾਦਰ ਸਾਹਿਬ ਨੂੰ ਮੈਂ ਕਿਹਾ ਵੀ ਮੈਂ ਅੱਗੇ ਪੜ੍ਹਨਾ ਨਹੀਂ ਚਾਹੁੰਦਾ, ਅੱਗੇ ਨਹੀਂ ਜਾਣਾ ਚਾਹੁੰਦਾ ਕਾਲਜ ਵਿੱਚ। ਉਹ ਕਹਿੰਦੇ ਕਿਉਂ, ਕੀ ਗੱਲ ਹੈਗੀ? ਮੈਂ ਕਿ ਮੈਂ ਕੀਰਤਨੀਆ ਬਣਨਾ ਚਾਹੁੰਦਾ। ਉਹ ਕਹਿੰਦੇ ਵੀ ਤੇਰਾ ਕੀਰਤਨ ਦੇ ਵਿੱਚ ਫਿਊਚਰ ਕੀ ਹੈਗਾ ਵਾ, ਤੂੰ ਗੁਰਦੁਆਰੇ 'ਚ ਇਸ ਤਰ੍ਹਾਂ ਹੀ ਜਾਏ ਜਿਵੇਂ ਸਾਡੇ ਭਾਈ ਹੁੰਦੇ ਆ ਤੇ ਕਿਵੇਂ ਫਿਰੇਗਾ ਜ਼ਿੰਦਗੀ, ਕਿਵੇਂ ਕੱਢੇਗਾ। ਉਹ ਕਹਿੰਦੇ ਅਸੀਂ ਤੈਨੂੰ ਕੀਰਤਨ ਤੋਂ ਮਨਾ ਥੋੜੀ ਕਰਦੇ ਹੈਗੇ ਆ, ਬਟ ਤੂੰ ਕੀਰਤਨ ਦੁਨਿਆਵੀ ਵਿੱਦਿਆ ਵੀ ਲੈ ਕਰ, ਦੁਨਿਆਵੀ ਵਿੱਦਿਆ ਵੀ ਲੈ। ਮੈਂ ਕਿਹਾ ਵੀ ਜਿੰਨਾ ਚਿਰ ਨੂੰ ਮੈਂ ਦੁਨਿਆਵੀ ਵਿੱਦਿਆ ਦੇ ਵਿੱਚ ਸਮਾਂ ਖਰਾਬ ਕਰਨਾ, ਉਹਨਾਂ ਸਮੇਂ ਦੇ ਵਿੱਚ ਮੈਂ 3-4 ਸਾਲ ਦੇ ਵਿੱਚ ਬੜਾ ਕੁਝ ਸਿੱਖ ਲੈਣਾ, ਜੋ ਮੇਰੀ ਅੰਦਰੋਂ ਹੌਬੀ ਹੈ, ਜੋ ਮੇਰਾ ਸ਼ੌਕ ਹੈਗਾ, ਮੈਂ ਕੀਰਤਨੀਆ ਬਣਨਾ ਚਾਹੁੰਦਾ। ਤੇ 2-3 ਦਿਨ ਲਗਾਤਾਰ ਬਹਿਸ ਵਸਈਆ ਹੁੰਦਾ ਰਿਹਾ ਤੇ ਅਸੀਂ ਫਾਦਰ ਸਾਹਿਬ ਤੋਂ ਡਰਦਾ ਵੀ ਬਹੁਤ ਜ਼ਿਆਦਾ ਸੀ ਮੈਂ, ਕਿਉਂਕਿ ਛੋਟਾ ਹੁੰਦਾ ਸੀ। ਬਿਲਕੁਲ ਠੀਕ। ਤੇ ਮੰਨਣਾ ਪੈਂਦਾ ਸੀਗਾ ਮਾਪਿਆਂ ਦਾ ਹੁਕਮ। ਫਿਰ ਅਚਾਨਕ ਕੀ ਹੋਇਆ ਵੀ ਉਹ ਮੇਰੀ ਉਧਰੋਂ ਨਾ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਤੋਂ ਨਾ ਜਿਹੜੀ ਇੰਟਰਵਿਊ ਦੇ ਕੇ ਆਇਆ ਸੀਗਾ, ਉੱਥੋਂ ਚਿੱਠੀ ਆ ਗਈ ਵੀ ਦਾਖਲਾ ਹੋ ਗਿਆ, ਵੀ ਤੇਰਾ ਦਾਖਲਾ ਹੋ ਗਿਆ ਤੇ ਇੰਨੀ ਤਰੀਕ ਨੂੰ ਤੂੰ ਆਪਣਾ ਇੱਥੇ ਆ ਕੇ ਜਿਹੜੇ ਲੋੜੀਂਦਾ ਤੇਰਾ ਸਮਾਨ ਹੁੰਦਾ, ਕੱਪੜੇ ਲੈ ਕੇ ਤੇ ਇੱਥੇ ਆ ਜਾ, ਇੰਨਾ ਨੰਬਰ ਰੂਮ ਹੈ ਤੇ ਇੰਨਾ ਇੱਥੇ ਪਹੁੰਚ ਜਾ। ਉਹ ਜਦੋਂ ਸਾਡੇ ਮਾਪਿਆਂ ਨੇ ਚਿੱਠੀ ਪੜ੍ਹੀ, ਉਹ ਕਹਿੰਦੇ ਇਹ ਕੀ ਹੈਗਾ? ਮੈਂ ਫੈਸਲਾ ਜੋ ਕਰਨਾ ਕਰ ਚੁੱਕਾ, ਮੈਂ ਤਾਂ ਦਾਖਲਾ ਕਰਾਇਆ ਵੀ ਮੈਂ ਦਾਖਲਾ ਕਰਾ ਆਇਆ ਵਾਂ। ਫਿਰ ਸਾਡੇ ਪਿਤਾ ਜੀ ਨੇ ਮੈਨੂੰ ਬਿਠਾਇਆ, ਕਹਿੰਦੇ ਵੀ ਦੇਖ ਇਹ ਤੂੰ ਜ਼ਿੰਦਗੀ ਦਾ ਜਿਹੜਾ ਫੈਸਲਾ ਕਰਨ ਲੱਗਾ ਨਾ, ਤੈਨੂੰ ਹਲੇ ਇਸ ਗੱਲ ਦੀ ਸੋਝੀ ਨਹੀਂ ਹੈਗੀ ਵੀ ਤੂੰ 4-5 ਸਾਲ ਆਪਣਾ ਸਮਾਂ ਇਸ ਪਾਸੇ ਜਾ ਕੇ ਕਰਕੇ
ਤੇ ਉਸ ਤੋਂ ਬਾਅਦ 'ਚ ਤੈਨੂੰ ਕੋਈ ਰਾਹ ਨਾ ਲੱਭਿਆ ਤੇ ਫੇਰ ਮੁੜ ਕੇ ਤੇ ਤੂੰ ਆਪਣੇ ਜੀਵਨ ਦੇ ਸਟਰਗਲ ਵਾਸਤੇ ਕੋਈ ਅੱਗੇ ਪਹੁੰਚਣ ਵਾਸਤੇ ਤੇ ਕੁਝ ਭਾਲ ਕਰਦਾ ਫਿਰੇ ਤੇ ਤੈਨੂੰ ਇਸ ਵਾਸਤੇ ਤੈਨੂੰ ਹੁਣ ਵੀ ਕਹਿੰਦੇ ਆ ਵੀ ਤੂੰ ਕੀਰਤਨ ਸਿੱਖ, ਅਸੀਂ ਤੈਨੂੰ ਰੋਕਿਆ ਨਹੀਂ ਕਦੀ ਤੂੰ ਟਕਸਾਲ 'ਚ ਜਾਣਾ ਤੇ ਪਰ ਤੂੰ ਕੋਈ ਹੋਰ ਹੀ ਲਾਵੀਸੀਲਾ ਕਰ, ਨੌਕਰੀ ਲਈ ਕੁਝ ਹੋਰ ਕਰ ਨਾਲ। ਹਾਂ ਤੇ ਮੈਂ ਉਹਨਾਂ ਨੂੰ ਕਹਿੰਦਾ ਜੀ ਨਹੀਂ, ਮੇਰਾ ਫਾਈਨਲ ਫੈਸਲਾ ਹੈਗਾ ਵੀ ਮੈਂ ਕੀਰਤਨ ਵਾਲੇ ਪਾਸੇ ਜਾ। ਵਾਹ। ਉਹ ਕਹਿੰਦੇ ਫਿਰ ਆਪਣੀ ਲਾਈਫ ਦੇ ਵਿੱਚ ਮੈਨੂੰ ਅੱਗੇ ਚੱਲ ਕੇ ਜੇ ਤੂੰ ਕਿਤੇ ਕਾਮਯਾਬ ਨਾ ਹੋਇਆ ਤੇ ਮੈਨੂੰ ਉਲਾਮਾ ਨਾ ਦਈ ਵੀ ਮੈਂ ਤੈਨੂੰ ਪੜ੍ਹਾਇਆ ਨਹੀਂ। ਕਹਿੰਦੇ ਮੈਨੂੰ ਉਲਾਮਾ ਨਾ ਦਈ, ਫਿਰ ਮੈਂ ਸਾਰਾ ਕੁਝ ਕਰਨ ਨੂੰ ਤੇਰੇ ਲਈ ਤਿਆਰ ਹੈਗਾ, ਤੂੰ ਬਾਅਦ 'ਚ ਮੈਨੂੰ ਉਲਾਮਾ ਨਾ ਦਈ ਵੀ ਮੇਰੇ ਮਾਪਿਆਂ ਨੇ ਕੀਤਾ ਕੁਝ ਨਹੀਂ। ਮੈਂ ਕਿਹਾ ਵੀ ਮੈਂ ਜਿਸ ਤਰ੍ਹਾਂ ਮਰਜ਼ੀ ਰਵਾਂ, ਮੈਂ ਜ਼ਿੰਦਗੀ ਦੇ ਵਿੱਚ ਤੁਹਾਨੂੰ ਕਦੀ ਉਲਾਮਾ ਨਹੀਂ ਦਊਂਗਾ ਤੇ ਇਸ ਪਾਸੇ ਮੈਨੂੰ ਜਾਣ ਦਿਓ। ਮੈਂ ਕਿਹਾ ਵੀ ਤੁਸੀਂ ਮੇਰੇ ਤੇ ਵਿਸ਼ਵਾਸ ਰੱਖੋ ਵੀ ਇਹ ਬੜੀ ਗੁਰੂ ਦੀ ਕਿਰਪਾ ਵਾਲਾ ਰਸਤਾ ਹੈਗਾ ਵਾ, ਕਿਉਂਕਿ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਸੀਗਾ। ਸਾਹਿਬ ਆਪ ਤਰੁੱਠਣਗੇ, ਗੱਲ ਕਿਹੜੀ ਹੈ, ਕਿਰਪਾ ਕਰਨਗੇ ਆਪ, ਹਨਾ। ਇੱਕ ਭਰੋਸਾ ਸੀਗਾ ਕਿ ਕੀਰਤਨ ਦਾ ਆਨੰਦ ਵੀ ਹੁੰਦਾ ਸੀ, ਇਸ਼ਕ ਹੋ ਜਾਂਦਾ ਨਾ। ਸੰਗੀਤ ਤੇ ਜਾਦੂ ਹੈਗਾ, ਸੰਗੀਤ ਦੇ ਵਿੱਚ ਸ਼ਬਦ ਛਕਣਾ, ਇਹ ਤੇ ਫਿਰ ਰੂਹ ਦੀ ਖੁਰਾਕ ਹੋ ਜਾਂਦੀ। ਫਿਰ ਉੱਥੋਂ ਸ਼ਹੀਦ ਸਿੰਘ ਮਿਸ਼ਨਰੀ ਕਾਲਜ ਚਲ ਗਏ, ਫਿਰ ਕਾਲਜ ਦੇ ਵਿੱਚ ਰਹੇ, ਉੱਥੇ ਲਗਾਤਾਰ ਸਾਡੇ ਵਿਦਿਆਲਿਆਂ ਦੇ ਵਿੱਚ ਨਾ ਇੱਕ ਹੁਣ ਚੱਲ ਕੇ ਉਹ ਚੀਜ਼ਾਂ ਦੀ ਘਾਟ ਮਹਿਸੂਸ ਹੁੰਦੀ ਆ ਜੀ, ਵੀ ਘੱਟ ਤੋਂ ਘੱਟ ਵੀ ਜਿਹੜਾ ਜਿੰਨੇ ਵੀ ਸਿੱਖਾਂ ਦੇ ਭਾਵੇਂ ਸੰਪਰਦਾਵਾਂ ਦੇ ਵਿੱਚ ਆ, ਭਾਵੇਂ ਸੰਸਥਾਵਾਂ ਦੇ ਵਿਦਿਆਲੇ ਆ ਨਾ, ਮੈਂ ਇਹ ਕਹਿੰਦਾ ਵੀ ਸਿੱਖਾਂ ਦਾ ਪ੍ਰਚਾਰਕ ਅਤੇ ਕੀਰਤਨੀਆ ਜਿਹੜਾ 2-3 ਸਾਲ 'ਚ ਨਹੀਂ ਬਣ ਸਕਦਾ। ਅੱਛਾ ਜੀ। ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਜਿੰਨਾ ਵਿਸ਼ਾਲ ਸਿਧਾਂਤ ਫਲਸਫਾ ਹੈਗਾ ਨਾ, ਕੋਈ ਵੀ ਪ੍ਰਚਾਰਕ 2 ਸਾਲ 3 ਸਾਲ 'ਚ ਨਹੀਂ ਸਿੱਖ ਸਕਦਾ। ਜ਼ਿੰਦਗੀ ਲੱਗੀ ਮਹਾਂਪੁਰਖਾਂ ਦੀ ਸਾਰੀ ਲੱਗੀ। ਮੈਂ ਨਾ ਕਵੀ ਸੰਤੋਖ ਸਿੰਘ ਦਾ ਹਿਸਟਰੀ ਪੜ੍ਹ ਰਿਹਾ ਸੀਗਾ ਪਿੱਛੇ, ਉਦੋਂ ਚਰਚਾ ਚੱਲੀ ਸੀ ਵੀ ਫੀਮ ਕਾਂਦੇ ਲਿਖਿਆ ਗੁਰੂ ਗੋਬਿੰਦ ਸਿੰਘ ਨੂੰ। ਫਿਰ ਮੈਂ ਕਵੀ ਸੰਤੋਖ ਸਿੰਘ ਦੀ ਹਿਸਟਰੀ ਪੜ੍ਹੀ, ਮੈਂ ਪਤਾ ਕਰਾਂ ਕਵੀ ਸੰਤੋਖ ਸਿੰਘ ਦਾ ਕੀ ਪਿਛੋਕੜ ਕੀ ਹੈਗਾ ਕਿਵੇਂ ਜੀ। ਉਹਦੇ 'ਚ ਪਤਾ ਲੱਗਾ ਵੀ ਕਵੀ ਸੰਤੋਖ ਸਿੰਘ ਨੇ ਲਗਾਤਾਰ 10 ਸਾਲ ਸਟੱਡੀ ਕੀਤੀ ਹੈਗੀ। 4 ਸਾਲ ਤੇ ਪਹਿਲਾਂ ਉਹਨੇ ਅਨਮਤਾਂ ਦੇ ਗ੍ਰੰਥਾਂ ਤੇ ਜਿੰਨੇ ਵੀ ਬਾਹਰ ਦੇ ਵਿਦਵਾਨ ਸੀਗੇ ਜੀ ਉਹ ਪੜ੍ਹੇ ਪਹਿਲਾਂ। ਉਸ ਤੋਂ ਬਾਅਦ 'ਚ ਮਤਲਬ ਵੀ ਉਹ ਜਿਹੜੇ ਸਾਡੇ ਆਪਣੇ ਗ੍ਰੰਥ ਹੈਗੇ ਸੀ ਪੁਰਾਤਨ, ਉਹਨਾਂ ਦਾ ਅਧਿਐਨ ਕੀਤਾ। ਉਸ ਤੋਂ ਬਾਅਦ 'ਚ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ 2-3 ਵਾਰ ਕੀਤੀ ਉਹ। ਤੇ ਉਹ ਫਿਰ ਇਤਿਹਾਸ ਇੰਨਾ ਉਹਨਾਂ ਨੇ ਲਿਖਿਆ ਹੈਗਾ। ਉਹਨਾਂ ਦੇ ਇਤਿਹਾਸ ਦੇ ਵਿੱਚ ਹੁਣ ਤਾਈਆਂ ਜਿਹੜੀਆਂ ਹੈਗੀਆਂ ਕੁਦਰਤੀ ਹੈਗੀਆਂ, ਉਸ ਸਮੇਂ ਜਿਹੜੀਆਂ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੀਆਂ ਲਿਖਤਾਂ ਆਉਂਦੀਆਂ, ਉਹਦੇ ਵਿੱਚ ਕੀ ਕਾਰਨ ਆ, ਕੋਈ ਮਿਲਾਵਟ ਹੋਈ ਜਾਂ ਉਸ ਵਕਤ ਦੇ ਸਮੇਂ ਦੇ ਵਿੱਚ ਹਕੀਕਤ ਦੇ ਵਿੱਚ ਵਾਸਤਵ ਦੇ ਵਿੱਚ ਕੀ ਸਥਿਤੀਆਂ ਹੁੰਦੀਆਂ ਜਦੋਂ ਲਿਖਿਆ ਗਿਆ, ਲੱਭਣਾ ਔਖਾ ਹੁੰਦਾ ਹੈ ਨਾ। ਪਰ ਅੱਜ ਸਾਡੇ ਕੋਲ ਕਵੀ ਸੰਤੋਖ ਸਿੰਘ ਹੀ ਆ ਮੇਨ ਸਰੋਤ ਜਿਹੜਾ ਇਤਿਹਾਸ ਦਾ ਹੈਗਾ। ਠੀਕ। ਸੋ ਮੈਂ ਗੱਲ ਇਹ ਕਹਿਣਾ ਚਾਹੁੰਦਾ ਵੀ ਜੇ ਕਵੀ ਸੰਤੋਖ ਸਿੰਘ 10 ਸਾਲ ਲਗਾਤਾਰ ਸਟੱਡੀ ਕਰਦਾ ਤੇ ਫਿਰ ਉਹ ਸਾਰੇ ਇਤਿਹਾਸ ਦੀ ਗੱਲ ਕਰਦਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਫਿਰ ਕਿੰਨੀਆਂ ਭਾਸ਼ਾਵਾਂ ਇਸਤੇਮਾਲ ਕਰਦਾ ਆਪਣੀ ਕਵਿਤਾ ਦੇ ਵਿੱਚ, ਫਿਰ ਕਿੰਨੇ ਧਰਮਾਂ ਦੀ ਉਸ ਨੂੰ ਨੌਲੇਜ ਹੈਗੀ ਜੀ। ਇਸ ਵਾਸਤੇ ਸਾਡਾ ਪ੍ਰਚਾਰਕ ਬਣਨ ਵਾਸਤੇ ਨਾ 4-5-10 ਕਿਤਾਬਾਂ ਪੜ੍ਹ ਕੇ ਪ੍ਰਚਾਰਕ ਨਹੀਂ ਬਣ ਸਕਦਾ। ਤਾਂ ਹੀ ਫਿਰ ਸੋਹਜ ਨਹੀਂ, ਤਾਂ ਹੀ ਉਹਦਾ ਫਿਰ ਕਹਿਣ ਦਾ ਕੋਈ ਫਰਕ ਨਹੀਂ ਪੈਂਦਾ। ਇਸੇ ਕਾਰਨ ਸਾਡੀ ਕੌਮ 'ਚ ਦੁਵਿਧਾ ਪੈ ਗਈ ਆ। ਤੇ ਉੱਥੇ ਮੈਂ 3 ਸਾਲ ਦਾ ਕੋਰਸ ਕੀਤਾ ਤੇ ਹੁਣ ਪਤਾ ਲੱਗਦਾ ਵੀ ਨਹੀਂ 3 ਸਾਲ ਤੇ ਬੜਾ ਥੋੜਾ, ਜਦੋਂ ਅੱਜ ਚੱਲ ਕੇ ਇਸ ਗੱਲ ਦਾ ਗਿਆਨ ਹੋਇਆ ਵੀ ਜਿਹੜਾ ਗੁਰਮਤਿ ਸੰਗੀਤ ਹੈਗਾ ਇਹ ਤੇ ਬੜੀ ਸੂਖਮ ਖੇਡ ਹੈਗੀ ਆ ਤੇ ਬਹੁਤ ਜ਼ਿਆਦਾ ਵਿਸ਼ਾਲ ਦਾਇਰਾ ਇਹਦਾ। ਤੇ ਨਾ ਸਾਡੀ ਕੌਮ ਦੇ ਵਿੱਚ ਕੋਈ ਇੰਨਾ ਜ਼ਿਆਦਾ ਪਰਫੈਕਟ ਵੱਡੇ ਉਸਤਾਦ ਹੈਗੇ ਆ ਤੇ ਨਾ ਕੋਈ ਸੰਸਥਾ ਹੈਗੀ ਆ, ਤੇ ਨਾ ਹੀ ਕੌਮ ਨੇ ਇੰਨਾ ਸਤਿਕਾਰ ਦਿੱਤਾ, ਨਾ ਸੰਭਾਲੇ। ਬਿਲਕੁਲ। ਹੁਣ ਸਾਡੀ ਕੌਮ ਦੇ ਵਿੱਚ ਨਾ ਪਿਛਲੇ ਦੌਰਾਂ ਦੇ 10-15 ਸਾਲ ਤੋਂ ਪਹਿਲਾਂ, ਇਹ ਤੋਂ 5 ਸਾਲ ਤੋਂ ਪਹਿਲਾਂ ਬੜੇ ਵਿਦਵਾਨ ਕੀਰਤਨੀਏ, ਭਾਈ ਬਲਬੀਰ ਸਿੰਘ ਜੀ ਸ਼੍ਰੋਮਣੀ ਰਾਗੀ ਵੀ ਹੋਏ ਆ ਜੀ। ਇਹੋ ਜਿਹੇ ਕੀਰਤਨੀਏ ਹੈਗੇ ਆ ਜਿਨ੍ਹਾਂ ਨੂੰ ਕਹਿਣਾ ਚਾਹੀਦਾ ਆਓ ਤੁਸੀਂ ਸਾਡੇ ਵਿਦਿਆਲਿਆਂ ਵਿੱਚ ਤੁਸੀਂ ਆ ਕੇ ਵਿਦਿਆ ਦਿਓ। ਜਦੋਂ ਬਜ਼ੁਰਗ ਹੋ ਗਏ ਦਰਬਾਰ ਸਾਹਿਬ ਤੋਂ, ਜਦੋਂ ਛੁੱਟੀ ਸਾਬਕਾ ਉੱਥੋਂ ਕੀ ਕਹਿੰਦੇ ਆ, ਸਾਬਕਾ ਹਜ਼ੂਰੀ ਰਾਗੀ ਹੋ ਗਏ। ਹਾਂ ਜਿਸ ਵਕਤ ਉੱਥੋਂ ਆਏ ਨੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਚਾਹੀਦਾ ਸੀ ਲੈ ਕੇ ਵਿਦਿਆਲੇ 'ਚ ਜਾਂਦੇ। ਬਿਲਕੁਲ ਠੀਕ ਹੈ। ਕੋਈ ਸਾਡੇ ਸੰਪਰਦਾ ਡੇਰਿਆਂ ਵਾਲੇ ਲੈ ਜਾਂਦੇ ਵੀ ਆਓ ਤੁਸੀਂ ਇੱਥੇ ਤੁਹਾਡੀ ਸੇਵਾ ਕਰਦੇ ਆ, ਦੱਸੋ ਕਿੰਨੀ ਮਾਇਆ ਚਾਹੀਦੀ ਹੈ, ਸਾਡੇ ਬੱਚਿਆਂ ਨੂੰ ਅੱਗੇ ਵਿਦਿਆ ਦਿਓ। ਉਹ ਫਿਰ ਬਹੁਤ ਕੀਰਤਨੀ ਆ ਜਿਹੜੇ ਸਾਡੀ ਵਿਦਿਆ ਨਾਲੇ ਲੈ ਕੇ ਚੱਲ ਗਏ ਆ। ਜਿਨ੍ਹਾਂ ਕੋਲ ਹੈਗੀ ਉਹਨਾਂ ਦੀ ਕਦਰ ਨਹੀਂ ਹੋਈ
ਤੇ ਜਿਹੜੇ ਵਿਦਿਆਲੇ ਹੈਗੇ ਆ ਹੁਣ 2-2 ਸਾਲ ਦੇ ਕੋਰਸ ਦੇ ਵਿੱਚ ਪ੍ਰਚਾਰਕ ਰਾਗੀ ਗ੍ਰੰਥੀ ਨਹੀਂ। ਮੈਂ ਤੇ ਸਿੱਧਾ ਕਹਿ ਸਕਦਾ, ਸਪਸ਼ਟ ਕਹਿ ਸਕਦਾ ਵੀ 2-3 ਸਾਲ ਚ ਕੀਰਤਨੀਆਂ ਨਹੀਂ ਬਣ ਸਕਦਾ। ਜੀਵਨ ਨਹੀਂ ਨਾ ਬਣਨਾ। ਗੁਰਮਤਿ ਸੰਗੀਤ ਦੀ ਖੇਡ ਹੈਗੀ। ਇੱਕ ਹੋਰ ਆ ਭਾਈ ਸਾਹਿਬ, ਭਾਈਚਾਰੇ ਚ ਆਪਣੇ ਪਿੰਡਾਂ ਦੇ ਵਿੱਚ ਉਹ ਕਹਿੰਦੇ ਜੇ ਕੁਛ ਨਹੀਂ ਕਰਦਾ ਤਾਂ ਗ੍ਰੰਥੀ ਬਣ ਜਾ, ਹਾਂ ਰਾਗੀ ਬਣ ਜਾ। ਹਲੇ ਕੀਰਤਨੀ ਨੂੰ ਨਹੀਂ ਕਹਿੰਦੇ, ਗ੍ਰੰਥੀ ਤਾਂ ਉਈਓ ਕਹਿਣ ਦਿੰਦੇ। ਦੇਖੋ ਕਿੱਡਾ ਜਿੱਥੋਂ ਧਰਮ ਚੱਲਣਾ, ਜਿੱਥੋਂ ਸ਼ੁਰੂਆਤ ਹੋਣੀ, ਜਿੱਥੋਂ ਸੇਧ ਮਿਲਣੀ ਆ, ਉਹਨੂੰ ਅਸੀਂ ਸਤਿਕਾਰ ਨਹੀਂ ਦਿੰਦੇ। ਇਹ ਗੱਲ ਪੱਕੀ ਹੈ। ਬਿਲਕੁਲ। ਇੱਕ ਇਹਦੇ ਪਿੱਛੇ ਨਾ ਇੱਕ ਸਾਡਾ ਬੜਾ ਤਗੜਾ ਦੁਖਾਂਤ ਆ ਜੀ ਭਾਜੀ। ਉਹਨਾਂ ਜਿਸ ਵਕਤ ਸਿੰਘ ਸਭਾ ਲਹਿਰ ਆਈ ਨਾ ਹੋਣ ਦੇ ਵਿੱਚ ਜੀ, ਸਿੰਘ ਸਭਾ ਲਹਿਰ ਦੇ ਨਾਲ ਚਲੋ ਸਾਡਾ ਪ੍ਰਚਾਰ ਪ੍ਰਸਾਰ ਵੀ ਬੜਾ ਹੋਇਆ, ਪਰ ਜਿਹੜਾ ਇਸ ਪਾਸੇ ਸੀ ਨਾ ਜਿਹੜਾ ਧਾਰਮਿਕ ਵਿਦਿਆ ਦਾ ਮਾਮਲਾ, ਇਸ ਪਾਸੇ ਜਿਹੜਾ ਕੰਮ ਠੱਪ ਹੋ ਗਿਆ, ਕਿਉਂਕਿ ਸਾਡੀ ਸਿੰਘ ਸਭਾ ਲਹਿਰ ਦਾ ਜ਼ਿਆਦਾ ਧਿਆਨ ਹੋ ਗਿਆ ਇਮਾਰਤਾਂ ਬਣਾਉਣ ਤੇ, ਹੈਨਾ, ਵਧੀਆ ਪੁਖਤਾ ਪ੍ਰਬੰਧ ਕਰਨ ਤੇ। ਉਸ ਵਕਤ ਕੀ ਹੋਇਆ, ਯਤੀਮਖਾਨੇ ਜਿਹੜੇ ਸਾਡੇ ਨਾ ਉਹ ਹੋਂਦ ਵਿੱਚ ਆਇਆ, ਜਿਹੜਾ ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਦਾ ਯਤੀਮਖਾਨਾ। ਤੇ ਤੁਹਾਨੂੰ ਪਤਾ ਗਰਦਿਸ਼ਾਂ ਦੇ ਵਿੱਚ 47 ਤੱਕ ਹੁਣ ਤੱਕ ਵੀ ਸਿੱਖ ਗਰਦਿਸ਼ਾਂ ਦੇ ਵਿੱਚ ਰਹੇ ਆ। ਜਦੋਂ ਉੱਥੋਂ ਪਾਰਟੀਸ਼ਨ ਹੋਈ, ਉਹ ਪਾਰਟੀਸ਼ਨ ਦੇ ਵਿੱਚੋਂ ਮਤਲਬ ਕਿ ਯਤੀਮਖਾਨਾ ਨਿਕਲਿਆ, ਉਹਨਾਂ ਦੇਖਿਆ ਵੀ ਯਤੀਮਖਾਨਾ ਖੋਲ੍ਹੋ, ਜਿਹੜੇ ਲਵਾਰਸ ਸਿੱਖਾਂ ਦੇ ਬੱਚੇ ਹੁੰਦੇ ਉਹਨਾਂ ਨੂੰ ਸਾਂਭੀਏ ਜੀ। ਉਹਨਾਂ ਨੂੰ ਸਾਂਭਿਆ ਗਿਆ ਤੇ ਫਿਰ ਉਹਨਾਂ ਨੂੰ ਪ੍ਰਚਾਰਕ ਬਣਾਉਣਾ ਉੱਥੇ ਚਾਲੂ ਕੀਤਾ ਉਹਨਾਂ ਨੇ। ਹੁਣ ਜਿਹੜਾ ਪ੍ਰਚਾਰਕ ਹਰ ਇੱਕ ਬਣਦਾ ਇੱਕ ਪੈਮਾਨਾ ਜਿਹਾ ਬਣ ਗਿਆ ਵੀ ਜਿਹੜਾ ਯਤੀਮ ਹੈਗਾ ਨਾ ਤੇ ਉਹਨੂੰ ਪ੍ਰਚਾਰਕ ਬਣਾ ਦੇ, ਉਹਨੂੰ ਪ੍ਰਚਾਰਕ ਬਣਾਓ। ਕਮਾਲ ਹੋ ਗਈ। ਠੀਕ ਆ ਨਾ, ਪਰਿਵਾਰਾਂ ਵਾਲੇ ਪੈਸੇ ਵਾਲੇ ਨਹੀਂ ਬਣ ਸਕਦੇ। ਜਿਹੜਾ ਵਿਚਾਰਾ ਗਰਦਿਸ਼ਾਂ ਦੇ ਨਾਲ ਲੜ ਰਿਹਾ ਵਾ, ਆਰਥਿਕ ਪੱਖੋਂ ਕਮਜ਼ੋਰ ਹੈਗਾ, ਹਨਾ, ਕਿੱਡੀ ਤਰਾਸਦੀ ਹੈ। ਉਹ ਬੰਦੇ ਜਿਹੜੇ ਕਹਿੰਦੇ ਲਿਆਓ ਤੇ ਉਹਨਾਂ ਨੂੰ ਇੱਥੇ ਕੀਰਤਨ ਸਿਖਾਓ ਤੇ ਪ੍ਰਚਾਰਕ ਬਣਾਓ। ਮੇਰੇ ਜੀਵਨ ਦਾ ਤੱਤ ਹੈਗਾ ਵੀ ਚਲੋ ਵਧੀਆ ਗੱਲ ਆ ਵੀ ਜੇਕਰ ਲੋੜਵੰਦ ਇਹੋ ਜਿਹੇ ਕੀਰਤਨੀਆਂ ਦਿਲੋਂ ਗੁਰੂ ਦੇ ਕੀਰਤਨ ਦੇ ਨਾਲ ਜੁੜ ਕੇ ਪ੍ਰਚਾਰ ਕਰਨ, ਹੈਗੇ ਵੀ ਆ ਇਹੋ ਜਿਹੇ ਜਿਹੜੇ ਗਰੀਬੀ ਚੋਂ ਉੱਠ ਕੇ ਮਹਾਰਾਜ ਦੇ ਨਾਲ ਦਿਲੋਂ ਮਹਾਰਾਜ ਦੇ ਨਾਲ ਜੁੜੇ ਹੋਏ ਜੀ। ਪਰ ਬਹੁਤਾਤ ਬੰਦਾ ਜਿਹੜਾ ਭਾਜੀ ਆਰਥਿਕ ਲੋੜਾਂ ਦੇ ਉਹਦੇ ਵਿੱਚੇ ਤੁਰਿਆ, ਗਰਦਿਸ਼ਾਂ ਦੇ ਵਿੱਚ ਤੁਰਿਆ ਫਿਰਦਾ, ਧਰਮ ਦਾ ਪ੍ਰਚਾਰ ਕੀ ਕਰੂਗਾ? ਤੁਸੀਂ ਉਹਨੇ ਤਾਂ ਰੋਟੀਆਂ ਕਾਰਨ ਪੂਰੇ ਤਾਲ ਲੈਗਾ ਭਾਜੀ। ਜੇ ਪਹਿਲੀ ਗੱਲ ਆ ਵੀ ਉਹ ਜਿਹੜਾ ਆਰਥਿਕ ਮੁਸੀਬਤਾਂ ਦੇ ਵਿੱਚ ਹੀ ਰੁਲਦਾ ਪਿਆ, ਉਹ ਬੰਦਾ ਵਿਚਾਰ ਕੀ ਧਰਮ ਦੀ ਕੀ ਗੱਲ ਕਰੂ? ਜਿਹੜਾ ਇਸ ਕਾਰਨ ਹੀ ਆਇਆ ਹੈਗਾ ਵੀ ਜਿਹਦਾ ਕੋਈ ਸਾਧਨ ਨਹੀਂ ਹੈਗਾ ਤੇ ਚੱਲ ਯਾਰ ਗ੍ਰੰਥੀ ਬਣਾ ਦਿਓ, ਰਾਗੀ ਬਣਾ ਦਿਓ। ਸਾਡੀ ਕੌਮ ਦਾ ਬੇੜਾ ਗਰਕੀ ਇੰਜ ਹੋਇਆ ਅੱਜ ਦੇ ਸਮੇਂ ਜਿਹੜਾ ਦੁਖਾਂਤ ਹੈਗਾ। ਬਿਲਕੁਲ ਠੀਕ ਵੀ ਜਿਹੜੇ ਪ੍ਰਚਾਰਕ ਸੀ ਨਾ, ਅਮੀਰਾਂ ਨੇ ਆਪਣੇ ਬੱਚਿਆਂ ਨੂੰ ਇੱਧਰ ਲਿਆਉਣਾ ਸੀਗਾ, ਹਨਾ, ਉਹ ਚੀਜ਼ ਖਤਮ ਹੋ ਗਈ। ਉਹ ਕਹਿੰਦੇ ਡਾਕਟਰ ਬਣੋ, ਇੰਜੀਨੀਅਰ ਬਣੋ, ਤੂੰ ਗ੍ਰੰਥੀ ਥੋੜਾ ਬਣਨਾ। ਦਾੜੀ ਰੱਖੇ ਨੂੰ ਮਜ਼ਾਕ ਕਰਦੇ ਸੀ। ਬਿਲਕੁਲ ਕਰਦੇ। ਤੁਸੀਂ ਭਾਜੀ ਹੈਰਾਨ ਹੋ ਗਏ ਜੀ। 15 ਸਾਲ ਪਹਿਲਾਂ ਇੰਗਲੈਂਡ ਵਿੱਚ ਉੱਥੋਂ ਦੀ ਇਮੀਗ੍ਰੇਸ਼ਨ ਨੇ ਇੰਡੀਆ ਤੋਂ ਰਾਗੀ ਗ੍ਰੰਥੀਆਂ ਦੇ ਵੀਜ਼ੇ ਬੰਦ ਕਰ ਦਿੱਤੇ ਸੀ। ਅੱਛਾ ਜੀ। ਬਿਲਕੁਲ ਵੀ ਨਹੀਂ, ਹੁਣ ਜਥਿਆਂ ਨੂੰ ਵੀਜ਼ੇ ਨਹੀਂ ਦੇਣੇ। ਹੁਣ ਇੰਗਲੈਂਡ ਦੇ ਪ੍ਰਬੰਧਕ ਕਹਿਣ ਵੀ ਕੀ ਗੱਲ ਹੈਗੀ ਵੀ ਤੁਸੀਂ, ਸਾਨੂੰ ਇੱਥੇ ਜ਼ਰੂਰਤ ਹੈਗੀ ਆ, ਸਾਡਾ ਸਰਦਾ ਨਹੀਂ ਆ ਰਾਗੀ ਗ੍ਰੰਥੀ ਸਿੰਘਾਂ ਤੋਂ ਬਿਨਾਂ, ਪ੍ਰਚਾਰਕਾਂ ਤੋਂ ਬਿਨਾਂ, ਤੇ ਵੀਜ਼ੇ ਦਿਓ। ਉਹ ਕਹਿੰਦੇ ਵੀਜ਼ੇ ਅਸੀਂ ਦੱਸਾਂਗੇ, ਦੇ ਦਾਂਗੇ, ਪਹਿਲਾਂ ਤੁਸੀਂ ਸਾਡੀ ਗੱਲ ਦਾ ਜਵਾਬ ਦਿਓ ਜੀ। ਉਹ ਕਹਿੰਦੇ ਕੀ ਸਵਾਲ? ਉਹ ਕਹਿੰਦੇ ਸਵਾਲ ਇਹ ਹੈਗਾ ਵੀ ਤੁਹਾਨੂੰ ਸਿੱਖਾਂ ਨੂੰ ਇੱਥੇ ਆਇਆ ਨੂੰ ਕਿੰਨਾ ਚਿਰ ਹੋ ਗਿਆ? ਉਹ ਕਹਿੰਦੇ ਵੀ 100-150 ਸਾਲ ਹੋ ਗਿਆ। ਉਹ ਕਹਿੰਦੇ ਯਾਰ ਹੱਦ ਹੋ ਗਈ, ਤੁਸੀਂ 150 ਸਾਲ ਦੇ ਵਿੱਚ ਆਪਣੀ ਕੌਮ ਦਾ ਰਾਗੀ ਗ੍ਰੰਥੀ ਪ੍ਰਚਾਰ ਕਿ ਨਹੀਂ ਇੰਗਲੈਂਡ 'ਚ ਪੈਦਾ ਕਰ ਸਕੇ ਕੋਈ? ਕਮਾਲ ਕਰਤੀ। ਗੁਰਦੁਆਰੇ 100 ਬਣਾ ਲਏ ਤੁਸੀਂ ਗੁਰਦੁਆਰਾ, ਮੇਰਾ ਖਿਆਲ ਆ ਤੁਸੀਂ ਹਜ਼ਾਰਾਂ ਦੇ ਹਿਸਾਬ ਨਾਲ। ਬਿਲਕੁਲ 1 ਕਿਲੋਮੀਟਰ ਦੇ ਏਰੀਆ ਦੇ ਵਿੱਚ ਇੰਗਲੈਂਡ ਦੇ ਵਿੱਚ 5 ਗੁਰਦੁਆਰੇ ਹੈਗੇ 1 ਕਿਲੋਮੀਟਰ ਸਿਰਫ। ਤੁਸੀਂ ਲਾ ਲਓ ਸਾਹਿਬ, ਇੰਨੇ ਗੁਰੂ ਘਰ। ਉਹ ਕਹਿੰਦੇ ਤੁਸੀਂ ਇੰਨੇ ਗੁਰਦੁਆਰੇ ਬਣਾਤੇ, ਇੰਨਾ ਚਿਰ ਹੋ ਗਿਆ, ਤੁਹਾਡੀ ਕਮਿਊਨਿਟੀ ਨੂੰ ਆਇਆ, ਤੁਹਾਡੀ ਇੰਨੀ ਆਬਾਦੀ ਵੱਧ ਗਈ ਆ, ਤੁਸੀਂ ਅੱਜ ਤੱਕ ਤੁਹਾਡਾ ਕੋਈ ਇੰਗਲੈਂਡ ਦੇ ਵਿੱਚੋਂ ਪ੍ਰਚਾਰਕ ਜਾਂ ਰਾਗੀ ਨਹੀਂ ਪੈਦਾ ਕਰ ਸਕੇ ਜਿਹੜਾ ਤੁਹਾਡੇ ਗੁਰਦੁਆਰੇ ਕੀਰਤਨ ਕਰੇ। ਹੁਣ ਕੀਰਤਨੀਆਂ ਦਾ ਮਿਆਰ ਤੇ ਤੁਹਾਨੂੰ ਪਤਾ ਨੇ ਇਹ ਬਣਾ ਦਿੱਤਾ ਹੈਗਾ ਵੀ ਉਹ ਮੰਗਤਾ ਹੋਵੇ, ਉਹ ਵਿਚਾਰਾ ਗਰਦਿਸ਼ਾਂ ਦੇ ਵਿੱਚ ਰੁਲਦਾ ਹੋਵੇ ਤੇ ਪ੍ਰਬੰਧਕਾਂ ਦੇ ਤਰਲੇ ਕੱਢਦਾ ਹੋਵੇ। ਅਮੀਰ ਘਰ ਦਾ ਜਵਾਕ ਕਿਉਂ ਬਣੂ? ਅਮੀਰ ਘਰ ਦਾ ਕਿਉਂ ਬਣੇ? ਜਦੋਂ ਅਮੀਰ ਸਿੱਖਾਂ ਦੀ ਇਹ ਸੋਚ ਬਣ ਗਈ ਵੀ ਯਾਰ ਪ੍ਰਚਾਰਕ ਬਣਾਉਣਾ ਜਿਹੜਾ ਇਹ ਮਤਲਬ C ਗ੍ਰੇਡ ਦਾ ਕੰਮ ਹੈਗਾ, ਸਾਡੀ ਕੌਮ ਦਾ ਪ੍ਰਚਾਰ ਕਿੱਥੋਂ? ਬੇੜਾ ਗਰਕ ਹੋ ਗਿਆ। ਬੇੜਾ ਗਰਕ ਹੀ ਆਪੇ ਕੀਤਾ ਜੀ, ਜੜ੍ਹਾਂ ਆਪਣੀਆਂ ਅਸੀਂ ਆਪੇ ਵੱਢ ਦਿੱਤੀਆਂ ਹੈਗੀ। ਅੱਜ ਇੱਥੇ ਕੈਨੇਡਾ
ਅਮਰੀਕਾ ਜਿੱਥੇ ਵੀ ਮਰਜ਼ੀ ਚੱਲ ਜਾਈਏ ਸਾਰੇ ਪਾਸੇ ਇੱਕੋ ਹੀ ਹਾਲ ਹੈ। ਸਰੀ ਦੇ ਵਿੱਚ 1 ਕਿਲੋਮੀਟਰ ਸਾਡੇ ਵੀ 5 ਗੁਰਦੁਆਰੇ ਨੇ ਇੱਥੇ। ਹਾਂਜੀ, ਲੋਕਲ ਕਿੰਨੇ ਜਥੇ ਬਣਾਏ ਆ, ਹਿਸਾਬ ਲਾ ਲਓ। ਇਹ ਤਾਂ ਤੁਸੀਂ ਹੁਣ ਇੱਥੇ ਰਹਿਣ ਕਰਕੇ ਤੁਸੀਂ ਇਹ ਮਹਿਸੂਸ ਕੀਤਾ। ਜੇ ਤੁਸੀਂ ਛੇਤੀ ਆਉਂਦੇ ਤੁਰ ਜਾਂਦੇ ਤੁਸੀਂ ਵੀ ਕੀ ਕਹਿਣਾ ਸੀ ਵੀ ਮੈਂ ਇਹ ਸਿਸਟਮ ਨੂੰ ਮੈਂ ਕੀ ਚੇਂਜ ਕਰਾਂ। ਫਿਰ ਦਬਸ਼ ਚ ਰਹਿੰਦਾ ਜੀ, ਪ੍ਰਚਾਰਕ ਕੀਰਤਨੀਆ ਪ੍ਰਧਾਨਗੀ ਦੀ ਦਬਸ਼ ਚ ਰਹਿੰਦਾ ਬਈ ਜੀ ਮੈਂ ਦੱਸੋ ਕੀ ਕਹਿਣਾ, ਕਿੰਨਾ ਕਹਿਣਾ। ਜੇ ਉਹ ਇਸ ਤਰ੍ਹਾਂ ਹੋਵੇ ਵੀ ਮੈਨੂੰ ਮੈਂ ਕੀਰਤਨ ਤੋਂ ਪ੍ਰਸ਼ਾਦਾ ਨਹੀਂ ਛਕਦਾ, ਮੈਂ ਗ੍ਰੰਥੀ ਬਣ ਕੇ ਪ੍ਰਸ਼ਾਦਾ ਨਹੀਂ ਸਕਦਾ, ਮੇਰੇ ਘਰ ਚ ਸਾਰਾ ਕੁਛ ਆ, ਫਿਰ ਉਹ ਖੁੱਲ ਕੇ ਆਜ਼ਾਦ ਹੋ ਕੇ ਵੀ ਗੱਲ ਕਰ ਸਕਦਾ। ਇਹ ਵੀ ਗੱਲ ਹੈਗੀ ਭਾਈ ਸਾਹਿਬ, ਜਿਹੜਾ ਬੰਦਾ ਆਪਣੀ ਕੌਮ ਦੀ ਗੱਲ ਕਰੇਗਾ ਨਾ, ਮੈਦਾਨ ਵਿੱਚ ਨਿਤਰੇਗਾ, ਕੌਮ ਉਹਨੂੰ ਭੁੱਖਾ ਨਹੀਂ ਜਾਂ ਮਰਨ ਦਿੰਦੇ, ਨਹੀਂ ਮਰਨ ਦਿੰਦੇ। ਪੱਕੀ ਗੱਲ ਹੈਗੀ, ਲਾਈਨ ਟੱਪਣੀ ਪੈਣੀ ਆ। ਬਿਲਕੁਲ, ਇਹ ਲਾਈਨ ਟੱਪਣੀ ਪੈਣੀ ਆ। ਇਹ ਬੜੀ ਛੋਟੀ ਜੀ ਗੱਲ ਹੈਗੀ ਆ, ਇੱਕ ਪਰਦਾ ਹੀ ਹੈਗਾ ਭਰਮ ਦਾ। ਇਹ ਤੋੜ ਕੇ ਅੱਗੇ ਲੰਘ ਜਾਓ ਨਾ, ਮਾਰੇ ਕਹਿੰਦੇ ਆ ਜਾ ਤੂੰ, ਜੇ ਤੂੰ ਮੇਰਾ ਹੋਏ ਰੇ ਸਭ ਜਗ ਤੇਰਾ ਹੋਏ, ਹੋ ਤੇ ਸਹੀ ਟੱਪ ਕੇ ਦੇਖ ਤੂੰ ਇੱਕ ਵਾਰ। ਬਾਬਾ ਦੀਪ ਸਿੰਘ ਨੇ ਟਪਾਈ ਨਾ, ਅੱਜ ਦੇਖੋ ਕਿਵੇਂ ਨਤਮਸਤਕ ਹੁੰਦੇ ਆ, ਮੱਥਾ ਟੇਕਣ ਤੋਂ ਪਹਿਲਾਂ ਜਾਂਦੇ ਆ। ਭਾਈ ਸਾਹਿਬ ਜਦੋਂ ਮੈਨੂੰ ਦਰਬਾਰ ਸਾਹਿਬ ਉਦੋਂ ਰਾਮ ਰਹੀਮ ਵਾਲੇ ਮਸਲੇ ਦੇ ਵਿੱਚ ਜਦੋਂ ਸਸਪੈਂਡ ਕੀਤਾ ਨਾ, 5 ਪਿਆਰਿਆਂ ਦੇ ਨਾਲ, 5 ਪਿਆਰੇ ਅਕਾਲ ਤਖਤ ਦੇ ਸਸਪੈਂਡ ਕੀਤੇ ਸੀ ਜੀ। ਉਹ ਸਸਪੈਂਡ ਕੀਤੇ ਤੇ ਬਾਅਦ ਦੇ ਵਿੱਚ ਨਾ 2-4 ਰਾਗੀ ਹੋਰ ਦਰਬਾਰ ਸਾਹਿਬ ਦੇ ਤਿਆਰ ਹੋ ਗਏ। ਮੈਨੂੰ ਤੇ ਇੱਕ ਭਾਈ ਕਾਰ ਸਿੰਘ ਰਾਗੀ, ਦੋਵਾਂ ਨੂੰ ਸਸਪੈਂਡ ਕੀਤਾ ਸੀ 5 ਪਿਆਰਿਆਂ ਦੇ ਨਾਲ। ਤੇ ਉਸ ਵਕਤ ਨਾ 4-5 ਰਾਗੀ ਹੋਰ ਤਿਆਰ ਹੋ ਗਏ ਵੀ ਅਸੀਂ ਵੀ ਅਸਤੀਫਾ ਦੇਵਾਂਗੇ ਉਹਨਾਂ 'ਚ ਮਾੜਾ ਜਿਹਾ ਦਰਦ ਹੈਗਾ ਸੀ ਪੰਥ ਦਾ, ਉਹ ਵੀ ਨਾਲ ਖੜ ਗਏ ਆ ਗਏ। ਤੇ ਪ੍ਰਧਾਨ ਮੱਕੜ ਨੂੰ ਪਤਾ ਲੱਗ ਗਿਆ ਵੀ ਇਹ ਨਾ ਵੀ ਰਾਗੀ ਹੋਰ ਵੀ ਅਸਤੀਫਾ ਜੇ ਦੇ ਦੇਣਗੇ ਤੇ ਬੜੀ ਜ਼ਿਆਦਾ ਬੇਇੱਜ਼ਤੀ ਹੋਣੀ ਆ। ਉਹਨੇ ਅਗਲੇ ਦਿਨ ਹੀ ਨਾ ਭਾਈ ਰਵਿੰਦਰ ਸਿੰਘ ਨੂੰ ਕਿਹਾ ਵੀ ਮੀਟਿੰਗ ਕਰੋ, ਮੈਂ ਮੀਟਿੰਗ 'ਚ ਪੈਂਦਾ ਤੇ ਲੈ ਕੇ ਆਓ ਸਾਰੇ ਰਾਗੀ ਸਿੰਘਾਂ ਨੂੰ। ਉਹਨੇ ਦੂਸਰੇ ਤੀਸਰੇ ਸਸਪੈਂਡ ਕਰਨ ਤੋਂ ਤੀਸਰੇ ਦਿਨ ਬਾਅਦ ਇੱਕ ਮੀਟਿੰਗ ਰੱਖੀ। ਮੀਟਿੰਗ 'ਚ ਮੈਂ ਤੇ ਭਾਈ ਕਾਰ ਸਿੰਘ ਵੀ ਗਏ, ਸਾਰੀ ਰਾਗੀ ਜਥੇ ਵੀ ਅੱਗੇ ਬੈਠੇ ਹੈਗੇ। ਹੁਣ ਜਦੋਂ ਮੱਕੜ ਕਹਿੰਦਾ ਵੀ ਦੱਸੋ ਗੱਲ ਕੀ ਹੈਗੀ, ਮਸਲਾ ਕੀ ਤੁਹਾਡਾ, ਉਹ ਰਾਗੀ ਸਿੰਘ ਕਹਿੰਦਾ ਮਸਲਾ ਇਹ ਹੈਗਾ ਵੀ ਤੁਸੀਂ ਸਾਡੇ ਰਾਗੀ ਸਿੰਘ ਸਸਪੈਂਡ ਕੀਤੇ, ਆਪਣੀ ਗੱਲ ਨਹੀਂ ਕੀਤੀ, ਉਧਰ ਨੂੰ ਕਰਤੀ ਹੋਊਗਾ। ਆਹੋ ਵੀ ਤੁਸੀਂ ਇਹਨਾਂ ਨੂੰ ਬਹਾਲ ਕਰੋ ਦੁਬਾਰਾ, ਠੀਕ ਆ। ਤੇ ਉਹ ਮੱਕੜ ਕਹਿੰਦਾ ਠੀਕ ਆ, ਕਹਿੰਦਾ ਲਿਆਓ ਕਾਗਜ਼, ਇਹਨਾਂ ਨੂੰ ਕੱਢੋ, ਹੁਣੇ ਬਹਾਲ ਕਰੋ ਦੋਵਾਂ ਨੂੰ। ਉਹ ਜੇ ਸਕਦਾ ਸੀ ਫਿਰ ਮਾਰਿਆ ਟੇਬਲ ਤੇ ਹੱਥ, ਆਈ ਕਿ ਮੱਕੜ ਸਾਹਿਬ ਬੇਨਤੀ ਨਹੀਂ ਹੋਣੀ, ਅਸੀਂ ਬਹਾਲ ਨਹੀਂ ਹੋਣਾ। ਗੱਲ ਕਰੋ ਸਿੱਧੀ, ਜਿਹੜੀ ਮੈਂ ਕਿਹਾ ਗੱਲ ਕਰੋ ਸਿੱਧੀ ਵੀ ਜਿਹੜਾ ਤੁਸੀਂ 5 ਪਿਆਰੇ ਸਸਪੈਂਡ ਕੀਤੇ ਆ ਨਾ, ਇਹ ਜਿਹੜਾ ਨਾ ਪਹਿਲਾਂ ਜੇ 5 ਪਿਆਰੇ ਬਹਾਲ ਹੋਣਗੇ ਤੇ ਅਸੀਂ ਹੋਵਾਂਗੇ, ਜੇ 5 ਪਿਆਰੇ ਬਹਾਲ ਨਹੀਂ ਹੋਣਗੇ ਅਸੀਂ ਨਹੀਂ ਹੋਣਾ। ਇਹ ਆ ਗੁਰੂ ਦਾ ਪੈ। ਹਾਂਜੀ, ਗੁਰੂ ਸਾਹਿਬ ਨੇ ਆਪ ਬਖਸ਼ੀ ਕਿਰਪਾ, ਜੇ ਸਾਡੀ ਔਕਾਤ ਕੋਈ ਨਹੀਂ ਹੈ। ਮਹਾਰਾਜ ਨੇ ਪ੍ਰਕਾਸ਼ ਬਖਸ਼ਿਆ ਤੇ ਉਹ ਪ੍ਰਕਾਸ਼ ਦੇ ਵਿੱਚ ਬਖਸ਼ਿਸ਼ ਕਰ ਦਿੱਤੀ ਤੇ ਕਹਿ ਦਿੱਤਾ ਵੀ ਆਹੀਂ ਭਾਈ ਬਹਾਲੀ ਨਹੀਂ ਚਾਹੁੰਦੇ ਹੈਗੇ, ਆਹੀ ਸ਼੍ਰੋਮਣੀ ਕਮੇਟੀ ਦੀ ਨੌਕਰੀ ਸਾਡੇ ਵਾਸਤੇ ਕੋਈ ਅਹਿਮੀਅਤ ਨਹੀਂ ਰੱਖਦੀ, ਗੁਰੂ ਰਾਮਦਾਸ ਦੀ ਕਿਰਪਾ ਅਹਿਮੀਅਤ ਰੱਖਦੀ ਹੈ, ਜਿਹਦੇ ਸ਼ਬਦ ਦਾ ਖਾਂਦੇ ਆ ਉਹਦੇ ਵਾਸਤੇ ਹੁਣ ਭੌਂਕਣਾ ਵਾ ਅਸੀਂ ਤੈਅ ਕਰ ਲਿਆ, ਠੀਕ ਆ ਜੀ। ਫਿਰ ਮੱਕੜ ਇਸ ਗੱਲ ਤੋਂ ਹੈਰਾਨ ਹੋਇਆ ਸੀ, ਉਸ ਦੇ ਦਿਲ ਦੇ ਵਿੱਚ ਸਾਡੇ ਪ੍ਰਤੀ ਅਦਬ ਵੀ ਬਣ ਗਿਆ ਸੀ ਵੀ ਯਾਰ ਕਮਾਲ ਹੈਗੀ ਆ ਵੀ ਇਹ ਬੰਦਿਆਂ ਨੇ ਇੰਨਾ ਵੱਡਾ ਸਟੈਂਡ ਲਿਆ ਤੇ ਸੱਚਮੁੱਚ ਹੀ ਲਿਆ ਹੈਗਾ। ਬਿਲਕੁਲ ਠੀਕ ਲਿਆ। ਫਿਰ ਜੀ ਉਹ ਕਹਿੰਦਾ ਫਿਰ ਕੀ ਕੀਤਾ ਜਾਵੇ, ਅਸੀਂ ਕਿਹਾ ਜਦੋਂ 5 ਪਿਆਰੇ ਬਹਾਲ ਹੋ ਜਾਣਗੇ ਉਦੋਂ ਸਾਨੂੰ ਵੀ ਕਰ ਦਿਓ, ਤੇ ਵਰਨਾ ਅਸੀਂ ਨਹੀਂ ਜੇ ਹੁਣ ਡਿਊਟੀ ਕਰਨੀ ਤੁਹਾਡੀ। 5 ਪਿਆਰੇ ਬਹਾਲ ਹੋ ਗਏ, ਕੁਝ ਸਮੇਂ ਬਾਅਦ ਅਸੀਂ ਵੀ ਬਹਾਲ ਹੋ ਗਏ। ਮੈਨੂੰ ਚਿੱਠੀ ਆਈ ਬਹਾਲੀ ਦੀ ਘਰ, ਮੈਂ ਚਿੱਠੀ ਲੈ ਕੇ ਦਫ਼ਤਰ 'ਚ ਪਤਾ ਕੀਤਾ, ਮੱਕੜ ਆਇਆ ਸੀ ਤੇ ਅਵਤਾਰ ਸਿੰਘ ਮੱਕੜ ਪ੍ਰਧਾਨ, ਮੈਂ ਚੱਲ ਗਿਆ ਮਿਲਣ ਵਾਸਤੇ। ਜਦੋਂ ਗਿਆ ਤੇ ਅਵਤਾਰ ਸਿੰਘ ਮੱਕੜ ਆਮ ਸਾਰਿਆਂ ਨਾਲ ਬੈਠਾ ਸੀ ਆਪਣੇ ਮੈਂਬਰਾਂ ਦੇ ਨਾਲ। ਜਿਸ ਵਕਤ ਉਹਨੇ ਕਿਹਾ ਵੀ ਭਾਈ ਹਰਚਰਨ ਸਿੰਘ ਪਿਤਾ ਨੂੰ ਮਿਲਣਾ ਚਾਹੁੰਦਾ ਰਾਗੀ ਸਿੰਘ, ਉਹ ਮੱਕੜ ਕਹਿੰਦਾ ਫਿਰ ਮੈਂ ਮਿਲਦਾ। ਉਹਦੇ ਦਿਲ 'ਚ ਹੈਗਾ ਵੀ ਇੱਥੇ ਕਿਤੇ ਇੱਥੇ ਸਭਾ ਦੇ ਵਿੱਚ ਮੇਰੀ ਬੇਇੱਜ਼ਤੀ ਨਾ ਕਰਦੇ। ਤੇ ਅਵਤਾਰ ਸਿੰਘ ਪ੍ਰਧਾਨ ਮੱਕੜ ਆਇਆ ਤੇ ਮੇਰਾ ਗੁੱਟ ਫੜ ਕੇ ਮੈਨੂੰ ਆਪਣੇ ਬੈਡਰੂਮ 'ਚ ਲੈ ਗਿਆ। ਉੱਥੇ ਬੈਡਰੂਮ ਹੈਗਾ ਨਾਲ ਹੀ ਸੀ, ਬੈਡਰੂਮ 'ਚ ਲੈ ਗਿਆ ਇਕੱਲਾ, ਤੇ ਲਾਗੇ 2 ਸਕੱਤਰ ਬੈਠੇ ਸੀ ਉਹਦੇ। ਕਹਿੰਦਾ ਵੀ ਮੱਕੜ ਕਹਿੰਦਾ ਵੀ ਹਾਂ ਪੁੱਤਰ ਗੱਲ ਦੱਸ ਕੀ ਗੱਲ ਹੈਗੀ ਵੀ ਬਹਾਲ ਤੇ ਕਰਤਾ ਤੁਹਾਨੂੰ। ਮੈਂ ਪ੍ਰਧਾਨ ਸਾਹਿਬ ਮੈਂ ਅੱਜ ਇੱਕ ਤੁਹਾਨੂੰ ਕੋਈ ਗੱਲ ਕਹਿਣਾ ਚਾਹੁੰਦਾ। ਕਹਿੰਦੇ ਮੈਂ ਵੀ ਤੈਨੂੰ ਬਹਾਲ ਤੇ ਤੁਸੀਂ ਮੈਨੂੰ ਕਰ ਦਿੱਤਾ, ਪਰ ਮੈਂ ਹੁਣ ਨੌਕਰੀ ਨਹੀਂ ਕਰਨੀ, ਮੈਂ ਚਾਕਰੀ ਕਰਨਾ ਚਾਹੁੰਦਾ। ਮੱਕੜ ਕਹਿੰਦਾ ਵੀ ਇਹਦਾ ਮਤਲਬ ਕੀ ਹੋਇਆ? ਮੈਂ ਵੀ ਮੈਂ ਐਸਜੀਪੀਸੀ ਦੀ ਨੌਕਰੀ ਨਹੀਂ ਕਰਨਾ ਚਾਹੁੰਦਾ, ਮੈਂ ਗੁਰੂ ਰਾਮਦਾਸ ਮਹਾਰਾਜ ਦੀ ਚਾਕਰੀ ਕਰਨਾ ਚਾਹੁੰਦਾ। ਕਹਿੰਦਾ ਚਾਕਰੀ ਦਾ ਮਤਲਬ? ਮੈਂ ਬਿਨਾਂ ਤਨਖਾਹ ਗੁਰੂ ਰਾਮਦਾਸ ਦੇ ਘਰ ਕੀਰਤਨ ਕਰਨਾ, ਮੇਰੀ 11 ਰੁਪਈਆ ਤਨਖਾਹ ਹੋਊਗੀ। ਗੁਰੂ ਪਾਤਸ਼ਾਹ
ਤੇ ਬਿਨਾਂ ਤਨਖਾਹ ਤੋਂ ਮੈਂ ਸੇਵਾ ਕਰਨਾ ਚਾਹੁੰਦਾ, ਕਿਉਂਕਿ ਤਨਖਾਹ ਦੇ ਕੇ ਤੁਸੀਂ ਮੈਨੂੰ 2% ਦਾ ਨੌਕਰ ਸਮਝਦੇ ਫਿਰ ਬਾਂਹ ਮਰੋੜੋਗੇ ਕਦੇ? ਫਿਰ ਬਾਂਹ ਮਰੋੜੋਗੇ। ਮੈਂ ਨੌਕਰ ਨਹੀਂ ਬਣਨਾ ਚਾਹੁੰਦਾ, ਹੁਣ ਮੈਂ ਚਾਕਰ ਬਣਨਾ ਚਾਹੁੰਦਾ, ਮੈਂ ਤਨਖਾਹ ਤੋਂ ਬਿਨਾਂ ਸੇਵਾ ਕਰਨਾ ਚਾਹੁੰਦਾ। ਉਹ ਕਹਿੰਦਾ ਨਹੀਂ ਤੇਰੇ ਯਾਰ ਬੱਚੇ ਹੈਗੇ ਆ, ਤੇ ਇਹ ਥੋੜੀ ਗੱਲ ਹੈਗੀ ਮਾਇਆ ਦੀ ਜ਼ਰੂਰਤ। ਮੈਂ ਕਿਹਾ ਮਾਇਆ ਦੀ ਜ਼ਰੂਰਤ ਮੇਰੀ ਗੁਰੂ ਰਾਮਦਾਸ ਵੈਸੇ ਪੂਰੀ ਕਰ ਦਿੰਦਾ, ਤੇ ਮੈਂ ਹੁਣ ਤਨਖਾਹ ਲੈ ਕੇ ਨਹੀਂ ਕਰਨਾ ਚਾਹੁੰਦਾ। ਉਹ ਕਹਿੰਦਾ ਨਹੀਂ ਤੁਸੀਂ ਸੇਵਾ ਕਰੋ, ਜੇ ਕੋਈ ਪ੍ਰੋਬਲਮ ਆਉਂਦੀ ਮੈਨੂੰ ਦੱਸ, ਮੈਂ ਸਾਰਿਆਂ ਨੂੰ ਇੱਥੇ ਸਕੱਤਰ ਕਹਿੰਦਾ ਯਾਰ ਖਿਆਲ ਰੱਖਣਾ, ਕੋਈ ਗੱਲਬਾਤ ਨਹੀਂ ਹੋਣੀ ਚਾਹੀਦੀ। ਮੈਂ ਨਹੀਂ ਪ੍ਰਧਾਨ ਸਾਹਿਬ ਮੇਰੀ ਇਹੀ ਆਖਰੀ ਮੰਗ ਹੈਗੀ ਵੀ ਮੈਂ ਬਿਨਾਂ ਤਨਖਾਹ ਸੇਵਾ ਕਰਨ। ਉਹ ਕਹਿੰਦਾ ਇਹ ਨਹੀਂ ਹੋ ਸਕਦਾ। ਉਸ ਤੋਂ ਬਾਅਦ ਮੈਂ ਉੱਥੇ ਰਿਹਾ 2-3 ਮਹੀਨੇ ਲਗਾਤਾਰ, ਉਹਨਾਂ ਮੇਰੀ ਹਾਜ਼ਰੀ ਨਹੀਂ ਪਾਈ ਦਰਬਾਰ ਸਾਹਿਬ, ਕਿਉਂਕਿ ਅਸਲੀ ਕਮਾਂਡ ਤੇ ਉੱਤੇ ਹੈਗੀ ਸੀ। ਮੱਕੜ ਕੀ ਕਰ ਸਕਦਾ, ਮੱਕੜ ਦੀ ਜ਼ਰੂਰਤ ਕੀ ਸੀ, ਅਸਲੀ ਕਮਾਂਡ ਉੱਤੇ ਸੀ, ਉੱਤੇ ਵਾਲੇ ਹਾਜ਼ਰੀ ਪੈਣ ਨਹੀਂ ਸੀ ਦਿੰਦੇ। ਤੇ ਫਿਰ ਮੈਂ ਜੀ ਇੱਥੇ ਆਇਆ ਤੇ ਅਚਾਨਕ ਕਦੇ ਅਮਰੀਕਾ ਸੈਨ ਹੋ ਜੇ ਵਾਲੇ ਪ੍ਰਬੰਧਕ ਕਹਿੰਦੇ ਸਾਨੂੰ ਦਰਬਾਰ ਸਾਹਿਬ ਦਾ ਰਾਗੀ ਜਥਾ ਚਾਹੀਦਾ ਵਧੀਆ। ਸਭ ਕੁਝ ਹੋ ਗਿਆ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਇੱਧਰ ਗੁਰੂ ਮਹਾਰਾਜ ਜੀ ਬੰਨੇ ਬੇਅੰਤ ਹੈਗੇ। ਮਹਾਰਾਜ ਕਹਿੰਦੇ ਲੈ ਫਿਰ ਤੂੰ ਜੇ ਚਾਕਰੀ ਕਰਨਾ ਚਾਹੁੰਦਾ ਤੈਨੂੰ ਚਾਕਰੀ ਕਰਾਉਣੇ ਆ, ਚਾਕਰੀ ਕਰਾਉਂਦੇ ਆ। ਖਬਰਾਂ ਤੋਂ ਬਾਅਦ ਕੀਰਤਨ ਦੀ ਗੱਲਬਾਤ ਭਾਈ ਸਾਹਿਬ ਤੋਂ ਕਿ ਕੀਰਤਨ ਕਿਵੇਂ ਹੋਣਾ ਚਾਹੀਦਾ, ਕੀਰਤਨ ਕਿਸ ਤਰ੍ਹਾਂ ਹੁੰਦਾ ਹੈ, ਤੰਤੀ ਸਾਜ਼ ਕੀ ਨੇ, ਕਲਾਸੀਕਲ ਕੀਰਤਨ ਕੀ ਹੈ, ਗੁਰੂ ਸਾਹਿਬ ਕਿਵੇਂ ਬਖਸ਼ਿਸ਼ ਕਰਦੇ ਨੇ, ਗੁਰੂ ਦਾ ਕੀਰਤਨੀਆ, ਗੁਰੂ ਦੀ ਕੀਰਤੀ ਕਰਨ ਵਾਲਾ ਯੋਧੇ ਜਿਹੜੇ ਨੇ ਇਹ ਸਿੰਘ ਕਿਹੋ ਜਿਹੇ ਹੋਣੇ ਚਾਹੀਦੇ ਨੇ। ਕਿਸੇ ਪਤਤ ਦੀ ਅਰਦਾਸ ਦੇ ਵਿੱਚ ਸ਼ਾਮਲ ਹੋ ਕੇ ਕਹਿਣਾ ਵੀ ਇਹਨੂੰ ਚਰਨਾਂ 'ਚ ਨਿਵਾਸ ਬਖਸ਼ੀ 4 ਦਮੜਿਆਂ ਖਾਤਰ, ਉਹਦਾ ਫਰਕ ਕੀ ਹੈ? ਤੇ ਕੀਰਤਨੀਆ ਸਿੰਘ ਜ਼ਿੰਦਗੀ 'ਚ ਹੋਰ ਸੰਪੂਰਨ ਕਿਵੇਂ ਹੋ ਸਕਦਾ? ਇਹ ਨਹੀਂ ਹੈ ਵੀ ਉਹ ਹਰ ਵਕਤ ਇਸ 'ਚ ਰਹੇ, ਗੁਰੂ ਦੇ ਭੈ 'ਚ ਰਹੇ, ਪਰ ਉਹਦੇ ਰੰਗ ਨੇ ਹੋਰ। ਭਾਈ ਸਾਹਿਬ ਹੋਣੀ ਦਾ ਮੈਂ ਪੜ੍ਹ ਰਿਹਾ ਸੀ ਬਲੌਗ, ਮੈਂ ਸਵਿਮਿੰਗ ਕਰਦਾ, ਸ਼ਸਤਰਾਂ ਦਾ ਮੈਨੂੰ ਸ਼ੌਕ ਹੈ, ਮੈਨੂੰ ਬੜਾ ਵਧੀਆ ਲੱਗਿਆ। ਮੈਂ ਪਿਛਲੇ 5-4 ਸਾਲ ਤੋਂ ਜਦ ਦੀ ਇਹਨਾਂ ਦੀ YouTube, ਉਹਨਾਂ ਤੇ ਇਹਨਾਂ ਦੇ ਬਲੌਗ, ਇਹਨਾਂ ਦੀਆਂ ਸੈਰਾਂ ਪਿੰਡਾਂ ਦੇ ਵਿੱਚ, ਅਮਰੀਕਾ ਦੇ ਵਿੱਚ ਗੇੜੇ, ਇਹਨਾਂ ਦਾ ਇੱਕ ਰੰਗ ਹੈ, ਅਲੱਗ ਕਿਸਮ ਦਾ ਇਹਨਾਂ ਦਾ ਸੁਭਾਅ ਹੈ। ਹੁਣੇ ਵਪਾਰ ਆਪਣੇ ਖਬਰਾਂ ਤੋਂ ਬਾਅਦ 5-7 ਮਿੰਟਾਂ ਤੋਂ ਬਾਅਦ ਫਿਰ 10-15 ਮਿੰਟ ਗੱਲਬਾਤ ਹੋਰ ਕਰਾਂਗੇ, ਫਿਰ ਸੰਪੂਰਨ ਕਰਾਂਗੇ। ਗੁਰੂ ਘਰ ਦੇ ਕੀਰਤਨੀਏ ਭਾਈ ਸਾਹਿਬ ਭਾਈ ਹਰਚੰਦ ਸਿੰਘ ਖਾਲਸਾ, BHS ਖਾਲਸਾ ਉਹਨਾਂ ਦਾ YouTube ਚੈਨਲ ਹੈ, ਜਿੱਥੇ ਉਹਨਾਂ ਦਾ ਇਹ ਪ੍ਰਤਿਭਾ, ਉਹਨਾਂ ਦਾ ਵਿਅਕਤੀਤਵ, ਉਹਨਾਂ ਦੀ ਵੰਨਗੀ ਤੁਸੀਂ ਕੀਰਤਨ ਸੁਣ ਸਕਦੇ ਹੋ। ਬਾਕੀ ਗੁਰੂ ਘਰ ਦੇ ਵਿੱਚ ਕੀਰਤਨ ਹਰ ਰੋਜ਼ ਕਰ ਰਹੇ ਨੇ ਉਹ, ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਸਰੀ ਡੈਲਟਾ ਦੇ ਵਿੱਚ। ਬਸ ਮੈਂ ਕੁਛ ਹੁਣ ਕੀਰਤਨ ਦੇ ਬਾਰੇ ਉਹਨਾਂ ਨਾਲ ਗੱਲਬਾਤ ਕਰਨੀ ਚਾਹੁੰਦਾ। ਜ਼ਿੰਦਗੀ ਉਹਨਾਂ ਨੇ ਦੱਸਤੀ ਕਿ ਕੀਰਤਨੀਆ ਕਿਹੋ ਜਿਹਾ ਹੋਣਾ ਚਾਹੀਦਾ। ਗੱਲਾਂ ਦੇ ਵਿੱਚੋਂ ਵਿਚਾਰ ਤੁਹਾਡੇ ਤੱਕ ਆ ਗਏ, ਪ੍ਰਤਿਭਾ ਤੁਸੀਂ ਵੇਖ ਲਈ, ਗੁਰੂ ਦਾ ਭੈ ਤੇ ਗੁਰੂ ਦਾ ਸਤਿਕਾਰ ਤੇ ਚੜ੍ਹਦੀ ਕਲਾ ਦਾ, ਰੋਟੀਆਂ ਕਾਰਨ ਪੂਰੇ ਤਾਲ ਦੀ ਚੀਜ਼ ਤੋਂ ਬਾਹਰ ਰਹਿ ਕੇ ਕਿਵੇਂ ਇੱਕ ਪ੍ਰਚਾਰਕ ਜ਼ਿੰਦਗੀ 'ਚ ਵਿਚਰ ਸਕਦਾ, ਉਹਨਾਂ ਨੇ ਦੱਸਤਾ। ਅੱਛਾ ਭਾਈ ਸਾਹਿਬ, ਜਿਹੜਾ ਕੀਰਤਨ ਕਰਨ ਦੀ ਵਿਧੀ ਹੈ, ਹੁਣ ਅਸੀਂ ਤਾਂ ਗੁਰਦੁਆਰਾ ਸਾਹਿਬ ਜਾਂਦੇ ਆ, ਕੋਈ ਤੰਤੀ ਰਾਗਾਂ 'ਚ ਕੀਰਤਨ ਕਰਦਾ ਹੈ, ਕੋਈ ਕਲਾਸੀਕਲ ਕਰਦਾ ਹੈ, ਕੋਈ ਅਲੱਗ ਟਿਊਨਸ ਤੇ ਕਰਦਾ ਹੈ। ਅਸਲ ਕੀਰਤਨ ਜਿਹੜਾ ਹੈ, ਜਿਹੜਾ ਗੁਰੂ ਘਰ ਦੀ ਮਰਿਆਦਾ ਅਨੁਸਾਰ ਕਿਸ ਤਰ੍ਹਾਂ ਦਾ ਕੀਰਤਨ ਹੋਣਾ ਚਾਹੀਦਾ? ਕੀਰਤਨ ਤੇ ਦਰਅਸਲ ਜਿਹੜਾ ਬਾਰੇ ਦਿੱਤਾ ਸੀਗਾ ਗੁਰਮਤਿ ਸੰਗੀਤ ਆ, ਉਹ ਜਿਹੜਾ ਸਾਡਾ ਜਿਹੜਾ ਪੁਰਾਤਨ ਚੱਲਿਆ ਆ ਰਿਹਾ ਸੀ ਵਿਰਸਾ ਗੁਰਮਤਿ ਸੰਗੀਤ ਦਾ, ਕਲਾਸੀਕਲ ਹੈਗਾ ਹਨਾ। ਅੱਛਾ ਜੀ। ਉਹਦੀ ਬੁਨਿਆਦ ਜਿਹੜੀ ਆ, ਬੇਸ ਜਿਹੜਾ ਕਲਾਸੀਕਲ ਹੋਣਾ ਉਹੀ ਹੈ ਜੀ। ਜਿਸ ਨੂੰ ਕੀਰਤਨ ਕਹਿੰਦੇ ਆ ਨਾ, ਬੇਸ਼ੱਕ ਬੰਦਾ ਕਲਾਸੀਕਲ ਗਾਉਂਦਾ ਹੋਵੇ, ਉਹ ਚਾਹੇ ਸਿੱਧੀਆਂ ਧਾਰਨਾ ਚ ਗਾਉਂਦਾ ਹੋਵੇ ਜੀ, ਜੇਕਰ ਕੀਰਤਨ ਦੇ ਵਿੱਚ ਉਹ ਕੀਰਤਨ ਜਿਹੜਾ ਮਹਾਰਾਜ ਕਹਿੰਦੇ ਠਾਕੁਰ ਗਾਈਏ ਆਤਮ ਰੰਗ, ਜੇ ਕੀਰਤਨ ਦੇ ਵਿੱਚ ਆਤਮ ਰੰਗ ਨਹੀਂ ਹੈਗਾ ਤੇ ਫਿਰ ਕਲਾਸੀਕਲ ਵੀ ਕੋਈ ਅਹਿਮੀਅਤ ਨਹੀਂ ਰੱਖਦਾ, ਧਾਰਨਾ ਵੀ ਕੋਈ ਅਹਿਮੀਅਤ ਨਹੀਂ ਰੱਖਦੀ। ਗੱਲ ਤੋਂ ਉੱਪਰਲੀ ਉਹ ਗੱਲ ਰਹਿ ਗਈ ਬਸ। ਆਹ ਗੱਲ ਹੈਗੀ ਵੀ ਠਾਕੁਰ ਗਾਈਏ ਆਤਮ ਰੰਗ। ਮਹਾਰਾਜ ਕਹਿੰਦੇ ਤੂੰ ਕਲਾਸੀਕਲ ਗਾਵੇਂ ਚਾਹੇ ਸਿੱਧਾ ਗਾਵੇਂ। ਪੁਰਾਤਨ ਸਮੇਂ ਦੇ ਵਿੱਚ ਸਿਰਫ ਰਬਾਬੀਆਂ ਦੇ ਕੋਲ ਕੀਰਤਨ ਹੁੰਦਾ ਸੀ। ਠੀਕ। ਰਬਾਬੀਆਂ ਤੋਂ ਕੀਰਤਨ ਸੰਗਤ ਸੁਣਦੀ ਹੁੰਦੀ ਸੀ। ਜਿਹੋ ਜਿਹਾ ਕੀਰਤਨ ਹੁੰਦਾ ਸੀ ਉਹੋ ਜਿਹਾ ਉਸ ਸਰੋਤ ਦਾ ਮਿਆਰ ਹੁੰਦਾ। ਠੀਕ। ਭਾਈ ਸਾਹਿਬ, ਇੱਕ ਨਾ ਹੋਰ ਵੀ ਵਿਚਾਰਨ ਵਾਲੀ ਗੱਲ ਹੈ ਕਿ ਵੀ ਇੱਕ ਨਾ ਕੁਦਰਤੀ ਨਿਯਮ ਹੈਗਾ ਜੀ, ਹਰ ਇੱਕ ਕਲਾ ਦੇ ਵਿੱਚ ਨਾ ਬਦਲਾਵ ਆਉਂਦਾ ਸਮੇਂ ਮੁਤਾਬਕ ਆਉਂਦਾ। ਠੀਕ ਹੈ। ਅੱਜ ਦੀ ਪੇਂਟਿੰਗ ਲਾ ਲਓ, ਸ਼ਾਇਰੀ ਲੈ ਲਓ, ਕੁਝ ਵੀ ਲੈ ਲਓ, ਭਾਸ਼ਾਵਾਂ ਦੇ ਵਿੱਚ ਬਦਲਾਵ ਆ ਜਾਂਦਾ ਹੈ ਨਾ। ਠੀਕ। ਹੁਣ ਪੁਰਾਤਨ ਪੰਜਾਬ ਦੀ ਭਾਸ਼ਾ ਹੋਰ ਸੀ, ਅੱਜ ਦੀ ਹੋਰ ਹੈਗੀ, ਉਹੀ ਪੰਜਾਬੀ ਜਿਹੜੀ। ਬਿਲਕੁਲ ਠੀਕ। ਸੋ ਅੱਜ ਜੇ ਅਸੀਂ ਨਵੀਨ ਕੀਰਤਨ ਵੀ ਕਹਿੰਦੇ ਆ ਨਾ, ਨਵੀਨ ਕੀਰਤਨ ਦੇ ਵਿੱਚ ਵੀ ਜੇਕਰ ਸਹਿਜ ਹੈ ਨਹੀਂ ਆ, ਆਤਮ ਰੰਗ ਹੈ ਨਹੀਂ ਆ, ਤੇ ਉਹ ਕੀਰਤਨ ਨਹੀਂ ਹੈਗਾ, ਉਹ ਫਿਰ ਰੋਟੀਆਂ ਕਾਰਨ ਪੂਰੇ ਤਾਲ ਬਣ ਜਾਂਦਾ ਹੈਗਾ। ਮਹਾਰਾਜ ਕਹਿੰਦੇ ਜੇਕਰ ਚਾਹੇ ਤੂੰ ਕਲਾਸੀਕਲ ਗਾ, ਚਾਹੇ
ਧਾਰਨਾ ਨਾਲ ਗਾ, ਚਾਹੇ ਸਿੱਧਾ ਕੀਰਤਨ ਕਰ, ਜਿਵੇਂ ਕੀਰਤਨ ਕਰਨਾ ਜੀ। ਕੀਰਤਨ ਦੇ ਵਿੱਚ ਤੇਰੇ ਆਤਮ ਰੰਗ ਹੋਣਾ ਚਾਹੀਦਾ। ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿੱਤ ਲਾਏ ਕਿਹਾ ਹੈਗਾ ਉੱਥੇ। ਤੇ ਕਹਿ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ, ਜੇ ਚੇਤ ਹੀ ਨਹੀਂ ਲੱਗਾ ਹੈਗਾ ਜਿੰਨੇ ਮਰਜ਼ੀ ਤਾਨੇ ਪਲਟੇ ਮਾਰ ਲਓ, ਜਿੰਨਾ ਮਰਜ਼ੀ ਤੰਤੀ ਸਾਜ਼ ਵਜਾ ਲਓ, ਗੱਲ ਨਹੀਂ ਬਣਨੀ। ਕੀਰਤਨ ਇਹ ਹੈਗਾ ਵੀ ਭਾਵੇਂ ਤੰਤੀ ਸਾਜ਼ਾਂ ਨਾਲ ਤੂੰ ਕਰ ਰਿਹਾ, ਚਾਹੇ ਜਿਸ ਵਿਧੀ ਨਾਲ ਵੀ ਤੂੰ ਕੀਰਤਨ ਕਰ ਰਿਹਾ ਹੈਗਾ, ਉਹਦੇ 'ਚ ਜੇਕਰ ਤੇਰਾ ਆਤਮ ਰੰਗ ਹੈ ਨਹੀਂ ਆ। ਇੱਕ ਮੇਰੇ ਅਨੁਭਵ ਦੇ ਵਿੱਚ ਅੱਜ ਤੱਕ ਮਹਾਰਾਜ ਜੀ ਨੇ ਹੁਣ ਤੱਕ ਇਹ ਸਮਝ ਪਾਈ ਆ ਜੀ, ਇੱਕ ਦਿਮਾਗ ਤੋਂ ਗਾਉਣਾ ਹੁੰਦਾ, ਇੱਕ ਹਿਰਦੇ ਤੋਂ ਗਾਉਣਾ ਹੁੰਦਾ। ਜਿਸ ਵਕਤ ਬੰਦਾ ਦਿਮਾਗ ਤੋਂ ਗਾਉਂਦਾ ਹੈਗਾ ਨਾ ਤੇ ਉਹਦੀ ਆਪਣੀ ਤਸੱਲੀ ਹੁੰਦੀ ਆ, ਤੇ ਨਾ ਲੌਂਗ ਟਾਈਮ ਵਾਸਤੇ ਸੰਗਤ ਦੇ ਵਿੱਚ ਉਹ ਠਹਿਰਾਅ ਪੈਦਾ ਕਰ ਸਕਦਾ। ਉਹ ਟੈਂਪਰੇਰੀ ਹੁੰਦਾ, ਜਿੰਨੀ ਦੇਰ ਤੁਸੀਂ ਸੁਣੋਗੇ। ਜਿਹੜਾ ਦਿਮਾਗੀ ਕੀਰਤਨ ਹੁੰਦਾ ਉਦੋਂ ਹੀ ਕਰਦਾ, ਉਸ ਤੋਂ ਬਾਅਦ ਬਾਹਰ ਉੱਠ ਕੇ ਉਹ ਖਤਮ ਹੋ ਜਾਂਦਾ। ਜਿਹੜਾ ਕੀਰਤਨ ਅੰਦਰੋਂ ਨਿਕਲੂਗਾ ਹਿਰਦੇ ਦੇ ਵਿੱਚੋਂ, ਇੱਕ ਦਿਮਾਗੀ ਇੱਕ ਹਿਰਦੇ ਦੇ ਵਿੱਚੋਂ, ਜਿਹੜਾ ਆਤਮ ਰੰਗ ਦੇ ਵਿੱਚੋਂ ਕੀਰਤਨ ਹੁੰਦਾ ਹੈਗਾ ਨਾ, ਚਾਹੇ ਕੋਈ ਕਲਾਸੀਕਲ ਕਰਦਾ ਹੋਵੇ, ਚਾਹੇ ਕੋਈ ਸਿੱਧਾ ਬਿਲਕੁਲ ਕੀਰਤਨ ਕਰਦਾ ਹੋਵੇ, ਉਸ ਦਾ ਅਸਰ ਜਿਹੜਾ ਸੰਗਤ ਦੇ ਬਾਅਦ ਦੇ ਵਿੱਚ ਲੰਮਾ ਸਮਾਂ ਬਾਅਦ 'ਚ ਵੀ ਰਹਿੰਦਾ ਹੈਗਾ। ਉਸ ਸਹਿਜ ਨੂੰ, ਉਸ ਟਿਕਾਓ ਨੂੰ ਸੰਗਤ ਘਰ ਜਾ ਕੇ ਜਾਂ 20-25 ਦਿਨ ਬਾਅਦ 'ਚ ਹੀ ਮਹਿਸੂਸ ਕਰਦੀ ਹੈ ਉਸ ਖੇੜੇ ਨੂੰ। ਠੀਕ। ਸੋ ਠਾਕੁਰ ਗਾਈਏ ਆਤਮ ਰੰਗ ਬਾਰੇ ਕਹਿੰਦੇ ਵੀ ਆਤਮ ਰੰਗ ਨਾ ਗਾਉਣਾ, ਤੇ ਜੇਕਰ ਆਤਮ ਰੰਗ ਹੈ ਨਹੀਂ ਬਾਰੇ ਕਹਿੰਦੇ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰਨੀ, ਹਰ ਹਰ ਭੀਜਾ ਰਾਮ ਰਾਜੇ। ਠੀਕ ਆ ਜੀ। ਅਸੀਂ ਕਹਿ ਦਿੰਦੇ ਹਾਂ ਹਜ਼ੂਰੀ ਰਾਗੀ ਜਾਂ ਰਾਗੀ ਸਿੰਘ। ਗੁਰੂ ਘਰ ਦੇ ਵਿੱਚ ਗੁਰਮਤਿ ਸਿਧਾਂਤ ਦੇ ਵਿੱਚ ਰਾਗੀ ਲਫ਼ਜ਼ ਨਹੀਂ ਸੀ, ਦਰਅਸਲ ਕੀਰਤਨੀਆਂ ਹੀ ਹੈਗਾ ਸੀ। ਠੀਕ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀਰਤਨੀਆਂ ਵਾਸਤੇ ਨਾ ਕੀਰਤਨੀਆਂ ਲਫ਼ਜ਼ ਬਹੁਤ ਜਗ੍ਹਾ ਆਇਆ, ਭਲੋਰੇ ਕੀਰਤਨੀਆਂ, ਐਸਾ ਕੀਰਤਨ ਕਰ ਮਨ ਮੇਰੇ। ਉਸਤਤ ਕਰ ਰਹੇ ਹਾਂ, ਉਸਤਤ ਕਰਨਾ ਇਹ ਕੀਰਤਨ ਹੈਗਾ। ਬਿਲਕੁਲ। ਰਾਗੀ ਕਹਿ ਦਿੰਦੇ ਜਦੋਂ ਰਾਗੀ ਦਾ ਤਾਲੁਕ ਜਿਹੜਾ ਸੁਰ ਦੇ ਨਾਲ ਸੰਬੰਧ ਹੋ ਜਾਂਦਾ, ਸੰਗੀਤ ਦੇ ਰਾਗ ਨਾਲ ਸੰਬੰਧਿਤ ਹੋ ਜਾਂਦਾ। ਮਾਰੇ ਕਹਿੰਦੇ ਨੇ ਇੱਥੇ ਸ਼ਬਦ ਪ੍ਰਧਾਨ ਹੈਗਾ, ਰਾਗ ਪ੍ਰਧਾਨ ਨਹੀਂ ਹੈ। ਸੰਗੀਤ ਬਰਤਨ ਹੈ, ਛਕਣਾ ਵਿੱਚ ਪਾ ਕੇ ਸ਼ਬਦ ਹੈਗਾ। ਬਿਲਕੁਲ ਠੀਕ ਹੈ। ਸ਼ਬਦ ਦੀ ਪ੍ਰਧਾਨਤਾ ਹੈਗੀ ਆ। ਕੱਲਾ ਬਾਟਾ ਤੇਰੀ ਲਿਸ਼ਕ ਦਾ ਜਿੰਨਾ ਮਰਜ਼ੀ ਹੋਵੇ, ਜੇਕਰ ਆਤਮ ਰੰਗ ਹੈ ਨਹੀਂ ਉਹਦੇ ਵਿੱਚ ਕੋਈ ਗੱਲ ਨਹੀਂ ਹੈਗੀ। ਮਾਰੇ ਕਹਿੰਦੇ ਪ੍ਰਵਾਨ ਨਹੀਂ ਹੈ। ਠੀਕ ਆ, ਕੌਮ ਦੇ ਵਿੱਚ ਤੂੰ ਪ੍ਰਵਾਨ ਹੋ ਜਾਏਗਾ। ਮਾਰੇ ਕਹਿੰਦੇ ਵੀ ਜੇ ਮੈਨੂੰ ਪ੍ਰਵਾਨ ਹੋਣਾ ਤੇ ਆਤਮ ਰੰਗ ਤੋਂ ਹੀ ਗਾਉਣਾ ਪਏਗਾ। ਬਿਲਕੁਲ ਠੀਕ। ਠੀਕ ਆ ਜੀ। ਬਿਲਕੁਲ ਠੀਕ। ਸੋ ਮੈਂ ਕਹਿੰਦਾ ਵੀ ਮੈਂ ਇਸ ਗੱਲ ਦਾ ਵਿਰੋਧ ਨਹੀਂ ਕਰ ਰਿਹਾ। ਗੁਰੂ ਕੇ ਕੀਰਤਨੀਆਂ ਨੂੰ ਕਲਾਸੀਕਲ ਕੀਰਤਨ ਆਉਣਾ ਚਾਹੀਦਾ, ਬੇਸ ਹੈਗਾ। ਠੀਕ ਹੈ। ਜਿਸ ਬੰਦੇ ਕੋਲ ਕਲਾਸੀਕਲ ਹੈ ਨਹੀਂ ਆ ਨਾ, ਉਹ ਇੰਨਾ ਜ਼ਿਆਦਾ ਵਿਸਥਾਰ 'ਚ ਨਹੀਂ ਜਾ ਸਕਦਾ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਜੀ। ਜਿਹਦਾ ਬੇਸ ਬਣਿਆ, ਜਿਹਦੀ ਜੜ ਬਣੀ ਹੈਗੀ ਆ ਨਾ, ਜੜ ਦੇ ਉੱਤੇ ਹੀ ਜਿਹੜੀਆਂ ਸ਼ਾਖਾਵਾਂ ਫੁੱਟਦੀਆਂ ਹੈਗੀਆਂ। ਜਿਹੜੀ ਆਪਣੀ ਆਮਦ ਹੋਣੀ ਆ ਉਹ ਉਦੋਂ ਹੀ ਹੁੰਦੀ ਆ। ਸਾਡੇ ਉਸਤਾਦ ਕਹਿੰਦੇ ਹੁੰਦੇ ਸੀ, ਪਹਿਲਾਂ ਗੁਰੂ ਦੀ ਬਖਸ਼ਿਸ਼, ਰੱਬ ਅੰਦਰ ਪਾਉਂਦਾ, ਉਸ ਤੋਂ ਬਾਅਦ 'ਚ ਉਸਤਾਦ ਕੱਢਦਾ। ਉਸਤਾਦ ਉਹਦੇ ਅੰਦਰੋਂ ਕੱਢ ਸਕਦਾ ਜਿਹਦੇ ਅੰਦਰ ਪਰਮੇਸ਼ਰ ਨੇ ਉਹ ਪਾਈ ਹੋਈ ਆ, ਵਿੱਚ ਪਾਈ ਹੋਈ ਉਹ ਕੱਢਣੀ ਆ। ਉਹ ਜਿਹੜੀ ਵਿੱਚੋਂ ਨਾ, ਮੈਂ ਤੁਹਾਨੂੰ ਦੱਸਦਾ, ਜਿਹੜੀ ਆਰਟ ਹੈਗਾ ਨਾ, ਆਰਟ ਬੜੀ ਸੂਖਮ ਖੇਡ ਹੈਗੀ ਆ। ਜਿਹਦੇ ਅੰਦਰ ਪਾਇਆ ਨਹੀਂ, ਉਸਤਾਦ ਜਿੰਨਾ ਮਰਜ਼ੀ ਦੱਸਦੇ ਫਿਰ ਨਹੀਂ ਨਿਕਲਣਾ ਹੈਗਾ। ਅੱਛਾ, ਪਹਿਲਾਂ ਪਰਮੇਸ਼ਰ ਪਾਉਂਦਾ, ਫਿਰ ਉਸਤਾਦ ਸਿਖਾਉਂਦਾ, ਫਿਰ ਉਹ ਆਲੇ ਦੁਆਲੇ ਦੁਨੀਆ ਨੂੰ ਸੁਣ ਕੇ ਗਾਉਂਦਾ ਹੈਗਾ, ਉਹਨਾਂ ਤੋਂ ਸਿੱਖਦਾ। ਫਿਰ ਜੇਕਰ ਉਹ ਦੁਨੀਆ ਨੂੰ ਗਾਉਂਦਾ ਅੱਗੇ ਆਪਣਾ ਰਿਆਜ਼ ਕਰਕੇ ਅੱਗੇ ਮਿਹਨਤ ਕਰੇ, ਫਿਰ ਉਹ ਬੰਦੇ ਦੀ ਆਪਣੀ ਸ਼ੈਲੀ ਪ੍ਰਗਟ ਹੋ ਜਾਂਦੀ ਹੈ। ਚੌਥੀ ਸਟੇਜ ਹੈਗੀ ਜਦੋਂ ਉਹਦਾ ਆਪਣੀ ਪਹਿਚਾਣ ਬਣ ਜਾਂਦੀ ਆ, ਵੀ ਜਦੋਂ ਸੰਗਤ ਕਿਤੇ ਆਵਾਜ਼ ਸੁਣਦੀ ਉਹਨੂੰ ਝੱਟ ਪਤਾ ਲੱਗ ਜਾਂਦਾ ਭਲਾ ਨਾ ਰਾਗੀ ਲੱਗਾ। ਠੀਕ ਆ ਜੀ। ਇਹ ਚੌਥੀ ਸਟੇਜ ਹੈਗੀ। ਸੋ ਇਹ ਕੀਰਤਨ ਦੇ ਪੜਾਅ ਹੈਗੇ ਆ। ਅਸਲੀ ਗੱਲ ਠਾਕੁਰ ਗਾਈਏ ਆਤਮ ਰੰਗ। ਕਲਾਸੀਕਲ ਜ਼ਰੂਰ ਹੋਣਾ ਚਾਹੀਦਾ। ਕਲਾਸੀਕਲ ਦੇ ਵਿੱਚ ਹੀ ਸਕੂਨ ਸਾਨੂੰ ਵੀ ਉਸ ਤਰ੍ਹਾਂ ਹੀ ਆਉਂਦਾ ਹੈਗਾ। ਅਸਲੀ ਗੱਲ ਇੱਕ ਨਾ ਜੀ, ਮੈਂ ਮਹਿਸੂਸ ਕਰਦਾ ਹੁੰਦਾ ਨਿੱਜੀ ਤੌਰ ਤੇ ਸੰਗਤ 'ਚ ਬੈਠ ਕੇ, ਹਾਂਜੀ, ਈਵਨ ਮੁੱਖ ਜਦ ਵਾਕ ਵੀ ਲੈਂਦੇ ਨੇ, ਹੁਕਮ ਵੀ ਲੈਂਦੇ, ਹਾਂਜੀ, ਉਸ ਸਮੇਂ ਦੇ ਹਿਸਾਬ ਦੇ ਨਾਲ ਹੁਕਮ ਕੱਢ ਲੈਂਦੇ, ਵੇਖ ਲੈਂਦੇ। ਕੀਰਤ ਸਮੇਂ ਦੇ ਹਿਸਾਬ ਨਾਲ ਕੀਰਤਨ ਕਰਦੇ। ਬਾਣੀ ਦਾ ਤਾਂ ਭਾਈ ਸਾਹਿਬ ਰੰਗ ਹੈ ਨਹੀਂ ਕੋਈ, ਉਹਦਾ ਦੁੱਖ ਸੁੱਖ ਦੇ ਵਿੱਚ ਇੱਕੋ ਹੀ ਬਾਣੀ ਹੈ, ਇੱਕੋ ਹੀ ਆ। ਇਹ ਕੀ ਫਰਕ ਹੈ? ਫਰਕ ਉਹੀ ਗੱਲ ਫੇਰ ਆ ਗਈ, ਉਹ ਬਾਹਰਮੁਖੀ ਹੋ ਜਾਂਦਾ ਨਾ, ਬਾਹਰਮੁਖੀ ਹੋ ਜਾਂਦੀ ਹੈ। ਇਹ ਗੱਲ ਹੈਗੀ। ਵੈਸੇ ਤੇ ਬਾਣੀ ਦੇ ਅਰਥ ਜਿਹੜੇ ਆ ਉਹ ਖੁਸ਼ੀ ਤੇ ਗਮੀ ਦੇ ਵਿੱਚ ਬਰਾਬਰੀ ਹੈ, ਅਸਲ ਵਿੱਚ। ਮਾਰੇ ਕਹਿੰਦੇ ਹਰਖ ਸੋਗ ਤੇ ਰਹਿ ਨਿਆਰਾ, ਗੁਰੂ ਤੇਗ ਬਹਾਦਰ ਮਾਰੇ ਕਹਿੰਦੇ ਆ। ਅਸਲੀ ਖੇਡ ਤੇ ਉੱਥੇ ਹੀ ਹੈਗੀ। ਅੱਛਾ ਭਾਈ ਸਾਹਿਬ, ਰਾਗ ਨੇ ਜਿਹੜੇ ਸਾਹਿਬ ਨੇ ਜਦ ਬਾਣੀ ਇਹ ਪ੍ਰਗਟ ਕੀਤੀ, ਉਹ ਰਾਗਾਂ ਦਾ ਸਮੇਲ ਕੀ ਹੈ? ਉਹ ਵੀ ਮਾੜਾ ਜਿਹਾ ਸਮਝਾ ਜੋ ਜਾਂਦੇ ਜਾਂਦੇ। ਮਤਲਬ ਕੀ ਰਾਗ ਜਿਵੇਂ ਅਲੱਗ-ਅਲੱਗ ਰਾਗਾਂ ਦੇ ਵਿੱਚ ਬਾਣੀ ਹੈ, ਹਾਂਜੀ, ਉਹ ਕੀ ਹੈ?
ਉਹ ਮਹਾਰਾਜ ਜੀ ਜਿਸ ਉਸ ਸਮੇਂ ਦੇ ਉੱਤੇ ਮਹਾਰਾਜ ਬੈਠੇ ਹੈਗੇ ਸੀ, ਉਹ ਵਕਤ ਦੇ ਉੱਤੇ ਜਿਹੜਾ ਮਾਹੌਲ ਸੀ, ਉੱਥੇ ਰਾਗ ਸੀਗਾ, ਉਹ ਰਾਗ ਦਾ ਸਮਾਂ ਸੀਗਾ। ਤੇ ਉਸ ਵਕਤ ਮਹਾਰਾਜ ਨੇ ਜਿਹੜੀ ਬਾਣੀ ਹੈ ਤੇ ਦਰਗਾਹੀ ਬਾਣੀ ਹੈ ਨਾ, ਉਹ ਦਰਗਾਹੀ ਬਾਣੀ ਉਸੇ ਮਾਹੌਲ ਦੇ ਵਿੱਚ ਜਿਹੜੀ ਉਤਰਦੀ ਰਹੀ ਆ, ਤੇ ਉਹੀ ਰਾਗ ਚ ਫਿਰ ਉਹੀ ਰਾਗ ਦੇ ਵਿੱਚ ਮਹਾਰਾਜ ਜੀ ਸਿੱਧਾ ਗਾਉਂਦੇ ਰਹੇ ਆ। ਅੱਛਾ, ਮੈਂ ਇੱਕ ਹੋਰ ਗੱਲ ਦੱਸਾਂ, ਕੀਰਤਨੀਆ ਗੁਰੂ ਨਾਨਕ ਸੀ, ਭਾਈ ਮਰਦਾਨਾ ਗੁਰੂ ਨਾਨਕ ਦਾ ਮਜੀਸ਼ਨ ਹੈਗਾ, ਬਿਲਕੁਲ ਰਬਾਬੀ ਹੈ, ਰਬਾਬੀ ਆ। ਫਿਰ ਸਾਥੀ ਕੀਰਤਨੀਆ ਹੈਗਾ। ਅਸਲ ਵਿੱਚ ਬਾਣੀ ਜਿਹੜੀ ਆਉਂਦੀ ਹੈਗੀ ਉਹ ਗੁਰੂ ਨਾਨਕ ਨੂੰ ਆਉਂਦੀ ਹੈ। ਫਿਰ ਜਦੋਂ ਗੁਰੂ ਨਾਨਕ ਸਾਹਿਬ ਗਾਉਂਦੇ ਤਾਂ ਭਾਈ ਮਰਦਾਨਾ ਮਹਾਰਾਜ ਦੀ ਆਮਦ ਵਾਲੀ ਜਿਹੜੀ ਦਰਗਾਹੀ ਬਾਣੀ ਹੈ ਉਹ ਨਾਲ ਗਾਉਂਦਾ ਤੇ ਰਬਾਬ ਵਜਾਉਂਦਾ। ਆਉਂਦੀ ਜਿਹੜੀ ਪ੍ਰਗਟ ਆਉਂਦੀ ਹੈ, ਕਹਿੰਦੇ ਨੇ ਵੀ ਚੱਕ ਰਬਾਬ ਬਾਣੀ ਆਈ ਆ, ਉਹ ਗੁਰੂ ਨਾਨਕ ਨੂੰ ਆਈ। ਆਹੋ, ਕਮਾਲ ਦੀ ਗੱਲ ਹੈਗੀ। ਫਿਰ ਮਹਾਰਾਜ ਨੂੰ ਇਸ਼ਾਰਾ ਕਰ ਦਿੰਦੇ ਆ ਵੀ ਆ ਚੁੱਕ ਵੀ ਆ ਧਨਾਸਰੀ ਹੈਗਾ, ਧਨਾਸਰੀ ਛੇੜ ਉਹਨੂੰ। ਜਦੋਂ ਬਾਣੀ ਆਉਂਦੀ ਹੈ ਮਹਾਰਾਜ ਨੂੰ ਆਈ ਹੈ ਮਾਹੌਲ ਦੇ ਵਿੱਚ, ਮਹਾਰਾਜ ਕਹਿੰਦੇ ਧਨਾਸਰੀ ਛੇੜ, ਫਿਰ ਮਹਾਰਾਜ ਕਹਿੰਦੇ ਮਾਝ ਛੇੜ। ਉਹ ਫਿਰ ਉਹ ਚੁੱਕਦਾ ਉਸੇ ਮਹਾਰਾਜ ਸੰਗੀਤ ਭਾਂਡਾ ਬਣਾ ਦਿੰਦਾ ਨਾ, ਉਹ ਬਿਲਕੁਲ ਸੰਗੀਤ ਜਿਹੜਾ ਮਾਹੌਲ ਬਣਾ ਦਿੰਦਾ ਹੈਗਾ। ਤੇ ਇਹਦੇ ਨਾਲ ਬੜੀ ਸੁਰਤ ਜਲਦੀ ਟਿਕਦੀ ਆ। ਸੰਗੀਤ, ਕੀਰਤਨ ਅਤੇ ਗਤਕਾ ਜਿਹੜਾ ਸਾਡੇ ਬੱਚਿਆਂ ਦੇ ਸਭ ਤੋਂ ਜ਼ਿਆਦਾ ਅਸਰ ਕਰਦਾ ਜੀ, ਛੋਟੇ ਬੱਚਿਆਂ ਤੇ ਸੰਗੀਤ ਵੱਧ ਤਾਂ ਹੀ ਸ਼ਬਦ ਪਾ ਕੇ ਸਿਖਾਇਆ ਹੈਗਾ। ਸੋ ਗੱਲ ਹੈਗੀ ਵੀ ਉਹ ਮੌਕੇ ਦੇ ਉੱਤੇ ਜਦੋਂ ਦਰਗਾਹੀ ਬਾਣੀ ਆਈ, ਉਹ ਜਿਹੜਾ ਮਾਹੌਲ ਸੀ, ਮਹਾਰਾਜ ਨੇ ਕਿਹਾ ਵੀ ਆਹ ਵਕਤ ਹੈਗਾ ਰਾਗ ਦਾ। ਮਹਾਰਾਜ ਕਹਿੰਦੇ ਹੁਣ ਗੁਰੂ ਨਾਨਕ ਦੇ ਸਰਬ ਕਲਾ ਸੰਪੂਰਨ ਹੈਗੇ ਨਾ, ਉਹਦੇ ਵਿੱਚ ਇਹ ਥੋੜਾ ਵੀ ਕੋਈ ਬੰਦਾ ਕੋਈ ਪੇਂਟਰ ਹੈਗਾ, ਕੋਈ ਸ਼ਾਇਰ ਹੈਗਾ, ਕੋਈ ਰਾਗੀ ਹੈਗਾ। ਮਹਾਰਾਜ ਦੇ ਸਰਬ ਕਲਾ ਸੰਪੂਰਨ ਹੈਗੇ ਤੇ ਉਹ ਤੇ ਬਾਣੀ ਫਿਰ ਆਉਂਦੀ ਆ, ਉਹ ਤੇ ਦਾਤਾਂ ਦੇ ਮਾਲਕ ਹੈਗੇ ਆ ਨਾ, ਉਹ ਤੇ ਸਾਰਾ ਕੁਝ। ਸੋ ਉਹਨਾਂ ਦੇ ਅੰਦਰੋਂ ਹੀ ਜੋ ਪ੍ਰਗਟ ਹੁੰਦਾ, ਆਮਦ ਹੁੰਦੀ ਦਰਗਾਹ ਚੋਂ, ਆਮਦ ਹੋਈ ਸਾਰੀ ਹੈ ਜਿਹੜੀ ਆਈ ਬਾਣੀ। ਭਾਈ ਸਾਹਿਬ, ਅਖੀਰ ਦੇ ਵਿੱਚ ਸੁਨੇਹਾ, ਹੁਣ ਤੁਸੀਂ ਪਿਛਲੇ 5-6 ਸਾਲਾਂ ਦੇ ਪੱਕੇ ਤੌਰ ਤੇ ਸਾਡੇ 'ਚ ਇੱਥੇ ਵਸੇ ਹੋਏ ਹੋ, ਸਾਨੂੰ ਵੇਖਦੇ ਹੋ। ਹਾਂਜੀ। ਕਿਉਂਕਿ ਨਵਾਂ ਬੰਦਾ ਜਦ ਉੱਥੋਂ ਆ ਕੇ, ਕਿਉਂਕਿ ਤੁਸੀਂ ਕਿਸੇ ਪਾਸੇ ਪੂਰਾ ਪ੍ਰਣਾ ਕੇ ਸਿੱਖ ਕੇ, ਇੱਕ ਬਹੁਤ ਵੱਡੀ ਟ੍ਰਾਂਜੀਸ਼ਨ ਹੈ ਪੰਜਾਬ 'ਚ, ਟਕਸਾਲ 'ਚ ਗੁਰਮਤਿ ਅਕੈਡਮੀ 'ਚ ਸਿੱਖ ਕੇ, ਗੁਰੂ ਦੀ ਕੀਰਤੀ ਕਰਕੇ, ਗੁਰੂ ਰਾਮਦਾਸ ਸਾਹਿਬ ਦੇ ਦਰ ਦੀ ਸੇਵਾ ਕਰਕੇ, ਨੌਕਰੀ ਦੀ ਜਗ੍ਹਾ ਫਿਰ ਚਾਕਰੀ ਕਰਕੇ ਤੇ ਸੱਚ ਤੇ ਖੜ ਕੇ, ਰੋਟੀਆਂ ਕਾਰਨ ਪੂਰੇ ਤਾਲ ਤੋਂ ਪਰਾਂ ਹਟ ਕੇ, ਇਹ ਜਿਹੜਾ ਇਹ ਦੱਸੋ ਬਈ ਸਾਨੂੰ ਸੁਨੇਹਾ ਮਾਪਿਆਂ ਨੂੰ, ਬੱਚਿਆਂ ਨੂੰ ਕੀਰਤਨ ਨਾਲ ਜੁੜਨ ਦਾ, ਗੁਰੂ ਨਾਲ ਜੁੜਨ ਦਾ, ਇਹਨਾਂ ਦੇਸ਼ਾਂ ਦਾ ਸੁਨੇਹਾ ਅਖੀਰ 'ਚ ਕੀ ਦੇਣਾ ਚਾਹੁੰਦੇ ਹੋ? ਅਸਲ ਵਿੱਚ ਭਾਈ ਸਾਹਿਬ, ਮੈਂ ਆਪਣੇ ਅਨੁਭਵ 'ਚ ਇੱਥੇ ਤੱਕ ਜਿੱਥੇ ਪਹੁੰਚਿਆ, ਮੈਂ ਦੱਸਦਾ ਵੀ ਦਰਅਸਲ ਧਰਮ ਧੰਦਾ ਨਹੀਂ ਹੈਗਾ। ਸਮਝਦੇ? ਪੁਰਾਤਨ ਸਮੇਂ 'ਚ ਲਾਈਏ ਤੇ ਧਰਮ, ਸਾਡੇ ਕੀਰਤਨੀਏ ਪ੍ਰਚਾਰਕ ਜਿਹੜੇ ਸੀਗੇ, ਉਹ ਇਹ ਜਿਹੇ ਧੰਦੇ ਕਰਕੇ ਨਹੀਂ ਸੀ ਹੁੰਦੇ। ਉਹ ਹਰ ਇੱਕ ਸਿੱਖ ਪ੍ਰਚਾਰਕ ਸੀ, ਹਰ ਕਿਸੇ ਕੀਰਤਨੀਆ ਸੀ। ਬਾਕੀ ਮੈਂ ਮੈਸੇਜ ਦੇਣਾ ਚਾਹੁੰਦਾ ਆਪਣੀ ਕੌਮ ਨੂੰ ਮੇਰਾ ਮੈਸੇਜ ਇਹ ਆ ਵੀ ਜੇਕਰ ਤੁਸੀਂ ਆਪਣੇ ਆਪ ਨੂੰ ਸਿੱਖ ਸੱਚੀ ਸਮਝਦੇ ਗੁਰੂ ਨਾਨਕ ਦੇ, ਆਪਣੇ ਬੱਚਿਆਂ ਨੂੰ ਤੁਸੀਂ ਜਿੱਥੇ ਇੰਨੀਆਂ ਟਰਾਂਸਪੋਰਟਾਂ ਖੋਲ ਕੇ ਦਿੰਦੇ ਜੇ, ਇੰਨੇ ਵੱਡੇ ਸਟੋਰ ਖੋਲ ਕੇ ਦਿੰਦੇ, ਇੰਨੇ ਕਾਰੋਬਾਰ, ਵਕੀਲ, ਡਾਕਟਰ ਬਣਾਉਂਦੇ ਜੇ, ਉੱਥੇ ਮੈਂ ਆਪਣੀ ਕੌਮ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ, ਆਪਣੇ ਬੱਚੇ ਦੇ ਵਿੱਚੋਂ ਵੱਧ ਤੋਂ ਵੱਧ ਲੀਡਰ ਪੈਦਾ ਕਰੋ। ਲੀਡਰ ਜਿਹੜੇ ਅਹੁਦਿਆਂ ਤੇ ਬੈਠੇ ਹੋਣ, ਪਰਪੱਕ ਹੋਣ, ਚੜ੍ਹਦੀ ਕਲਾ ਵਾਲੇ ਹੋਣ, ਪੰਥ ਦੇ ਦਰਦੀ ਹੋਣ। ਜਿੰਨੀ ਦੇਰ ਅਸੀਂ ਉਹਨਾਂ ਰੁਤਬਿਆਂ ਤੇ ਜਾ ਕੇ ਨਹੀਂ ਬੈਠਦੇ, ਜਿਵੇਂ ਆਪਣੇ ਜਗਮੀਤ ਸਿੰਘ ਸੱਜਣ ਹੋਣੀ ਆ, ਇਹ ਹਰ ਇੱਕ ਬਹੁਤ ਜ਼ਿਆਦਾ ਸਾਡੇ ਬੰਦੇ ਹੋਣੇ ਚਾਹੀਦੇ। ਜਦੋਂ ਸਿੱਖ ਕੌਮ ਦੀ ਆਵਾਜ਼ ਲੀਡਰ ਉਠਾਊਗਾ ਨਾ, ਉਹਦੀ ਆਵਾਜ਼ ਜਿਹੜੀ ਇੰਟਰਨੈਸ਼ਨਲ ਪੱਧਰ ਦੀਆਂ ਸਰਕਾਰਾਂ ਦੇ ਵਿੱਚ ਸੁਣੀ ਜਾਣੀ ਹੈਗੀ। ਸਿੱਖੀ ਹੋਵੇ ਪਰ ਭੀੜ ਦੀ ਆਵਾਜ਼ ਨਹੀਂ ਜੇ ਸੁਣਨੀ ਹੈਗੀ ਉਹਨਾਂ ਨੇ। ਭੀੜ ਜਿੰਨੀ ਮਰਜ਼ੀ ਇਕੱਠੀ ਹੋ ਕੇ ਲੀਡਰ ਨੂੰ ਸੁਣਨਗੇ। ਲੀਡਰ ਤੁਹਾਡੇ ਨੁਮਾਇੰਦੇ ਚੁਣੇ ਹੋਏ, ਉਹ ਸਮਰਪਿਤ ਜਿਹੜੇ ਤੁਹਾਡੇ ਬੱਚੇ ਆ, ਉਹ ਅੱਗੇ ਆਉਣੇ ਚਾਹੀਦੇ ਆ। ਮੈਂ ਕਹਿੰਦਾ ਆਉਣ ਵਾਲੇ ਸਮੇਂ ਦੇ ਵਿੱਚ ਲੀਡਰ ਪੈਦਾ ਕਰੋ, ਵੱਧ ਤੋਂ ਵੱਧ ਵਕੀਲ ਪੈਦਾ ਕਰੋ ਜਿਨ੍ਹਾਂ ਨੂੰ ਸੋਝੀ ਹੈਗੀ। ਜਿਹੜੀ ਫਾਈਟ ਹੈਗੀ ਆ ਉਹ ਡਾਂਗਾਂ ਵਾਲੀ ਫਾਈਟ ਨਹੀਂ, ਅਸਲੀ ਫਾਈਟ ਇਹ ਹੈਗੀ ਵੀ ਸਾਡੇ ਬੰਦਿਆਂ ਕੋਲ ਉਹ ਹਥਿਆਰ ਹੋਵੇ ਕਲਮ ਦਾ ਇੰਨਾ ਵੱਡਾ, ਮੇਜ਼ ਤੇ ਬੈਠਣ ਵਾਲੇ ਹੋਣ। ਆਹੋ, ਜਿਹੜਾ ਕਹਿੰਦੇ ਹਥਿਆਰ ਬੰਦਾ ਤੇ ਸਿਰੇ ਦੀ ਲੜਾਈ ਹੈ ਨਾ, ਜਦੋਂ ਸਾਰਾ ਕੁਝ ਨਕਾਰਾ ਹੋ ਜਾਂਦਾ, ਜਦੋਂ ਕੁਝ ਵੀ ਨਹੀਂ ਮੰਨਿਆ ਜਾਂਦਾ। ਹੁਣ ਅੱਜ ਦੇ ਸਮੇਂ ਦੇ ਵਿੱਚ ਮੈਂ ਨਹੀਂ ਕਹਿੰਦਾ ਵੀ ਸਾਨੂੰ ਹਥਿਆਰ ਬੰਦ ਸਤਿਗੁਰੂ ਨੇ ਬਣਾਇਆ ਵਾ, ਸਾਡੇ ਸਿਧਾਂਤ ਦੇ ਵਿੱਚ ਹਥਿਆਰ ਦੀ ਲੜਾਈ ਜਿਹੜੀ ਹੈ ਛੱਡ ਨਹੀਂ ਸਕਦੇ। ਰਾਜਨੀਤੀ ਤੇ ਅਧਿਆਤਮਿਕਤਾ, ਰੂਹਾਨੀ ਦਾ ਇਹ ਦੋਵੇਂ ਸੁਮੇਲ ਹੈਗਾ, ਨਾਲ ਚੱਲਣੀ। ਪਰ ਅੱਜ ਦੇ ਸਮੇਂ ਦੇ ਵਿੱਚ ਸਾਡੇ ਜਿੰਨੇ ਵੀ ਵਿਦੇਸ਼ਾਂ ਦੇ ਵਿੱਚ ਸਿੱਖ ਬੈਠੇ ਜਾਂ ਇੰਡੀਆ ਦੇ ਵਿੱਚ, ਸਾਡੇ ਆਉਣ ਵਾਲੇ ਬੱਚੇ ਜਿਹੜੇ ਵੱਧ ਤੋਂ ਵੱਧ ਲੀਡਰ ਬਣਾਓ, ਕੌਮ ਨੂੰ ਸਮਰਪਿਤ ਲੀਡਰ ਬਣਾਓ। ਵਕੀਲ ਹੋਣੇ ਚਾਹੀਦੇ, ਵੱਡੇ ਰੁਤਬਿਆਂ ਦੇ ਹੋਣੇ ਚਾਹੀਦੇ ਆ। ਸਾਡੀ ਕੌਮ ਦੇ ਵਿੱਚ ਹਰ ਇੱਕ ਬੱਚਾ ਜਿਹੜਾ ਉਹ ਜੇ ਲੀਡਰ ਹੈਗਾ ਤਾਂ ਪ੍ਰਚਾਰਕ ਵੀ ਹੋਵੇ, ਉਹਨੂੰ ਸਿੱਖ ਸਿਧਾਂਤਾਂ ਦਾ ਸਾਰਾ ਬੋਧ ਹੋਣਾ ਚਾਹੀਦਾ
ਵੀ ਉਹ ਆਪਣੀ ਕੌਮ ਦੇ ਵਿੱਚ ਆਪਣੇ ਬੱਚਿਆਂ ਦੇ ਵਿੱਚ ਅੱਗੇ ਪ੍ਰਚਾਰ ਕਰ ਸਕੇ। ਜਿਹੜਾ ਹੁਣ ਪ੍ਰਬੰਧਕਾਂ ਨੇ ਤੇ ਜਿਹੜੀ ਸਾਡੀ ਕੌਮ ਗਦੀ ਗੇੜ 'ਚ ਪਾਤੀ ਹੈ, ਮੈਂ ਕਹਿੰਦਾ ਪ੍ਰਚਾਰਕਾਂ ਨੇ ਵੀ ਪਾਤੀ, ਪ੍ਰਚਾਰਕਾਂ ਤੇ ਪ੍ਰਬੰਧਕਾਂ ਨੇ ਮਿਲ ਕੇ ਨਾ ਸਾਡੀ ਸਾਰੀ ਕੌਮ ਜਿਹੜੀ ਆ ਉਹ ਗਦੀ ਗੇੜ 'ਚ ਪਾਈ। ਜਿਹੜਾ ਮਨੋਰਥ ਗੁਰਦੁਆਰਿਆਂ ਦਾ ਮਨੋਰਥ ਗੋਲਕਾਂ ਜੋੜਨਾ ਨਹੀਂ ਆ, ਕੌਮ ਨੂੰ ਜੋੜਨਾ ਸੀਗਾ। ਅਸੀਂ ਤੇ ਗੋਲਕਾਂ ਜੋੜਨੀਆਂ ਚਾਲੂ ਕਰ ਦਿੱਤੀਆਂ, ਕੌਮ ਟੁੱਟ ਗਈ ਹੈਗੀ। ਜੇ ਕੌਮ ਨਹੀਂ ਜੁੜੀ ਤੇ ਧਰੀਆਂ ਗੋਲਕਾਂ ਜੋੜੀਆਂ ਕੀ ਅਹਿਮੀਅਤ ਰੱਖਦੀਆਂ। ਕਈ ਪ੍ਰਬੰਧਕ ਕਹਿੰਦੇ ਹੁੰਦੇ ਯਾਰ ਸਾਡੀ ਕਮੇਟੀ ਆਈ ਅਸੀਂ 2 ਲੱਖ 3 ਲੱਖ ਵੱਧ ਅਕਾਊਂਟ ਗੁਰਦੁਆਰੇ ਦਾ ਛੱਡਤਾ। ਹੱਦ ਹੋ ਗਈ ਯਾਰ ਤੁਹਾਡਾ। ਤੁਸੀਂ ਆਪ ਵੈਸੇ ਤੁਰੇ ਫਿਰਦੇ ਜੇ, ਆਪ ਤੁਸੀਂ ਉੱਥੇ ਚੱਲ ਕੇ ਤੇ ਰਾਤ ਨੂੰ 4-5 ਪੈਗ ਲਾਉਣ ਤੋਂ ਬਿਨਾਂ ਨੀਂਦ ਨਹੀਂ ਆਉਂਦੀ ਤੇ ਗੋਲਕ ਦੇ 3-4 ਲੱਖ ਮਿਲੀਅਨ ਡਾਲਰ ਜੋੜਿਆ ਕੀ ਅਹਿਮੀਅਤ ਰੱਖਦਾ ਤੁਹਾਡਾ। ਸੋ ਗੱਲ ਹੈਗੀ ਵੀ ਗੋਲਕਾਂ ਵੀ ਜੋੜੋ, ਪਰ ਗੋਲਕਾਂ ਜੋੜਨੀਆਂ ਤਾਂ ਵੀ ਕੌਮ ਜੋੜਨ ਵਾਸਤੇ ਆ। ਬਿਲਕੁਲ ਠੀਕ। ਤੇ ਜੇ ਗੋਲਕਾਂ ਦੇ ਨਾਲ ਤੁਸੀਂ ਆਸ ਵਿੱਚ ਛਤਰੋ ਛਤਰੀ ਹੋਣਾ ਤੇ ਫਿਰ ਕੀ ਫਾਇਦਾ ਹੈਗਾ ਤੁਹਾਡੀਆਂ ਇਮਾਰਤਾਂ ਬਣਾਉਣ ਦਾ, ਜੇ ਇੱਥੇ ਇਹੀ ਡਾਂਗ ਸੋਟਾ ਹੀ ਚੱਲਣਾ ਹੈਗਾ। ਜੇ ਕੌਮ ਹੀ ਨਹੀਂ ਜੋੜ ਸਕਦੀ ਅਸੀਂ ਇਕੱਠੇ ਨਹੀਂ ਹੋ ਸਕਦੇ। ਸੋ ਮੇਰਾ ਇਹੀ ਮੈਸੇਜ ਸਾਰਿਆਂ ਨੂੰ, ਸਾਡੇ ਪ੍ਰਚਾਰਕ ਵੀਰਾਂ ਨੂੰ ਵੀ ਆਓ ਸਮਰਪਿਤ ਹੋ ਕੇ ਅਸੀਂ ਤੇ ਗੁਰੂ ਦੀ ਗੱਲ ਕਰੀਏ, ਆਪ ਸਮਰਪਿਤ ਹੋਈਏ, ਆਪਣੇ ਬੱਚਿਆਂ ਦੇ ਵਿੱਚ ਸਿੱਖੀ ਜਿਹੜੀ ਬੀਜੀਏ, ਗੁਰੂ ਸਾਹਿਬ ਕਿਰਪਾ ਕਰਨ ਤੇ ਸਾਰੇ ਮਿਲ ਕੇ ਹਮਲਾ ਮਾਰੀਏ, ਗੁਰੂ ਦੇ ਚਰਨਾਂ ਨਾਲ ਜੁੜ ਕੇ ਆਪਣੀ ਕੌਮ ਦਾ ਭਲਾ ਕਰੀਏ। ਜਦੋਂ ਅਸੀਂ ਗੁਰੂ ਨਾਲ ਜੁੜ ਕੇ ਸਾਰੀ ਮਨੁੱਖਤਾ ਦਾ ਭਲਾ ਹੀ ਕਰਦਾ ਸਿੱਖ, ਸਾਰਿਆਂ ਲਈ ਖੜਾ ਹੈਗਾ, ਫਿਰ ਸਾਰੀ ਮਨੁੱਖਤਾ ਦਾ ਭਲਾ ਅਸੀਂ ਕਰਾਂਗੇ। ਨਹੀਂ ਤਾਂ ਸਵਾਰਥ ਪ੍ਰਸਤੀ ਦੇ ਵਿੱਚ ਤੇ ਬੰਦਾ ਸੀਮਤ ਆ, ਖੂਹ ਦਾ ਡੱਡੂ ਹੈਗਾ, ਇਸ ਤਰ੍ਹਾਂ ਅਸੀਂ ਜੀਵੀ ਜਾਣਾ ਹੈਗਾ। ਉਹ ਗੱਲ ਨਹੀਂ ਆ। ਗੁਰੂ ਦਾ ਮਕਾਮ ਬੜਾ ਅੱਗੇ ਦਾ ਹੈਗਾ, ਸਵਾਰਥ ਪ੍ਰਸਤੀ ਤੋਂ ਅੱਗੇ ਦਾ। ਤੇ ਆਓ ਉੱਠ ਕੇ ਇੱਥੋਂ ਈਰਖਾ ਨਫ਼ਰਤ ਦਵੈਸ਼ ਛੱਡ ਕੇ ਤੇ ਇਕੱਠੇ ਹੋਈਏ। ਸਾਰਿਆਂ ਨੂੰ ਮੇਰੀ ਇਹੀ ਬੇਨਤੀ ਹੈਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਸਨ ਭਾਈ ਸਾਹਿਬ ਭਾਈ ਹਰਚੰਦ ਸਿੰਘ ਖਾਲਸਾ। ਹੁਣੇ ਹੀ ਸਰਦਾਰ ਜੋਗਿੰਦਰ ਸਿੰਘ ਪੱਤਰਕਾਰ ਨਾਲ ਗੱਲਬਾਤ ਕਰਾਂਗੇ ਕਿ ਪ੍ਰਵਾਸੀਆਂ ਦੀਆਂ ਜਾਇਦਾਦਾਂ ਕਿਵੇਂ ਰੋਕੀਆਂ ਜਾ ਰਹੀਆਂ ਪੰਜਾਬ ਦੇ ਵਿੱਚ। ਜਦ ਦਾ ਸਰਬਜੀਤ ਕੌਰ ਮਾਣੂਕੇ ਦੇ ਕੇਸ ਦਾ ਪਤਾ ਲੱਗਿਆ ਜਗਰਾਓਂ ਤੋਂ, ਹੋਰ ਵੀ ਕੁਝ ਖਬਰਾਂ ਆ ਰਹੀਆਂ ਨੇ ਵੀ ਵੱਡੇ ਵੱਡੇ ਜਿਹੜੇ ਰਾਜਨੀਤਿਕ ਪਿਛੋਕੜ ਵਾਲੇ ਬੰਦੇ ਨੇ ਉਹ ਜਾਇਦਾਦਾਂ ਰੋਕ ਰਹੇ ਨੇ। ਉਹਨਾਂ ਨਾਲ ਹੁਣੇ ਗੱਲ ਕਰਦੇ, ਉਹਨਾਂ ਦਾ ਕਾਰਨ ਕਿੱਥੋਂ ਇਹ ਜਾਇਦਾਦਾਂ ਲੱਭਦੇ ਨੇ, ਕਿਵੇਂ ਇਹ ਹੁੰਦਾ, ਕਿਉਂਕਿ ਉਹਨਾਂ ਨੇ ਅਜੀਤ ਦਾ ਜਿਹੜਾ ਦਫ਼ਤਰ ਹੈ ਜਗਰਾਓਂ ਦਾ, ਉੱਥੇ ਕੰਟਰੋਲ ਕੀਤਾ ਹੈ, ਉੱਥੇ ਸੇਵਾ ਕੀਤੀ ਹੈ ਤੇ ਪੱਤਰਕਾਰੀ ਕੀਤੀ ਹੈ ਤੇ ਅੱਜ ਕੱਲ੍ਹ ਇੱਥੇ ਆਏ ਹੋਏ ਨੇ। ਉਹਨਾਂ ਨਾਲ ਗੱਲ ਕਰਦੇ ਆ। ਸਰ ਜੋਗਿੰਦਰ ਸਿੰਘ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ ਗਿੱਲ ਸਾਹਿਬ, ਤੇ ਜਿਹੜੇ ਸਰੋਤੇ ਵੀ ਨੇ ਰੇਡੀਓ ਨਾਲ ਜੁੜੇ ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਅੱਛਾ ਬਾਈ ਜੀ, ਇਹ ਦੱਸੋ ਵੀ ਪ੍ਰਵਾਸੀਆਂ ਦੀਆਂ ਜਾਇਦਾਦਾਂ ਉੱਥੇ ਜਿਹੜੀਆਂ ਰੋਕੀਆਂ ਜਾਂਦੀਆਂ ਨੇ, ਉਹਦੀ ਸ਼ੁਰੂਆਤ ਕਿਵੇਂ ਹੁੰਦੀ ਹੈ? ਦੇਖੋ, ਜਿਹੜੀਆਂ ਪ੍ਰਵਾਸੀਆਂ ਦੀਆਂ ਜਾਇਦਾਦਾਂ ਦਾ ਮਸਲਾ ਹੈ, ਉਹ ਜਿਹੜਾ ਇੱਕ ਤਾਂ ਜਿਹਨੂੰ ਕਹਿ ਲਈਏ ਵੀ ਲਾਲਚੀ ਸਰੀਕਾ, ਇੱਕ ਉੱਥੇ ਮਾਫੀਆ ਕੰਮ ਕਰਦਾ ਪਿਆ। ਤੇ ਸਭ ਤੋਂ ਵੱਡੀ ਗੱਲ ਹੈ ਕਿ ਸਰਕਾਰੀ ਪੱਧਰ ਤੇ ਜਿਹੜੇ ਅਜਿਹੇ ਕਹਿੰਦੇ ਕਾਨੂੰਨ ਲਿਆਉਣ ਦਾ ਵੀ ਅਗਲਾ ਤੌਖਲਾ ਖੜਾ ਹੋ ਗਿਆ ਵੀ ਕੋਈ ਅਜਿਹੇ ਕਾਨੂੰਨ ਵੀ ਲਿਆਂਦੇ ਜਾ ਰਹੇ ਆ ਜਿਹੜੇ ਪ੍ਰਵਾਸੀ ਪੰਜਾਬੀਆਂ ਜਾਂ NRI ਵੀਰਾਂ ਦੀ ਜਿਹੜੀ ਜਾਇਦਾਦਾਂ ਉਹ ਤੇ ਡਾਕਾ ਮਾਰਨਗੇ। ਜਾਂ ਇਹ ਇਕੱਲੇ ਪੰਜਾਬ ਹੀ ਨਹੀਂ, ਥਰੂ ਆਊਟ ਪੂਰੇ ਇੰਡੀਆ 'ਚ ਵੀ ਜਿਹੜੇ NRI ਇੱਥੇ ਵਸਦੇ ਨੇ ਉਹਨਾਂ ਲਈ ਇਹ ਬੜਾ ਇੱਕ ਡਰ ਵਾਲਾ, ਇੱਕ ਸਹਿਮ ਵਾਲਾ ਮਾਹੌਲ ਬਣਾਇਆ ਜਾ ਰਿਹਾ। ਜੇ ਦੇਖਿਆ ਜਾਵੇ ਜਿਹੜਾ ਲਾ ਐਂਡ ਆਰਡਰ ਹੈਗਾ ਉਹ ਸਟੇਟਾਂ ਨਾਲ ਸੰਬੰਧਿਤ ਹੈਗਾ ਮਸਲਾ ਜਿਹੜਾ ਹੈਗਾ, ਤੇ ਜਿਹੜਾ ਜੇ ਅਧਿਕਾਰਾਂ ਦੀ ਗੱਲ ਕਰ ਲਈਏ ਜਾਂ ਕਾਨੂੰਨ ਦੀ ਗੱਲ ਕਰ ਲਈਏ ਤੇ ਉਹ ਕੇਂਦਰ ਸਰਕਾਰ ਨਾਲ ਸੰਬੰਧਿਤ ਵੀ ਹੈ। ਤੇ ਤੁਸੀਂ ਦੇਖ ਹੀ ਰਹੇ ਹੋ, ਜੇ OIC ਜਿਹੜਾ ਕਾਰਡ ਹੈ ਉਹਦੇ ਵੈਲਿਡ ਦੇ ਮੁੱਦੇ ਨੂੰ ਲੈ ਕੇ ਤੁਸੀਂ ਦੇਖਿਆ ਹੀ ਹੈ ਕਿ ਜਿਹੜਾ MP ਹੈਗੇ ਨੇ ਢੇਸੀ ਇੰਗਲੈਂਡ ਆਏ, ਉਹਨਾਂ ਨੂੰ ਕੱਲ ਰੋਕਿਆ ਗਿਆ ਉੱਥੇ ਅੰਮ੍ਰਿਤਸਰ ਏਅਰਪੋਰਟ ਤੇ। ਜਾਂ ਦੋਹਰੀ ਨਾਗਰਿਕਤਾ ਦਾ ਮੁੱਦਾ ਆਪਾਂ ਕਹਿ ਲਈਏ ਉਹ ਕੇਂਦਰ ਨਾਲ ਸੰਬੰਧਿਤ ਹੈ। ਜਾਂ ਅਧਿਕਾਰਾਂ ਦੀ ਗੱਲ ਕਰ ਲਈਏ ਕੋਈ NRI ਦੇ, ਉਹ ਕੇਂਦਰ ਨਾਲ ਸੰਬੰਧਿਤ ਹੈ। ਜਿਹੜੀਆਂ ਜਾਇਦਾਦਾਂ ਦਾ ਗੱਲ ਕਰ ਲਈਏ ਤਾਂ ਹੁਣ ਪੰਜਾਬ 'ਚ ਜੋ ਹਾਲਾਤ ਨੇ, ਪਹਿਲਾਂ ਭਾਵੇਂ ਲੰਬੇ ਸਮੇਂ ਤੋਂ ਹੈ, ਪਹਿਲਾਂ ਗੱਲ ਸੀਗੀ ਰਵਾਇਤੀ ਪਾਰਟੀਆਂ ਦੀ, ਤੇ ਹੁਣ ਖਾਸ ਕਰਕੇ ਆਪਾਂ ਗੱਲ ਕਰ ਲਈਏ ਕਿਉਂਕਿ ਜਿਹੜੀ ਸਰਕਾਰ ਪੰਜਾਬ 'ਚ ਕੰਮ ਕਰ ਰਹੀ ਹੈ ਉਹਨੂੰ ਤਾਂ ਬਣਾਇਆ ਹੀ ਪ੍ਰਵਾਸੀ ਪੰਜਾਬੀਆਂ ਨੇ, ਤੇ ਉਹ 'ਚ ਉਹਨਾਂ ਦੀਆਂ ਜਾਇਦਾਦਾਂ ਹੀ ਜਿਹੜੀਆਂ ਉਦੋਂ ਖਤਰੇ 'ਚ ਨੇ ਜਦੋਂ ਸਰਕਾਰ ਉਹਨਾਂ ਦੀ ਆਪਦੀ ਹੈ ਜੀ, ਤੇ ਉਹਨਾਂ ਨੂੰ ਵੱਡਾ ਵਿਸ਼ਵਾਸ ਹੈ, ਭਰੋਸਾ ਹੈ। ਤੇ ਤੁਸੀਂ ਖਾਸ ਕਰ ਗੱਲ ਮੈਨੂੰ ਅੱਜ ਬੜੀ ਚੰਗੀ ਲੱਗੀ ਜਿਹੜਾ ਤੁਸੀਂ ਵਿਸ਼ੇ ਦੇ ਨਾਲ ਜੋੜਿਆ ਵੀ ਉਹ ਲੋਕ ਜਿਹੜੇ ਜਾਇਦਾਦਾਂ ਨੂੰ ਮਾਫੀਆ ਜਿਹੜਾ ਰੋਕਦਾ ਜਾਂ ਦਬਦਾ, ਉਹ ਉਹਨਾਂ ਦੀ ਇੱਥੇ ਜਦੋਂ ਆਉਂਦੇ ਆ ਉਹਨਾਂ ਦੀ ਕੌਣ ਪੁਸਤਪਨਾਈ ਕਰਦਾ ਇੱਥੇ ਸੇਵਾ। ਇਹ ਤੁਸੀਂ ਬੜੀ ਵਧੀਆ ਹਾਂਜੀ ਉਹ ਜੋੜਿਆ ਨਾਲ, ਮੈਨੂੰ ਬੜਾ ਵਧੀਆ ਲੱਗਿਆ। ਤੇ ਖਾਸ ਕਰ ਜਿਹੜੀ ਆਹ ਗੱਲ ਤੁਸੀਂ ਨਾਲ ਜੋੜੀ ਆ ਵੀ ਜਿਹੜੀ
ਜਦੋਂ ਉਹ ਇੱਥੇ ਆਉਂਦੇ ਆ ਅਸੀਂ ਵੀ ਉਹਨਾਂ ਦੇ ਮਗਰ ਕਿਉਂ ਮਤਲਬ ਹੱਥ ਜੋੜ ਕੇ ਫਿਰਦੇ ਆ। ਪਰ ਚਲੋ ਠੀਕ ਆ, ਪੰਜਾਬੀਆਂ 'ਚ ਇੱਕ ਮਹਿਮਾਨ ਜਿਹੜੀ ਨਵਾਜੀ ਦੀ ਭਾਵਨਾ ਹੈਗੀ ਆ, ਅਸੀਂ ਮਹਿਮਾਨ ਨਵਾਜੀ ਉਹਨਾਂ ਦੀ ਕਰੀਏ, ਸਾਡੀ ਇੱਕ ਭਾਵਨਾ। ਪਰ ਬਿਨਾਂ ਵਜ੍ਹਾ ਤੋਂ ਵੀ ਅਸੀਂ ਉਹਨਾਂ ਨੂੰ ਜਿਹੜਾ ਉਹ ਪ੍ਰਮੋਟ ਕਰਦੇ ਆ, ਇਹ ਵੀ ਇੱਕ ਤੁਸੀਂ ਇਹ ਵਿਸ਼ੇ 'ਚ ਲਿਖਿਆ ਵੀ ਇੱਕ ਕਾਰਨ ਹੈ, ਇਹ ਸੱਚ ਹੈ। ਤੇ ਜੇ ਮਾਫੀਆ ਦੀ ਗੱਲ ਕਰੀਏ ਤਾਂ ਪਿਛਲੇ ਦਿਨਾਂ 'ਚ ਜਿਹੜਾ ਦੇਖੋ ਪਿਛਲੇ ਲੰਬੇ ਸਮੇਂ ਤੋਂ ਜਰਬੈਤੀ ਪਾਰਟੀਆਂ ਦੇ ਸਮੇਂ 'ਚ ਗੱਲ ਕਰੀਏ ਤਾਂ ਉੱਥੇ ਜੁੜਿਆ ਹੋਇਆ ਜਿਹੜਾ ਪੁਲਿਸ ਤੰਤਰ ਹੈ ਜਾਂ ਸਿਵਲ ਪ੍ਰਸ਼ਾਸਨ ਨਾਲ ਜੁੜਿਆ ਹੋਇਆ ਤੰਤਰ ਹੈ, ਉਹਦੇ ਬਹੁਤ ਸਾਰੇ ਜਿਹੜੇ ਅਧਿਕਾਰੀ ਨੇ ਜਾਂ ਉੱਥੇ ਮਾਫੀਆ, ਉਹ ਲੋਕ ਉਹਨਾਂ ਦਾ ਇੱਕ ਗੱਠਜੋੜ ਆ ਜਿਸ 'ਚ ਪੋਲੀਟੀਕਲ ਲੋਕ ਵੀ ਸ਼ਾਮਲ ਆ। ਉਹ ਕਿਸ ਤਰ੍ਹਾਂ ਮਾਰਕਿੰਗ ਕਰਦੇ ਆ ਜਾਇਦਾਦਾਂ ਦੀ, ਖਾਸ ਕਰ ਜਿਹੜੇ ਬੰਦੇ ਲੰਬੇ ਸਮੇਂ ਤੋਂ ਜਿਨ੍ਹਾਂ ਦੀ ਵਾਪਸੀ ਨਹੀਂ ਹੋਈ, ਜਾਂ ਜਿਹੜੇ ਬੰਦੇ ਉਹਨਾਂ ਨੂੰ ਪਤਾ ਵੀ ਉਹ ਕੁਝ ਕਰ ਨਹੀਂ ਸਕਦੇ, ਜਿਨ੍ਹਾਂ ਕੋਲੇ ਜਿਹੜੇ ਇਹਨਾਂ ਹਾਲਾਤਾਂ 'ਚ ਹੀ ਹੈ ਨਹੀਂ ਵੀ ਉੱਥੇ ਜਾ ਕੇ ਕੇਸ ਲੜ ਸਕਣ ਜਾਂ ਕਾਊਂਟਰ ਕਰ ਸਕਣ ਉਹਨਾਂ ਨੂੰ, ਉਹ ਲੋਕਾਂ ਦੀਆਂ ਜਾਇਦਾਦਾਂ ਨੂੰ ਉਹ ਨਿਸ਼ਾਨਾ ਬਣਾਉਂਦੇ ਜੀ। ਤਾਂ ਉੱਥੇ ਮਤਲਬ ਜਿਹਦੀ ਡਾਂਗ ਮਜ਼ਬੂਤ ਹੈ ਜਿਹੜੇ ਪਰਿਵਾਰ ਦੀ, ਉਹਨਾਂ ਤੋਂ ਇਹ ਡਰਦੇ ਨੇ। ਪਰ ਇਹ ਵੱਡੀ ਗੱਲ ਹੈ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਵਾਕਈ ਉਹਨਾਂ ਨੇ ਕਿ ਇੱਥੇ ਵੀ ਆਪਦਾ ਜਿਹੜੀ ਜੜ ਹੈ ਇੱਥੇ ਵੀ ਹੈਗੀ ਆ ਉਹਨਾਂ ਦੀ। ਤੇ ਉਹ ਲੋਕ ਹੁਣ ਤੁਸੀਂ ਦੇਖ ਲਓ, ਪਿਛਲੇ ਦਿਨਾਂ 'ਚ ਮੈਂ ਇੱਥੇ ਆ ਕੇ ਜਿਹੜਾ ਵਿਚਰਦਿਆਂ ਮੈਂ ਦੇਖਿਆ ਕਿ ਬਹੁਤ ਸਾਰੇ ਲੋਕ ਇੱਥੇ ਵੀ ਕੰਮ ਕਰਦੇ ਪਏ ਆ ਜਿਹੜੇ ਕਹਿ ਰਹੇ ਆ ਵੀ ਜਿਹੜੀਆਂ ਜਾਇਦਾਦਾਂ ਵਿਵਾਦਿਤ ਜਾਇਦਾਦਾਂ ਨੇ ਉਹਨਾਂ ਦਾ ਸਾਡਾ ਇੱਥੇ ਹੀ ਸੌਦਾ ਕਰ ਲਓ, ਇੱਥੇ ਤੁਹਾਨੂੰ ਥੋੜਾ ਰੇਟ ਪੇ ਕਰਦੇ ਨੇ, ਜਿਹੜੀ ਕਰੋੜਾਂ ਦੀ ਉਹ ਲੱਖਾਂ 'ਚ ਲੈ ਲਓ, ਜਿਹੜਾ ਲੱਖਾਂ ਵਾਲੀ ਉਹ ਹਜ਼ਾਰਾਂ 'ਚ ਲੈ ਲਓ, ਤੇ ਤੁਸੀਂ ਪਾਸੇ ਹੋ ਜਾਓ, ਅਸੀਂ ਆਪੇ ਹੀ ਕਬਜ਼ਾ ਛਡਾ ਲਾਂਗੇ। ਵੱਡੀ ਗੱਲ ਤਾਂ ਇਹ ਹੈ ਨਾ ਵੀ ਸਾਡੇ ਘਰ 'ਚ ਉਹ ਬੈਠੇ ਹਨਾ। ਤੇ ਜਿਹੜੀ ਤੁਸੀਂ ਬੀਬੀ ਮਾਣੂਕੇ ਵਾਲੀ ਗੱਲ ਕੀਤੀ ਹੈ, ਦੇਖੋ ਇੱਕ ਤਾਂ ਭਗਵੰਤ ਮਾਨ ਮੁੱਖ ਮੰਤਰੀ ਹੈ ਜੀ, ਤੇ ਪ੍ਰਵਾਸੀ ਪੰਜਾਬੀਆਂ ਨੂੰ, ਇਕੱਲੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਹੀਂ, ਜੇ ਆਪ ਦੀ ਵੀ ਜੜ ਲੈ ਲਈਏ, ਜਦੋਂ ਤੋਂ ਇਹਦੀ ਸ਼ੁਰੂਆਤ ਹੋਈ ਹੈ, ਜਦੋਂ ਇਹਨਾਂ ਨੇ ਕਰਪਸ਼ਨ ਦੇ ਖਿਲਾਫ ਲੋਕਪਾਲ ਦੀ ਕਰਕੇ ਮੰਗ ਪਾਰਟੀ ਬਣਾਈ ਹੈ, ਚਾਹੇ ਉਹ ਦਿੱਲੀ 'ਚ ਇਲੈਕਸ਼ਨ ਲੜੀ ਹੈ, ਚਾਹੇ ਪੰਜਾਬ 'ਚ ਲੜੀ ਹੈ, ਚਾਹੇ ਹੋਰ ਸਟੇਟਾਂ 'ਚ ਲੜੀ ਹੈ, ਐਨਆਰਆਈਆਂ ਨੇ ਉਹਦੀ ਹਰ ਪੱਖੋਂ ਮਦਦ ਕੀਤੀ ਹੈ ਜੀ। ਤੇ ਜਿਹੜੀ ਇਹ ਬੀਬੀ ਮਾਣੂਕੇ ਨੇ ਜਿਹੜਾ ਉਹ ਕਬਜ਼ਾ ਕੀਤਾ ਕੋਠੀ ਤੇ, ਜਿਹੜੀ ਕੁਲਦੀਪ ਕੌਰ ਆ, ਭਾਵੇਂ ਦੀ ਐਡੀ ਵੱਡੀ ਪੱਧਰ ਤੇ ਚਰਚਾ ਹੋ ਗਈ ਹੈ, ਦੇਖੋ ਦੇਸ਼ ਵਿਦੇਸ਼ 'ਚ ਐਡੀ ਵੱਡੀ ਪੱਧਰ ਤੇ ਇਹ ਮੁੱਦਾ ਉੱਠ ਚੁੱਕਿਆ ਜੀ। ਪਰ ਅਜੇ ਤੱਕ ਦੇਖੋ ਤੁਸੀਂ ਮੁੱਖ ਮੰਤਰੀ ਸਾਹਿਬ ਚੁੱਪ ਨੇ, ਉਹਨਾਂ ਨੂੰ ਬੋਲਣਾ ਨਹੀਂ ਚਾਹੀਦਾ ਜੀ। ਛੋਟੇ ਛੋਟੇ ਮਸਲਿਆਂ ਤੇ ਟਵੀਟੋ ਟਵੀਟੀ ਆਪਸ ਵਿੱਚ ਹੋਈ ਜਾਂਦੇ ਆ, ਲੋਕਾਂ ਨੂੰ ਜਿਹੜਾ ਹਾਸ ਰਸ ਵਾਲੀ ਜਾਂ ਕਹਿ ਲਓ ਜਾਂ ਕੰਨ ਰਸ ਲਈ ਉਹ ਬੋਲੀ ਜਾਂਦੇ ਆ। ਜਿਹੜੇ ਇਹ ਅਹਿਮ ਮੁੱਦੇ ਨੇ ਜਿਹੜੇ ਲੱਖਾਂ ਲੋਕਾਂ ਨਾਲ ਜੁੜੇ ਹੋਏ ਨੇ, ਉਹ ਪ੍ਰਵਾਸੀ ਪੰਜਾਬੀ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਤੋਂ ਆਪਾਂ ਗੱਲ ਕਰ ਲਈਏ, ਗਦਰੀ ਬਾਬਿਆਂ ਦੇ ਰੂਪ 'ਚ ਦੇਸ਼ ਦੀ ਆਜ਼ਾਦੀ 'ਚ ਪ੍ਰਵਾਸੀ ਪੰਜਾਬੀਆਂ ਦਾ ਵੱਡਾ ਰੋਲ ਹੈ ਜੀ। ਦੇਸ਼ ਦੀ ਆਰਥਿਕਤਾ ਨੂੰ, ਪੰਜਾਬ ਦੀ ਆਰਥਿਕਤਾ ਦੇ ਠੁੰਬੜੇ ਨੇ ਪ੍ਰਵਾਸੀ ਪੰਜਾਬੀ। ਜੇ ਸਿੱਖਿਆ ਢਾਂਚਾ ਹੈ, ਖੇਡਾਂ ਨਾਲ ਸੰਬੰਧਿਤ ਹੈ, ਸਮਾਜਿਕ ਕਾਰਜ ਨੇ, ਪ੍ਰਵਾਸੀ ਪੰਜਾਬੀਆਂ ਤੋਂ ਬਿਨਾਂ ਤਾਂ ਚੱਲਦਾ ਹੀ ਨਹੀਂ ਪਿਆ ਜੀ ਪੰਜਾਬ 'ਚ। ਬਿਲਕੁਲ ਠੀਕ। ਤੇ ਉਹਨਾਂ ਜੇ ਲੋਕਾਂ ਦੀਆਂ ਜਾਇਦਾਦਾਂ, ਉਹਨਾਂ ਲੋਕਾਂ ਦੇ ਹਿੱਤ ਜੇ ਸੁਰੱਖਿਅਤ ਨਹੀਂ ਹੈਗੇ, ਤੇ ਉਹ ਸਰਕਾਰ ਦੇ ਸਮੇਂ 'ਚ ਨਹੀਂ ਹੈ ਜਿਹੜੀ ਸਰਕਾਰ ਤੇ ਉਹਨਾਂ ਨੂੰ ਆਸਥਾ ਨੇ, ਜਿਹੜਾ ਇੱਕ ਉਹਨਾਂ ਨੇ ਵੱਡਾ ਬਦਲ ਲਿਆਉਣ 'ਚ ਵੱਡਾ ਰੋਲ ਅਦਾ ਕੀਤਾ। ਪਿੰਡਾਂ 'ਚ ਜਾ ਕੇ ਤੋਂ ਜਹਾਜ਼ ਭਰ ਕੇ ਗਏ ਨੇ, ਬਹੁਤ ਵੱਡਾ ਇਸ਼ੂ ਆ। ਦੇਖੋ ਇਹ ਮਾਣੂਕੇ ਵਾਲੇ ਮੁੱਦੇ ਤੇ ਜਿਹੜੀ ਹੁਣ ਹੈ ਜੀ, ਤੁਹਾਨੂੰ ਮੈਂ ਦੱਸ ਦੇਣਾ, ਜਿਹੜੀ ਸ਼ੁਰੂਆਤ ਹੈ ਬੀਬੀ ਨੇ ਜਿਹੜਾ ਦਫ਼ਤਰ ਵੀ ਬਣਾਇਆ ਸੀ ਨਾ ਜੀ, ਉਹ ਵੀ ਦਫ਼ਤਰ ਵੀ ਕਿਸੇ ਐਨਆਰਆਈ ਨਾਲ ਸੰਬੰਧਿਤ ਕਿਸੇ ਬੰਦੇ ਦੀ ਇਸੇ ਰੂਪ 'ਚ ਉਹ ਵੀ ਦੱਬਿਆ ਗਿਆ ਸੀ। ਉਹ ਵੀ ਇਹੀ ਅਧਿਕਾਰੀ ਇਨਵੋਲਵ ਸੀਗੇ। ਹਾਂਜੀ, ਉਹ ਬੀਬੀ ਨੂੰ ਲੱਗਿਆ ਮੈਨੂੰ ਦਫ਼ਤਰ ਮਿਲ ਗਿਆ, ਕਿਉਂਕਿ ਉਹ ਵੀ ਬੜੇ ਵਧੀਆ ਹੀਰਾ ਬਾਗ ਹੈ ਜਗਰਾਉਂ 'ਚ ਜਿੱਥੇ ਉਹ ਦਫ਼ਤਰ ਸੀਗਾ, ਤੇ ਉੱਥੇ ਹੀ ਇਹ ਕੋਠੀ ਵੀ ਉੱਥੇ ਹੀ ਹੈ, ਨੇੜੇ ਕੋਠੀ। ਮਤਲਬ ਉੱਥੇ ਫਿਰ ਇਹਨੇ ਦਫ਼ਤਰ ਤੋਂ ਬਾਅਦ ਜਦੋਂ ਦਫ਼ਤਰ ਦੇ ਮੁੱਦੇ ਤੇ ਕੋਈ ਬਹੁਤ ਹੀ ਬੋਲੇ ਨਹੀਂ ਤਾਂ ਫਿਰ ਇਹਨੇ ਕੋਠੀ ਨੂੰ ਹੱਥ ਪਾ ਲਿਆ ਹਨਾ। ਤੇ ਹੁਣ ਜਿਹੜੀ ਲੇਟੈਸਟ ਦੇਖੋ ਤੁਸੀਂ, ਐਡਾ ਇਹ ਮੁੱਦਾ ਉੱਠ ਖੜਿਆ। ਅਜੇ ਤੱਕ ਤੁਸੀਂ ਵੀ ਮੰਨ ਲਓ ਵੀ ਜਿਹੜੀ ਉਹ ਬੀਬੀ ਹੈ, ਐਨਆਰਆਈ ਪਰਿਵਾਰ ਹੈ, ਪੀੜਤ ਪਰਿਵਾਰ ਹੈ, ਬੀਬੀ ਕੁਲਦੀਪ ਕੌਰ ਹੈ ਜਾਂ ਉਹਨਾਂ ਦੇ ਸੱਸ ਨੇ, ਉਹ ਕਿੰਨੀਆਂ ਸ਼ਿਕਾਇਤਾਂ ਦੇ ਚੁੱਕੇ ਆ, ਕਿੰਨੀਆਂ ਵੱਡੀਆਂ ਐਜੀਟੇਸ਼ਨਾਂ ਹੋ ਚੁੱਕੀਆਂ, ਈਵਨ ਵਿਧਾਨ ਸਭਾ 'ਚ ਮਸਲਾ ਉੱਠ ਚੁੱਕਿਆ, ਵਿਰੋਧੀ ਧਿਰ ਇਸ ਮੁੱਦੇ ਤੇ ਬੋਲ ਚੁੱਕੀ ਹੈ, ਈਵਨ ਅੰਦਰ ਖਾਤੇ ਜਿਹੜੇ ਆ ਪਾਰਟੀ ਦੇ ਵੀ, ਆਮ ਆਦਮੀ ਪਾਰਟੀ ਦੇ ਵੀ ਕਈ ਜਿਹੜੇ ਐਮਐਲਏ ਆ ਉਹ ਵੀ ਕਹਿ ਚੁੱਕੇ ਆ ਵੀ ਇਹ ਕਾਰਵਾਈ ਜਿਹੜੀ ਆ ਹੋਣੀ ਚਾਹੀਦੀ। ਅਜੇ ਤੱਕ ਉਹ ਪਰਿਵਾਰ ਵੱਲੋਂ ਪਰਚਾ ਨਹੀਂ ਦਰਜ ਹੋਇਆ ਜੀ, ਨਹੀਂ ਹੋਇਆ। ਜਿਹੜਾ ਸੰਘਰਸ਼ ਕਰ ਰਹੀ ਹੈ, ਇੱਕ ਐਜੀਟੇਸ਼ਨ ਕਰ ਰਹੀ ਹੈ ਜਿਹੜੀ ਇਨਕਲਾਬੀ ਜਥੇਬੰਦੀਆਂ ਨੇ, ਉਹਨਾਂ ਨੇ ਥੋੜੇ ਦਿਨ ਪਹਿਲਾਂ ਇੱਕ ਪ੍ਰੋਟੈਸਟ ਦੁਬਾਰਾ ਵੀ ਕੀਤਾ ਜਗਰਾਉਂ, ਪਰ ਨਹੀਂ ਹੋ ਰਹੀ ਕਾਰਵਾਈ ਜੀ। ਤੇ ਦੂਜੇ ਪਾਸੇ ਦੇਖੋ ਜਿਹੜਾ ਇੱਕ ਹੋਰ ਸੀ ਜਿਹੜਾ ਇਹਨਾਂ ਨੇ ਡਰਾਮਾ ਕੀਤਾ ਸੀ ਵੀ ਬੀਬੀ ਨੂੰ ਪਾਸੇ ਕਰਨ ਲਈ, ਜਿਹੜੇ ਬੰਦੇ ਨੇ ਇਕਰਾਰਨਾਮਾ ਜਾਲੀ ਬਣਾਇਆ ਸੀ, ਅਸ਼ੋਕ ਕੁਮਾਰ, ਉਹਨੇ ਪਹਿਲਾਂ ਵੀ ਇੱਕ ਬੜਾ ਵਧੀਆ ਐਨਆਰਆਈ ਪਰਿਵਾਰ ਹੈ ਇੱਥੋਂ ਦਾ, ਸਵਰਨ ਸਿੰਘ ਚੂੜਚੱਕ, ਉਹਨਾਂ ਦੇ ਦਾਦਾ ਰਹੇ ਆ, ਸ਼੍ਰੋਮਣੀ ਕਮੇਟੀ ਮੈਂਬਰ ਵੀ ਰਹੇ ਆ ਜਗਰਾਉਂ ਤੋਂ।
ਪਹਿਲਾਂ ਉਹਨਾਂ ਨੇ ਉਹਦੀ ਜਾਇਦਾਦ ਦੀ ਇਦਾਂ ਹੀ ਦਸਤਾਵੇਜ਼ ਬਣਾ ਕੇ ਉਹਨੂੰ ਹੜੱਪਣ ਦੀ ਕੋਸ਼ਿਸ਼ ਕੀਤੀ ਸੀ ਇਹਨੇ, ਅਸ਼ੋਕ ਕੁਮਾਰ ਨੇ। ਅੱਛਾ। ਹੁਣ ਇਹ ਬੀਬੀ ਦੇ ਨੇੜੇ ਆ, ਮਤਲਬ ਹੁਣ ਇਹਨੇ ਬੀਬੀ, ਇਹ ਦੇਖੋ ਸਾਰੇ ਦਸਤਾਵੇਜ਼ ਉਹਨੇ ਜਾਲੀ ਬਣਾਏ। ਕਰਮ ਸਿੰਘ ਜਿਹੜਾ ਐਡਵੋਕੇਟ ਆ ਉਹਨੇ ਆਪਦੇ ਨਾਂ ਤੇ ਰਜਿਸਟਰੀ ਕਰਾਈ। ਕਰਮ ਸਿੰਘ ਸ਼ਿਕਾਇਤ ਦਿੰਦਾ ਪਿਆ ਬਈ ਮੈਨੂੰ ਜੀ ਪਤਾ ਲੱਗ ਗਿਆ ਵੀ ਮੇਰੀ ਜਿਹੜੀ ਇਹ ਡਾਕੂਮੈਂਟ ਹੈ ਇਹਨੇ ਮੈਨੂੰ ਗਲਤ ਦੇ ਕੇ ਮੈਨੂੰ ਰਜਿਸਟਰੀ ਕਰਾਤੀ। ਉਹਦਾ ਰਾਤ ਨੂੰ ਜਿਹੜਾ ਉਹ ਲਿਖਿਆ ਨਾ ਵੀ ਪਰਵਾਨਾ ਲੈ ਕੇ ਆਇਆ, ਰਾਤ ਨੂੰ ਉਹ ਜਾਂਦਾ ਦਿਖਾਇਆ ਹੋਇਆ ਉਹ ਚ ਪਰਚੇ ਚ ਵੀ ਰਾਤ ਨੂੰ ਇੱਕ ਸਿਪਾਹੀ ਕੋਲੇ ਗਿਆ ਵੀ ਮੈਨੂੰ ਉਹਨੇ ਆ ਕੇ ਦੱਸਿਆ ਵੀ ਮੈਨੂੰ ਜੀ ਪਤਾ ਲੱਗਿਆ ਮੇਰਾ ਕਾਗਜ਼ ਗਲਤ ਹੈ ਤੇ ਇੰਨੇ ਵੱਜ ਕੇ ਇੰਨੇ ਮਿੰਟ ਤੇ ਦੱਸਿਆ ਤੇ 1 ਘੰਟੇ ਬਾਅਦ ਉਹ ਮਾਮਲਾ ਦਰਜ ਹੋ ਜਾਂਦਾ। ਬਿਲਕੁਲ ਠੀਕ। ਜਿਹੜਾ NRI ਪਰਿਵਾਰ ਹੈ ਤੁਸੀਂ ਦੇਖੋ ਕਿੰਨੇ ਚਿਰ ਤੋਂ ਪ੍ਰੋਟੈਸਟ ਕਰ ਰਿਹਾ, ਕਿੰਨੇ ਚਿਰ ਤੋਂ ਸੰਘਰਸ਼ ਕਰ ਰਿਹਾ, ਪਰਚਾ ਨਹੀਂ ਦਰਜ ਹੋ ਰਿਹਾ। 2 ਨੰਬਰ ਤੇ ਆਪਾਂ ਲਾ ਲਈਏ ਜੀ ਜਿਹੜਾ ਆਪ ਪਾਰਟੀ ਮੰਨ ਚੁੱਕੀ ਹੈ ਬਈ ਜੀ ਜਿਹੜਾ ਇਕਰਾਰਨਾਮਾ ਗਲਤ ਸੀ, ਗਲਤ ਇਕਰਾਰਨਾਮੇ ਦੇ ਫੇਕ ਇਕਰਾਰਨਾਮੇ ਦੇ ਆਧਾਰ ਤੇ ਰਜਿਸਟਰੀ ਹੋਈ ਜੀ। 2 ਨੰਬਰ ਤੇ ਇਹ ਐਡਵੋਕੇਟ ਪਰਚਾ ਦਰਜ ਕਰਾ ਚੁੱਕਿਆ ਜੀ। ਉਹ ਅਜੇ ਤੱਕ ਜਿਹੜੀ ਹੈ ਰਜਿਸਟਰੀ ਟੁੱਟੀ ਨਹੀਂ। NRI ਪਰਿਵਾਰ ਨੂੰ ਇਹਦੀ ਖਾਤਰ ਹੁਣ ਕੋਰਟ 'ਚ ਜਾਣਾ ਪਿਆ। ਜਿਹੜੇ ਇਸ ਮਾਮਲੇ 'ਚ ਜਿਹੜੇ ਲੇਟੈਸਟ ਹਾਲਾਤ ਨੇ ਉਹ ਕੋਰਟ 'ਚ ਗਏ। ਆਖਰ ਜਦੋਂ ਸਿਵਲ ਪ੍ਰਸ਼ਾਸਨ ਤੱਕ ਉਹਨਾਂ ਨੇ ਪਹੁੰਚ ਕਰਕੇ ਦੇਖ ਲਈ, ਪੁਲਿਸ ਤੱਕ ਦੇਖ ਲਈ, ਨਾ ਪਰਚਾ ਦਰਜ ਹੋ ਰਿਹਾ ਨਾ ਰਜਿਸਟਰੀ ਟੁੱਟ ਰਹੀ ਆ, ਉਹ ਆਖਰ ਵਿਚਾਰੇ ਕੋਰਟ 'ਚ ਚਲੇ ਗਏ। ਤੇ ਜਿਹੜਾ ਇਹ ਮਾਮਲੇ ਜਿਹੜਾ ਇਹਨਾਂ ਨੇ ਇੱਕ ਡਰਾਮਾ ਕੀਤਾ ਸੀ ਪਹਿਲਾਂ, ਜਿਹੜਾ ਬਈ ਐਡਵੋਕੇਟ ਕਰਮ ਨੇ ਕਹਿਤਾ ਵੀ ਮੇਰੇ ਨਾਲ ਇਹਨੇ ਧੋਖਾ ਕੀਤਾ ਜੀ ਅਸ਼ੋਕ ਨੇ, ਹਾਲਾਂਕਿ ਰਲੇ ਹੋਈ ਆ। ਇਹਨਾਂ ਨੂੰ ਬੀਬੀ ਮਾਣੂਕੇ ਨੂੰ ਬਚਾਉਣ ਲਈ ਇੱਕ ਡਰਾਮਾ ਜ਼ਰੂਰ ਕੀਤਾ ਸੀਗਾ ਬਈ ਇਹ ਤਾਂ ਪਤਾ ਹੀ ਨਹੀਂ ਸੀ, ਆਹ ਸੀ ਉਹ ਸੀ। ਉਹ ਜਿਹੜਾ ਉਹ ਮਾਮਲਾ ਦਰਜ ਹੋਇਆ ਸੀ ਉਹ 'ਚ ਦੇਖੋ ਇੱਕ ਤਾਂ ਸਭ ਤੋਂ ਵੱਡੀ ਗੱਲ ਆ ਵੀ ਪੁਲਿਸ ਨੇ ਉਹ 'ਚ 120 ਧਾਰਾ ਹੀ ਨਹੀਂ ਲਾਈ ਵੀ ਕਿਸੇ ਨੂੰ ਹੋਰ ਨੂੰ ਉਹ ਮਾਮਲੇ 'ਚ ਸ਼ਾਮਲ ਕੀਤਾ ਜਾ ਸਕੇ। ਅੱਛਾ ਜੀ। ਕਿਉਂਕਿ ਜੇ 120 ਧਾਰਾ ਲੱਗਦੀ ਹੈ ਕਾਨੂੰਨੀ ਮਾਹਰਾਂ ਅਨੁਸਾਰ ਤਾਂ ਫਿਰ ਉਹ 'ਚ ਜਿਹੜੀ ਹੈ ਕਰਮ ਸਿੰਘ ਦੀ ਜਾਂ ਹੋਰ ਜਿਹੜੇ ਬੰਦਿਆਂ ਨੇ ਪੇਪਰ ਬਣਾਉਣ ਸਹਾਇਤਾ ਕੀਤੀ ਜਾਂ ਰਜਿਸਟਰੀ ਕੀਤੀ ਉਹ 'ਚ ਸਰਕਾਰੀ ਅਧਿਕਾਰੀ ਆ। ਸੰਡੇ ਵਾਲੇ ਦਿਨ ਨੂੰ ਰਜਿਸਟਰੀ ਹੋ ਰਹੀ ਹੈ, ਸਭ ਤੋਂ ਵੱਡੀ ਗੱਲ ਐਤਵਾਰ ਨੂੰ ਹੋਈ ਹੈ। ਕਿਹੜਾ ਉਹ ਤਹਿਸੀਲਦਾਰ ਸੀ ਜਿਹਨੇ ਉਹ ਕੀਤੀ ਹੈ, ਕਿਹੜੇ ਪਟਵਾਰੀ ਸੀ ਜਿਨ੍ਹਾਂ ਨੇ ਉਹ ਅੱਗੇ ਚਾੜੀ ਹੈ, ਉਹ 120 ਧਾਰਾ ਹੀ ਨਹੀਂ ਲਾਈ। ਔਰ ਪੁਲਿਸ ਨੇ ਤੁਹਾਨੂੰ ਨਵੀਂ ਮੈਂ ਇੱਕ ਗੱਲ ਦੱਸਦੇ ਹਾਂ ਉਹ 'ਚ ਕੀ ਕਰਤਾ ਹੈ। ਪੁਲਿਸ ਨੇ ਅਦਾਲਤ 'ਚ ਲਿਖ ਕੇ ਦੇਤਾ ਬਈ ਅਸੀਂ ਇਹਨਾਂ ਪਾਰਟੀਆਂ ਦਾ ਰਾਜੀਨਾਮਾ ਹੋ ਗਿਆ ਆਪਸ ਵਿੱਚ, ਅਸੀਂ ਇਸ ਮਾਮਲੇ 'ਚ ਸਾਨੂੰ ਇਹ ਚਾਹੀਦਾ ਨਹੀਂ ਅਸ਼ੋਕ ਕੁਮਾਰ, ਅਸੀਂ ਇਹ ਤੋਂ ਪੁੱਛਗਿੱਛ ਨਹੀਂ ਕਰਨੀ। ਚਲੋ ਇਹ ਲੇਟੈਸਟ ਹੋ ਗਿਆ ਹੈ ਨਾ ਜੀ। ਤੇ ਦੂਸਰੇ ਪਾਸੇ ਜੇ ਬਾਈ ਜੀ ਆਪਾਂ ਗੱਲ ਕਰ ਲਈਏ ਜੇ NRIਆਂ ਦੀਆਂ ਜਿਹੜੀਆਂ ਜਾਇਦਾਦਾਂ ਜੇ ਇਹਨਾਂ ਨੂੰ ਲੈ ਕੇ ਜੇ ਥਾਣੇ ਵੀ ਬਣੇ ਹੋਏ ਆ, ਜੇ ਹੁਣ ਤੁਸੀਂ ਥਾਣੇ 'ਚ ਕੋਈ ਸ਼ਿਕਾਇਤ ਕਰ ਦਿੰਦੇ ਹੋ, ਕੋਈ NRI ਸ਼ਿਕਾਇਤ ਕਰ ਦਿੰਦਾ ਵੀ ਮੇਰਾ ਇਸ਼ੂ ਹੈ ਜੀ, ਉਹ ਦੇਖੋ ਕਿੱਡਾ ਉਹਦਾ ਲੰਬਾ ਪ੍ਰੋਸੈਸ ਹੈ। ਤੁਸੀਂ ਜਿਹੜੀ ਪਹਿਲਾਂ ਸ਼ਿਕਾਇਤ ਤੁਹਾਡੀ ਜਾਊਗੀ ਜੀ ਮਤਲਬ ADGP ਦੇ ਆਫਿਸ ਜਿਹੜਾ ਉਹ ਮਾਲੀ ਬਣਿਆ ਇਹਨਾਂ ਦਾ ਜਿਹੜਾ ਮੇਨ ਦਫ਼ਤਰ ਹੈ ਜੀ NRIਆਂ ਨਾਲ ਸੰਬੰਧਿਤ ਜਿਹੜਾ ਥਾਣਾ, ਉੱਥੋਂ ਫਿਰ ਉਹ AIG ਤੱਕ ADG ਆਪਣੇ ਲੀਗਲ ਉਹਦੇ ਤੱਕ ਐਡਵਾਈਜ਼ਰ ਤੱਕ, ਇਹ ਮਤਲਬ 20 ਤੋਂ 25 ਦਿਨ ਦਾ ਤਾਂ ਪ੍ਰੋਸੈਸ ਆ ਵੀ ਥਾਣੇ ਤੱਕ ਤੁਹਾਡੀ ਸ਼ਿਕਾਇਤ ਪਹੁੰਚਦੀ ਨੂੰ ਲੱਗ ਜਾਂਦੇ 20 ਤੋਂ 25 ਦਿਨ ਤਾਂ। ਫਿਰ ਉਹ ਤੇ ਗਾਂ ਕੀ ਕਾਰਵਾਈ ਹੁੰਦੀ ਆ ਜਾਂ ਨਹੀਂ ਹੁੰਦੀ, ਕਰਨੀ ਆ ਜਾਂ ਨਹੀਂ ਕਰਨੀ, ਉਹ ਪੁਲਿਸ ਦੇ ਹੱਥ 'ਚ ਆ। ਫਿਰ ਵਾਪਸ ਚਲੀ ਜਾਂਦੀ ਹੈ ਹਨਾ। ਤੁਹਾਨੂੰ ਪਤਾ ਹੀ ਉੱਥੇ ਸਿਸਟਮ ਕੀ ਹੈ, ਕਿਉਂਕਿ ਜਿਹੜਾ ਮਾਫੀਆ ਕੰਮ ਕਰਦਾ ਉਹ 'ਚ ਮਾੜੇ ਲੋਕ ਤਾਂ ਹੈਗੇ ਨੇ, ਉਹ 'ਚ ਜਿਹੜੇ ਅਫਸਰ ਨੇ ਇਹ ਨਹੀਂ ਵੀ ਸਰਕਾਰ ਨੂੰ ਪਤਾ ਨਹੀਂ ਗਾ। ਤੁਸੀਂ ਪਿਛਲੇ ਲੰਬੇ ਸਮੇਂ ਤੋਂ ਲੈ ਕੇ ਦੇਖ ਲਓ, ਉਹੀ ਪੁਲਿਸ ਦੇ ਅਧਿਕਾਰੀ ਨੇ ਜਿਨ੍ਹਾਂ ਨੇ ਬੇਨਾਮੀਆਂ ਨਾਮੀਆਂ ਇੰਨੀਆਂ ਜਾਇਦਾਦਾਂ ਬਣਾਈਆਂ ਹੋਈਆਂ। ਜਿਹੜੇ ਮਰਜ਼ੀ ਸ਼ਹਿਰ ਜਿੱਥੇ ਜਿਹੜੇ ਸ਼ਹਿਰ ਜਾਂਦੇ ਆ ਜੀ ਜਾਣਕਾਰ ਉਹ ਇਸ ਤਰ੍ਹਾਂ ਦੇ ਲੋਕਾਂ ਨੂੰ ਨੇੜੇ ਲਾ ਲੈਂਦੇ ਆ। ਫਿਰ ਉਹ ਕਿਸ ਤਰ੍ਹਾਂ ਉਹਨਾਂ ਦੀਆਂ ਜ਼ਮੀਨਾਂ ਨੂੰ ਪ੍ਰਵਾਸੀ ਪੰਜਾਬੀਆਂ ਦੀਆਂ ਨੂੰ ਜਿਹੜਾ ਉੱਥੇ ਵੀ ਕੋਈ ਮਾਤੜ ਬੰਦਾ ਉਹਦੀ ਤੇ ਵੀ ਕਬਜ਼ਾ ਕਰ ਲੈਂਦੇ ਆ। ਇਕੱਲੇ ਪ੍ਰਵਾਸੀ ਪੰਜਾਬੀ ਨਹੀਂ ਜੀ, ਉੱਥੇ ਉਹਨਾਂ ਨੂੰ ਵੀ ਦੱਬ ਲੈਂਦੇ ਆ। ਫਿਰ ਆਖਿਰ ਉਹ ਦੇਖੋ ਕਿੱਦਾਂ ਦਾ ਸਿਸਟਮ ਬਣਿਆ ਹੋਇਆ ਜੇ ਚਲੇ ਜਾਈਏ ਆਪਾਂ, ਜੇ ਵਿੱਚ ਜਾ ਕੇ ਦੇਖਦੇ ਹੋ ਤੁਸੀਂ ਜਾਂ ਇਹਦੇ ਬਾਰੇ ਜਾਣਕਾਰੀ ਇਕੱਤਰ ਕਰਦੇ ਹੋ ਜੀ, ਇੱਕ ਸਿਸਟਮ ਇਹੋ ਜਿਹਾ ਬਣਿਆ ਵੀ ਇਹ ਨਾ ਛੋਟਾ ਮੋਟਾ ਜੇ ਬਹੁਤ ਮਸਲਾ ਉੱਠ ਖੜਦਾ ਨਾ, ਕੋਈ ਕਿਸੇ ਨੇ ਵੀ ਇਹਨੇ ਜੀ ਕਬਜ਼ਾ ਕਰ ਲਿਆ ਤੇ ਉਹਦੇ ਬੰਦੇ ਦੇ ਖਿਲਾਫ ਇਹ ਛੋਟਾ ਮੋਟਾ, ਕਿਉਂਕਿ ਸਾਰਾ ਸਿਸਟਮ ਰਲਿਆ ਹੁੰਦਾ, ਉਹਦੇ ਖਿਲਾਫ ਛੋਟਾ ਮੋਟਾ ਪਰਚਾ ਦੇ ਦਿੰਦੇ ਆ। ਪਰਚਾ ਦੇ ਕੇ ਉਹਦੀ ਇਨਕੁਆਇਰੀ ਲਾ ਦਿੰਦੇ ਆ। ਇਨਕੁਆਇਰੀ ਲਾਉਣ ਤੋਂ ਬਾਅਦ ਉਹ ਪਾਰਟੀ ਨੂੰ ਕਹਿੰਦੇ ਵੀ ਜਾ ਕੇ ਰਾਜੀਨਾਮਾ ਕਰ ਲਾ, ਕੁਛ ਹੱਲ ਹੋ ਜੂ, ਨਹੀਂ ਤਾਂ ਕੋਰਟਾਂ 'ਚ ਚਲੇ ਜਾਓ। ਹੁਣ ਤੁਸੀਂ ਦੇਖ ਲਓ NRI ਪਰਿਵਾਰ ਆ ਜਿਹੜਾ ਵਿਚਾਰਾ ਜੀ, ਉਹ ਤਾਂ ਇਹ ਵੱਖਰੀ ਗੱਲ ਆ ਵੀ ਉਹ ਡਟੇ ਹੋਏ ਆ ਹਜੇ ਜੀ। ਜਿਹੜਾ ਉਹ ਪਰਿਵਾਰ ਆ BP ਦੇ ਖਿਲਾਫ ਡਟਿਆ ਹੋਇਆ, ਉਹਦੇ ਤੱਕ ਵੀ ਇਹਨਾਂ ਨੇ ਅਪਰੋਚ ਕੀਤੀ ਵੀ ਸਾਡੇ ਨਾਲ ਸਮਝੌਤਾ ਕਰ ਲਾ, ਬੈਠ ਕੇ ਗੱਲ ਕਰ ਲਓ, ਆਹ ਕਰ ਲਓ, ਪਰ ਉਹ ਪਰਿਵਾਰ ਅਜੇ ਡਟਿਆ ਹੋਇਆ। ਤੇ ਆਮ ਬੰਦਾ ਜੀ ਕਿੱਥੇ ਲੜ ਸਕਦਾ? ਉਹ ਬਹੁਤੇ ਬੰਦੇ ਜਿਹੜੇ NRI ਉਹਨਾਂ ਕੋਲ ਸਮਾਂ ਵੀ ਕਿੱਥੇ ਆ, ਕਿਉਂਕਿ ਉਹਨਾਂ ਦਾ ਪਰਿਵਾਰ ਸੋ ਇਹਦਾ ਮਤਲਬ ਹਲੇ ਬੀਬੀ ਹਟੀ ਨਹੀਂ, ਹਲੇ ਚੱਲ ਰਹੀ ਆ ਤਿਗੜਮਬਾਜੀ।
ਚੱਲ ਰਹੀ ਹੈ ਜੇ ਇਸ ਮੁੱਦੇ ਤੇ ਲਾਈਏ ਤਾਂ ਬੜਾ ਦੁਖਾਂਤ ਹੈ ਇਹ ਐਨਆਰਆਈਆਂ ਲਈ। ਔਰ ਐਨਆਰਆਈਆਂ ਨੂੰ ਇਸ ਮੈਂ ਇੱਕ ਹੋਰ ਤੁਹਾਨੂੰ ਦੱਸ ਦਿੰਦਾ ਜੀ, ਇੱਕ ਨਾ ਮੇਜਰ ਸਿੰਘ ਮੁੱਲਾਪੁਰ ਨੇ, ਉਹ ਅੱਜ ਕੱਲ੍ਹ ਇੱਥੇ ਆਏ ਹੋਏ ਨੇ। ਉਹ ਚਲੋ ਉੱਥੇ ਹੁਣ ਭਾਵੇਂ ਕਾਂਗਰਸ ਧਿਰ ਨਾਲ ਜੁੜੇ ਹੋਏ ਨੇ, ਜ਼ਿਲ੍ਹਾ ਪ੍ਰਧਾਨ ਨੇ ਕਾਂਗਰਸ ਦੇ, ਪਰ ਉਹਨਾਂ ਦੀ ਤਰਾਸਦੀ ਹੈ ਇੱਕ, ਉਹ ਇੱਥੋਂ ਦੇ ਸਿਟੀਜ਼ਨ ਸੀਗੇ ਕੈਨੇਡਾ ਦੇ। ਔਰ 2007 ਦੀ ਗੱਲ ਹੈ, ਜਦੋਂ ਪਹਿਲਾਂ ਸ਼ਾਇਦ ਤੁਹਾਨੂੰ ਯਾਦ ਹੋਵੇ ਐਨਆਰਆਈ ਸੰਮੇਲਨ ਹੋਇਆ ਬਾਦਲ ਸਰਕਾਰ ਦੇ। ਬਿਲਕੁਲ ਠੀਕ। ਉਹ ਬੰਦਾ ਇੱਥੋਂ ਗਿਆ, ਉੱਥੇ ਜਿਹੜੀ ਹੈ ਉਹ ਬੰਦਾ ਜੁੜਿਆ ਹੋਇਆ ਸੀਗਾ ਕੈਪਟਨ ਕਮਲਜੀਤ ਸਿੰਘ ਨਾਲ। ਇਹਨਾਂ ਦੀ ਬਾਦਲ ਪਰਿਵਾਰ ਦੀ ਜਾਂ ਉਹਨਾਂ ਦੀ ਆਪਸੀ ਜਿਹੜੀ ਅੰਦਰ ਖਾਤੇ ਪਾਰਟੀ ਦੀ ਕੋਈ ਲੜਾਈਬਾਜ਼ੀ ਸੀ। ਉਹ 2007 ਚ ਮੇਜਰ ਸਿੰਘ ਮੁੱਲਾਪੁਰ ਉਹਦਾ ਸ਼ਿਕਾਰ ਹੋ ਗਿਆ ਸੀ। ਜਿਹੜਾ ਬੰਦਾ ਇੱਥੇ ਉਹਦਾ ਵਿਚਾਰੇ ਦਾ ਪੂਰਾ ਸਿਸਟਮ ਸੀ। ਮੇਰੇ ਤਾਂ ਹੁਣ ਮਤਲਬ ਜਦੋਂ ਇੱਥੇ ਮਿਲ ਕੇ ਆਏ ਹੋਏ ਤੇ ਮੈਨੂੰ ਮਿਲੇ ਤੇ ਮੈਨੂੰ ਬੜਾ ਹੋਇਆ। 2007 ਤੋਂ ਬੰਦੇ ਤੇ ਕੇਸ ਪਾ ਕੇ ਉਹਨੂੰ ਉਲਝਾ ਲਿਆ। 2007 ਤੋਂ ਬਾਅਦ 15 ਸਾਲ ਬਾਅਦ ਉਹ ਬੰਦਾ ਦੇਖੋ ਮਾਨਸਿਕ ਤੌਰ ਤੇ ਉਹਨਾਂ ਦਾ ਪਰਿਵਾਰ ਇੱਥੇ ਕਿੰਨਾ ਪੀੜਤ ਹੋਇਆ, ਬਿਜ਼ਨਸ ਪ੍ਰਭਾਵਿਤ ਹੋਇਆ, ਉੱਥੇ ਉਹਨਾਂ ਨੂੰ ਕੋਰਟਾਂ ਕਚਹਿਰੀਆਂ 'ਚ ਧੱਕੇ ਖਾਣੇ ਪਏ। ਔਰ 15 ਸਾਲ ਬਾਅਦ ਉਹਦੇ ਕਲੀਅਰ ਹੋਇਆ ਕੇਸ, ਹੁਣ ਉਹ ਦੁਬਾਰਾ ਇੱਥੇ ਆਇਆ 15 ਸਾਲ ਬਾਅਦ। ਇਹ ਉਹ ਮਾਫੀਆ ਹੀ ਹੈ, ਸਾਰਾ ਸਿਸਟਮ ਹੀ ਤੁਹਾਨੂੰ ਪਤਾ ਹੀ ਹੈ, ਪੋਲੀਟੀਕਲ ਸਿਸਟਮ ਤਾਣਾ ਬਾਣਾ। ਤੇ ਜੇ ਆਪਾਂ ਗੱਲ ਕਰ ਲਈਏ ਇਹਨਾਂ ਦਾ ਆਰਆਈ ਸਾਰਿਆਂ ਦੀ, ਉਹਨਾਂ ਚੋਂ ਕੀ ਇਨਸਾਫ ਮਿਲਣਾ? ਜੇ ਐਨਆਰਆਈ ਸਭਾ ਵੀ ਹੈ, ਜਿਹੜੀ ਸਭਾ ਵੀ ਬਣੀ ਤੁਹਾਨੂੰ ਯਾਦ ਹੋਊਗਾ ਪਿੱਛੇ ਲੰਬਾ ਸਮਾਂ ਪਹਿਲਾਂ, ਉਹ ਸਭਾ ਦੀ ਬੜੀ ਮਹਿੰਗੀ ਮੈਂਬਰਸ਼ਿਪ ਸੀਗੀ ਉਦੋਂ ਜਿਹੜੇ ਐਨਆਰਆਈਆਂ ਨੇ ਲਈ ਆ, ਬੜੀ ਮਹਿੰਗੀ। ਹਰ ਬੰਦੇ ਨੂੰ ਸੀਗਾ ਵੀ ਸਾਡੇ ਯਾਰ ਹਿੱਤ 'ਚ ਗੱਲ ਹੋਊਗੀ ਜਾਂ ਸਾਡੀ ਸੁਣੀ ਜਾਊਗੀ। ਐਨਆਰਆਈਆਂ ਨੇ ਬੜੇ ਪੈਸੇ ਦੇ ਕੇ ਉਹਦੀ ਮੈਂਬਰਸ਼ਿਪ ਲਈ ਆ। ਪਰ ਉਹ ਕੀ ਹੈ ਜੀ, ਉਹ ਵੀ ਸੱਤਾਧਾਰੀ ਜਿਹਦੀ ਸਰਕਾਰ ਆ ਜਾਂਦੀ ਉਹਨਾਂ ਦਾ ਛੁਣਛਣਾ। ਹੁਣ ਭਾਵੇਂ ਗੁੱਸਾ ਕਰਨ ਜਿਹੜੇ ਮੈਂਬਰ ਨੇ ਉਹਦੇ ਨਾਲ ਸੰਬੰਧਤ, ਹੁੰਦਾ ਤਕਲੀਫ ਵੀ ਹੁੰਦੀ ਆ, ਪਰ ਉਹ ਜਿਹੜੀ ਸੱਤਾਧਾਰੀ ਧਿਰ ਆ ਜਾਂਦੀ ਹੈ ਉਹ ਉਹਨਾਂ ਦੇ ਉੱਤੇ ਕਬਜ਼ਾ ਹੁੰਦਾ, ਉਹਨਾਂ ਦੇ ਮੁਤਾਬਕ ਹੀ ਉਹ ਕੰਮ ਕਰਦੇ ਆ। ਇੱਥੋਂ ਤੱਕ ਕਿ ਤੁਹਾਨੂੰ ਪਤਾ ਹੀ ਹੈ ਜਿਹੜੇ ਐਨਆਰਆਈ ਥਾਣੇ ਵੀ ਆ ਜੀ, ਉੱਥੇ ਜਿਹੜਾ ਸਟਾਫ ਬੈਠਾ ਜਾਂ ਉੱਥੇ ਜਿਹੜੇ ਐਸਐਚ ਕੋਈ ਸਪੈਸ਼ਲ ਥੋੜੀ ਨੇ, ਉਹ ਇਧਰੋਂ ਡੈਪੂਟੇਸ਼ਨ ਤੇ ਦੂਜੇ ਪੰਜਾਬ ਪੁਲਿਸ ਚੋਂ ਡੈਪੂਟੇਸ਼ਨ ਤੇ ਉਧਰ ਲਾਏ ਹੋਏ ਨੇ। ਉਹੀ ਬੰਦੇ ਆ, ਉਹੀ ਤਾਂ ਐਸਐਚਓ ਆ, ਉਹੀ ਡੀਐਸਪੀ ਆ, ਉਹੀ ਤਾਣਾ ਬਾਣਾ। ਉਹ ਲੋਕਾਂ ਨੂੰ ਉੱਥੇ ਉਹੀ ਰੀਡਰ ਸੀਡਰ ਬੈਠੇ ਆ ਜਿਹੜੇ ਲੋਕਾਂ ਨੂੰ, ਜਿਹੜੇ ਐਨਆਰਆਈ ਅਪਰੋਚ ਕਰਦੇ ਉਹਨਾਂ ਨੂੰ। ਇੱਥੋਂ ਤੱਕ ਹਰ ਬੰਦੇ ਹਰ ਸਟੇਜ ਤੇ ਆ, ਜਿੰਨੀਆਂ ਸਟੇਜਾਂ ਨੇ ਮੈਂ ਤੁਹਾਨੂੰ ਗਣਾਈਆਂ ਨੇ ਵੀ ਜਿਹੜੀ ਐਪਲੀਕੇਸ਼ਨ ਆ ਥੱਲੇ ਨੂੰ ਜਦੋਂ ਆਉਂਦੀ ਆ ਜਾਂ ਤਾਂ ਨੂੰ ਜਾਂਦੀ ਆ, ਤਾਂ ਉਹ ਹਰ ਸਟੇਜ ਤੇ ਤੁਹਾਨੂੰ ਉਹਨੂੰ ਟਾਇਰ ਲਾਉਣੇ ਪੈਂਦੇ ਆ ਅਗਲੇ ਗਾਂ ਤੋੜਨ ਲਈ ਸ਼ਿਕਾਇਤ ਨੂੰ। ਚਾਹੇ ਡੀਏ ਲੀਗਲ ਦੇ ਚ ਪਈ ਆ, ਚਾਹੇ ਉਹ ਡੀਆਈਜੀ ਦੇ ਪਈ ਆ, ਉਹ ਸ਼ਿਕਾਇਤ ਆਪਦੀ ਤੁਹਾਨੂੰ ਮਤਲਬ ਟਾਇਰ ਲਾ ਕੇ ਥੱਲੇ ਲਾਉਣੀ ਪੈਂਦੀ ਆ ਸਿਸਟਮ ਦੇ ਮੁਤਾਬਕ, ਹਨਾ। ਬਿਲਕੁਲ। ਇਸ ਮੁੱਦੇ ਤੇ ਦੇਖੋ ਗਿੱਲ ਸਾਹਿਬ, ਤੁਸੀਂ ਤਾਂ ਤੁਹਾਡਾ ਲੰਬਾ ਤਜਰਬਾ ਵੀ ਔਰ ਬੜੀ ਵੱਡੀ ਗੱਲ ਆ ਵੀ ਤੁਸੀਂ ਹਰ ਮੁੱਦੇ ਤੇ ਜਿਹੜਾ ਪ੍ਰਵਾਸੀ ਪੰਜਾਬੀਆਂ ਨਾਲ ਜੁੜਿਆ ਹੀ ਨਹੀਂ, ਇਕੱਲਾ ਜੇ ਪੰਜਾਬ ਦਾ ਵੀ ਕੋਈ ਮੁੱਦਾ, ਚਾਹੇ ਉਹ ਧਾਰਮਿਕ ਮੁੱਦਾ ਹੈ, ਚਾਹੇ ਸਮਾਜਿਕ ਮੁੱਦਾ, ਤੁਸੀਂ ਬਹੁਤ, ਮੈਂ ਸੁਣਦਾ ਵੀ ਰਹਿਣਾ ਵੀ ਤੁਸੀਂ ਹਰ ਮੁੱਦੇ ਤੇ ਬੜੀ ਸੱਚ ਤੇ ਨਿਰਪੱਖਤਾ ਨਾਲ ਜਿਹੜੀ ਆ ਉਹ ਤੇ ਉਹ ਗੱਲਬਾਤ ਕਰਦੇ ਹੋ। ਵੱਡੀ ਗੱਲ ਹੈ ਕਿ ਤੁਸੀਂ ਜਿੰਨੇ ਵੀ ਪ੍ਰਵਾਸੀ ਪੰਜਾਬੀ ਆ ਜਾਂ ਐਨਆਰਆਈ ਵੀਰ ਨੇ, ਉਹਨਾਂ ਦੀਆਂ ਭਾਵੇਂ ਉਹ ਵਸਦੇ ਇੱਥੇ ਨੇ, ਕਹਿ ਲਓ ਵੀ ਆਲਣੇ ਉਹਨਾਂ ਦੇ ਇੱਥੇ ਨੇ, ਪਰ ਉਹਨਾਂ ਦੀ ਰੂਹ ਪੰਜਾਬ ਵਸਦੀ। ਬਿਲਕੁਲ ਠੀਕ ਹੈ ਜੀ। ਹਰ ਜਿਹੜਾ ਇੱਥੇ ਬੈਠਾ ਪੰਜਾਬੀ ਆ, ਮੈਂ ਤਾਂ ਹੈਰਾਨ ਆ ਵੀ ਮੈਂ ਬਜ਼ੁਰਗਾਂ ਨੂੰ ਇੱਥੇ ਮਿਲਿਆ ਪਾਰਕਾਂ 'ਚ ਜਾ ਕੇ, ਗੁਰੂ ਘਰਾਂ 'ਚ ਜਾ ਕੇ, ਹਰ ਬੰਦੇ ਨੂੰ ਜਿਹੜੇ 60 ਸਾਲ ਤੋਂ ਆਏ ਹੋਏ ਬੰਦੇ ਜੀ, ਮੈਂ ਉਹਨਾਂ ਨੂੰ ਇੱਕ ਸਵਾਲ ਕੀਤਾ ਗਿੱਲ ਸਾਹਿਬ, ਮੈਂ ਪੁੱਛਿਆ ਉਹਨਾਂ ਨੂੰ, ਮੈਂ ਕਿਹਾ ਜੀ ਵੀ ਤੁਹਾਨੂੰ ਯਾਦ ਆਉਂਦਾ ਪੰਜਾਬ? ਕਹਿੰਦੇ ਯਾਰ ਸੁਪਨੇ ਵੀ ਉੱਥੋਂ ਦੇ ਆਉਂਦੇ ਆ, ਉੱਥੇ ਹੀ ਕਿਤੇ ਖੇਤਾਂ 'ਚ ਤੁਰੇ ਫਿਰਦੇ ਆ, ਹਨਾ। ਮਤਲਬ ਬਈ ਹਾਂ ਹਮੇਸ਼ਾ ਦਿਲ 'ਚ ਰਹਿੰਦਾ। ਪਰ ਇੱਥੋਂ ਦੀਆਂ ਹੁਣ ਕਹਿ ਲਓ, ਇੱਥੋਂ ਦਾ ਉਹ ਕਹਿ ਲਓ ਮਜਬੂਰੀਆਂ ਕਹਿ ਲਓ ਜਾਂ ਪਰਿਵਾਰਾਂ ਦੀ ਸੈਟਿੰਗ ਇੱਥੋਂ ਦੀ ਕਹਿ ਲਓ ਵੀ ਅਸੀਂ ਨਹੀਂ ਵਾਪਸ ਜਾ ਸਕਦੇ, ਜਾਂ ਜਾਣੇ ਵੀ ਆ ਤਾਂ ਵਾਪਸ ਜਲਦੀ ਆਉਣਾ ਪੈਂਦਾ ਕਹਿੰਦੇ, ਪਰ ਬਸਣ ਨੂੰ ਉੱਥੇ ਜਾ ਕੇ ਜੀ ਕਰਦਾ, ਹਨਾ। ਮਤਲਬ ਇਹਨਾਂ ਹਾਲਾਤਾਂ 'ਚ ਜਦੋਂ ਪ੍ਰਵਾਸੀ ਪੰਜਾਬੀਆਂ ਦਾ ਏਡਾ ਵੱਡਾ ਦੇਸ਼ ਲਈ ਰੋਲ ਹੋਵੇ। ਫਿਰ ਇੱਕ ਹੋਰ ਦੇਖੋ ਜੀ ਗੱਲ, ਜਿਹੜੀ ਨਵੀਂ ਗੱਲ ਕਰ ਲਈਏ, ਜੋ ਕੁਝ ਹੋ ਰਿਹਾ, ਜੇ ਕੋਈ ਪੰਜਾਬ ਨਾਲ ਸੰਬੰਧਿਤ ਮੁੱਦਾ ਹੈ ਜਾਂ ਦੇਸ਼ ਨਾਲ ਸੰਬੰਧਿਤ ਮੁੱਦਾ, ਲੋਕਾਂ ਨਾਲ ਸੰਬੰਧਿਤ ਮੁੱਦਾ ਹੈ, ਉਹ ਤੇ ਐਜੀਟੇਸ਼ਨ ਹੋ ਰਹੀ ਹੈ। ਕੋਈ ਕਿਸਾਨੀ ਸੰਘਰਸ਼ ਹੀ ਹੋਇਆ ਲਾ ਲਓ, ਹਨਾ, ਕਿੱਡਾ ਵੱਡਾ ਕਿਸਾਨੀ ਸੰਘਰਸ਼ ਹੋਇਆ, ਔਰ ਉਹ 3 ਕਾਨੂੰਨਾਂ ਦੇ ਖਿਲਾਫ ਜਿਹੜਾ ਜੇ ਕਹਿ ਲਈਏ ਉਹ ਜੇ ਜਿੱਤ ਹੋਈ ਹੈ, ਕੇਂਦਰ ਨੂੰ ਝੁਕਾਇਆ, ਜਾਂ ਮੋਦੀ ਸਰਕਾਰ ਦੇ ਖਿਲਾਫ ਇੱਕ ਵੱਡੀ ਐਜੀਟੇਸ਼ਨ ਲੜੀ ਗਈ ਹੈ, ਤੇ ਉਹ 'ਚ ਸਭ ਤੋਂ ਵੱਡਾ ਰੋਲ ਜਿੱਤ ਉਹਦੇ ਪਿੱਛੇ ਪ੍ਰਵਾਸੀ ਪੰਜਾਬੀਆਂ ਦਾ ਜੀ। ਔਰ ਇਹ ਜੇ ਡੈਮੋਕ੍ਰੇਟਿਕ ਢੰਗ ਨਾਲ ਲੜੇ ਗਏ ਸੰਘਰਸ਼ਾਂ ਦੇ ਮਗਰ ਜਾ ਕੇ ਬੰਦੇ ਆਪਦੀ ਧਰਤੀ ਤੇ ਖੜਦੇ ਆ, ਤਾਂ ਉਹਨਾਂ ਦੇ ਮਨ 'ਚ ਭੈ ਪੈਦਾ ਕੀਤਾ ਜਾ ਰਿਹਾ, ਡਰ ਪੈਦਾ ਕੀਤਾ ਜਾ ਰਿਹਾ। ਉਹਨਾਂ ਲਈ ਜਿਹੜੀ ਈਡੀ ਕਹਿ ਲਓ ਜਾਂ ਐਨਆਈਏ ਕਹਿ ਲਓ, ਏਜੰਸੀਆਂ ਵਰਤੀਆਂ ਜਾ ਰਹੀਆਂ, ਉਹਨਾਂ ਦੇ ਅੰਦਰ ਡਰ ਪੈਦਾ ਕਰਨ ਲਈ ਤਾਂ ਕਿ ਉਹ ਆ ਕੇ ਡੈਮੋਕ੍ਰੇਟਿਕ ਢੰਗ ਨਾਲ ਨਾ ਇੱਥੇ ਲੜ ਸਕਣ। ਤੁਸੀਂ ਖਾਲਸਾ ਏਡ ਦੇ ਲਾ ਲਓ, ਹੁਣ ਥੋੜੇ ਦਿਨ ਪਹਿਲਾਂ, ਕੱਲ ਹੀ ਹੈ ਮੇਰੇ ਖਿਆਲ, ਕੱਲ ਜਾਂ ਪਰਸੋਂ ਦੀ ਗੱਲ ਹੈ, ਖਾਲਸਾ ਏਡ ਦੇ ਕਿੱਡੀ ਵੱਡੀ ਜਿਹੜੀ ਮਨੁੱਖਤਾ ਦੀ ਭਲਾਈ ਨੂੰ ਲੈ ਕੇ ਬਾਬੇ ਨਾਨਕ ਦੇ ਫਲਸਫੇ ਤੇ ਉਹ ਕੰਮ ਕਰਦੀ ਪਈ ਹੈ,
ਸਾਂਝੀਵਾਲਤਾ ਦਾ ਸੁਨੇਹਾ ਦਿੰਦੀ ਪਈ ਆ। ਕਿਸੇ ਵੀ ਬਿਨਾਂ ਭੇਦਭਾਵ ਤੋਂ ਜਾ ਕੇ ਉਹ ਹਰ ਥਾਂ ਤੇ ਲੰਗਰ ਲਾਉਂਦੇ ਪਏ ਆ। ਉਹਨਾਂ ਦੀ ਫਰੋਲਾ ਫਰਾਲੀ ਕੀਤੀ ਜਾ ਰਹੀ ਹੈ। NRIਆਂ ਦੇ ਖਾਤਿਆਂ ਦੀ ਬਿਨਾਂ ਵਜ੍ਹਾ ਤੋਂ ਫਰੋਲਾ ਫਰਾਲੀ, ਸਿਰਫ ਇੱਕ ਡਰ ਪੈਦਾ ਕੀਤਾ ਜਾ ਰਿਹਾ। ਉਹਦੇ ਲਈ ਪੋਲੀਟੀਕਲ ਮਤਲਬ ਸਿਸਟਮ ਦੇ ਖਿਲਾਫ ਬੋਲ ਨਾ ਸਕਣ। ਬਾਈ ਜੀ ਅੱਜ ਲਈ ਇੰਨਾ ਹੀ, ਤੇ ਸਮਾਂ ਮੇਰੇ ਕੋਲ ਘਟ ਗਿਆ, ਤੇ ਆਉਣ ਵਾਲੇ ਦਿਨਾਂ 'ਚ ਫਿਰ ਹੋਰ ਕਿਸੇ ਵਿਸ਼ੇ ਤੇ ਗੱਲ ਹੋਏਗੀ। ਤੁਹਾਡੇ ਸਮੇਂ ਲਈ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਸਰ ਜੋਗਿੰਦਰ ਸਿੰਘ ਪੱਤਰਕਾਰ, ਧੜਕ ਪੱਤਰਕਾਰੀ ਕੀਤੀ ਉਹਨਾਂ ਨੇ, ਅਜੀਤ 'ਚ ਲਿਖਦੇ ਰਹੇ। ਅਜੀਤ ਦੇ ਆਫਿਸ ਨੂੰ ਜਗਰਾਓਂ ਉਹਨਾਂ ਨੇ ਰਨ ਕੀਤਾ, ਤੇ ਪਰ ਫਿਰ ਸੱਚ ਬੋਲਣ ਦੇ ਲਈ ਔਖਾ ਸਮਾਂ ਵੀ ਉਹਨਾਂ ਨੂੰ ਕੱਢਣਾ ਪਿਆ। ਪਰ ਉਹਨਾਂ ਨੂੰ ਲੈ ਕੇ ਆਇਆ ਕਰਾਂਗੇ ਵਕਤ ਜਦ ਵੀ ਸਮਾਂ ਮਿਲੇਗਾ। ਬਾਕੀ ਕੱਲ੍ਹ ਨੂੰ ਜੀ ਰੱਬ ਰਾਖਾ।